ਡਾਕਟਰ ਮਨਦੀਪ ਗੌੜ ਦੀ ਸਵੈ-ਜੀਵਨੀ ਹੈ। ਪ੍ਰੋਫੈਸਰ ਕੈਦੀ, ਪਟਿਆਲਾ ਜੇਲ੍ਹ 'ਚ 8 ਵਰ੍ਹੇ। ਡਾਕਟਰ ਸੰਦੀਪ ਨੂੰ ਬਦਲ ਕੇ ਦਵਾਈ ਦੇ ਰਹੇ ਸਨ ਤੇ ਪ੍ਰੀਖਣ ਕਰ ਰਹੇ ਸਨ ਕਿ ਕਿਹੜੀ ਦਵਾਈ ਸਭ ਤੋਂ ਢੁਕਵੀਂ ਰਹੇਗੀ। 5ਵੇਂ ਦਿਨ ਮੈਂ ਡਾਕਟਰ ਸਾਹਿਬ ਤੋਂ ਉਹਦੀ ਬਿਮਾਰੀ ਬਾਰੇ ਚੰਗੀ ਤਰ੍ਹਾਂ ਪੁੱਛਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਸੰਦੀਪ ਦੀ ਬਿਮਾਰੀ ਲਈ ਆਪਰੇਸ਼ਨ ਦੀ ਲੋੜ ਨਹੀਂ ਪੈਣੀ, ਇਹ ਸਿਰਫ ਦਵਾਈਆਂ ਨਾਲ ਹੀ ਠੀਕ ਹੋ ਜਾਊ, ਪਰ ਇਹਦੇ ਲਈ ਘੱਟੋ ਘੱਟ 6 ਮਹੀਨੇ ਦਵਾਈ ਖਾਣੀ ਪਏਗੀ। ਇਹ 15 ਰਾਤਾਂ ਮੈਂ ਹਸਪਤਾਲ ਦੇ ਬਾਹਰ ਵਰਾਂਡੇ 'ਚ ਭੁੰਜੇ ਸੌ ਕੇ ਕੱਟੀਆਂ। ਕਈ ਵਾਰ ਹਸਪਤਾਲ ਦਾ ਚੌਕੀਦਾਰ ਤਰਸ ਖਾ ਕੇ ਮੈਨੂੰ ਥੱਲੇ ਵਿਛਾਉਣ ਲਈ ਚਾਦਰ ਦੇ ਦਿਆ ਕਰਦਾ ਸੀ। ਮੈਂ ਸਵੇਰੇ 5:30 ਵਜੇ ਉੱਠ ਕੇ ਹਸਪਤਾਲ ਦੇ ਅੰਦਰ ਹੀ ਨਹਾਇਆ ਧੋਇਆ ਕਰਦਾ ਸਾਂ। ਜਦੋਂ ਕਈ ਵਾਰ ਮੈਂ ਘਰ ਫੋਨ ਕਰਦਾ ਤਾਂ ਮਾਤਾ ਜੀ ਮੈਨੂੰ ਪੁੱਛਦੇ ਸੀ ਕਿ ਰਾਤ ਨੂੰ ਤੂੰ ਕਿੱਥੇ ਸੌਂਦਾ ਹੈ। ਮੈਂ ਉਹਨਾਂ ਦੇ ਮਨ ਦੀ ਤਸੱਲੀ ਲਈ ਕਹਿ ਦਿੰਦਾ ਸੀ ਕਿ ਮੈਂ ਕਿਸੇ ਦੋਸਤ ਦੇ ਘਰ ਜਾ ਕੇ ਆਰਾਮ ਨਾਲ ਸੌਂ ਜਾਂਦਾ। ਮੈਂ ਕਿਹੋ ਜਿਹੇ ਆਰਾਮ ਨਾਲ ਸੌਂਦਾ ਸਾਂ ਇਹਦੇ ਬਾਰੇ ਜਾਂ ਤਾਂ ਸੰਦੀਪ ਜਾਣਦਾ ਸੀ ਜਾਂ ਫਿਰ ਉਹ ਮੱਛਰ ਜੋ ਮੇਰੇ ਖੂਨ ਦਾ ਕਤਰਾ ਨਿਚੋੜ ਕੇ ਪੂਰੀ ਦਾਵਤ ਉਟਾਉਂਦੇ ਸਨ। ਕਈ ਵਾਰੀ ਜਦੋਂ ਮੇਰੀ ਪ੍ਰੇਮਿਕਾ ਸੰਦੀਪ ਦੀ ਖਬਰ ਲਈ ਆਉਂਦੀ ਤਾਂ ਮੇਰੇ ਕੋਲ 3-4 ਘੰਟੇ ਬਿਤਾ ਕੇ ਹੀ ਜਾਂਦੀ। ਉਹ ਨਾਭਾ ਸ਼ਹਿਰ ਨੇੜੇ ਦੇ ਇੱਕ ਕਸਬੇ ਦੇ ਗਰਲਜ਼ ਕਾਲਜ ਵਿਖੇ ਲੈਕਚਰਾਰ ਲੱਗੀ ਹੋਈ ਸੀ। ਸੰਦੀਪ ਨੂੰ ਹਸਪਤਾਲ ਦਾਖਲ ਹੋਇਆ ਹੁਣ 10 ਦਿਨ ਤੋਂ ਵੱਧ ਹੋ ਚੁੱਕੇ ਸਨ। ਮੇਰੇ ਮਨ ਦਾ ਬੋਝ ਕਾਫੀ ਵੱਧ ਰਿਹਾ ਸੀ। ਮੈਨੂੰ ਹਸਪਤਾਲ ਦੇ ਦਿਨੋਂ ਦਿਨ ਵੱਧਦੇ ਬਿੱਲ ਦਾ ਡਰ ਵੱਡ ਖਾ ਰਿਹਾ ਸੀ। ਮੇਰੀ ਜੇਬ 'ਚ ਸਿਰਫ 500 ਰੁਪਏ ਬਚੇ ਸਨ ਤੇ ਸੰਦੀਪ ਦੇ ਹਸਪਤਾਲੋਂ ਖਾਰਜ ਕੀਤੇ ਜਾਣ ਦੇ ਆਸਾਰ ਕਾਫੀ ਘੱਟ ਨਜ਼ਰ ਆ ਰਹੇ ਸਨ। ਮੇਰੀ ਪ੍ਰੇਮਿਕਾ ਨੇ ਮੈਨੂੰ ਹੌਸਲਾ ਦਿੰਦਿਆਂ ਕਿਹਾ ਕਿ ਪਰਮਾਤਮਾ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰੇਗਾ। ਹੁਣ ਮੇਰੀ ਛੁੱਟੀ ਖਤਮ ਹੋਣ 'ਚ ਸਿਰਫ 5 ਹੀ ਦਿਨ ਬਾਕੀ ਰਹਿ ਗਏ ਸਨ। ਸੰਦੀਪ ਨੇ ਮੇਰਾ ਲਮਕਿਆ ਹੋਇਆ ਚਿਹਰਾ ਵੇਖ ਕੇ ਪਰੇਸ਼ਾਨੀ ਦਾ ਕਾਰਨ ਪੁੱਛਿਆ। ਮੈਂ ਉਹਨੂੰ ਦੱਸਿਆ ਕਿ ਘਰ ਦੀ ਸਾਰੀ ਜਮ੍ਹਾਂ ਪੂੰਜੀ ਤਾਂ ਪਿਤਾ ਜੀ ਤੇ ਮਾਤਾ ਜੀ ਦੇ ਇਲਾਜ 'ਚ ਖਰਚ ਹੋ ਗਈ ਤੇ ਹੁਣ ਮੇਰੇ ਕੋਲ ਵੀ ਰੁਪਈਆਂ ਦਾ ਕੋਈ ਇੰਤਜ਼ਾਮ ਨਹੀਂ। ਉਹਨੇ ਮੇਰਾ ਹੱਥ ਫੜ ਕੇ ਬੜੇ ਪਿਆਰ ਨਾਲ ਕਿਹਾ, ਤੂੰ ਫਿਕਰ ਨਾ ਕਰ ਵੀਰ, ਮੈਂ ਅਜਿਹੀ ਕਿਸੇ ਔਖੇ ਵੇਲੇ ਲਈ ਬੈਂਕ 'ਚ 20,000 ਰੁਪਏ ਜੋੜ ਕੇ ਰੱਖੇ ਹੋਏ ਹਨ। ਉਹਦੀ ਗੱਲ ਸੁਣ ਕੇ ਮੇਰੇ ਚਿਹਰੇ ਤੇ ਚਮਕ ਆ ਗਈ ਤੇ ਮੈਨੂੰ ਉਹਦੀ ਸਮਝਦਾਰੀ ਦਾ ਅਹਿਸਾਸ ਵੀ ਹੋਇਆ। ਦੋਸਤੋ, ਹਰ ਵਿਅਕਤੀ ਨੂੰ ਆਪਣੀ ਆਮਦਨੀ ਵਿੱਚੋਂ ਕੁਝ ਰੁਪਏ ਇਹ ਸੋਚ ਕੇ ਜ਼ਰੂਰ ਜੋੜਨੇ ਚਾਹੀਦੇ ਹਨ ਕਿ ਇਹ ਬੇਵਕਤਾਈ ਬਿਮਾਰੀ ਵੇਲੇ ਕੰਮ ਆ ਸਕਦੇ ਹਨ। ਉਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਜਿਸ ਸੰਦੀਪ ਨੂੰ ਅੱਜ ਤੱਕ ਮੈਂ ਛੋਟਾ ਬੱਚਾ ਹੀ ਸਮਝਦਾ ਰਿਹਾ ਸੀ, ਉਹ ਕਾਫੀ ਸਿਆਣਾ ਹੋ ਚੁੱਕਾ ਸੀ। ਮੇਰੀ ਛੁੱਟੀ ਲਗਭਗ ਖਤਮ ਹੋ ਚੁੱਕੀ ਸੀ, ਪਰ ਡਾਕਟਰ ਨੂੰ ਸੰਦੀਪ ਲਈ ਢੁਕਵੀਂ ਦਵਾਈ ਨਹੀਂ ਲੱਭ ਰਹੀ ਸੀ। ਛੁੱਟੀ ਦੇ ਆਖਰੀ ਦਿਨ ਮੈਂ ਬੇਮਨ ਨਾਲ ਆਪਣੀ ਦੀਦੀ ਨੂੰ ਫੋਨ ਕੀਤਾ ਤੇ ਸਾਰਾ ਸਮਾਨ ਬੈਗ 'ਚ ਪਾ ਕੇ ਰੱਖ ਦੇਣ ਲਈ ਕਿਹਾ। ਜਦੋਂ ਉਹਨੇ ਸੰਦੀਪ ਬਾਰੇ ਸਵਾਲ ਕੀਤਾ ਤਾਂ ਮੈਨੂੰ ਕੋਈ ਜਵਾਬ ਨਾ ਸੁਝਿਆ। ਉਸ ਰਾਤ ਮੈਨੂੰ ਬਿਲਕੁਲ ਹੀ ਨੀਂਦ ਨਹੀਂ ਆਈ। ਉਹ ਰਾਤ ਮੇਰੇ ਲਈ ਮੇਰੀ ਉਮਰ ਕੈਦ ਨਾਲੋਂ ਵੀ ਲੰਮੀ ਸਾਬਤ ਹੋਈ। ਸਵੇਰੇ 9 ਵਜੇ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ ਤੇ ਦੱਸਿਆ ਕਿ ਸੰਦੀਪ ਲਈ ਢੁਕਵੀਂ ਦਵਾਈ ਮਿਲ ਗਈ ਸੀ। ਹੁਣ ਮੈਂ ਉਹਨੂੰ ਘਰ ਲੈ ਜਾ ਸਕਦਾ ਸਾਂ। ਮੈਂ ਰੱਬ ਦਾ ਸ਼ੁਕਰ ਮਨਾਇਆ ਤੇ ਡਾਕਟਰ ਸਾਹਿਬ ਨੂੰ ਪੈਸਿਆਂ ਸੰਬੰਧੀ ਮੁਸ਼ਕਲ ਦੱਸੀ। ਡਾਕਟਰ ਸਾਹਿਬ ਨੇ ਮੁਸਕਰਾਉਂਦਿਆਂ ਕਿਹਾ, ਬਸ ਇੰਨੀ ਕੁ ਗੱਲ ਹੈ, ਮੈਂ ਸੰਦੀਪ ਦੇ ਨਾਂ ਦਾ ਸਰਟੀਫਿਕੇਟ ਬਣਨਾ ਦਿੰਦਾ ਹੈ ਤੇ ਬੈਂਕ ਮੈਨੇਜਰ ਦੇ ਨਾਂ ਚਿੱਠੀ ਲਿਖ ਦੇਣਾ। ਜੇ ਉਹਨਾਂ ਨੂੰ ਫੇਰ ਵੀ ਪੈਸੇ ਦੇਣ 'ਚ ਕੋਈ ਇਤਰਾਜ਼ ਹੋਵੇ ਤਾਂ ਤੂੰ ਫੋਨ ਤੇ ਉਹਨਾਂ ਨਾਲ ਮੇਰੀ ਗੱਲ ਕਰਵਾ ਦੇ। 9:30 ਵਜੇ ਮੈਂ ਆਪਣੀ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਨਾਭੇ ਵੱਲ ਨੂੰ ਭਜਾ ਲਿਆ। ਮੈਂ ਤਕਰੀਬਨ 2 ਕਿਲੋਮੀਟਰ ਹੀ ਪਹੁੰਚਿਆ ਸੀ ਕਿ ਅਚਾਨਕ ਮੇਰੀ ਅੱਖ ਉੱਪਰ ਭਰਿੰਡ ਲੜ ਗਈ। ਅੱਧੇ ਰਸਤੇ ਤੱਕ ਪਹੁੰਚਦਿਆਂ ਮੇਰੀ ਅੱਖ ਪੂਰੀ ਤਰ੍ਹਾਂ ਬੰਦ ਹੋ ਗਈ ਤੇ ਉਹਨੂੰ ਸੋਜ ਆ ਗਈ। ਮੈਂ ਸੋਚਿਆ ਅੱਜ ਦਾ ਰੱਬ ਬੜਾ ਹੀ ਸਖਤ ਇਮਤਿਹਾਨ ਲੈ ਰਿਹਾ, ਪਰ ਮੇਰਾ ਇਹ ਇਰਾਦਾ ਪੱਕਾ ਸੀ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੇ ਅੰਤ ਤੱਕ ਹਥਿਆਰ ਨਹੀਂ ਸੁੱਟਾਂਗਾ। ਮੈਂ ਤਕਰੀਬਨ 10:15 ਵਜੇ ਨਾਭਾ ਵਿਖੇ ਬੈਂਕ ਪਹੁੰਚ ਗਿਆ ਤੇ ਬੈਂਕ ਮੈਨੇਜਰ ਨੂੰ ਸਾਰੀ ਗੱਲ ਦੱਸੀ। ਉਹਨੇ ਕਿਹਾ ਕਿ ਉਹ ਸੰਦੀਪ ਦੀ ਮੌਜੂਦਗੀ ਤੋਂ ਬਿਨਾਂ ਪੈਸੇ ਨਹੀਂ ਦੇ ਸਕਦਾ। ਉਹਦੀ ਗੱਲ ਸੁਣ ਕੇ ਮੇਰਾ ਸਾਲਾਂ ਦਾ ਸਬਰ ਟੁੱਟ ਗਿਆ ਤੇ ਮੈਂ ਆਪਣੀ ਸਾਰੀ ਟੈਨਸ਼ਨ ਉਸ ਉੱਪਰ ਝਾੜਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪੈਸੇ ਬੈਂਕ 'ਚ ਇਸ ਲਈ ਜਮ੍ਹਾਂ ਕਰਾਉਂਦਾ ਹੈ ਕਿ ਵਕਤ ਸਿਰ ਉਹਦੇ ਕੰਮ ਆ ਸਕਣ। ਜੇ ਇਹ ਰਕਮ ਅੱਜ ਮੇਰੇ ਭਰਾ ਦੇ ਕੰਮ ਨਾ ਆਈ ਤਾਂ ਸਾਨੂੰ ਇਹਦੇ ਬੈਂਕ 'ਚ ਹੋਣ ਦਾ ਕੀ ਲਾਭ। ਗੁੱਸੇ ਕਾਰਨ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ ਤੇ ਮੇਰੀਆਂ ਅੱਖਾਂ 'ਚ ਹੰਝੂ ਵਗ ਰਹੇ ਸਨ। ਮੇਰੀਆਂ ਸੱਚੀਆਂ ਤੇ ਠੋਸ ਦਲੀਲਾਂ ਸੁਣ ਕੇ ਮੈਨੇਜਰ ਦਾ ਦਿਲ ਪਿਘਲ ਗਿਆ। ਉਹਨੇ ਮੈਨੂੰ ਕਿਹਾ ਕਿ ਉਹਨਾਂ ਦਾ ਇੱਕ ਕਰਮਚਾਰੀ ਮੇਰੇ ਨਾਲ ਪਟਿਆਲੇ ਡਾਕਟਰ ਦੇ ਹਸਪਤਾਲ ਜਾਏਗਾ ਤੇ ਵਾਊਚਰ ਉੱਪਰ ਸੰਦੀਪ ਦੇ ਦਸਖਤ ਕਰਾ ਲਏਗਾ। ਅਜੇ ਅਸੀਂ ਤੁਰਨ ਹੀ ਲੱਗੇ ਸੀ ਕਿ ਉਹਨੇ ਮੈਨੂੰ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਬੇਟਾ ਅੱਜ ਸ਼ਨੀਵਾਰ ਹੈ, ਅੱਧੇ ਦਿਨ ਦੀ ਛੁੱਟੀ ਹੈ, ਤੁਸੀਂ 12 ਵਜੇ ਤੋਂ ਪਹਿਲਾਂ ਮੁੜ ਆਉਣਾ। ਮੈਂ ਘੜੀ ਤੇ ਨਿਗਾਹ ਮਾਰੀ। 11 ਵਜਣ 'ਚ 10 ਕੁ ਮਿੰਟ ਰਹਿੰਦੇ ਸਨ।
ਮੈਂ ਕਾਹਲੀ ਨਾਲ ਮੋਟਰਸਾਈਕਲ ਸਟਾਰਟ ਕੀਤੀ ਤੇ ਬੈਂਕ ਕਰਮਚਾਰੀ ਨੂੰ ਪਿੱਛੇ ਬਿਠਾ ਕੇ ਪਟਿਆਲੇ ਵੱਲ ਦੌੜ ਪਿਆ। ਮੈਂ ਮੋਟਰਸਾਈਕਲ ਨੂੰ ਬਹੁਤ ਤੇਜ਼ ਦੌੜਾ ਰਿਹਾ ਸਾਂ। ਅੱਜ ਨਾਭੇ ਸ਼ਹਿਰ ਤੋਂ ਬਾਹਰ ਨਿਕਲੇ ਹੀ ਸੀ ਕਿ ਬੈਂਕ ਕਰਮਚਾਰੀ ਨੇ ਮੈਨੂੰ ਕਿਹਾ, ਬੇਟਾ ਤੂੰ ਮੈਨੂੰ ਰੋਟੀ ਵਾਲੀ ਨਹਿਰ ਦੇ ਪੁਲ ਕੋਲ ਉਤਾਰ ਕੇ ਇਕੱਲਾ ਹੀ ਸੰਦੀਪ ਦੇ ਦਸਖਤ ਕਰਵਾ ਲਿਆ। ਮੈਂ ਮੈਨੇਜਰ ਨੂੰ ਝੂਠ ਬੋਲਦੀ ਹੂੰ ਕਿ ਦਸਖਤ ਮੇਰੇ ਸਾਹਮਣੇ ਹੀ ਹੋਏ ਸੀ। ਮੈਂ ਇੱਥੇ ਖੜਾ ਰਹਾਂਗਾ ਤੇ ਤੂੰ ਬੈਂਕ ਵਾਪਸੀ ਵੇਲੇ ਮੈਨੂੰ ਲੈਂਦਾ ਜਾਈਂ। ਮੈਨੂੰ ਉਹਦੀ ਸਮਝਦਾਰੀ ਤੇ ਹਾਸਾ ਆ ਗਿਆ ਕਿਉਂਕਿ ਬੈਂਕ ਦੇ 20,000 ਬਚਾਉਣ ਲਈ ਆਪਣੀ ਜਾਨ ਨਹੀਂ ਗਵਾਉਣਾ ਚਾਹੁੰਦਾ ਸੀ। ਮੈਂ ਪੂਰੀ ਸਪੀਡ ਨਾਲ ਮੋਟਰਸਾਈਕਲ ਦੌੜਾ ਲਈ। ਸਪੀਡੋਮੀਟਰ ਦੀ ਸੂਈ 100 ਪਾਰ ਕਰਕੇ ਲਾਲ ਲਕੀਰ ਤੇ ਪਹੁੰਚ ਗਈ ਸੀ। ਅੱਜ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇੰਨੀ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾ ਰਿਹਾ ਸੀ। ਆਮ ਤੌਰ ਤੇ ਮੈਂ 50 ਦੀ ਰਫ਼ਤਾਰ ਤੋਂ ਤੇਜ਼ ਨਹੀਂ ਚਲਾਉਂਦਾ ਸੀ ਕਿਉਂਕਿ ਇਸ ਨਾਲ ਐਕਸੀਡੈਂਟ ਹੋਣ ਦਾ ਵੀ ਘੱਟ ਤੋਂ ਘੱਟ ਖਤਰਾ ਹੁੰਦਾ ਸੀ ਤੇ ਐਵਰੇਜ ਵੀ ਵੱਧ ਤੋਂ ਵੱਧ ਨਿਕਲਦੀ ਸੀ। ਤੇ ਅੱਜ ਮੈਂ ਕਈ ਵਾਰੀ ਮੌਤ ਦੇ ਬਿਲਕੁਲ ਕੋਲੋਂ ਲੰਘਿਆ ਸੀ, ਪਰ ਮਜਬੂਰੀ ਵਸ ਰਫ਼ਤਾਰ ਨਹੀਂ ਘਟਾ ਸਕਿਆ ਕਿਉਂਕਿ ਜਿਵੇਂ ਨਿਸ਼ਾਨਾ ਲਾਉਂਦੇ ਅਰਜਨ ਦੀ ਨਿਗਾਹ ਸਿਰਫ ਚਿੜੀ ਦੀ ਅੱਖ ਤੇ ਸੀ, ਉਸੇ ਤਰ੍ਹਾਂ ਮੇਰੀ ਨਿਗਾਹ ਬੈਂਕ ਕੈਸ਼ੀਅਰ ਹੱਥੋਂ ਮਿਲਣ ਵਾਲੇ ਨੋਟਾਂ ਉੱਪਰ ਸੀ। ਲਗਭਗ 25 ਮਿੰਟਾਂ 'ਚ ਹੀ ਮੈਂ ਹਸਪਤਾਲ ਪਹੁੰਚ ਗਿਆ ਤੇ ਭੱਜਦਾ ਸੰਦੀਪ ਦੇ ਕਮਰੇ 'ਚ ਵੜ ਗਿਆ। ਹਸਪਤਾਲ ਦਾ ਗੇਟਕੀਪਰ ਮੈਨੂੰ ਜੁੱਤਿਆਂ ਸਮੇਤ ਅੰਦਰ ਵੜਦਿਆਂ ਵੇਖ ਕੇ ਮੇਰੇ ਮਗਰ ਦੌੜਿਆ, ਪਰ ਉਹਦੇ ਮੇਰੇ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਵਾਊਚਰ ਤੇ ਸੰਦੀਪ ਦੇ ਦਸਖਤ ਕਰਾ ਚੁੱਕਾ ਸੀ। ਮੈਂ ਗੇਟਕੀਪਰ ਤੋਂ ਮਾਫੀ ਮੰਗਦਾ ਵਾਪਸ ਦੌੜ ਪਿਆ ਤੇ ਮੋਟਰਸਾਈਕਲ ਫਿਰ ਨਾਭੇ ਨੂੰ ਦੌੜਾ ਲਈ। ਇਸ ਵਾਰ ਮੇਰੀ ਰਫ਼ਤਾਰ 100 ਤੋਂ ਕਾਫੀ ਉੱਪਰ ਟੱਪ ਗਈ ਸੀ। ਜਦੋਂ ਅੱਧ ਕੁ ਰਸਤਾ ਪਾਰ ਕਰ ਗਿਆ ਤਾਂ ਇੱਕ ਬੱਸ ਨੂੰ ਓਵਰਟੇਕ ਕਰਦਿਆਂ ਇੱਕ ਗੱਡਾ ਬਿਲਕੁਲ ਮੇਰੇ ਸਾਹਮਣੇ ਆ ਗਿਆ। ਇਸ ਗੱਡੇ ਦਾ ਮੂੰਹ ਵੀ ਨਾਭੇ ਵੱਲ ਨੂੰ ਹੀ ਸੀ। ਮੈਂ ਅੱਖਾਂ ਮੀਟ ਕੇ ਪੂਰੇ ਜ਼ੋਰ ਨਾਲ ਅਗਲੀ ਤੇ ਪਿਛਲੀ ਦੋਹੇ ਬ੍ਰੇਕਾਂ ਇਕੱਠੀਆਂ ਦੱਬਤੀਆਂ। ਕਾਫੀ ਦੂਰ ਤੱਕ ਘਿਸਟਦੀ ਮੋਟਰਸਾਈਕਲ ਗੱਡੇ 'ਚ ਜਾ ਵੱਜੀ, ਪਰ ਪਰਮਾਤਮਾ ਦੇ ਰੰਗ ਵੇਖੋ, ਗੱਡੇ 'ਚ ਚਰੀ ਲੱਦੀ ਹੋਈ ਸੀ ਜੋ ਕਿ ਗੱਡੇ ਦੇ ਪਿਛਲੇ ਪਾਸੇ ਕਾਫੀ ਅੱਗੇ ਤੱਕ ਲਮਕੀ ਹੋਈ ਸੀ। ਸੋ ਮੈਂ ਮੋਟਰਸਾਈਕਲ ਸਮੇਤ ਪਿੱਛੇ ਲਟਕ ਰਹੀ ਚਰੀ 'ਚ ਜਾ ਵੱਜਾ। ਮੋਟਰਸਾਈਕਲ ਸੜਕ ਉੱਤੇ ਡਿੱਗ ਪਈ ਤੇ ਮੈਂ ਚਰੀ 'ਚ ਵੱਜ ਕੇ ਹੇਠਾਂ ਗਿਰਿਆ। ਮੈਂ ਤੇ ਮੇਰਾ ਮੋਟਰਸਾਈਕਲ ਦੋਵੇਂ ਹੀ ਠੀਕ ਠਾਕ ਸਾਂ। ਜੇ 2-4 ਰਗੜਾਂ ਲੱਗੀਆਂ ਵੀ ਹੋਣ ਤਾਂ ਮੈਨੂੰ ਪਤਾ ਨਹੀਂ ਲੱਗਾ। ਮੈਂ ਬਗੈਰ ਕੋਈ ਪਲ ਗਵਾਇਆ ਦੁਬਾਰਾ ਮੋਟਰਸਾਈਕਲ ਚੁੱਕੀ ਤੇ ਫਿਰ ਉਸੇ ਰਫ਼ਤਾਰ ਨਾਲ ਦੌੜਾ ਲਈ। ਮੈਨੂੰ ਗੱਡੇ ਵਾਲੇ ਦੀਆਂ ਗਾਲਾਂ ਪਿੱਛੋਂ ਉੱਚੀ ਆਵਾਜ਼ 'ਚ ਆਉਂਦੀਆਂ ਸੁਣਾਈ ਦੇ ਰਹੀਆਂ ਸਨ, ਪਰ ਇਹਨਾਂ ਤੋਂ ਬੇਖਬਰ ਮੈਂ ਨਾਭੇ ਵੱਲ ਵਧ ਰਿਹਾ ਸਾਂ। 5 ਕੁ ਸੈਕਿੰਡ ਰੋਟੀ ਵਾਲੀ ਨਹਿਰ ਕੋਲ ਰੁਕ ਕੇ ਮੈਂ ਬੈਂਕ ਕਰਮਚਾਰੀ ਨੂੰ ਪਿੱਛੇ ਬਿਠਾਇਆ ਤੇ 12 ਵੱਜਣ 'ਚ 5 ਮਿੰਟ ਤੇ ਅਸੀਂ ਬੈਂਕ ਪਹੁੰਚ ਗਏ। 5 ਮਿੰਟ ਬਾਅਦ ਹੀ 20,000 ਰੁਪਈਆ ਮੇਰੇ ਹੱਥਾਂ ਵਿੱਚ ਸੀ ਤੇ ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰ ਰਿਹਾ ਸੀ। ਮੈਂ ਬੱਸ ਅੱਡੇ ਜਾ ਕੇ ਇੱਕ ਟੈਕਸੀ ਕਿਰਾਏ ਤੇ ਕੀਤੀ ਤੇ ਵਾਪਸ ਪਟਿਆਲੇ ਪਹੁੰਚ ਗਿਆ। ਡਾਕਟਰ ਸਾਹਿਬ ਨੇ ਪਹਿਲਾਂ ਤੋਂ ਹੀ ਬਿੱਲ ਤਿਆਰ ਕਰਵਾ ਕੇ ਰੱਖਿਆ ਸੀ ਤੇ ਕੁੱਲ ਖਰਚ 13,500 ਰੁਪਏ ਬਣਿਆ ਸੀ। ਮੈਂ ਬਿੱਲ ਦਾ ਭੁਗਤਾਨ ਕੀਤਾ ਤੇ ਡਾਕਟਰ ਸਾਹਿਬ ਦਾ ਧੰਨਵਾਦ ਕਰਕੇ ਸੰਦੀਪ ਕੋਲ ਪਹੁੰਚ ਗਿਆ। ਦਵਾਈਆਂ ਤੇ ਹੋਰ ਨਿੱਕ ਸੁੱਕ ਇਕੱਠਾ ਕਰਕੇ ਅਸੀਂ ਟੈਕਸੀ 'ਚ ਨਾਭੇ ਆ ਗਏ। ਘਰ ਪਹੁੰਚ ਕੇ ਮੈਂ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਕੀਤਾ। ਮਾਤਾ ਜੀ ਨੇ ਅੱਖਾਂ ਭਰਦਿਆਂ ਮੈਨੂੰ ਕਿਹਾ, ਇਸ ਵਾਰ ਸਾਡੇ ਕਾਰਨ ਤੇਰੀ ਸਾਰੀ ਛੁੱਟੀ ਹਸਪਤਾਲਾਂ 'ਚ ਧੱਕੇ ਖਾਂਦਿਆਂ ਲੰਘ ਗਈ। ਤੂੰ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲੈ ਸਕਿਆ। ਮੈਂ ਉਹਨਾਂ ਨੂੰ ਘੁੱਟ ਕੇ ਗਲਵੱਕੜੀ 'ਚ ਲੈਂਦਿਆਂ ਕਿਹਾ ਕਿ ਸਾਨੂੰ ਪ੍ਰਭੂ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਇਹ ਸਾਰੀਆਂ ਮੁਸ਼ਕਲਾਂ ਮੇਰੀ ਛੁੱਟੀ ਦੌਰਾਨ ਹੀ ਪੇਸ਼ ਆਈਆਂ। ਜੇ ਅਜਿਹਾ ਮੇਰੀ ਗੈਰ ਹਾਜ਼ਰੀ 'ਚ ਹੁੰਦਾ ਤਾਂ ਤੁਹਾਨੂੰ ਕਾਫੀ ਔਖ ਹੋਣੀ ਸੀ। ਦੋਸਤੋ, ਮੈਂ ਸੋਚ ਰਿਹਾ ਸਾਂ ਕਿ ਇਸ ਮਾਂ ਨੇ ਆਪ ਗਿੱਲੇ ਥਾਂ ਸੌਂ ਕੇ ਤੇ ਮੈਨੂੰ ਸੁੱਕੇ ਥਾਂ ਪਾ ਕੇ ਬਚਪਨ 'ਚ ਪਾਲਿਆ ਪੋਸਿਆ। ਇਹਨੇ ਮੈਨੂੰ ਉਂਗਲੀ ਫੜ ਕੇ ਤੁਰਨਾ ਸਿਖਾਇਆ, ਮੇਰਾ ਹੱਥ ਫੜ ਕੇ ਮੈਨੂੰ ਲਿਖਣਾ ਸਿਖਾਇਆ। ਕੈਦ ਦੇ ਸਮੇਂ ਦੌਰਾਨ ਧੁੱਪਾਂ 'ਚ ਸੜ ਕੇ ਹਫ਼ਤੇ ਮੇਰੀਆਂ ਮੁਲਾਕਾਤਾਂ ਕੀਤੀਆਂ। ਆਪ ਹੱਸਦੇ ਹਰ ਔਕੜ ਝੱਲ ਲਈ, ਪਰ ਮੈਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੈਂ ਤਾਂ ਅੱਜ ਦੇ ਦੁੱਧ ਦੀਆਂ 2 ਬੂੰਦਾਂ ਦਾ ਕਰਜ਼ ਵੀ ਨਹੀਂ ਚੁਕਾ ਸਕਿਆ ਸਾਂ ਤੇ ਮੇਰੇ ਲਈ ਇੰਨੀ ਫਿਕਰਮੰਦ ਸੀ। ਕਿੰਨੀਆਂ ਚੰਗੀਆਂ ਹੁੰਦੀਆਂ ਹਨ ਮਾਵਾਂ, ਇਹ ਧਰਤੀ ਉੱਪਰ ਰੱਬ ਦਾ ਰੂਪ ਹਨ। ਦੋਸਤੋ, ਇਸ ਛੁੱਟੀ ਦੌਰਾਨ ਮੈਨੂੰ ਆਪਣੀ ਪਰਿਵਾਰਕ ਜ਼ਿੰਮੇਵਾਰੀ ਦਾ ਉਹ ਅਹਿਸਾਸ ਹੋਇਆ ਸੀ ਜੋ ਸ਼ਾਇਦ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ। ਨਤੀਜੇ ਵਜੋਂ ਹੁਣ ਮੈਂ ਖੁਦ ਨੂੰ ਆਪਣੀ ਪਰਿਵਾਰਕ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਕਰ ਲੈਣਾ ਚਾਹੁੰਦਾ ਸੀ। ਵਿੰਚ ਲੋਮਬਾਰਡੀ ਨੇ ਕਿਹਾ ਸੀ, ਅਸੀਂ ਆਪਣੀ ਜ਼ਿੰਦਗੀ 'ਚ ਹਾਲਾਤ ਤਾਂ ਨਹੀਂ ਚੁਣ ਸਕਦੇ, ਪਰ ਆਪਣਾ ਨਜ਼ਰੀਆ ਜ਼ਰੂਰ ਤੈਅ ਕਰ ਸਕਦੇ ਹਾਂ। ਇਹ ਅਸੀਂ ਤੈਅ ਕਰਨਾ ਹੈ ਕਿ ਅਸੀਂ ਹਾਲਾਤਾਂ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਜਾਂ ਉਹਨਾਂ ਦੇ ਸ਼ਿਕਾਰ ਹੋਣਾ ਹੈ। ਸੋ ਹੁਣ ਮੈਂ ਹਾਲਾਤਾਂ ਉੱਪਰ ਜਿੱਤ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਚੁੱਕਾ ਸਾਂ। ਧੰਨਵਾਦ। ਅੰਗ 10ਵਾਂ। ਦੋਸਤੋ, ਆਪਣੀ ਕੈਦ ਦੇ ਸਮੇਂ ਦੌਰਾਨ ਜੋ ਸਭ ਤੋਂ ਵਧੀਆ ਕੰਮ ਮੈਂ ਲਗਾਤਾਰ ਕਰਦਾ ਰਿਹਾ
ਉਹ ਇਹ ਸੀ ਕਿ ਕਿਸੇ ਬੰਦੀ ਦੇ ਸੱਟ ਵੱਜ ਜਾਣ ਤੇ ਮੈਂ ਉਹਦੀ ਪੱਟੀ ਕਰਿਆ ਕਰਦਾ। ਜ਼ਿਆਦਾਤਰ ਬੰਦੀ ਪੱਟੀ ਕਰਾਉਣ ਲਈ ਹਸਪਤਾਲ ਦੀ ਬਜਾਏ ਮੇਰੇ ਕੋਲ ਹੀ ਆਇਆ ਕਰਦੇ ਸਨ। ਇਉਂ ਹੋਇਆ ਕਿ ਇੱਕ ਵਾਰੀ ਕ੍ਰਿਕਟ ਖੇਡਦੇ ਸਮੇਂ ਮੇਰੇ ਸਿਰ 'ਚ ਸੱਟ ਵੱਜ ਗਈ ਤੇ ਮੇਰਾ ਸਿਰ ਪਾਟ ਗਿਆ। ਦੂਜੇ ਖਿਡਾਰੀ ਮੈਨੂੰ ਚੁੱਕ ਕੇ ਹਸਪਤਾਲ ਲੈ ਗਏ, ਪਰ ਉੱਥੇ ਕਿਸੇ ਨੇ ਮੇਰੀ ਜਾਤ ਨਹੀਂ ਪੁੱਛੀ। ਮੇਰੀ ਹਾਲਤ ਵੇਖ ਕੇ ਹਸਪਤਾਲ ਦੇ ਆਦਮਖੋਰ ਡਾਕਟਰ ਨੇ ਆਪਣੇ ਮੁਨਸ਼ੀ ਨੂੰ ਕਿਹਾ, ਇਹਦੇ ਸਿਰ ਤੇ ਤੂੰ ਰੂੰ ਰੱਖ ਕੇ ਟਾਈਟ ਪੱਟੀ ਬੰਨ੍ਹ ਦਿਓ, ਖੂਨ ਆਪਣੇ ਆਪ ਬੰਦ ਹੋ ਜਾਏਗਾ। ਮੇਰੇ ਸਿਰ 'ਚੋਂ ਲਗਾਤਾਰ ਖੂਨ ਵਗ ਰਿਹਾ ਸੀ। ਜਦੋਂ ਹਸਪਤਾਲ ਦਾ ਮੁਨਸ਼ੀ ਪੱਟੀ ਕਰਨ ਲੱਗਾ ਤਾਂ ਮੈਂ ਵੇਖਿਆ ਕਿ ਉਹਦੇ ਬਕਸੇ 'ਚ ਸਿਰਫ ਇੱਕ ਕਾਫੀ ਚੌੜੀ ਪੱਟੀ ਤੇ ਥੋੜੀ ਜਿਹੀ ਰੂਈ ਸੀ। ਉਹਨੇ ਮੇਰੇ ਨਾਲ ਗਏ ਖਿਡਾਰੀ ਨੂੰ ਇਸ ਚੌੜੀ ਪੱਟੀ ਦਾ ਇੱਕ ਸਿਰਾ ਫੜਾਇਆ ਤੇ ਉਹਨੂੰ ਬਲੇਡ ਨਾਲ ਸਹੀ ਕਰਨ ਲੱਗਾ। 2-3 ਮਿੰਟ ਦੀ ਮਿਹਨਤ ਤੋਂ ਬਾਅਦ ਉਹਨੇ ਮੁਸ਼ਕਲ ਨਾਲ 1.5 ਇੰਚ ਪੱਟੀ ਕੱਟੀ। ਬਕਸੇ 'ਚ ਅਜਿਹੀ ਕੋਈ ਕਰੀਮ, ਤਰਲ ਦਵਾਈ ਜਾਂ ਪਾਊਡਰ ਨਹੀਂ ਸੀ ਜਿਹਨੂੰ ਸੱਟ ਉੱਪਰ ਲਗਾਇਆ ਜਾ ਸਕੇ। ਮੈਂ ਮੁਨਸ਼ੀ ਤੋਂ ਇਹਦਾ ਕਾਰਨ ਪੁੱਛਿਆ। ਉਹਨੇ ਗੁੱਸੇ ਨਾਲ ਕਿਹਾ ਕਿ ਅਜਿਹੇ ਆਦਮਖੋਰ ਤੇ ਭ੍ਰਿਸ਼ਟ ਡਾਕਟਰਾਂ ਦੇ ਹੁੰਦਿਆਂ ਇਸ ਮੈਡੀਕਲ ਬਕਸੇ 'ਚ ਦਵਾਈਆਂ ਕਿਵੇਂ ਹੋ ਸਕਦੀਆਂ ਹਨ? ਇਹ ਤਾਂ ਮੁਰਦਿਆਂ ਦਾ ਮਾਸ ਨਾ ਛੱਡਣ, ਫਿਰ ਦਵਾਈ ਤਾਂ ਕੀ ਚੀਜ਼ ਹੈ? ਉਹਦੀ ਗੱਲ ਸੁਣ ਕੇ ਮੈਨੂੰ ਹਸਪਤਾਲ ਦੀ ਅਜਿਹੀ ਹਾਲਤ ਉੱਤੇ ਬਹੁਤ ਅਫਸੋਸ ਹੋਇਆ। ਮੁਨਸ਼ੀ ਨੇ ਮੇਰੇ ਜ਼ਖਮ ਉੱਪਰ ਰੂੰ ਰੱਖੀ ਤੇ ਕੱਸ ਕੇ ਪੱਟੀ ਲਪੇਟਤੀ। ਮੈਂ ਉਹਦਾ ਸ਼ੁਕਰੀਆ ਅਦਾ ਕਰਕੇ ਵਾਪਸ ਬੈਰਕ 'ਚ ਆ ਗਿਆ। ਮੈਨੂੰ ਸੱਟ ਵੱਜਿਆਂ 3 ਘੰਟੇ ਬੀਤ ਚੁੱਕੇ ਸਨ, ਪਰ ਫਿਰ ਵੀ ਖੂਨ ਨਹੀਂ ਰੁਕ ਰਿਹਾ ਸੀ। ਮੈਂ ਕੂਪਨ ਮੁਨਸ਼ੀ ਤੋਂ ਕੂਪਨਾਂ ਬਦਲੇ 200 ਰੁਪਏ ਲਏ ਤੇ ਇੱਕ ਭਲੇਮਾਨਸ ਹੌਲਦਾਰ ਨੂੰ ਮਿੰਨਤ ਕਰਦਿਆਂ ਕੁਝ ਪੱਟੀਆਂ, ਬੀਟਾਡੀਨ ਤਰਲ ਦੀ ਸ਼ੀਸ਼ੀ, ਬੀਟਾਡੀਨ ਪਾਊਡਰ, ਬੀਟਾਡੀਨ ਕਰੀਮ ਦੀ ਟਿਊਬ, ਡਿਟੋਲ ਦੀ ਸ਼ੀਸ਼ੀ, ਲਿਕੋਪਲਾਸਟ ਟੇਪ ਦਾ ਰੋਲ ਤੇ ਰੂੰ ਦਾ ਬੰਡਲ ਲਿਆਉਣ ਲਈ ਕਿਹਾ। ਉਸ ਭਲੇ ਹੌਲਦਾਰ ਨੇ ਮੈਨੂੰ ਸ਼ਾਮੀ ਇਹ ਸਾਰਾ ਸਮਾਨ ਲਿਆ ਦਿੱਤਾ। ਮੈਂ ਇਹ ਸਾਰਾ ਸਮਾਨ ਇੱਕ ਪਲਾਸਟਿਕ ਦੇ ਵੱਡੇ ਡੱਬੇ 'ਚ ਪਾ ਲਿਆ ਤੇ ਨਾਲ ਇੱਕ ਛੋਟੀ ਕੈਂਚੀ ਵੀ ਰੱਖ ਲਈ। ਇਸ ਤਰ੍ਹਾਂ ਮੇਰਾ ਉਹ ਮੈਡੀਕਲ ਬਕਸਾ ਤਿਆਰ ਹੋ ਗਿਆ, ਜੋ ਬਾਅਦ 'ਚ ਆ ਕੇ ਮੇਰੀ ਸਭ ਤੋਂ ਅਜ਼ੀਜ਼ ਸ਼ੈ ਬਣ ਗਿਆ। ਸ਼ਾਮ ਨੂੰ ਹੀ ਮੈਂ ਸ਼ੀਸ਼ਾ ਵੇਖ ਕੇ ਆਪਣੀ ਪੱਟੀ ਕਰ ਲਈ। ਪਹਿਲਾਂ ਮੈਂ ਜ਼ਖਮ ਨੂੰ ਚੰਗੀ ਤਰ੍ਹਾਂ ਡਿਟੋਲ ਨਾਲ ਸਾਫ਼ ਕੀਤਾ, ਫਿਰ ਬੇਟਾਡੀਨ ਲਗਾ ਕੇ ਉੱਪਰ ਪਾਊਡਰ ਛਿੜਕ ਦਿੱਤਾ ਤੇ ਰੂੰ ਰੱਖ ਕੇ ਚੰਗੀ ਤਰ੍ਹਾਂ ਪੱਟੀ ਲਪੇਟ ਦਿੱਤੀ। 1.5 ਕੁ ਹਫ਼ਤੇ ਦੀ ਦੇਖਭਾਲ ਤੋਂ ਬਾਅਦ ਮੇਰਾ ਜ਼ਖਮ ਪੂਰੀ ਤਰ੍ਹਾਂ ਠੀਕ ਹੋ ਗਿਆ। ਕੁਝ ਦਿਨਾਂ ਬਾਅਦ ਇੱਕ ਕਬੱਡੀ ਖਿਡਾਰੀ ਦੇ ਗੋਡੇ ਉੱਪਰ ਕਾਫੀ ਰਗੜ ਲੱਗੀ ਤੇ ਲਾਡੀ ਭਾਜੀ ਨੇ ਉਹਨੂੰ ਪੱਟੀ ਕਰਾਉਣ ਲਈ ਮੇਰੇ ਕੋਲ ਭੇਜਤਾ। ਮੈਂ ਉਹਦਾ ਜ਼ਖਮ ਚੰਗੀ ਤਰ੍ਹਾਂ ਸਾਫ਼ ਕਰਕੇ ਪੱਟੀ ਕਰ ਦਿੱਤੀ। ਜਦੋਂ ਅਗਲੇ ਦਿਨ ਉਹ ਡਾਕਟਰ ਕੋਲ ਪੱਟੀ ਕਰਾਉਣ ਗਿਆ ਤਾਂ ਡਾਕਟਰ ਨੇ ਉਹਦੀ ਪੱਟੀ ਵੇਖ ਕੇ ਕਿਹਾ ਕਿ ਤੇਰੇ ਜ਼ਖਮ ਉੱਪਰ ਤਾਂ ਬਹੁਤ ਸਲੀਕੇਦਾਰ ਢੰਗ ਨਾਲ ਪੱਟੀ ਕੀਤੀ ਹੋਈ ਹੈ, ਇਹ ਤੂੰ ਕਿੱਥੋਂ ਕਰਵਾਈ? ਉਸ ਲੜਕੇ ਨੇ ਤੁਰੰਤ ਮੇਰਾ ਨਾਮ ਲੈ ਦਿੱਤਾ। ਡਾਕਟਰ ਨੇ ਉਹਨੂੰ ਹੈਰਾਨ ਹੁੰਦਿਆਂ ਕਿਹਾ ਕਿ ਅਜਿਹੇ ਢੰਗ ਨਾਲ ਤਾਂ ਚੰਗੇ ਚੰਗੇ ਡਾਕਟਰ ਤੋਂ ਪੱਟੀ ਨਹੀਂ ਕੀਤੀ ਜਾਂਦੀ, ਉਹ ਕਿਵੇਂ ਕਰ ਸਕਦਾ ਹੈ? ਇਹਦਾ ਨਤੀਜਾ ਇਹ ਨਿਕਲਿਆ ਕਿ ਹੁਣ ਜ਼ਿਆਦਾਤਰ ਲੋਕ ਸੱਟ ਲੱਗਣ ਤੇ ਪੱਟੀ ਕਰਾਉਣ ਲਈ ਮੇਰੇ ਕੋਲ ਹੀ ਆਉਣ ਲੱਗ ਪਏ ਸਨ। ਲਾਡੀ ਭਾਜੀ ਨੇ ਮੈਨੂੰ ਮਖੌਲ ਕਰਦਿਆਂ ਕਿਹਾ, ਤੇਰੀ ਪੱਟੀਆਂ ਦੀ ਦੁਕਾਨ ਤਾਂ ਬਹੁਤ ਚੱਲ ਪਈ, ਹੁਣ ਤਾਂ B ਕਲਾਸ ਬੈਰਕ ਦੇ ਬਾਹਰ ਲਾਈਨ ਲਗਾਉਣੀ ਪਿਆ ਕਰੂ। ਪੱਟੀ ਕਰਵਾਉਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਮੈਡੀਕਲ ਬਕਸੇ ਦਾ ਸਮਾਨ ਲਗਾਤਾਰ ਘਟਦਾ ਜਾ ਰਿਹਾ ਸੀ, ਪਰ ਇਸ ਕੰਮ ਨੂੰ ਕਰਨ 'ਚ ਜੋ ਆਨੰਦ ਮੈਨੂੰ ਮਿਲਦਾ ਸੀ ਉਹ ਲਗਾਤਾਰ ਵੱਧਦਾ ਜਾ ਰਿਹਾ ਸੀ। ਇੱਕ ਦਿਨ 2 ਨਵੇਂ ਲੜਕੇ ਜੇਲ੍ਹ ਅੰਦਰ ਆਏ। ਉਹਨਾਂ 'ਚੋਂ ਇੱਕ ਦੀ ਬਾਂਹ ਉੱਪਰ ਲੱਗੇ ਟਾਂਕੇ ਗਲ ਗਏ ਸਨ ਤੇ ਦੂਜੇ ਦੀ ਲੱਤ ਉੱਪਰਲੇ ਜ਼ਖਮ ਵਿੱਚ ਕਾਫੀ ਪੀਕ ਭਰ ਗਈ ਸੀ। ਇਹਨਾਂ ਦੋਹਾਂ ਦੇ ਜ਼ਖਮਾਂ ਦੀ ਹਾਲਤ ਕਾਫੀ ਵਿਗੜੀ ਹੋਈ ਸੀ ਤੇ ਇਹਦਾ ਕਾਰਨ ਪੁਲਿਸ ਦੁਆਰਾ ਕੀਤੀ ਗਈ ਮਾਰ-ਕੁੱਟ ਸੀ। ਜਦੋਂ ਲੜਕੇ ਮੇਰੇ ਕੋਲ ਪੱਟੀ ਕਰਾਉਣ ਲਈ ਆਏ ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ ਕਿ ਕਾਨੂੰਨਨ ਮੈਨੂੰ ਪੱਟੀ ਕਰਨ ਦਾ ਕੋਈ ਅਧਿਕਾਰ ਨਹੀਂ, ਤੁਹਾਡਾ ਜ਼ਖਮ ਕਾਫੀ ਗੰਭੀਰ ਹੈ, ਇਸ ਲਈ ਤੁਸੀਂ ਹਸਪਤਾਲ ਵਿਖੇ ਡਾਕਟਰ ਕੋਲ ਜਾਓ। ਉਹ ਦੋਵੇਂ ਮੇਰੀ ਗੱਲ ਸੁਣ ਕੇ ਕਾਫੀ ਨਿਰਾਸ਼ ਹੋ ਗਏ ਤੇ ਉੱਠ ਕੇ ਤੁਰ ਪਏ। ਅਚਾਨਕ ਮੇਰੇ ਮਨ 'ਚ ਆਇਆ ਕਿ ਡਾਕਟਰ ਨੇ ਤਾਂ ਇਹਨਾਂ ਵਿਚਾਰਿਆਂ ਦਾ ਕੁਝ ਸਵਾਰਨਾ ਨਹੀਂ, ਪਰ ਅਨਪੜ੍ਹ ਅਣਜਾਣ ਮੁਨਸ਼ੀਆਂ ਨੇ ਇਹਨਾਂ ਦੇ ਜ਼ਖਮ ਹੋਰ ਵਿਗਾੜ ਦੇਣੇ ਹਨ। ਇਹ ਸੋਚ ਕੇ ਮੈਂ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਤੇ ਆਪਣੇ ਕੋਲ ਬੁਲਾ ਕੇ ਬਿਠਾ ਲਿਆ। ਮੈਂ ਦੋਹਾਂ ਦੇ ਜ਼ਖਮਾਂ ਦਾ ਬੜੀ ਚੰਗੀ ਤਰ੍ਹਾਂ ਨਿਰੀਖਣ ਕੀਤਾ। ਪਹਿਲੇ ਲੜਕੇ ਜੋਗੇ ਦੇ ਜ਼ਖਮ ਉੱਪਰ ਬੜੀ ਬੇਤਰਤੀਬੇ ਟਾਂਕੇ ਲੱਗੇ ਸਨ। ਮੈਂ ਦਾੜੀ ਦੇ ਵਾਲ ਕੱਢਣ ਵਾਲਾ ਮੋਚਣਾ ਡਿਟੋਲ ਨਾਲ ਸਾਫ਼ ਕਰਕੇ ਉਹਦੀ ਮਦਦ ਨਾਲ ਟਾਂਕੇ ਕੱਸੇ ਤੇ ਪੱਟੀ ਕਰ ਦਿੱਤੀ। ਦੂਜੇ ਲੜਕੇ ਸੋਨੀ ਦੇ ਜ਼ਖਮ ਦੀ ਹਾਲਤ ਬਹੁਤ ਖਰਾਬ ਸੀ। ਉਹਦੇ ਦੱਸਣ ਮੁਤਾਬਕ ਪੁਲਿਸ ਵਾਲਿਆਂ ਨੇ ਉਹਦੀ ਲੱਤ ਉੱਪਰ ਡਾਂਗ ਮਾਰੀ ਸੀ ਤੇ ਲੱਤ ਨੂੰ ਸੋਜਿਸ਼ ਆ ਜਾਣ ਤੇ ਉਸ ਉੱਪਰ ਜ਼ਿਆਦਾ ਗਰਮ ਹਲਦੀ ਦਾ ਲੇਪ ਕਰ ਦਿੱਤਾ, ਜਿਸ ਕਾਰਨ ਜ਼ਖਮ ਬਿਲਕੁਲ ਵਿਗੜ ਗਿਆ ਸੀ। ਮੈਂ ਉਹਦਾ ਜ਼ਖਮ ਚੰਗੀ ਤਰ੍ਹਾਂ ਡਿਟੋਲ ਨਾਲ ਸਾਫ਼ ਕੀਤਾ। ਜ਼ਖਮ ਕਾਫੀ ਡੂੰਘਾ ਸੀ, ਇਸ ਲਈ ਮੈਂ ਇਸ 'ਚ ਕਾਫੀ ਸਾਰਾ ਬੀਟਾਡੀਨ ਪਾਊਡਰ ਭਰ ਦਿੱਤਾ ਤੇ ਉੱਪਰ ਪੱਟੀ ਲਪੇਟਤੀ। ਹਫ਼ਤੇ ਕੁ ਬਾਅਦ ਇਹਨਾਂ ਦੋਹਾਂ ਦੇ ਜ਼ਖਮ ਕਾਫੀ ਹੱਦ ਤੱਕ ਠੀਕ ਹੋ ਗਏ। ਜੋਗੇ ਦੇ ਟਾਂਕੇ ਪੂਰੀ ਤਰ੍ਹਾਂ ਸੁੱਕ ਗਏ ਤੇ ਸੋਨੀ ਦਾ ਜ਼ਖਮ ਵੀ ਭਰ ਗਿਆ ਸੀ। ਨੇਲ ਕਟਰ ਉਬਾਲ ਕੇ ਇਹਦੀ ਸਹਾਇਤਾ ਨਾਲ ਮੈਂ ਜੋਗੇ ਦੇ ਸਾਰੇ ਟਾਂਕੇ ਕੱਟ ਦਿੱਤੇ ਤੇ ਫਿਰ ਕਰੀਮ ਲਗਾ ਕੇ ਪੱਟੀ ਕਰ ਦਿੱਤੀ। ਥੋੜੇ ਕੁ ਦਿਨਾਂ ਬਾਅਦ ਜੋਗੇ ਤੇ ਸੋਨੀ ਦੇ ਜ਼ਖਮ ਪੂਰੀ ਤਰ੍ਹਾਂ ਠੀਕ ਹੋ ਗਏ।
ਇੱਕ ਦਿਨ ਉਹ ਦੋਵੇਂ ਮੇਰੇ ਕੋਲ ਆਏ ਤੇ ਸ਼ਰਮਾਉਂਦੇ ਹੋਏ ਕਹਿਣ ਲੱਗੇ, ਭਾਜੀ ਤੁਸੀਂ ਸਾਡੇ ਇੰਨੇ ਗੰਭੀਰ ਜ਼ਖਮ ਠੀਕ ਕਰ ਦਿੱਤੇ। ਜੇ ਅਸੀਂ ਤੁਹਾਡੀ ਕੋਈ ਮਦਦ ਕਰ ਸਕੀਏ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ। ਮੇਰੇ ਦਿਮਾਗ 'ਚ ਇੱਕਦਮ ਇੱਕ ਵਿਚਾਰ ਆਇਆ ਕਿ ਕਿਉਂ ਨਾ ਮੈਂ ਇਹਨਾਂ ਕੋਲੋਂ ਮੈਡੀਕਲ ਬਕਸੇ ਦਾ ਖਤਮ ਹੋਇਆ ਸਾਰਾ ਸਮਾਨ ਮੰਗਾ ਲਵਾਂ। ਆਖਿਰ ਇਹਨਾਂ ਵਰਗੇ ਹੋਰ ਲੋਕਾਂ ਦੇ ਭਲੇ ਲਈ ਤਾਂ ਕੰਮ ਆਉਣਾ ਸੀ। ਸੋ ਮੈਂ ਉਹਨਾਂ ਨੂੰ ਖਤਮ ਹੋਣ ਵਾਲੀ ਹਰ ਆਈਟਮ ਲਿਖ ਕੇ ਦੇ ਦਿੱਤੀ ਤੇ ਬਾਜ਼ਾਰੋਂ ਮੰਗਾਉਣ ਲਈ ਕਿਹਾ। ਉਹ ਦੋਵੇਂ ਖਾਂਦੇ ਪੀਂਦੇ ਘਰਾਂ ਨਾਲ ਸੰਬੰਧਿਤ ਰੱਖਦੇ ਸਨ, ਇਸ ਲਈ ਉਹਨਾਂ ਨੇ ਅਗਲੇ ਦਿਨ ਹੀ ਇਹ ਸਮਾਨ ਮੰਗਵਾ ਦਿੱਤਾ। ਮੈਂ ਨਿਸ਼ਚਾ ਕੀਤਾ ਕਿ ਅੱਗੋਂ ਤੋਂ ਸ਼ੁਕਰਾਨੇ ਵਜੋਂ ਹਰ ਮਰੀਜ਼ ਕੋਲੋਂ ਮੈਡੀਕਲ ਬਕਸੇ ਦੀ ਉਹ ਆਈਟਮ ਮੰਗਵਾ ਲਿਆ ਕਰਾਂਗਾ ਜੋ ਖਤਮ ਹੋਇਆ ਕਰੇਗੀ। ਦੋਸਤੋ, ਇਸੇ ਵਿਚਾਰ ਦੇ ਸਿੱਟੇ ਵਜੋਂ ਅੱਜ 6 ਸਾਲ ਬਾਅਦ ਵੀ ਮੇਰਾ ਮੈਡੀਕਲ ਬਕਸਾ ਆਪਣੇ ਮਰੀਜ਼ਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਸੀ। ਇੱਕ ਦਿਨ ਮੇਰਾ ਪਾਕਿਸਤਾਨੀ ਕੈਦੀ ਵਿਦਿਆਰਥੀ ਅਬੀ ਸਲੂਮ ਇੱਕ ਹੋਰ ਪਾਕਿਸਤਾਨੀ ਨੌਜਵਾਨ ਨਸੀਰ ਨਾਲ ਮੇਰੇ ਕੋਲ ਆਇਆ। ਮੈਂ ਦੇਖਿਆ ਨਸੀਰ ਲੰਗੜਾ ਕੇ ਚੱਲ ਰਿਹਾ ਸੀ। ਅਬੀ ਸਲੂਮ ਨੇ ਮੈਨੂੰ ਦੱਸਿਆ ਕਿ ਉਹਦੀ ਲੱਤ ਉੱਪਰ ਕਾਫੀ ਵੱਡਾ ਜ਼ਖਮ ਹੋ ਗਿਆ ਸੀ। ਨਸੀਰ ਨੇ ਹੰਝੂ ਸੁੱਟਦਿਆਂ ਕਿਹਾ ਕਿ ਵੱਡਾ ਡਾਕਟਰ ਕਹਿੰਦਾ ਸੀ ਕਿ ਹੁਣ ਉਹਦੀ ਲੱਤ ਦਾ ਕੋਈ ਇਲਾਜ ਨਹੀਂ ਹੋ ਸਕਦਾ ਤੇ ਲੱਤ ਵੱਢਣੀ ਪਏਗੀ। ਨਸੀਰ ਮੇਰੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ, ਭਾਜੀ ਮੈਨੂੰ ਬਚਾ ਲਓ। ਮੇਰੇ ਛੋਟੇ ਬੱਚੇ ਹਨ ਤੇ ਮੈਂ ਉਹਨਾਂ ਦਾ ਇਕਲੌਤਾ ਸਹਾਰਾ। ਜੇ ਮੇਰੀ ਲੱਤ ਵੱਢੀ ਗਈ ਤਾਂ ਮੈਂ ਜ਼ਿੰਦਗੀ ਭਰ ਲਈ ਨਕਾਰਾ ਹੋ ਜਾਵਾਂਗਾ ਤੇ ਮੇਰੀ ਬੀਵੀ ਬੱਚੇ ਭੁੱਖੇ ਮਰ ਜਾਣਗੇ। ਉਹਦਾ ਦੁੱਖ ਵੇਖ ਕੇ ਮੇਰਾ ਮਨ ਪਸੀਜ ਗਿਆ। ਵੈਸੇ ਕਾਨੂੰਨਨ ਤਾਂ ਮੈਨੂੰ ਅਜਿਹੇ ਉਲਝੇ ਹੋਏ ਕੰਮ ਨਾਲ ਪੰਗਾ ਲੈਣ ਦਾ ਕੋਈ ਹੱਕ ਨਹੀਂ ਸੀ, ਪਰ ਉਹਦੇ ਮੇਰੇ ਪ੍ਰਤੀ ਵਿਸ਼ਵਾਸ ਨੇ ਮੈਨੂੰ ਉਹਦੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਮੈਂ ਉਹਦੀ ਹਰ ਸੰਭਵ ਸਹਾਇਤਾ ਕਰਨ ਦਾ ਮਨ ਬਣਾ ਲਿਆ। ਮੈਂ ਉਹਨੂੰ ਪੱਟੀ ਖੋਲ ਕੇ ਦਿਖਾਉਣ ਲਈ ਕਿਹਾ। ਉਹਦੀ ਲੱਤ ਦੀ ਹਾਲਤ ਵਾਕਈ ਬਹੁਤ ਖਰਾਬ ਸੀ। ਜ਼ਖਮ ਜਗ੍ਹਾ ਤੋਂ ਪਾਟਿਆ ਪਿਆ ਸੀ ਤੇ ਸਾਰੀ ਲੱਤ 'ਚ ਪੀਕ ਭਰ ਚੁੱਕੀ ਸੀ। ਮੈਂ ਰੱਬ ਦਾ ਨਾਂ ਲਿਆ ਤੇ ਆਪਣਾ ਮੈਡੀਕਲ ਬਕਸਾ ਕੱਢ ਲਿਆਂਦਾ। ਮੈਂ ਨਸੀਰ ਹੋਰਾਂ ਨੂੰ ਬਾਹਰ ਪਾਰਕ ਵਿੱਚ ਬਿਠਾ ਕੇ ਪਾਣੀ ਉਬਲਣਾ ਰੱਖ ਦਿੱਤਾ। ਪਾਣੀ 'ਚ ਕਾਫੀ ਸਾਰੀ ਡਿਟੋਲ ਪਾ ਕੇ ਇਸ ਨਾਲ ਉਹਦੀ ਸਾਰੀ ਲੱਤ ਸਾਫ਼ ਕੀਤੀ। ਫਿਰ ਕਾਫੀ ਸੋਚਣ ਤੋਂ ਬਾਅਦ ਉਬਾਲੇ ਹੋਏ ਨੇਲ ਕਟਰ ਨਾਲ ਉਹਦੀ ਲੱਤ ਉੱਪਰ ਕਈ ਬਰੀਕ ਕੱਟ ਲਗਾਏ ਤੇ ਪੀਕ ਕੱਢਣੀ ਸ਼ੁਰੂ ਕਰਤੀ। ਨਸੀਰ ਦਰਦ ਨਾਲ ਕਾਫੀ ਕਰਾ ਰਿਹਾ ਸੀ, ਪਰ ਉਹਦੀ ਭਲਾਈ ਦੀ ਖਾਤਰ ਮੈਂ ਉਹਦੀ ਕਰਾਉਣ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਲੱਤ ਨੂੰ ਦਬਾ ਕੇ ਕਾਫੀ ਪੀਕ ਕੱਢ ਦਿੱਤੀ। ਫਿਰ ਉਹਦੇ ਸਾਰੇ ਜ਼ਖਮਾਂ ਉੱਪਰ ਚੰਗੀ ਤਰ੍ਹਾਂ ਬਿਟਾਡੀਨ ਤਰਲ ਡੋਲ ਦਿੱਤਾ ਤੇ ਸੁੱਕਾ ਪਾਊਡਰ ਛਿੜਕਣ ਤੋਂ ਬਾਅਦ ਕਾਫੀ ਰੂੰ ਰੱਖ ਕੇ ਪੱਟੀ ਲਪੇਟ ਦਿੱਤੀ। ਇਸ ਸਾਰੀ ਕਾਰਵਾਈ ਤੋਂ ਬਾਅਦ ਮੈਂ ਉਹਨੂੰ ਖਾਣ ਲਈ ਕੁਝ ਕਲੌਕਸੀ ਦੇ ਕੈਪਸੂਲ ਵੀ ਦਿੱਤੇ ਤੇ ਪੂਰੀ ਤਰ੍ਹਾਂ ਆਰਾਮ ਕਰਨ ਦੀ ਹਦਾਇਤ ਕੀਤੀ। ਨਸੀਰ 2 ਦਿਨ ਬਾਅਦ ਫਿਰ ਮੇਰੇ ਕੋਲ ਪਹੁੰਚ ਗਿਆ। ਮੈਂ ਉਹਦੀ ਪੱਟੀ ਖੋਲੀ ਤੇ ਵੇਖਿਆ ਜ਼ਖਮ ਦੀ ਜ਼ਿਆਦਾਤਰ ਪੀਕ ਬਾਹਰ ਰਿਸ ਚੁੱਕੀ ਸੀ। ਇੱਕ ਸਕਾਰਾਤਮਕ ਲੱਛਣ ਸੀ। ਮੈਂ ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਤੇ ਵੱਧ ਤੋਂ ਵੱਧ ਪੀਕ ਕੱਢ ਕੇ ਦੁਬਾਰਾ ਪੱਟੀ ਕਰਤੀ। ਮੇਰੀ ਮਿਹਨਤ ਰੰਗ ਲਿਆਈ ਤੇ ਲਗਭਗ ਮਹੀਨੇ ਕੁ ਬਾਅਦ ਉਹਦਾ ਜ਼ਖਮ ਚੰਗੀ ਤਰ੍ਹਾਂ ਠੀਕ ਹੋ ਗਿਆ। ਦੋਸਤੋ, ਉਦੋਂ ਤੋਂ ਲੈ ਕੇ ਰਿਹਾ ਹੋਣ ਤੱਕ ਮੇਰੀ ਪੱਟੀਆਂ ਦੀ ਦੁਕਾਨਦਾਰੀ ਚੰਗੀ ਚੱਲਦੀ ਰਹੀ ਹੈ ਤੇ ਹਫ਼ਤੇ 'ਚ ਔਸਤਨ 3 ਕੇਸ ਆਈ ਜਾਂਦੇ। ਮੇਰੇ ਪੂਰੇ ਜੀਵਨ ਦੌਰਾਨ ਇੱਕ ਅਜਿਹਾ ਕੰਮ ਸੀ ਜਿਹਨੂੰ ਕਰਨ ਤੋਂ ਬਾਅਦ ਮੇਰੇ ਮਨ ਨੂੰ ਸਭ ਤੋਂ ਵੱਧ ਸੰਤੁਸ਼ਟੀ ਮਿਲਦੀ ਸੀ। ਇਸ ਲਈ ਇਹ ਮੇਰਾ ਮਨਪਸੰਦ ਕੰਮ ਸੀ। ਜਦੋਂ ਵੀ ਮੈਂ ਕਿਸੇ ਦੁਖੀ ਵਿਅਕਤੀ ਦੇ ਪੱਟੀ ਕਰਕੇ ਹਟਦਾ ਸਾਂ ਤੇ ਮੈਨੂੰ ਜਿਸ ਸੁੱਖ ਦਾ ਅਨੁਭਵ ਹੁੰਦਾ ਸੀ ਉਹ ਸ਼ਬਦਾਂ ਰਾਹੀਂ ਬਿਆਨ ਕਰਨਾ ਬਹੁਤ ਔਖਾ ਜਾਪਦਾ ਹੈ। ਮੈਂ ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕੰਮ ਕਰ ਰਿਹਾ ਹੋਵਾਂ, ਪਰ ਕਦੇ ਵੀ ਕਿਸੇ ਨੂੰ ਪੱਟੀ ਕਰਨ ਤੋਂ ਜਵਾਬ ਨਹੀਂ ਸੀ ਦੇ ਸਕਦਾ। ਇਹ ਕੰਮ ਮੇਰੇ ਲਈ ਕਿਸੇ ਖੁਦਾਈ ਵਰਦਾਨ ਤੋਂ ਘੱਟ ਨਹੀਂ ਸੀ। ਅੰਗ 11ਵਾਂ। ਸਾਲ 2004 ਦੇ ਸ਼ੁਰੂ 'ਚ ਉਸ ਨਕਾਰਾਤਮਕ ਨਜ਼ਰੀਏ ਵਾਲੇ ਸੁਪਰਡੈਂਟ ਦਾ ਤਬਾਦਲਾ ਹੋ ਗਿਆ ਤੇ ਸਿੱਧੂ ਸਾਹਿਬ ਦੁਬਾਰਾ ਸੁਪਰਡੈਂਟ ਬਣ ਕੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਆ ਗਏ। ਜੁਲਾਈ ਦੇ ਮਹੀਨੇ ਦੌਰਾਨ ਇੱਕ ਬੜੀ ਖੁਸ਼ਕਿਸਮਤ ਘੜੀ ਆਈ ਤੇ ਸਾਨੂੰ ਅਖਬਾਰਾਂ ਵਿੱਚੋਂ ਇਹ ਖਬਰ ਪੜ੍ਹਨ ਨੂੰ ਮਿਲੀ ਕਿ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਇਗਨੂ ਪੰਜਾਬ 'ਚ ਲੁਧਿਆਣਾ, ਪਟਿਆਲਾ, ਬਠਿੰਡਾ ਤੇ ਅੰਮ੍ਰਿਤਸਰ ਜੇਲ੍ਹਾਂ ਵਿਖੇ ਆਪਣੇ ਸਟੱਡੀ ਸੈਂਟਰ ਖੋਲ੍ਹ ਰਹੀ ਸੀ। ਇਹ ਖਬਰ ਪੜ੍ਹ ਕੇ ਪਟਿਆਲਾ ਜੇਲ੍ਹ ਦੇ ਬੰਦੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਇਹਦਾ ਇੱਕ ਬਹੁਤ ਵੱਡਾ ਕਾਰਨ ਇਹ ਸੀ ਕਿ ਜੇਲ੍ਹ ਅੰਦਰ ਬਹੁਤ ਸਾਰੇ ਬੰਦੀ ਅਜਿਹੇ ਸਨ ਜੋ ਕਿ ਆਪਣੇ ਭਵਿੱਖ ਪ੍ਰਤੀ ਕਾਫੀ ਸੁਚੇਤ ਸਨ ਤੇ ਚੰਗੀ ਸਿੱਖਿਆ ਹਾਸਲ ਕਰਨੀ ਚਾਹੁੰਦੇ ਸਨ। ਮੇਰੇ, ਲਾਡੀ ਭਾਜੀ ਤੇ ਕਈ ਹੋਰ ਬੰਦੀਆਂ ਦੇ ਜੇਲ੍ਹ ਅੰਦਰ ਰਹਿ ਕੇ ਪੜ੍ਹਨ ਦਾ ਪ੍ਰਭਾਵ ਬਾਕੀ ਬੰਦੀਆਂ ਉੱਪਰ ਵੀ ਹੋਇਆ ਸੀ। ਅਸੀਂ ਕੁਝ ਕੁ ਬੰਦੀ ਦੂਜਿਆਂ ਲਈ ਇੱਕ ਮਿਸਾਲ ਬਣ ਚੁੱਕੇ ਸਾਂ। ਬਹੁਤੇ ਬੰਦੀ ਤਾਂ ਗ੍ਰੈਜੂਏਸ਼ਨ ਕਰਕੇ B ਕਲਾਸ ਦੀ ਸਹੂਲਤ ਪ੍ਰਾਪਤ ਕਰਨ ਦੀ ਇੱਛਾ ਕਾਰਨ ਹੀ ਪੜ੍ਹਾਈ ਦੇ ਇੱਛੁਕ ਸਨ। ਇਸ ਖਬਰ ਦੇ ਅਖਬਾਰਾਂ 'ਚ ਛਪਣ ਤੋਂ ਬਾਅਦ ਇਗਨੂ ਦੀ ਇੱਕ ਟੀਮ ਜੇਲ੍ਹ ਦਾ ਦੌਰਾ ਕਰਨ ਆਈ। ਭਲਾਈ ਅਫਸਰ ਇਸ ਟੀਮ ਨੂੰ ਜੇਲ੍ਹ ਅੰਦਰ ਘੁਮਾ ਫਿਰਾ ਰਹੇ ਸਨ। ਅਚਾਨਕ ਰਸਤੇ 'ਚ ਮੇਰਾ ਟੱਕਰਾ ਉਹਨਾਂ ਨਾਲ ਹੋ ਗਿਆ। ਭਲਾਈ ਅਫਸਰ ਨੇ ਉਹਨਾਂ ਸਾਰਿਆਂ ਨਾਲ ਮੇਰੀ ਜਾਣ ਪਛਾਣ ਕਰਵਾਈ ਤੇ ਉਹਨਾਂ ਨੂੰ ਮੇਰੇ ਬਾਰੇ ਦੱਸਿਆ।
ਟੀਮ ਦੇ ਮੈਂਬਰ ਮੈਨੂੰ ਮਿਲ ਕੇ ਕਾਫੀ ਖੁਸ਼ ਹੋਏ ਤੇ ਮੇਰੀ ਰਿਸਰਚ ਦਾ ਵਿਸ਼ਾ ਪੁੱਛਣ ਲੱਗੇ। ਮੈਂ ਉਹਨਾਂ ਨੂੰ ਸਭ ਕੁਝ ਪੂਰੀ ਤਰ੍ਹਾਂ ਖੋਲ ਕੇ ਦੱਸਿਆ। ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਕੀ ਮੈਂ ਬੰਦੀਆਂ ਨੂੰ ਪੜ੍ਹਾ ਸਕਦਾ ਸਾਂ। ਉਹਨਾਂ ਦਾ ਇਹ ਸਵਾਲ ਸੁਣ ਕੇ ਮੈਂ ਸੋਚ 'ਚ ਪੈ ਗਿਆ। ਇੱਕ ਮੈਂਬਰ ਜੋ ਪੰਜਾਬ ਦੇ ਖੇਤਰੀ ਡਾਇਰੈਕਟਰ ਸਨ ਮੈਨੂੰ ਕਹਿਣ ਲੱਗੇ, दूसरों को पढ़ाने के बदले में आपको पैसे भी दिए जाएंगे। आपको एक पीरियड के लिए 250 रुपए दिए जाएंगे। मैं कुछ सोच विचार करके उन्होंने कहा कि मैं कोशिश करके देखांगा, जे बंदियां नूं मेरा पढ़ाया होया समझ आया तो मैं ज़रूर पढ़ावांगा। दोस्तों, मैं इस प्रस्ताव तो बहुत हैरान सां क्योंकि मैं तो इस सुपने 'च भी नहीं सी सोचिया कि कोई जेल अंदर आके मैनूं अध्यापक बनन दी पेशकश करेगा। वैसे मैं कदी कदाई पढ़न 'च लगन रखण वाले बंदियां नूं इंग्लिश पढ़ा दिया करदा सां ਤੇ ਇੰਗਲਿਸ਼ ਸੁਧਾਰਨ ਲਈ ਵੱਖੋ-ਵੱਖ ਸੁਝਾਅ ਦੇ ਦਿਆ ਕਰਦਾ ਸਾਂ। ਪਰ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਬੰਦੀਆਂ ਨੂੰ ਸਮਾਜ ਵਿਗਿਆਨ ਵਰਗਾ ਵਿਸ਼ਾ ਪੜ੍ਹਾਵਾਂਗਾ। ਜੁਲਾਈ ਦੇ ਅੰਤ 'ਚ ਬੜੇ ਜ਼ੋਰਾਂ ਸ਼ੋਰਾਂ ਨਾਲ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਇਗਨੂ ਸਟੱਡੀ ਸੈਂਟਰ ਦਾ ਉਦਘਾਟਨ ਹੋਇਆ ਤੇ ਮੈਨੂੰ ਸਮਾਜ ਵਿਗਿਆਨ ਦਾ ਅਧਿਆਪਕ ਬਣਨ ਦਾ ਮਾਣ ਪ੍ਰਾਪਤ ਹੋਇਆ। ਇਹ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਦਿਨ ਸੀ। ਮੈਨੂੰ ਆਪਣੀ ਪੜ੍ਹਾਉਣ ਦੀ ਕਾਬਲੀਅਤ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਮੈਂ ਸ਼ਸ਼ੋਪੰਚ ਸਾਂ। ਲਾਡੀ ਭਾਜੀ ਨੇ ਮੈਨੂੰ ਥਾਪੀ ਦਿੱਤੀ ਤੇ ਕਿਹਾ ਕਿ ਤੂੰ ਬਹੁਤ ਖੁਸ਼ਕਿਸਮਤ ਹੈ ਕਿਉਂਕਿ ਤੈਨੂੰ ਉਹ ਕੰਮ ਕਰਨ ਦਾ ਮੌਕਾ ਮਿਲਿਆ ਜੋ ਬੰਦੀਆਂ ਦੀ ਭਲਾਈ ਤੇ ਚਰਿੱਤਰ ਨਿਰਮਾਣ 'ਚ ਸਭ ਤੋਂ ਵੱਡਾ ਯੋਗਦਾਨ ਅਦਾ ਕਰ ਸਕਦਾ ਹੈ। ਬਸ ਫਿਰ ਕੀ ਸੀ, ਮੇਰਾ ਆਤਮ ਵਿਸ਼ਵਾਸ ਦੁੱਗਣਾ ਹੋ ਗਿਆ। ਗੁਰੂ ਜੀ ਨੇ ਮੈਨੂੰ ਦੁਬਾਰਾ ਸਮਝਾਉਂਦਿਆਂ ਆਖਿਆ, ਇਹ ਤੇਰੇ ਲਈ ਬੜੀ ਫਾਇਦੇਮੰਦ ਗੱਲ ਹੈ ਕਿ ਤੈਨੂੰ ਬੰਦੀਆਂ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ। ਵੈਸੇ ਵੀ ਤੂੰ ਲੈਕਚਰਾਰ ਹੀ ਤਾਂ ਬਣਨਾ ਸੀ ਤੇ ਜੇ ਤੂੰ ਕੱਲ ਕਰਨਾ ਸੀ ਸਮਝ ਲੈ ਉਹ ਅੱਜ ਕਰਨਾ ਪੈ ਗਿਆ। ਇਹ ਤੇਰੀ ਪ੍ਰੀਖਿਆ ਦਾ ਸਮਾਂ ਤੇ ਭਵਿੱਖ ਦੀ ਤਿਆਰੀ ਹੈ। ਸਵੇਰੇ ਉੱਠ ਕੇ ਗੁਰੂ ਘਰ ਜਾ ਤੇ ਵਾਹਿਗੁਰੂ ਦਾ ਨਾਮ ਲੈ ਕੇ ਹੋ ਜਾ ਸ਼ੁਰੂ। ਭਾਜੀ ਦੀ ਸਲਾਹ ਅਨੁਸਾਰ ਮੈਂ ਸਵੇਰੇ ਨਹਾ ਧੋ ਕੇ ਗੁਰੂ ਘਰ ਗਿਆ। ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਮੈਨੂੰ ਇੰਨੀ ਸਮਰੱਥਾ ਬਖਸ਼ੇ ਕਿ ਮੈਂ ਇਹਨਾਂ ਬੰਦੀਆਂ ਦੀਆਂ ਹਨੇਰੀਆਂ ਜ਼ਿੰਦਗੀਆਂ ਅੰਦਰ ਵਿਦਿਆ ਦਾ ਚਾਨਣ ਕਰ ਸਕਾਂ ਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾਉਣ ਦੀ ਸਿੱਖਿਆ ਦੇ ਸਕਾਂ। ਉਸ ਦਿਨ ਤੋਂ ਪੜ੍ਹਾਉਣਾ ਮੇਰਾ ਕਰਤੱਵ ਬਣ ਗਿਆ। ਦੋਸਤੋ, ਉਹ ਦਿਨ ਗੁਰੂ ਘਰ ਵਿਖੇ ਮੱਥਾ ਟੇਕਦੇ ਸਮੇਂ ਮੇਰੇ ਅੰਦਰੋਂ ਜੋ ਆਵਾਜ਼ ਆਈ ਹੋਈ ਸੀ ਕਿ ਅੱਜ ਤੋਂ ਪੜ੍ਹਾਉਣਾ ਮੇਰਾ ਕਰਤੱਵ ਤੇ ਲਿਖਣਾ ਮੇਰੀ ਰੂਹ ਦੀ ਖੁਰਾਕ ਹੈ। ਉਸ ਨੇ ਦੋਵੇਂ ਕੰਮ ਮੇਰੀ ਸ਼ਖਸੀਅਤ ਦਾ ਅਜਿਹਾ ਨਿਖੜਵਾਂ ਅੰਗ ਬਣ ਗਏ ਕਿ ਇਹਨਾਂ ਨੂੰ ਕਰਦੇ ਸਮੇਂ ਮੈਨੂੰ ਪਤਾ ਹੀ ਨਹੀਂ ਰਹਿੰਦਾ ਕਿ ਕਿੰਨੇ ਘੰਟੇ ਬੀਤ ਗਏ। ਮੇਰਾ ਮਨ ਬਹੁਤ ਪ੍ਰਸੰਨ ਸੀ ਤੇ ਸਭ ਤੋਂ ਪਹਿਲਾਂ ਕੰਮ ਜੋ ਮੈਂ ਕੀਤਾ ਉਹ ਇਹ ਸੀ ਕਿ ਮੈਂ ਬੈਰਕ 'ਚ ਗਿਆ ਤੇ ਬੰਦੀਆਂ ਨੂੰ ਸਿੱਖਿਆ ਪ੍ਰਾਪਤੀ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਇਸ ਕੰਮ 'ਚ ਅਜੇ ਪਾਲ ਭਾਜੀ ਨੇ ਮੇਰਾ ਬਹੁਤ ਸਾਥ ਦਿੱਤਾ। ਉਹਨਾਂ ਨੇ ਬੰਦੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨ 'ਚ ਕੋਈ ਕਸਰ ਨਹੀਂ ਛੱਡੀ। ਸਿੱਟੇ ਵਜੋਂ ਹਰ ਉਮਰ ਦੇ ਬੰਦੀ ਸਾਡੇ ਕੋਲੋਂ ਪੜ੍ਹਾਈ ਬਾਰੇ ਪੁੱਛ-ਗਿੱਛ ਕਰਨ ਲਈ ਆਉਣ ਲੱਗੇ। ਮੈਂ ਤੇ ਅਜੇ ਪਾਲ ਭਾਜੀ ਨੇ ਪ੍ਰੋਸਪੈਕਟਸ ਵਿੱਚੋਂ ਇਗਨੂ ਦੇ ਸਾਰੇ ਕੋਰਸਾਂ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕਰ ਲਈ ਸੀ। ਅਸੀਂ ਪੁੱਛ-ਗਿੱਛ ਲਈ ਆਏ ਹਰੇਕ ਬੰਦੀ ਦੀ ਤਸੱਲੀ ਕਰਵਾ ਕੇ ਤੋਰਦੇ ਸੀ। ਲਗਭਗ 35 ਦੇ ਕਰੀਬ ਬੰਦੀਆਂ ਨੇ 12ਵੀਂ ਕਲਾਸ ਦੇ ਪ੍ਰੋਸਪੈਕਟਸ ਖਰੀਦੇ। ਹਫ਼ਤੇ ਅੰਦਰ ਹੀ 30 ਬੰਦੀ ਦਾਖਲਾ ਫਾਰਮ ਭਰਨ ਲਈ ਤਿਆਰ ਹੋ ਗਏ ਤੇ ਆਪਣੀਆਂ ਫੀਸਾਂ ਘਰੋਂ ਮੰਗਵਾ ਲਈਆਂ। ਹੁਣ ਤੱਕ ਲਗਭਗ ਕਿਸੇ ਨਾ ਕਿਸੇ ਕਲਾਸ ਦਾ ਦਾਖਲਾ ਫਾਰਮ ਭਰਦੇ ਰਹਿਣ ਕਾਰਨ ਮੈਨੂੰ ਇਸ ਕੰਮ ਦਾ ਪੂਰਾ ਅਨੁਭਵ ਹੋ ਚੁੱਕਾ ਸੀ। ਇਸ ਲਈ ਆਪਣੇ ਇਸ ਅਨੁਭਵ ਦਾ ਪੂਰਾ ਲਾਭ ਉਠਾਉਂਦਿਆਂ ਮੈਨੇ ਸਾਰੇ ਬੰਦੀਆਂ ਦੇ ਦਾਖਲਾ ਫਾਰਮ ਖੁਦ ਆਪਣੇ ਹੱਥੀਂ ਭਰੇ। ਇਹ ਦਾਖਲਾ ਫਾਰਮ ਭਰ ਕੇ ਮੈਂ ਭਲਾਈ ਅਫਸਰ ਨੂੰ ਜਮ੍ਹਾਂ ਕਰਵਾ ਦਿੱਤੇ ਤੇ ਉਹਨਾਂ ਨੇ ਫੀਸ ਦੇ ਬੈਂਕ ਡਰਾਫਟ ਤਿਆਰ ਕਰਵਾ ਕੇ ਨਾਲ ਨੱਥੀ ਕਰ ਦਿੱਤੇ। ਪੂਰਾ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅਸੀਂ ਇਹਨਾਂ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਰੱਖਣ ਹਿੱਤ ਲਿਸਟਾਂ ਤਿਆਰ ਕੀਤੀਆਂ ਤੇ ਸਾਡਾ ਸਟੱਡੀ ਸੈਂਟਰ ਸ਼ੁਰੂ ਹੋ ਗਿਆ। ਮਹੀਨੇ ਕੁ ਮਗਰੋਂ ਸਾਰੇ ਵਿਦਿਆਰਥੀਆਂ ਦੇ ਐਨਰੋਲਮੈਂਟ ਨੰਬਰ ਤੇ ਸਟੱਡੀ ਮੈਟੀਰੀਅਲ ਆ ਗਏ। ਸੁਪਰਡੈਂਟ ਸਾਹਿਬ ਨੇ ਮੈਨੂੰ ਉਹਨਾਂ ਨੂੰ ਪੜ੍ਹਾਉਣ ਲਈ ਹੁਕਮ ਕੀਤਾ। ਅਸੀਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਇੱਕ ਸਪੈਸ਼ਲ ਬੈਰਕ ਤਿਆਰ ਕੀਤੀ ਤੇ ਉੱਥੇ ਬਲੈਕ ਬੋਰਡ, ਬੈਂਚ ਤੇ ਕੁਰਸੀਆਂ ਆਦਿ ਦਾ ਪ੍ਰਬੰਧ ਕਰ ਲਿਆ। ਇਸ ਬੈਰਕ ਦਾ ਨਾਂ ਇਗਨੂ ਸੈਂਟਰ ਰੱਖਿਆ ਗਿਆ ਜੋ ਕਿ ਮੇਰੇ ਰਿਹਾ ਹੋਣ ਤੱਕ ਬਰਕਰਾਰ ਸੀ। ਵਿਦਿਆਰਥੀਆਂ ਵਿੱਚੋਂ ਬਹੁਤੇ ਬੰਦੇ ਕੈਦੀ ਹੀ ਸਨ ਤੇ ਆਪਣੀ ਮੁਸ਼ੱਕਤ ਕਰਨ ਲਈ ਫੈਕਟਰੀ ਜਾਂਦੇ ਸਨ। ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਪੇਪਰਾਂ ਤੱਕ ਪੜ੍ਹਾਈ ਕਰਨ ਲਈ ਮੁਸ਼ੱਕਤ ਤੋਂ ਮੁਕਤ ਕੀਤਾ ਜਾਏ। ਸਿੱਧੂ ਸਾਹਿਬ ਨੇ ਖੁਸ਼ੀ-ਖੁਸ਼ੀ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਕੰਮ ਤੋਂ ਮੁਕਤ ਕਰ ਦਿੱਤਾ। ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਕਲਾਸਾਂ ਇੱਕ ਦਿਨ ਛੱਡ ਕੇ ਲੱਗਣੀਆਂ ਚਾਹੀਦੀਆਂ ਸਨ ਤੇ ਹਰ ਕਲਾਸ 2 ਘੰਟੇ ਦੀ ਹੋਣੀ ਚਾਹੀਦੀ ਸੀ। ਕਿਉਂਕਿ ਵਿਦਿਆਰਥੀਆਂ ਨੇ 2 ਵਿਸ਼ੇ ਪੜ੍ਹਨੇ ਸਨ, ਇਸ ਲਈ ਮੈਂ ਅਜੇ ਪਾਲ ਭਾਜੀ ਨੂੰ ਬੇਨਤੀ ਕੀਤੀ ਕਿ ਉਹ ਕਾਮਰਸ ਵਿਸ਼ਾ ਪੜ੍ਹਾਇਆ ਕਰਨ। ਭਾਜੀ ਨੇ ਮੇਰੀ ਇਹ ਬੇਨਤੀ ਸਵੀਕਾਰ ਕਰ ਲਈ ਤੇ ਅਸੀਂ ਕਲਾਸਾਂ ਸ਼ੁਰੂ ਕਰ ਦਿੱਤੀਆਂ।
ਅਸੀਂ ਵਿਦਿਆਰਥੀਆਂ ਦੀ ਭਲਾਈ ਲਈ ਇਹ ਫੈਸਲਾ ਲਿਆ ਕਿ ਇੱਕ ਦਿਨ ਛੱਡ ਕੇ ਕਲਾਸ ਲੈਣ ਦੀ ਬਜਾਏ ਹਰ ਰੋਜ਼ ਕਲਾਸ ਲਿਆ ਕਰਾਂਗੇ ਤੇ ਹਰੇਕ ਕਲਾਸ 1.5 ਘੰਟੇ ਦੀ ਹੋਏਗੀ। ਪਹਿਲੇ ਦਿਨ ਦੀ ਕਲਾਸ ਵੇਲੇ ਮੈਂ ਸਾਰੇ ਵਿਦਿਆਰਥੀਆਂ ਨਾਲ ਜਾਣ ਪਛਾਣ ਕੀਤੀ ਤੇ ਸਭ ਨੂੰ ਆਪਣੇ ਬਾਰੇ ਦੱਸਿਆ। ਮੈਂ ਉਹਨਾਂ ਨੂੰ ਸਪਸ਼ਟ ਸ਼ਬਦਾਂ 'ਚ ਹਦਾਇਤ ਕੀਤੀ ਕਿ ਭਾਵੇਂ ਕਲਾਸ ਤੋਂ ਬਾਹਰ ਮੇਰਾ ਉਹਨਾਂ ਨਾਲ ਸਹਿਬੰਦੀ ਵਾਲਾ ਰਿਸ਼ਤਾ ਹੈ, ਪਰ ਕਲਾਸ ਦੇ ਦੌਰਾਨ ਮੇਰਾ ਉਹਨਾਂ ਨਾਲ ਸਿਰਫ ਅਧਿਆਪਕ ਤੇ ਵਿਦਿਆਰਥੀ ਵਾਲਾ ਰਿਸ਼ਤਾ ਹੀ ਹੋਏਗਾ ਤੇ ਕਲਾਸ ਦੇ ਦੌਰਾਨ ਉਹਨਾਂ ਨੂੰ ਪੂਰੇ ਅਨੁਸ਼ਾਸਨ ਦਾ ਪਾਲਣ ਕਰਨਾ ਪਏਗਾ। ਮੈਂ ਹਉਮੈ ਦੀ ਭਾਵਨਾ ਤੋਂ ਮੁਕਤ ਰਹਿ ਕੇ ਪੂਰੇ ਆਤਮ ਵਿਸ਼ਵਾਸ ਨਾਲ ਉਹਨਾਂ ਨੂੰ ਆਪਣੀ ਮਿਸਾਲ ਦਿੱਤੀ ਤੇ ਵਿਦਿਆ ਦੀ ਮਹੱਤਤਾ ਸਮਝਾਈ। ਮੈਂ ਉਹਨਾਂ ਨੂੰ ਦੱਸਿਆ ਕਿ ਇਹ ਵਿਦਿਆ ਹੀ ਹੈ ਜਿਹਦੇ ਕਾਰਨ ਮੈਨੂੰ ਅੰਦਰ ਬੈਠੇ ਹੀ ਅਧਿਆਪਕ ਬਣਨ ਦਾ ਮਾਣ ਪ੍ਰਾਪਤ ਹੋਇਆ ਤੇ ਇਸੇ ਵਿਦਿਆ ਦੇ ਪ੍ਰਤਾਪ ਨਾਲ ਹੀ ਮੈਂ ਇਸ ਕਾਬਲ ਬਣ ਸਕਿਆ ਕਿ ਇਗਨੂ ਯੂਨੀਵਰਸਿਟੀ ਮੈਨੂੰ ਪੜ੍ਹਾਉਣ ਬਦਲੇ 250 ਰੁਪਏ ਪ੍ਰਤੀ ਪੀਰੀਅਡ ਦੇਣ ਲਈ ਤਿਆਰ ਸੀ। ਕਈ ਉਦਾਹਰਨਾਂ ਦੇ ਕੇ ਮੈਂ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਖਿਆ ਹੀ ਚਰਿੱਤਰ ਨਿਰਮਾਣ ਦਾ ਆਧਾਰ ਹੈ ਤੇ ਜੇ ਸਾਡੇ ਕੋਲ ਧਨ ਸੰਪਤੀ ਜਾਂ ਸੁੱਖ ਸੁਵਿਧਾ ਹੋਵੇ ਤਾਂ ਹਾਲਾਤ ਸਾਡੇ ਕੋਲੋਂ ਇਹ ਵਸਤਾਂ ਖੋਹ ਸਕਦੇ ਹਨ, ਪਰ ਜੋ ਅਸੀਂ ਸਿੱਖ ਲਿਆ ਤੇ ਜੋ ਗੁਣ ਅਸੀਂ ਆਪਣੇ ਅੰਦਰ ਪੈਦਾ ਕਰ ਲਏ ਉਹ ਸਾਡੇ ਕੋਲੋਂ ਕੋਈ ਵੀ ਵਿਅਕਤੀ ਜਾਂ ਹਾਲਾਤ ਨਹੀਂ ਖੋਹ ਸਕਦੇ। ਇਸ ਲਈ ਵਿਦਿਆ ਦੇ ਮਹੱਤਵ ਨੂੰ ਸਮਝੋ ਤੇ ਇਹਦੇ ਚਾਨਣ ਨਾਲ ਆਪਣੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰੋ। ਇੱਕ ਹਫ਼ਤੇ ਵਿੱਚ ਹੀ ਵਿਦਿਆਰਥੀਆਂ ਅੰਦਰ ਸਿੱਖਣ ਦੀ ਭਾਵਨਾ ਵੱਧ ਗਈ ਤੇ ਪੂਰੀ ਲਗਨ ਨਾਲ ਪੜ੍ਹਾਈ 'ਚ ਜੁਟ ਗਏ। ਮੈਂ ਜੋ ਵੀ ਸਮਝਾਉਂਦਾ ਬੜੇ ਧਿਆਨ ਨਾਲ ਸੁਣਦੇ, ਕਈ ਲਿਖਦੇ ਰਹਿੰਦੇ ਤੇ ਕਈ ਉਂਝ ਹੀ ਯਾਦ ਰੱਖਦੇ ਸਨ। ਮੈਂ ਇੱਕ ਦਿਨ 'ਚ ਇੱਕ ਅਧਿਆਇ ਪੂਰਾ ਕਰਵਾ ਦਿੰਦਾ ਸਾਂ ਤੇ ਉਹ ਅਗਲੇ ਦਿਨ ਯਾਦ ਕਰਕੇ ਆਉਂਦੇ ਸਨ। ਜਦੋਂ ਵੀ ਮੈਂ ਕਿਸੇ ਅਧਿਆਇ ਵਿੱਚੋਂ ਕੁਝ ਖਾਸ ਪ੍ਰਸ਼ਨ ਪੁੱਛਦਾ ਤਾਂ ਇਹਦਾ ਉੱਤਰ ਦੇਣ ਲਈ ਇੱਕ ਦੂਜੇ ਤੋਂ ਵੱਧ ਕੇ ਅੱਗੇ ਆਉਂਦੇ। ਉਹਨਾਂ ਦਾ ਇਹ ਰਵੱਈਆ ਦਿਨੋਂ ਦਿਨ ਮੇਰੇ ਹੌਸਲੇ ਤੇ ਜੋਸ਼ 'ਚ ਵਾਧਾ ਕਰ ਰਿਹਾ ਸੀ। ਇੱਕ ਦਿਨ ਇੱਕ ਬਜ਼ੁਰਗ ਵਿਦਿਆਰਥੀ ਨੇ ਮੈਨੂੰ ਕਿਹਾ, ਮਾਸਟਰ ਜੀ, ਮੈਂ ਹਰ ਰੋਜ਼ ਪੜ੍ਹਨ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਮੈਨੂੰ ਲੱਗਦਾ ਮੈਂ ਪੇਪਰਾਂ 'ਚ ਫੇਲ ਹੋ ਜਾਵਾਂਗਾ। ਉਹਦੀ ਗੱਲ ਸੁਣ ਕੇ ਮੈਨੂੰ ਸਮਝਾਇਆ, ਬਜ਼ੁਰਗੋ, ਤੁਹਾਨੂੰ ਭਾਵੇਂ ਆਪਣੇ ਉੱਤੇ ਵਿਸ਼ਵਾਸ ਨਹੀਂ ਪਰ ਮੈਨੂੰ ਆਪਣੇ ਉੱਪਰ ਵਿਸ਼ਵਾਸ ਹੈ ਕਿ ਮੇਰਾ ਪੜ੍ਹਾਇਆ ਹੋਇਆ ਵਿਦਿਆਰਥੀ ਕਦੇ ਫੇਲ ਨਹੀਂ ਹੋ ਸਕਦਾ। ਜੇ ਤੁਸੀਂ ਇਮਤਿਹਾਨਾਂ 'ਚ ਫੇਲ ਹੋ ਗਏ ਤਾਂ ਇਹ ਤੁਹਾਡੀ ਅਸਫਲਤਾ ਨਹੀਂ, ਮੇਰੀ ਅਸਫਲਤਾ ਹੋਏਗੀ। ਉਸ ਦਿਨ ਤੋਂ ਬਾਅਦ ਮੈਂ ਉਸ ਬਜ਼ੁਰਗ ਬੰਦੇ ਨੂੰ ਪੜ੍ਹਾਉਣ ਵੱਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕੋਈ ਵੀ ਨਵਾਂ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਉਹਨਾਂ ਕੋਲੋਂ ਜ਼ਰੂਰ ਪੁੱਛਦਾ ਕਿ ਪਿਛਲਾ ਅਧਿਆਇ ਚੰਗੀ ਤਰ੍ਹਾਂ ਸਮਝ ਆਇਆ ਜਾਂ ਨਹੀਂ। ਜੇ ਉਹਨਾਂ ਨੂੰ ਕੋਈ ਗੱਲ ਸਮਝ ਨਾ ਆਈ ਹੁੰਦੀ ਤਾਂ ਮੈਂ ਦੁਬਾਰਾ ਸਮਝਾਉਂਦਾ। ਮੈਂ ਪੱਕੀ ਆਦਤ ਬਣਾ ਲਈ ਸੀ ਕਿ ਜਦੋਂ ਤੱਕ ਸਾਰੇ ਵਿਦਿਆਰਥੀਆਂ ਨੂੰ ਪਿਛਲਾ ਅਧਿਆਇ ਚੰਗੀ ਤਰ੍ਹਾਂ ਯਾਦ ਨਾ ਹੋ ਜਾਏ, ਅੱਗੇ ਨਹੀਂ ਵਧਣਾ। ਹਰ ਸ਼ਨੀਵਾਰ ਮੈਂ ਪਿਛਲੇ ਦਿਨਾਂ 'ਚ ਪੜ੍ਹਾਏ ਸਾਰੇ ਸਿਲੇਬਸ ਨੂੰ ਦੁਹਰਾਉਂਦਾ ਤੇ ਐਤਵਾਰ ਨੂੰ ਸਭ ਦਾ ਟੈਸਟ ਲੈਂਦਾ। ਜੋ ਵੀ ਵਿਦਿਆਰਥੀ ਟੈਸਟ ਵਾਲੇ ਦਿਨ ਗੈਰ ਹਾਜ਼ਰ ਹੁੰਦਾ ਤਾਂ ਉਹਨੂੰ ਇਹ ਦੰਡ ਲਾਇਆ ਜਾਂਦਾ ਸੀ ਕਿ ਉਹ ਸਭ ਨੂੰ ਚਾਹ ਬਣਾ ਕੇ ਪਿਲਾਏਗਾ। ਇੱਕ ਵਿਦਿਆਰਥੀ ਕਲਾਸ 'ਚ ਹਮੇਸ਼ਾ ਚੁੱਪ ਰਿਹਾ ਕਰਦਾ ਸੀ। ਉਹ ਕਦੀ ਵੀ ਕੋਈ ਸਵਾਲ ਨਹੀਂ ਸੀ ਪੁੱਛਦਾ। ਜਦੋਂ ਮੈਂ ਉਹਨੂੰ ਇਹਦਾ ਕਾਰਨ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹ ਇੱਕ ਪਾਕਿਸਤਾਨੀ ਹੈ ਤੇ ਹਿੰਦੀ ਨਹੀਂ ਜਾਣਦਾ। ਉਹ ਪੰਜਾਬੀ ਬੋਲ ਲੈਂਦਾ ਸੀ ਤੇ ਕੁਝ ਅੰਗਰੇਜ਼ੀ ਵੀ ਪੜ੍ਹਨੀ ਜਾਣਦਾ ਸੀ। ਉਹਨੇ ਦੱਸਿਆ ਕਿ ਉਹਨੂੰ ਮੇਰੇ ਬੋਲੇ ਕਈ ਅਲਫਾਜ਼ ਸਮਝ ਨਹੀਂ ਆਉਂਦੇ ਸਨ, ਇਸ ਲਈ ਉਹ ਚੁੱਪ ਰਿਹਾ ਕਰਦਾ ਸੀ। ਉਸ ਵਿਦਿਆਰਥੀ ਦੀ ਸਮੱਸਿਆ ਮੇਰੇ ਲਈ ਇੱਕ ਚੁਣੌਤੀ ਸੀ, ਇਸ ਲਈ ਮੈਂ ਪੰਜਾਬੀ ਉਰਦੂ ਸ਼ਬਦਕੋਸ਼ ਮੰਗਵਾਇਆ ਤੇ ਉਰਦੂ ਦੇ ਕਈ ਅਲਫਾਜ਼ ਸਿੱਖੇ। ਹੁਣ ਉਹਨੂੰ ਮੇਰੀ ਸਮਝਾਈ ਹਰ ਗੱਲ ਪੱਲੇ ਪੈਣ ਲੱਗ ਪਈ ਸੀ। ਦੋਸਤੋ, ਮੈਨੂੰ ਕਿਸੇ ਔਲਾਦ ਦਾ ਪਿਤਾ ਬਣਨ ਦਾ ਸੁਭਾਗ ਤਾਂ ਅਜੇ ਪ੍ਰਾਪਤ ਨਹੀਂ ਸੀ ਹੋਇਆ, ਪਰ ਮੇਰੇ ਇਹ ਵਿਦਿਆਰਥੀ ਮੈਨੂੰ ਆਪਣੀ ਔਲਾਦ ਵਰਗੇ ਹੀ ਲੱਗਣ ਲੱਗ ਪਏ ਸਨ। ਮੈਂ ਔਲਾਦ ਪ੍ਰਤੀ ਪਿਤਾ ਦੇ ਮੋਹ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਚੁੱਕਾ ਸਾਂ। ਆਪਣੇ ਇਹਨਾਂ ਵਿਦਿਆਰਥੀਆਂ ਉੱਪਰ ਮੈਨੂੰ ਉਨਾ ਹੀ ਪਿਆਰ ਆਉਂਦਾ ਸੀ ਜਿੰਨਾ ਕਿ ਇੱਕ ਬਾਪ ਨੂੰ ਆਪਣੀ ਔਲਾਦ ਉੱਪਰ ਆਉਂਦਾ ਹੈ। ਇਹਨਾਂ ਤੋਂ ਮਿਲਣ ਵਾਲੇ ਪਿਆਰ ਨੇ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਕਰਵਾ ਦਿੱਤਾ ਸੀ ਕਿ ਇਸ ਦੁਨੀਆ 'ਚ ਸਿੱਖਿਆ ਦੇਣ ਤੋਂ ਵੱਧ ਸਤਿਕਾਰਯੋਗ ਕੰਮ ਕੋਈ ਨਹੀਂ। ਇਸ ਲਈ ਸਾਡੇ ਸਮਾਜ 'ਚ ਅਧਿਆਪਕ ਦਾ ਸਥਾਨ ਬਹੁਤ ਉੱਚਾ ਹੈ। ਹੁਣ ਮੇਰੀ ਕਲਾਸ 'ਚ ਸਿਰਫ 35 ਵਿਦਿਆਰਥੀ ਰਹਿ ਗਏ ਸਨ। 3 ਜ਼ਮਾਨਤ ਉੱਪਰ ਰਿਹਾ ਹੋ ਚੁੱਕੇ ਸਨ ਤੇ 2 ਨੂੰ ਕਿਸੇ ਹੋਰ ਜੇਲ੍ਹ 'ਚ ਤਬਦੀਲ ਕਰ ਦਿੱਤਾ ਗਿਆ ਸੀ। ਅਜੇ ਪਲ ਭਾਜੀ ਦਾ ਕਮਿਊਨੀਕੇਸ਼ਨ ਸਕਿੱਲ ਚੰਗਾ ਹੋਣ ਕਾਰਨ ਵਿਦਿਆਰਥੀਆਂ ਨਾਲ ਉਹਨਾਂ ਦੇ ਸਬੰਧ ਵੀ ਚੰਗੇ ਬਣ ਚੁੱਕੇ ਸਨ ਤੇ ਵਿਦਿਆਰਥੀ ਉਹਨਾਂ ਦੇ ਪੜ੍ਹਾਉਣ ਦੇ ਢੰਗ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸਨ। 10 ਦਸੰਬਰ ਨੂੰ ਇਮਤਿਹਾਨ ਸ਼ੁਰੂ ਹੋ ਗਏ। ਇਮਤਿਹਾਨਾਂ ਨੂੰ ਸਹੀ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਮੇਰੀ ਤੇ ਭਲਾਈ ਅਫਸਰ ਦੀ ਸੀ। ਅਸੀਂ ਇਮਤਿਹਾਨਾਂ ਨਾਲ ਸੰਬੰਧਿਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਤੇ ਵਿਦਿਆਰਥੀਆਂ ਨੂੰ ਰੋਲ ਨੰਬਰ ਵੰਡ ਦਿੱਤੇ। ਨਿਸ਼ਚਿਤ ਮਿਤੀ ਵਾਲੇ ਦਿਨ ਅਸੀਂ ਇਮਤਿਹਾਨ ਹਾਲ 'ਚ ਸਾਰੇ ਬੈਂਚਾਂ ਉੱਪਰ ਚਾਕ ਨਾਲ ਰੋਲ ਨੰਬਰ ਲਿਖ ਦਿੱਤੇ। ਵਿਦਿਆਰਥੀ ਆਪੋ ਆਪਣੇ ਰੋਲ ਨੰਬਰ ਵਾਲੇ ਬੈਂਚ ਤੇ ਬੈਠ ਗਏ। ਸਾਰੇ ਵਿਦਿਆਰਥੀ ਪੂਰੇ ਉਤਸ਼ਾਹ ਵਿੱਚ ਸਨ ਤੇ ਉਹਨਾਂ ਦੇ ਚਿਹਰੇ ਉੱਪਰ ਆਤਮ ਵਿਸ਼ਵਾਸ ਦੇ ਭਾਵ ਵੇਖ ਕੇ ਮੈਨੂੰ ਆਪਣੀ ਮਿਹਨਤ ਸਾਕਾਰ ਹੁੰਦੀ ਨਜ਼ਰ ਆ ਰਹੀ ਸੀ।
9:05 ਤੇ ਮੈਂ ਸਾਰਿਆਂ ਨੂੰ ਉੱਤਰ ਕਾਪੀਆਂ ਵੰਡ ਦਿੱਤੀਆਂ ਤੇ ਪੂਰੇ 9 ਵਜੇ ਭਲਾਈ ਅਫਸਰ ਨੇ ਉਹਨਾਂ ਨੂੰ ਪ੍ਰਸ਼ਨ ਪੱਤਰ ਫੜਾ ਦਿੱਤੇ। ਲਗਭਗ 15 ਕੁ ਮਿੰਟ ਬਾਅਦ ਇੱਕ ਹੌਲਦਾਰ ਭਲਾਈ ਅਫਸਰ ਕੋਲ ਆਇਆ ਤੇ ਕੁਝ ਕਹਿ ਕੇ ਵਾਪਸ ਚਲਾ ਗਿਆ। ਭਲਾਈ ਅਫਸਰ ਮੇਰੇ ਕੋਲ ਆਏ ਤੇ ਕਹਿਣ ਲੱਗੇ, ਇਹਨਾਂ ਵਿੱਚੋਂ ਇੱਕ ਵਿਦਿਆਰਥੀ ਰਾਜਕੁਮਾਰ ਆਪਣੇ ਇਸ ਹੌਲਦਾਰ ਦਾ ਰਿਸ਼ਤੇਦਾਰ ਹੈ, ਤੂੰ ਉਹਨੂੰ ਚੰਗੀ ਤਰ੍ਹਾਂ ਪੇਪਰ ਕਰਵਾ ਦੇ। ਉਹਨਾਂ ਦੀ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਖਿਆ ਕਿ ਮੰਨਿਆ ਤੁਸੀਂ ਸਾਡੇ ਅਫਸਰ ਹੋ, ਪਰ ਮੈਂ ਤੁਹਾਡਾ ਇਹ ਹੁਕਮ ਬਿਲਕੁਲ ਵੀ ਨਹੀਂ ਮੰਨਾਂਗਾ। ਮੈਂ ਆਪਣੇ ਸਾਰੇ ਵਿਦਿਆਰਥੀਆਂ ਉੱਪਰ ਪੂਰੀ ਮਿਹਨਤ ਕੀਤੀ ਹੈ ਤੇ ਮੈਂ ਕਿਸੇ ਵੀ ਵਿਦਿਆਰਥੀ ਦੀ ਨਜਾਇਜ਼ ਮਦਦ ਕਰਕੇ ਉਹਨੂੰ ਜ਼ਿੰਦਗੀ ਭਰ ਲਈ ਅਪਾਹਜ ਨਹੀਂ ਬਣਾਉਣਾ ਚਾਹੁੰਦਾ। ਨਾ ਹੀ ਮੈਂ ਖੁਦ ਕਦੇ ਨਕਲ ਮਾਰੀ ਸੀ ਤੇ ਨਾ ਹੀ ਕਿਸੇ ਨੂੰ ਮਾਰਨ ਦਿਆਂਗਾ। ਮੇਰੇ ਲਈ ਸਾਰੇ ਵਿਦਿਆਰਥੀ ਇੱਕ ਬਰਾਬਰ ਹਨ। ਜੇ ਰਾਜਕੁਮਾਰ ਉਸ ਹੌਲਦਾਰ ਦਾ ਰਿਸ਼ਤੇਦਾਰ ਹੈ ਤੇ ਸਾਰੇ ਮੇਰੇ ਰਿਸ਼ਤੇਦਾਰ ਹਨ। ਮੇਰੀ ਗੱਲ ਸੁਣ ਕੇ ਭਲਾਈ ਅਫਸਰ ਕੁਝ ਸ਼ਰਮਿੰਦਾ ਹੋ ਗਏ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। 12 ਵਜੇ ਇਮਤਿਹਾਨ ਖਤਮ ਹੋ ਗਿਆ। ਸਾਰੇ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਸਨ ਤੇ ਆਪਸ 'ਚ ਇੱਕ ਦੂਜੇ ਤੋਂ ਪੁੱਛ ਰਹੇ ਸਨ ਕਿ ਪੇਪਰ ਕਿਵੇਂ ਰਿਹਾ। 3 ਦਿਨਾਂ ਬਾਅਦ ਉਹਨਾਂ ਦਾ ਦੂਜਾ ਪੇਪਰ ਵੀ ਹੋ ਗਿਆ। ਲਗਭਗ 1 ਮਹੀਨੇ ਬਾਅਦ ਇਮਤਿਹਾਨਾਂ ਦਾ ਨਤੀਜਾ ਆ ਗਿਆ ਤੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਨਾਲ ਪਾਸ ਹੋ ਗਏ। ਕਿਸੇ ਵੀ ਵਿਦਿਆਰਥੀ ਦੇ ਅੰਕ 50% ਤੋਂ ਘੱਟ ਨਹੀਂ ਸਨ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਅਫੀਮ ਦੀ ਤਸਕਰੀ ਦੇ ਕੇਸ ਅਧੀਨ ਸਜ਼ਾ ਕੱਟ ਰਿਹਾ ਰਾਮਦੀਨ ਕਲਾਸ 'ਚੋਂ ਅੱਵਲ ਰਿਹਾ ਸੀ। ਦੋਸਤੋ, ਇੱਕ ਅਧਿਆਪਕ ਦੇ ਤੌਰ ਤੇ ਮੇਰੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਦਿਨ ਸੀ, ਕਿਉਂਕਿ ਮੇਰੇ ਵਿਦਿਆਰਥੀਆਂ ਦੀ ਇਹ ਕਾਮਯਾਬੀ ਬੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਐਲਾਨ ਸੀ। ਅੰਗ 12ਵਾਂ। ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਦੌਰ ਅਜਿਹਾ ਵੀ ਆਉਂਦਾ ਹੈ ਕਿ ਉਹਦੀਆਂ ਪਰਮਾਤਮਾ ਤੇ ਲਗਾਈਆਂ ਕਈ ਉਮੀਦਾਂ ਟੁੱਟ ਜਾਂਦੀਆਂ ਹਨ ਤੇ ਉਹ ਪ੍ਰਭੂ ਤੋਂ ਰੁੱਸ ਜਾਂਦਾ ਹੈ। ਅਜਿਹਾ ਇੱਕ ਦੌਰ ਮੇਰੀ ਜ਼ਿੰਦਗੀ 'ਚ ਵੀ ਆਇਆ। ਪਿਤਾ ਜੀ ਦਾ ਇਲਾਜ ਚੱਲ ਰਿਹਾ ਸੀ ਤੇ ਉਹ ਨਿਯਮਿਤ ਰੂਪ 'ਚ ਦਵਾਈ ਵੀ ਲੈ ਰਹੇ ਸਨ। ਉਹਨਾਂ ਦਾ ਕੋਲੇਸਟ੍ਰੋਲ 70 ਤਾਂ ਕਾਫੀ ਘਟ ਗਿਆ ਸੀ, ਪਰ ਉਹ ਸਦਾ ਮਾਨਸਿਕ ਤਣਾਅ ਨਾਲ ਘਿਰੇ ਰਹਿੰਦੇ ਸਨ। ਇੱਕ ਵਾਰੀ ਜਦੋਂ ਮੈਂ ਛੁੱਟੀ ਗਿਆ ਹੋਇਆ ਸੀ ਤਾਂ ਅਸੀਂ ਸਾਰੇ ਘਰ ਦੇ ਮੈਂਬਰ ਇਕੱਠੇ ਬੈਠੇ ਸਾਂ। ਮਾਤਾ ਜੀ ਨੇ ਪਿਤਾ ਜੀ ਨੂੰ ਟੋਕਦਿਆਂ ਕਿਹਾ ਕਿ ਤੁਸੀਂ ਹਰ ਸਮੇਂ ਢਹਿੰਦੀ ਕਲਾ 'ਚ ਕਿਉਂ ਰਹਿੰਦੇ ਹੋ। ਉਹਨਾਂ ਨੇ ਜਵਾਬ ਦਿੱਤਾ, ਮੈਂ ਜਲਦੀ ਰਿਟਾਇਰ ਹੋਣ ਵਾਲਾ। ਮੇਰਾ ਇੱਕ ਬੇਟਾ ਜੇਲ੍ਹ ਅੰਦਰ ਕੈਦ ਕੱਟ ਰਿਹਾ, ਦੂਜਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਮੇਰੀ ਜਵਾਨ ਬੇਟੀ ਅਜੇ ਕੁਆਰੀ ਬੈਠੀ ਹੈ। ਮੈਂ ਕਿਸ ਦੇ ਸਿਰ ਤੇ ਹੌਸਲਾ ਕਰਾਂ, ਕਿਵੇਂ ਚੜ੍ਹਦੀ ਕਲਾ 'ਚ ਰਹਾਂ। ਉਹਨਾਂ ਦੀ ਗੱਲ ਸੁਣ ਕੇ ਮਾਤਾ ਜੀ ਦੀਆਂ ਅੱਖਾਂ ਭਰ ਆਈਆਂ। ਮੈਂ ਪਿਤਾ ਜੀ ਨੂੰ ਕਿਹਾ, ਤੁਸੀਂ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾਇਆ ਲਿਖਾਇਆ, ਉਹਨਾਂ ਨੂੰ ਜ਼ਿੰਦਗੀ ਨਾਲ ਲੜਨਾ ਸਿਖਾਇਆ। ਤੁਹਾਡੇ ਬੱਚਿਆਂ ਨੂੰ ਸਮਾਜ 'ਚ ਚੰਗਾ ਮਾਣ ਆਦਰ ਤੇ ਚੰਗਾ ਰੁਤਬਾ ਮਿਲਿਆ। ਮੰਨਿਆ ਕਿ ਤੁਹਾਡੇ ਬੱਚੇ ਉਹ ਸਭ ਨਹੀਂ ਕਰ ਸਕੇ ਜੋ ਹਰ ਇਨਸਾਨ ਇਸ ਉਮਰ 'ਚ ਕਰਦਾ ਹੈ, ਪਰ ਕੀ ਅਸੀਂ ਕਦੇ ਕਿਸੇ ਦਾ ਦਿਲ ਦੁਖਾਇਆ, ਕਿਸੇ ਨਾਲ ਈਰਖਾ ਕੀਤੀ ਜਾਂ ਕਿਸੇ ਨਾਲ ਧੋਖਾ, ਲਾਲਚ ਜਾਂ ਮੱਕਾਰੀ ਭਰਿਆ ਵਰਤਾਓ ਕੀਤਾ? ਕੀ ਅਸੀਂ ਕਦੀ ਕੋਈ ਅਨੈਤਿਕ ਕੰਮ ਕਰਕੇ ਤੁਹਾਨੂੰ ਆਂਢ ਗੁਆਂਢ 'ਚ ਕੋਈ ਉਲਾਂਭਾ ਦਵਾਇਆ? ਮੰਨਿਆ ਕਿ ਤੁਸੀਂ ਜੱਜ, ਵਕੀਲ, ਡਾਕਟਰ ਜਾਂ ਇੰਜੀਨੀਅਰ ਪੈਦਾ ਨਹੀਂ ਕੀਤੇ, ਪਰ ਤੁਹਾਨੂੰ ਸਦਾ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਤੁਸੀਂ ਚੰਗੇ ਇਨਸਾਨ ਪੈਦਾ ਕੀਤੇ। ਮੇਰੀ ਗੱਲ ਸੁਣ ਕੇ ਉਹਨਾਂ ਨੇ ਹਾਂ 'ਚ ਸਿਰ ਹਿਲਾਇਆ। ਮੈਂ ਫਿਰ ਕਿਹਾ, ਇੱਕ ਇਨਸਾਨ ਇਹ ਸੋਚ ਕੇ ਕੁਝ ਪੌਦੇ ਲਗਾਉਂਦਾ ਹੈ ਕਿ ਕੱਲ ਨੂੰ ਇਹ ਵੱਡੇ ਦਰਖਤ ਬਣ ਕੇ ਉਹਨੂੰ ਛਾਂ ਪ੍ਰਦਾਨ ਕਰਨਗੇ। ਜੇ ਇਹਨਾਂ ਵਿੱਚੋਂ ਇੱਕ ਵੀ ਪੌਦਾ ਵਿਸ਼ਾਲ ਤੇ ਛਾਂਦਾਰ ਦਰਖਤ ਬਣ ਜਾਏ ਤਾਂ ਉਸ ਇਨਸਾਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਹੈ। ਤੁਸੀਂ 3 ਪੌਦੇ ਲਗਾਏ, ਪਰ ਇਹਨਾਂ 'ਚੋਂ ਇੱਕ ਤਾਂ ਤੁਹਾਨੂੰ ਛਾਂ ਪ੍ਰਦਾਨ ਕਰਨ ਦੇ ਕਾਬਿਲ ਬਣਿਆ। ਮੇਰੀ ਭੈਣ ਭਾਵੇਂ ਇੱਕ ਲੜਕੀ ਹੈ, ਪਰ ਉਹਨੇ ਪੜ੍ਹ ਲਿਖ ਕੇ ਤੇ ਲੈਕਚਰਰ ਬਣ ਕੇ ਤੁਹਾਡਾ ਮਾਣ ਆਦਰ ਤੇ ਰੁਤਬਾ ਤਾਂ ਵਧਾਇਆ। ਤੁਸੀਂ ਉਹਨੂੰ ਬੇਟੀ ਕਿਉਂ ਸਮਝਦੇ ਹੋ? ਤੁਸੀਂ ਸਾਨੂੰ ਨਾਲਾਇਕਾਂ ਨੂੰ ਲੜਕੀਆਂ ਤੇ ਉਹਨੂੰ ਲੜਕਾ ਸਮਝ ਲਓ। ਤੁਹਾਡਾ ਇਹ ਲੜਕਾ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਹਾਲਾਤਾਂ ਨਾਲ ਲੜਨ 'ਚ ਤੁਹਾਡੀ ਸਹਾਇਤਾ ਕਰ ਰਿਹਾ ਹੈ। ਕੀ ਇਹ ਗੱਲ ਤੁਹਾਡੇ ਲਈ ਚੜ੍ਹਦੀ ਕਲਾ 'ਚ ਰਹਿਣ ਲਈ ਕਾਫੀ ਨਹੀਂ? ਇਸ ਦੁਨੀਆ 'ਚ ਕਈ ਲੋਕ ਅਜਿਹੀ ਹਾਲਤ ਵਿੱਚ ਜਿਉਂਦੇ ਹਨ ਕਿ ਉਹਨਾਂ ਨੂੰ ਇੱਕ ਵਕਤ ਦਾ ਖਾਣਾ ਵੀ ਬੜੀ ਮੁਸ਼ਕਲ ਨਾਲ ਨਸੀਬ ਹੁੰਦਾ ਹੈ। ਆਪਾਂ ਸਾਰੇ ਤਾਂ ਫਿਰ ਵੀ ਪੇਟ ਭਰ ਕੇ ਖਾਂਦੇ ਆ। ਜੇ ਅਸਲੀਅਤ 'ਚ ਵੇਖਿਆ ਜਾਏ ਤਾਂ ਇਸ ਸੰਸਾਰ 'ਚ ਸਾਰੇ ਹੀ ਪ੍ਰਾਣੀਆਂ ਨੂੰ ਕੋਈ ਨਾ ਕੋਈ ਦੁੱਖ ਹੈ। ਤੁਹਾਨੂੰ ਆਪਣਾ ਦੁੱਖ ਦੂਜਿਆਂ ਨਾਲੋਂ ਵੱਡਾ ਨਹੀਂ, ਸਗੋਂ ਛੋਟਾ ਲੱਗਣਾ ਚਾਹੀਦਾ ਹੈ। ਇਸ ਲਈ ਤੁਹਾਨੂੰ ਸਦਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਪਿਤਾ ਜੀ ਦੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਉਹਨਾਂ ਨੂੰ ਮੇਰੀ ਗੱਲ 'ਚ ਕਾਫੀ ਵਜ਼ਨ ਜਾਪਿਆ ਸੀ। ਉਸ ਛੁੱਟੀ ਦੌਰਾਨ ਜਦੋਂ ਮੈਂ ਯੂਨੀਵਰਸਿਟੀ ਵਿਖੇ ਆਪਣੇ ਵਿਭਾਗ ਗਿਆ ਸਾਂ ਤਾਂ ਪੰਨੂ ਸਰ ਨੇ ਮੈਨੂੰ ਕਿਹਾ ਸੀ ਕਿ ਮੈਂ ਜਲਦੀ ਤੋਂ ਜਲਦੀ UGC ਨੈਟ ਦਾ ਟੈਸਟ ਪਾਸ ਕਰਾਂ ਤਾਂ ਕਿ ਲੈਕਚਰਰਸ਼ਿਪ ਦੇ ਕਾਬਿਲ ਬਣ ਸਕਾਂ। ਉਦੋਂ ਤੋਂ ਮੈਂ ਇਸ ਟੈਸਟ ਲਈ ਬੜੀ ਲਗਨ ਨਾਲ ਤਿਆਰੀ ਆਰੰਭ ਕਰ ਦਿੱਤੀ ਸੀ। ਜਦੋਂ ਮੈਂ ਆਪਣਾ ਸਿਲਾਬਸਿਸ ਜਮ੍ਹਾਂ ਕਰਾ ਕੇ ਰਜਿਸਟ੍ਰੇਸ਼ਨ ਹਿੱਤ ਰਿਸਰਚ ਪੇਪਰ ਪੜ੍ਹ ਰਿਹਾ ਸਾਂ ਤਾਂ ਰੂਹੀ ਮੈਡਮ ਨੇ ਰਿਸਰਚ ਪੇਪਰ ਦੀ ਬਹੁਤ ਤਾਰੀਫ ਕੀਤੀ ਸੀ। ਉਹਨਾਂ ਨੇ ਮੈਨੂੰ ਇਸ ਰਿਸਰਚ ਪ੍ਰੋਜੈਕਟ ਦਾ ਪ੍ਰਪੋਜ਼ਲ ਤਿਆਰ ਕਰਕੇ UGC
ICSSR ਤੇ ICPR ਨੂੰ ਭੇਜਣ ਦੀ ਸਲਾਹ ਦਿੱਤੀ ਤੇ ਦੋਸਤੋ ਰੋਹੀ ਮੈਡਮ ਮੇਰੇ ਲਈ ਇੱਕ ਅਧਿਆਪਕ ਤੋਂ ਵੱਧ ਕੇ ਸੀ। ਉਹਨਾਂ ਦੀ ਸ਼ਕਲ ਮੇਰੇ ਮਾਤਾ ਜੀ ਨਾਲ ਕਾਫੀ ਮਿਲਦੀ ਜੁਲਦੀ ਹੈ। ਉਹ ਮੈਨੂੰ ਆਪਣੇ ਸਕੇ ਪੁੱਤਰ ਵਾਂਗੂ ਪਿਆਰ ਕਰਦੇ ਹਨ ਤੇ ਉਹਨਾਂ ਨੂੰ ਮੇਰੇ ਉੱਪਰ ਬਹੁਤ ਮਾਣ ਹੈ। ਉਹ ਜਦੋਂ ਕਦੀ ਵੀ ਮੈਨੂੰ ਤੇ ਮੇਰੀ ਪ੍ਰੇਮਿਕਾ ਨੂੰ ਇਕੱਠਿਆਂ ਮਿਲ ਜਾਂਦੇ ਸਨ ਤਾਂ ਇਹ ਗੱਲ ਜ਼ਰੂਰ ਕਹਿੰਦੇ ਸਨ, ਬੇਟਾ ਤੁਸੀਂ ਦੋਨੋਂ ਬਹੁਤ ਕਿਸਮਤ ਵਾਲੇ ਹੋ ਜੋ ਤੁਹਾਨੂੰ ਇੱਕ ਦੂਜੇ ਦਾ ਸਾਥ ਮਿਲਿਆ। ਇਹ ਲੜਕੀ ਬੜੀ ਦਲੇਰ ਤੇ ਹਿੰਮਤ ਵਾਲੀ ਹੈ ਜੋ ਅਜਿਹੇ ਹਾਲਾਤ ਵਿੱਚ ਵੀ ਤੇਰਾ ਸਾਥ ਦੇ ਰਹੀ ਹੈ। ਮੈਡਮ ਰੋਹੀ ਦੇ ਸੁਝਾਅ ਤੇ ਮੈਂ UGC, ICSSR ਤੇ ICPR ਨੂੰ ਫੈਲੋਸ਼ਿਪ ਲਈ ਪ੍ਰਪੋਜ਼ਲ ਬਣਾ ਕੇ ਭੇਜ ਦਿੱਤੇ ਸਨ। ਇੱਕ ਵਾਰ ਮੈਨੂੰ ਮੈਡਮ ਸਿन्हा ने किया, बेटा देखना तुम्हें एक ना एक दिन रिसर्च फैलोशिप जरूर मिलेगी, लेकिन मिलेगी अचानक। दोस्तों उस समय मैनू ये बिल्कुल भी नहीं सी पता कि रिसर्च फैलोशिप मिलना एक रिसर्च स्कॉलर बहुत वड्डा माण हुंदा है। हुण मैं पूरे जोर शोर नाल UGC नैट दा टेस्ट पास करन दी तैयारी च लगा होया सी। लगभग 3 महीने मैं हर रोज़ 10 घंटे सिलेबस के नोट्स तैयार करन च बिताए ते लगभग 18 घंटे पढ़न च बिताउंदा ते खाना बहुत घट खांदा सी कि किधरे नींद ही ना आउण लग पए। सारे दिन च मैं सिर्फ 4 घंटे ही सौंदा सा ते बहुत ही थोड़ा समा खाण ते नहाउण धोण च बिताउंदा सा। इस समय दौरान बैरक अंदर रह रहे हरेक साथी ने मैनू बहुत सहयोग दिता। लगभग 3 महीने तो उन्होंने टैलीविज़न भी नहीं चलाया। ਜਦੋਂ ਵੀ ਕੋਈ ਚਾਹ ਬਣਾਉਂਦਾ ਸੀ ਤਾਂ ਮੈਨੂੰ ਇੱਕ ਕੱਪ ਜ਼ਰੂਰ ਦੇ ਜਾਂਦਾ। ਇਸ ਟੈਸਟ ਨੂੰ ਪਾਸ ਕਰਨਾ ਮੇਰੇ ਲਈ ਇੱਕ ਜਨੂਨ ਬਣ ਗਿਆ ਸੀ। ਲੱਕੀ ਵੀਰ ਜੀ ਨੇ ਮੇਰੇ ਲਈ ਚੰਡੀਗੜ੍ਹ ਤੋਂ ਕਈ ਕਿਤਾਬਾਂ ਖਰੀਦ ਕੇ ਪਾਰਸਲ ਕਰਾ ਦਿੱਤੀਆਂ ਤੇ ਮੇਰੇ ਲਈ ਕਾਫੀ ਲਾਭਦਾਇਕ ਸਿੱਧ ਹੋਈਆਂ। ਮੇਰਾ ਦੋਸਤ ਅਮਰਵੀਰ ਭੁੱਲਰ ਉਨੀ ਦਿਨ ਯੂਨੀਵਰਸਿਟੀ ਵਿਖੇ LLM ਕਰ ਰਿਹਾ ਸੀ। ਉਹ ਮੇਰੇ ਲਈ ਇੰਟਰਨੈਟ ਤੋਂ ਕਾਫੀ ਮਟੀਰੀਅਲ ਡਾਊਨਲੋਡ ਕਰਕੇ ਭੇਜ ਦਿਆ ਕਰਦਾ ਸੀ। ਜਿਉਂ-ਜਿਉਂ ਮੇਰੀ ਮਿਹਨਤ ਵੱਧ ਰਹੀ ਸੀ ਤਿਉਂ-ਤਿਉਂ ਮੇਰੇ ਸ਼ੁਭ ਚਿੰਤਕਾਂ ਦਾ ਸਹਿਯੋਗ ਵੱਧ ਰਿਹਾ ਸੀ। ਜਿੰਨੀ ਮਿਹਨਤ ਮੈਂ ਇਸ ਟੈਸਟ ਲਈ ਕਰ ਰਿਹਾ ਸਾਂ ਉਨੀ ਮੈਂ ਕਦੀ ਵੀ ਕਿਸੇ ਕੰਮ ਲਈ ਨਹੀਂ ਸੀ ਕੀਤੀ। ਦੋਸਤੋ ਇੱਕ ਗੱਲ ਜੋ ਮੈਂ ਇਸ ਸਮੇਂ ਦੌਰਾਨ ਮਹਿਸੂਸ ਕੀਤੀ ਉਹ ਇਹ ਸੀ ਕਿ ਕਿਸੇ ਵੱਡੇ ਉਦੇਸ਼ ਦੀ ਪ੍ਰਾਪਤੀ ਹਿੱਤ ਮਿਹਨਤ ਕਰਨ ਸਮੇਂ ਜੋ ਸੁੱਖ ਮਿਲਦਾ ਉਹ ਸ਼ਾਇਦ ਉਦੇਸ਼ ਦੇ ਪ੍ਰਾਪਤ ਹੋ ਜਾਣ ਤੇ ਵੀ ਨਹੀਂ ਮਿਲਦਾ। ਹੁਣ ਮੈਨੂੰ ਇਸ ਮਿਹਨਤ 'ਚ ਬਹੁਤ ਸਵਾਦ ਆਉਣ ਲੱਗ ਪਿਆ ਸੀ। ਮੇਰੇ ਲਈ ਦਿਨ ਤੇ ਰਾਤ ਦਾ ਫਰਕ ਮਿਟ ਗਿਆ ਸੀ। ਕਈ ਵਾਰੀ ਲਾਡੀ ਭਾਜੀ ਮੈਨੂੰ ਮਖੌਲ ਨਾਲ ਕਹਿ ਦਿੰਦੇ, ਪੰਡਤਾ ਇੰਨਾ ਨਾ ਪੜਿਆ ਕਰ, ਦਿਮਾਗ ਫਟ ਜਾਊਗਾ ਤੇਰਾ। ਭਾਜੀ ਵੀ ਉਹਨਾਂ ਦਿਨਾਂ ਦੌਰਾਨ ਐਕਸਪੋਰਟ ਮੈਨੇਜਮੈਂਟ ਦਾ ਡਿਪਲੋਮਾ ਕਰ ਰਹੇ ਸਨ, ਸੋ ਮੇਰੀ ਮਿਹਨਤ ਵੇਖ ਕੇ ਉਹਨਾਂ ਅੰਦਰ ਵੀ ਜੰਮ ਕੇ ਪੜ੍ਹਾਈ ਕਰਨ ਲਈ ਖਲਬਲੀ ਮਚ ਜਾਂਦੀ ਸੀ। ਮੇਰੀ ਮਿਹਨਤ ਉਹਨਾਂ ਉੱਪਰ ਵੀ ਆਪਣਾ ਰੰਗ ਚੜਾ ਰਹੀ ਸੀ। ਉਹਨਾਂ ਨੇ ਵੀ ਦਿਨ 'ਚ 10 ਘੰਟੇ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਨਤੀਜੇ ਵਜੋਂ ਉਹਨਾਂ ਦੇ 62% ਅੰਕ ਆਏ। ਦੋਸਤੋ ਕਿਸੇ ਵਿਦਵਾਨ ਨੇ ਬਿਲਕੁਲ ਸਹੀ ਆਖਿਆ ਹੈ ਕਿ ਜਦੋਂ ਅਸੀਂ ਜੋ ਹਾਂ ਉਸ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਆਲੇ ਦੁਆਲੇ ਦੀ ਹਰੇਕ ਸ਼ੈ ਖੁਦ ਬ ਖੁਦ ਬਿਹਤਰ ਹੋ ਜਾਂਦੀ ਹੈ। ਸੁਬਡੈਂਟ ਸਾਹਿਬ ਨਾਲ ਮੇਰੇ ਸੰਬੰਧ ਬਹੁਤ ਚੰਗੇ ਸਨ ਤੇ ਉਹ ਮੈਨੂੰ ਹਮੇਸ਼ਾ ਪੜ੍ਹਨ ਲਿਖਣ ਵਾਲਾ ਬੱਚਾ ਕਹਿ ਕੇ ਹੀ ਬੁਲਾਉਂਦੇ ਸਨ। ਸ਼ੁਰੂ ਤੋਂ ਹੀ ਉਹਨਾਂ ਦੀ ਮੇਰੇ ਉੱਪਰ ਬਹੁਤ ਕਿਰਪਾ ਰਹੀ ਸੀ। ਇਸ ਵਾਰ ਜਦੋਂ ਇੰਸਪੈਕਸ਼ਨ ਪਰੇਡ ਲਈ ਜੇਲ੍ਹ ਅੰਦਰ ਆਏ ਤਾਂ ਮੈਂ ਉਹਨਾਂ ਨੂੰ ਟੈਸਟ ਲਈ ਚੰਡੀਗੜ੍ਹ ਭੇਜਣ ਹਿੱਤ ਗਾਰਦ ਦਾ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ। ਉਹਨਾਂ ਨੇ ਬੜੀ ਖੁਸ਼ੀ ਨਾਲ ਮੇਰੀ ਅਰਜ਼ੀ ਫੜੀ ਤੇ ਕਿਹਾ, ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਇੱਕ ਬੰਦੀ ਲੈਕਚਰਾਰ ਬਣਨਾ ਚਾਹੁੰਦਾ ਹੈ, ਤਾਂ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਦੇ ਅਜਿਹੇ ਵਿਚਾਰ ਸੁਣ ਕੇ ਮੇਰੇ ਦਿਲ 'ਚ ਉਹਨਾਂ ਲਈ ਦੁੱਗਣੀ ਇੱਜ਼ਤ ਪੈਦਾ ਹੋ ਗਈ। ਹੁਣ ਮੈਂ ਦੁੱਗਣੇ ਜੋਸ਼ ਨਾਲ ਪੜ੍ਹਨ ਲੱਗ ਪਿਆ ਸਾਂ। ਹਰ 2 ਘੰਟੇ ਬਾਅਦ ਬਿਨਾਂ ਦੁੱਧ ਦੀ ਚਾਹ ਬਲੈਕ ਟੀ ਪੀ ਲੈਂਦਾ ਤੇ ਫਿਰ ਪੜ੍ਹਨ ਜੁਟ ਜਾਂਦਾ। ਸਿਲੇਬਸ ਨੂੰ ਵਾਰੀ-ਵਾਰੀ ਪੜ੍ਹਨ ਕਾਰਨ ਮੇਰੀ ਜਾਣਕਾਰੀ ਦਿਨੋਂ ਦਿਨ ਵੱਧ ਰਹੀ ਸੀ। ਮੈਂ ਟੈਸਟ ਲਈ ਬੁੱਧਿਜ਼ਮ, ਜੈਨਿਜ਼ਮ ਤੇ ਗਾਂਧੀਅਨ ਸਟੱਡੀਜ਼ ਵਿੱਚ ਵਿਸ਼ੇ ਚੁਣੇ ਸਨ। ਮਹਾਤਮਾ ਬੁੱਧ, ਮਹਾਵੀਰ ਜੈਨ ਤੇ ਗਾਂਧੀ ਜੀ ਜਿਹੇ ਮਹਾਂਪੁਰਖਾਂ ਦੇ ਜੀਵਨ ਤੇ ਦਾਰਸ਼ਨਿਕ ਸਿਧਾਂਤ ਪੜ੍ਹ ਕੇ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ। ਮੈਂ ਗਾਂਧੀ ਜੀ ਦੀ ਸ਼ਖਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਉਹਨਾਂ ਨੇ ਨਾ ਸਿਰਫ ਸ਼ਬਦਾਂ ਦੁਆਰਾ ਅਹਿੰਸਾ ਦਾ ਪ੍ਰਚਾਰ ਕੀਤਾ ਬਲਕਿ ਸਾਰੀ ਜ਼ਿੰਦਗੀ ਇਸ ਸਿਧਾਂਤ ਉੱਪਰ ਚੱਲਦਿਆਂ ਆਪਣੀ ਕਾਰਜ ਪ੍ਰਣਾਲੀ ਰਾਹੀਂ ਚਿਤਰਿਤ ਵੀ ਕੀਤਾ। ਉਹਨਾਂ ਦੀ ਅਹਿੰਸਾ ਕੇਵਲ ਲਿਖਤ ਸਿਧਾਂਤ ਨਹੀਂ ਸੀ ਬਲਕਿ ਉਹਨਾਂ ਦਾ ਅਚੂਕ ਹਥਿਆਰ ਸੀ। ਉਹਨਾਂ ਦਾ ਸੱਚ ਦੀ ਪਾਲਣਾ ਦਾ ਸਿਧਾਂਤ ਵੀ ਇੱਕ ਮਹਾਨ ਆਦਰਸ਼ ਸੀ। ਇਹਨਾਂ ਦੋਹਾਂ ਸਿਧਾਂਤਾਂ ਦਾ ਮੇਰੇ ਉੱਪਰ ਇੰਨਾ ਗਹਿਰਾ ਪ੍ਰਭਾਵ ਪਿਆ ਕਿ ਮੈਂ ਮਨ 'ਚ ਇਹ ਸੰਕਲਪ ਕੀਤਾ ਕਿ ਜ਼ਿੰਦਗੀ 'ਚ ਕਦੀ ਵੀ ਹਿੰਸਾ ਦਾ ਪ੍ਰਯੋਗ ਨਹੀਂ ਕਰਾਂਗਾ ਤੇ ਸੱਚ ਉੱਪਰ ਹਮੇਸ਼ਾ ਅਟਲ ਰਹਾਂਗਾ। ਦੋਸਤੋ ਮੈਂ ਨਿਰਣਾ ਵੀ ਕੀਤਾ ਕਿ ਹੋ ਸਕਦਾ ਹੈ ਮੈਂ ਪੂਰਨ ਸੱਚ ਤੇ ਪੂਰਨ ਅਹਿੰਸਾ ਦਾ ਪਾਲਣ ਨਾ ਵੀ ਕਰ ਸਕਾਂ, ਪਰ ਮੈਂ ਇਹਦੇ ਲਈ ਪੂਰੀ ਕੋਸ਼ਿਸ਼ ਜ਼ਰੂਰ ਕਰਾਂਗਾ। ਅੱਜ ਤੱਕ ਮੇਰੀ ਇਹ ਕੋਸ਼ਿਸ਼ ਬਰਕਰਾਰ ਹੈ। 26 ਦਸੰਬਰ 2004 ਨੂੰ ਮੈਂ ਟੈਸਟ ਦੇਣ ਲਈ ਗਾਰਦ ਨਾਲ ਚੰਡੀਗੜ੍ਹ ਰਵਾਨਾ ਹੋ ਗਿਆ।
ਮੇਰਾ ਪ੍ਰੀਖਿਆ ਕੇਂਦਰ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ ਸੀ। ਲਗਭਗ ਸਵੇਰੇ 9 ਵਜੇ ਅਸੀਂ ਪ੍ਰੀਖਿਆ ਕੇਂਦਰ ਪਹੁੰਚ ਗਏ। ਸਰਦੀ ਬਹੁਤ ਜ਼ਿਆਦਾ ਸੀ ਤੇ ਠੰਡ ਕਾਰਨ ਸਭ ਦੇ ਹੱਥ ਸੁੰਨ ਹੋ ਰਹੇ ਸਨ। ਸਹੀ 9:30 ਵਜੇ ਪੇਪਰ ਸ਼ੁਰੂ ਹੋ ਗਿਆ। ਮੇਰੇ ਨਾਲ ਗਈ ਸੁਰੱਖਿਆ ਗਾਰਡ ਵਿੱਚ ਇੱਕ ਹੌਲਦਾਰ ਤੇ ਇੱਕ ਮੁਲਾਜ਼ਮ ਸੀ। ਇਹ ਦੋਵੇਂ ਜਣੇ ਪ੍ਰੀਖਿਆ ਕੇਂਦਰ ਦੇ ਬਾਹਰ ਹੀ ਕੁਰਸੀਆਂ ਤੇ ਬੈਠ ਗਏ ਤੇ ਮੈਂ ਅੰਦਰ ਪੇਪਰ ਦਿੰਦਾ ਰਿਹਾ। ਪੇਪਰ 12 ਵਜੇ ਤੱਕ ਚੱਲਣਾ ਸੀ। ਲਗਭਗ 11 ਵਜੇ ਮੈਂ ਪ੍ਰੀਖਿਅਕ ਤੋਂ ਬਾਥਰੂਮ ਜਾਣ ਦੀ ਆਗਿਆ ਮੰਗੀ ਤੇ ਉਹਨੇ ਹਾਂ ਸਿਰ ਹਿਲਾ ਦਿੱਤਾ। ਜਦੋਂ ਮੈਂ ਕਾਹਲੀ ਨਾਲ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਸੁਰੱਖਿਆ ਗਾਰਡ ਆਪਣੇ ਵਾਲੇ ਸਥਾਨ ਤੇ ਨਹੀਂ ਸੀ। ਮੈਂ ਬਹੁਤ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਸੀ, ਸੋ ਮੈਂ ਕਾਹਲੀ ਬਾਥਰੂਮ ਵੱਲ ਗਿਆ, ਜੋ ਕਿ ਉੱਪਰਲੀ ਮੰਜ਼ਿਲ ਤੇ ਸੀ। ਥੋੜੀ ਦੇਰ ਬਾਅਦ ਜਦੋਂ ਮੈਂ ਬਾਥਰੂਮ ਤੋਂ ਵਾਪਸ ਆਇਆ ਤਾਂ ਗਾਰਡ ਵਾਲੇ ਮੁਲਾਜ਼ਮ ਕਮਰੇ ਦੇ ਬਾਹਰ ਨਿਸ਼ਚਿੰਤ ਖੜੇ ਚਾਹ ਪੀ ਰਹੇ ਸਨ। ਸਹੀ 12 ਵਜੇ ਪਹਿਲਾ ਪੇਪਰ ਖਤਮ ਹੋ ਗਿਆ ਤੇ ਅਸੀਂ ਕੁਝ ਖਾਣ ਪੀਣ ਲਈ ਕੈਂਟੀਨ ਵੱਲ ਚਲੇ ਗਏ। ਉੱਥੇ ਮੈਂ ਗਾਰਡ ਵਾਲਿਆਂ ਨੂੰ ਪੁੱਛਿਆ ਕਿ ਜਦੋਂ ਮੈਂ ਬਾਥਰੂਮ ਗਿਆ ਸੀ ਤਾਂ ਤੁਸੀਂ ਕਮਰੇ ਦੇ ਬਾਹਰ ਨਹੀਂ ਸੀ, ਜੇ ਮੈਂ ਭੱਜ ਜਾਂਦਾ? ਹੌਲਦਾਰ, ਜਿਹਦਾ ਨਾਂ ਰੱਤੀ ਰਾਮ ਸੀ, ਬੋਲਿਆ, ਮੇਰੀ 30 ਸਾਲ ਦੀ ਨੌਕਰੀ ਦਾ ਤਜਰਬਾ ਇਹ ਦੱਸਦਾ ਕਿ ਤੂੰ ਭੱਜਣ ਵਾਲਾ ਆਦਮੀ ਨਹੀਂ। ਪਰਮਾਤਮਾ ਨੇ ਅੰਦਰ ਬੈਠਿਆਂ ਹੀ ਤੇਰੇ ਉੱਪਰ ਇੰਨੀ ਕਿਰਪਾ ਕੀਤੀ ਹੋਈ ਹੈ, ਤੈਨੂੰ ਭੱਜਣ ਦੀ ਕੀ ਲੋੜ ਹੈ। 1:30 ਵਜੇ ਤੋਂ ਲੈ ਕੇ 4 ਵਜੇ ਤੱਕ ਮੇਰਾ ਦੂਜਾ ਪੇਪਰ ਚੱਲਿਆ ਤੇ ਅਸੀਂ 4:30 ਵਜੇ ਪਟਿਆਲੇ ਲਈ ਰਵਾਨਾ ਹੋ ਗਏ। ਰਸਤੇ 'ਚ ਮੈਨੂੰ ਪਤਾ ਲੱਗਾ ਕਿ ਭਾਰਤ ਦੇ ਤੱਟਵਰਤੀ ਖੇਤਰਾਂ ਦੇ ਨਾਲ ਲੱਗਦੇ ਕਈ ਦੇਸ਼ਾਂ ਵਿੱਚ ਸੁਨਾਮੀ ਨੇ ਬਹੁਤ ਕਹਿਰ ਢਾਹ ਦਿੱਤਾ ਸੀ। ਸੁਣ ਕੇ ਕਾਫੀ ਦੁੱਖ ਹੋਇਆ। ਉਹ ਦਿਨ ਮੈਂ ਕਦੀ ਵੀ ਨਹੀਂ ਭੁੱਲ ਸਕਿਆ। ਕੁਝ ਦਿਨਾਂ ਬਾਅਦ ਮੈਂ ਤੇ ਅਜੇਪਾਲ ਭਾਜੀ ਨੇ ਸਾਰੇ ਬੰਦੀਆਂ ਤੋਂ ਪੈਸੇ ਇਕੱਠੇ ਕਰਕੇ ਰੈੱਡ ਕਰਾਸ ਨੂੰ 14,000 ਰੁਪਏ ਰਿਲੀਫ ਫੰਡ ਵੱਲੋਂ ਭੇਜੇ। ਮੈਂ ਤੇ ਅਜੇਪਾਲ ਭਾਜੀ ਨੇ ਇਸ ਫੰਡ ਲਈ 500 ਰੁਪਏ ਯੋਗਦਾਨ ਪਾਇਆ। ਮੇਰਾ ਟੈਸਟ ਕਾਫੀ ਵਧੀਆ ਹੋਇਆ ਸੀ ਤੇ ਮੈਨੂੰ ਪਾਸ ਹੋਣ ਦੀ ਪੂਰੀ ਉਮੀਦ ਸੀ। ਆਖਰ ਮੈਂ ਇੰਨੀ ਮਿਹਨਤ ਜੋ ਕੀਤੀ ਸੀ। ਆਮ ਤੌਰ ਤੇ ਰਿਜ਼ਲਟ ਪੇਪਰ ਤੋਂ 4 ਮਹੀਨੇ ਬਾਅਦ ਹੀ ਆਉਂਦਾ ਸੀ, ਪਰ ਇਸ ਵਾਰੀ ਕਾਫੀ ਲੇਟ ਹੋ ਗਿਆ ਸੀ। ਜਿਵੇਂ ਕਿਵੇਂ ਮੈਂ 4 ਮਹੀਨੇ ਦਾ ਕੱਢ ਲਏ, ਪਰ ਹੁਣ ਇੱਕ ਦਿਨ ਮੈਨੂੰ 1 ਸਾਲ ਜਿੱਡਾ ਲੰਮਾ ਜਾਪ ਰਿਹਾ ਸੀ। ਮੈਂ ਬਹੁਤ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸਾਂ। ਨਤੀਜਾ ਲਗਭਗ 6 ਮਹੀਨੇ ਪੂਰੇ ਹੋਣ ਤੇ ਹੀ ਐਲਾਨਿਆ ਗਿਆ, ਪਰ ਨਤੀਜਾ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੇਰਾ ਟੈਸਟ ਪਾਸ ਨਹੀਂ ਸੀ ਹੋਇਆ। ਇਹ ਮੈਨੂੰ ਮੇਰੀ ਜ਼ਿੰਦਗੀ 'ਚ ਲੱਗਣ ਵਾਲਾ ਸਭ ਤੋਂ ਵੱਡਾ ਧੱਕਾ ਸੀ। ਮੈਂ ਅੱਜ ਤੱਕ ਪੜ੍ਹਾਈ ਦੇ ਮਾਮਲੇ 'ਚ ਹਮੇਸ਼ਾ ਅੱਵਲ ਰਿਹਾ ਸੀ, ਪਰ ਇਹ ਮੇਰੇ ਨਾਲ ਕਿਹੋ ਜਿਹੀ ਅਣਹੋਣੀ ਹੋਈ ਸੀ। ਪੂਰੇ 5 ਦਿਨ ਤਾਂ ਮੈਂ ਬੋਲ ਵੀ ਨਹੀਂ ਸਕਿਆ। ਮੇਰਾ ਮਨ ਇੰਨਾ ਦੁਖੀ ਸੀ ਕਿ ਇੱਕ ਵਾਰ ਤਾਂ ਜੀ ਕੀਤਾ ਕਿ ਮੈਂ ਆਤਮ ਹੱਤਿਆ ਕਰ ਲਵਾਂ। ਇੱਕ ਦਿਨ ਤਾਂ ਮੈਂ ਬਾਥਰੂਮ 'ਚ ਵੜ ਕੇ ਬਹੁਤ ਰੋਇਆ। ਮੈਂ ਸੋਚਿਆ ਕਿ ਜ਼ਿੰਦਗੀ 'ਚ ਜਿਸ ਕੰਮ ਲਈ ਮੈਂ ਸਭ ਤੋਂ ਵੱਧ ਮਿਹਨਤ ਕੀਤੀ, ਉਸੇ 'ਚ ਅਸਫਲ ਹੋ ਗਿਆ। ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ। ਮੈਂ ਸਾਰਾ ਦਿਨ ਉਦਾਸ ਘੁੰਮਦਾ ਰਹਿੰਦਾ ਸਾਂ ਤੇ ਇੱਕੋ ਗੱਲ ਸੋਚਦਾ ਰਹਿੰਦਾ ਸਾਂ ਕਿ ਮੇਰੇ ਨਾਲ ਅਜਿਹਾ ਕਿਉਂ ਵਾਪਰਿਆ। ਕਹਿੰਦੇ ਹਨ ਕਿ ਕਿਸੇ ਵੀ ਕੰਮ 'ਚ ਸਫਲਤਾ ਪ੍ਰਾਪਤ ਕਰਨ ਲਈ 100% ਮਿਹਨਤ ਤੇ 20% ਕਿਸਮਤ ਦੀ ਲੋੜ ਹੁੰਦੀ ਹੈ। ਮੈਂ ਤਾਂ 100% ਮਿਹਨਤ ਕੀਤੀ ਸੀ ਤੇ ਪਰ ਕੀ ਪਰਮਾਤਮਾ ਮੈਨੂੰ 20% ਕਿਸਮਤ ਵੀ ਨਹੀਂ ਸੀ ਬਖਸ਼ ਸਕਿਆ। ਉਸ ਦਿਨ ਤੋਂ ਮੈਂ ਫੈਸਲਾ ਕੀਤਾ ਕਿ ਕਦੇ ਵੀ ਰੱਬ ਨੂੰ ਯਾਦ ਨਹੀਂ ਕਰਾਂਗਾ ਤੇ ਕਦੇ ਵੀ ਉਹਦੀ ਮਦਦ ਨਹੀਂ ਮੰਗਾਂਗਾ। ਮੈਂ ਹਮੇਸ਼ਾ ਤੋਂ ਹੀ ਪਰਮਾਤਮਾ ਨੂੰ ਆਪਣਾ ਦੋਸਤ, ਆਪਣਾ ਹਮਦਰਦ, ਆਪਣਾ ਮਦਦਗਾਰ ਤੇ ਸੁੱਖ ਦੁੱਖ ਦਾ ਸਾਥੀ ਸਮਝਦਾ ਆਇਆ ਸੀ, ਪਰ ਇਸ ਵਾਰ ਉਹਨੇ ਮੇਰੇ ਨਾਲ ਜੋ ਧੋਖਾ ਕੀਤਾ ਸੀ ਉਹ ਬਖਸ਼ੇ ਜਾਣ ਦੇ ਕਾਬਿਲ ਨਹੀਂ ਸੀ। ਸੋ ਉਸ ਨਾਲ ਮੇਰਾ ਰੋਸ ਦਿਨ ਬ ਦਿਨ ਵੱਧਦਾ ਹੀ ਚਲਾ ਗਿਆ। ਆਉਣ ਵਾਲੇ ਪੂਰੇ ਸਾਲ ਦੌਰਾਨ ਜਦੋਂ ਕਦੇ ਵੀ ਉਹ ਭੁੱਲ ਭੁਲੇਖੇ ਯਾਦ ਆਉਂਦਾ ਤਾਂ ਮੈਨੂੰ 5-4 ਗਾਲਾਂ ਜ਼ਰੂਰ ਕੱਢ ਦਿੰਦਾ। ਹੁਣ ਮੈਨੂੰ ਰੱਬ ਨਾਲ ਰੁੱਸਿਆਂ ਪੂਰਾ ਸਾਲ ਹੋ ਚੁੱਕਾ ਸੀ। ਲਾਡੀ ਭਾਜੀ ਹੋਰੀ ਓਪਨ ਜੇਲ੍ਹ ਨਾਭਾ ਵਿਖੇ ਚਲੇ ਗਏ ਸਨ। ਇਸ ਸਾਲ ਦੌਰਾਨ ਮੈਂ ਆਪਣਾ ਸਾਰਾ ਧਿਆਨ ਆਪਣੀ ਰਿਸਰਚ ਤੇ ਵਿਦਿਆਰਥੀਆਂ ਉੱਪਰ ਲਗਾਇਆ। ਮੈਂ ਲਗਭਗ 50 ਬੰਦੀਆਂ ਉੱਪਰ ਕੇਸ ਸਟੱਡੀਜ਼ ਲਿਖ ਚੁੱਕਾ ਸਾਂ ਤੇ ਮੈਂ ਆਪਣੇ ਥੀਸਿਸ ਦੇ 2 ਅਧਿਆਏ ਵੀ ਲਿਖ ਦਿੱਤੇ ਸਨ। ICSSR ਵੱਲੋਂ ਮੇਰੇ ਰਿਸਰਚ ਪ੍ਰਪੋਜ਼ਲ ਦਾ ਜਵਾਬ ਆ ਚੁੱਕਾ ਸੀ। ਉਹਨਾਂ ਨੂੰ ਮੇਰਾ ਇਹ ਰਿਸਰਚ ਪ੍ਰੋਜੈਕਟ ਬਹੁਤ ਚੰਗਾ ਲੱਗਾ ਸੀ, ਪਰ ਉਹਨਾਂ ਨੇ ਪ੍ਰਪੋਜ਼ਲ ਉਸ ਸਮੇਂ ਭੇਜਣ ਦਾ ਸੁਝਾਅ ਦਿੱਤਾ ਸੀ ਜਦੋਂ ਇਸ ਦੇ ਇਸ਼ਤਿਹਾਰ ਅਖਬਾਰਾਂ 'ਚ ਛਪਦੇ ਹਨ। ਉਹਨਾਂ ਨੇ ਇਸ ਜਵਾਬ 'ਚ ਮੈਨੂੰ ਇਹ ਭਰੋਸਾ ਵੀ ਦਿਵਾਇਆ ਸੀ ਕਿ ਮੈਨੂੰ ਫੈਲੋਸ਼ਿਪ ਦੇ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਏਗੀ। ਇਹ ਮੇਰੀ ਜ਼ਿੰਦਗੀ ਦੀ ਕਾਫੀ ਵੱਡੀ ਜਿੱਤ ਸੀ ਤੇ ਇਹਨੇ ਮੇਰਾ ਹੌਸਲਾ ਪਹਿਲਾਂ ਨਾਲੋਂ ਦੁੱਗਣਾ ਕਰ ਦਿੱਤਾ ਸੀ। ਹੁਣ ਮੈਂ ਪੂਰੇ ਹੌਸਲੇ ਨਾਲ ਦੁਬਾਰਾ ਆਪਣੇ ਰਿਸਰਚ ਦੇ ਕੰਮ 'ਚ ਜੁਟ ਗਿਆ ਤੇ ਕ੍ਰਾਈਮ ਰਿਕਾਰਡ ਬਿਊਰੋ ਦੇ ਡਾਟੇ ਇਕੱਠੇ ਕਰ ਰਿਹਾ ਸੀ। ਇੱਕ ਦਿਨ ਭਲਾਈ ਦਫ਼ਤਰ ਦਾ ਮੁਨਸ਼ੀ ਭੱਜਿਆ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੁਹਾਡੀ ਕੋਈ ਸਰਕਾਰੀ ਚਿੱਠੀ ਆਈ ਹੈ ਤੇ ਭਲਾਈ ਅਫਸਰ ਨੇ ਤੁਹਾਨੂੰ ਦਫ਼ਤਰ ਵਿਖੇ ਬੁਲਾਇਆ। ਮੈਂ ਜਲਦੀ ਤਿਆਰ ਹੋ ਕੇ ਭਲਾਈ ਦਫ਼ਤਰ ਪਹੁੰਚ ਗਿਆ। ਭਲਾਈ ਅਫਸਰ ਨੇ ਮੈਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇੰਡੀਅਨ ਕਾਉਂਸਲ ਆਫ ਫਿਲਾਸਫੀਕਲ ਰਿਸਰਚ ICPR ਨੇ ਮੇਰਾ ਰਿਸਰਚ ਪ੍ਰੋਜੈਕਟ ਸ਼ਾਰਟਲਿਸਟ ਕਰ ਲਿਆ ਤੇ ਇੰਟਰਵਿਊ ਲਈ ਲਖਨਊ ਬੁਲਾਇਆ।
ਉਹਦੀ ਗੱਲ ਸੁਣ ਕੇ ਮੇਰੀਆਂ ਧੜਕਣਾਂ ਵੱਧ ਗਈਆਂ ਤੇ ਖੁਸ਼ੀ ਦੇ ਮਾਰੇ ਅੱਖਾਂ ਭਰ ਆਈਆਂ। ਮੈਂ ਚਿੱਠੀ ਲੈ ਕੇ ਵਾਪਸ ਬੈਰਕ 'ਚ ਆ ਗਿਆ ਤੇ ਉਹਨੂੰ ਘੱਟੋ ਘੱਟ 5 ਵਾਰ ਪੜ੍ਹਿਆ। ICPR ਨੇ ਮੈਨੂੰ 25 ਤਾਰੀਖ ਨੂੰ ਇੰਟਰਵਿਊ ਲਈ ਬੁਲਾਇਆ ਸੀ ਤੇ ਉਸ ਦਿਨ 20 ਤਾਰੀਖ ਸੀ। ਸ਼ਾਮ ਨੂੰ ਮੈਂ ਸਿੱਧੂ ਸਾਹਿਬ ਨੂੰ ਮਿਲਿਆ ਤੇ ਚਿੱਠੀ ਪੜ੍ਹਾਈ। ਉਹ ਚਿੱਠੀ ਪੜ੍ਹ ਕੇ ਬਹੁਤ ਖੁਸ਼ ਹੋਏ ਤੇ ਭਲਾਈ ਅਫਸਰ ਨੂੰ ਹੁਕਮ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਮੇਰੀ ਗਾਰਡ ਦੀ ਇਜਾਜ਼ਤ ਲਈ ਅਰਜ਼ੀ ਤਿਆਰ ਕਰਕੇ ਹੈੱਡ ਆਫਿਸ ਮੁੱਖ ਦਫ਼ਤਰ ਭੇਜ ਦੇਣ। ਭਲਾਈ ਅਫਸਰ ਨੇ 1 ਘੰਟੇ 'ਚ ਸਾਰੇ ਕਾਗਜ਼ ਤਿਆਰ ਕਰਕੇ ਸਿੱਧੂ ਸਾਹਿਬ ਤੋਂ ਦਸਤਖਤ ਕਰਾ ਲਏ ਤੇ ਅਗਲੇ ਦਿਨ ਸਵੇਰੇ ਹੀ ਹੱਥ ਦਸਤੀ ਮੁੱਖ ਦਫ਼ਤਰ ਲੈ ਗਏ। ਸਿੱਧੂ ਸਾਹਿਬ ਨੇ IG ਸਾਹਿਬ ਨੂੰ ਫੋਨ ਕਰਕੇ ਸਾਰਾ ਮਾਮਲਾ ਦੱਸ ਦਿੱਤਾ ਤੇ ਅਗਲੇ ਦਿਨ ਗਾਰਡ ਦੀ ਇਜਾਜ਼ਤ ਦੇ ਕਾਗਜ਼ ਵਾਪਸ ਪਟਿਆਲੇ ਪੁੱਜ ਗਏ। ਮੈਂ 24 ਤਰੀਕ ਨੂੰ ਗਾਰਡ ਨਾਲ ਲਖਨਊ ਰਵਾਨਾ ਹੋ ਗਿਆ ਤੇ 25 ਤਰੀਕ ਨੂੰ ਅਸੀਂ ਇੰਟਰਵਿਊ ਲਈ ICPR ਦੇ ਦਫ਼ਤਰ ਪਹੁੰਚ ਗਏ। ਇੰਟਰਵਿਊ ਲਈ ਵੱਖ-ਵੱਖ ਰਾਜਾਂ ਤੋਂ ਲਗਭਗ 25 ਰਿਸਰਚ ਸਕਾਲਰ ਪਹੁੰਚੇ ਹੋਏ ਸਨ। ਮੇਰਾ ਲਿਸਟ 'ਚ 16ਵਾਂ ਨੰਬਰ ਸੀ। ਹਰੇਕ ਸਕਾਲਰ ਦੀ ਇੰਟਰਵਿਊ ਲਈ ਲਗਭਗ 10 ਮਿੰਟ ਦਾ ਸਮਾਂ ਲੱਗ ਰਿਹਾ ਸੀ। ਜਿਉਂ-ਜਿਉਂ ਮੇਰੀ ਵਾਰੀ ਨੇੜੇ ਆ ਰਹੀ ਸੀ ਤਿਉਂ-ਤਿਉਂ ਮੇਰਾ ਸੰਗ ਸੁੱਕ ਰਿਹਾ ਸੀ। ਹੁਣ ਤੱਕ ਮੈਂ ਲਗਭਗ 15 ਗਲਾਸ ਪਾਣੀ ਪੀ ਚੁੱਕਾ ਸਾਂ। ਮੇਰੀ ਇਹ ਹਾਲਤ ਵੇਖ ਕੇ ਇੱਕ ਭਲੀ ਮਾਨਸ ਲੜਕੀ ਮੇਰੇ ਕੋਲ ਆਈ ਤੇ ਮੁਸकुरांदियां कहने लगी, आप नर्वस मत हो और अंदर क्या चल रहा है इसके बारे में बिल्कुल मत सोचो। मैं 2-3 लम्बे साह खिंचे ते कुछ देर अखां मीट के अपने मन नूं स्थिर कीता। कुछ कुछ मिंटां बाद मैं बिल्कुल तनाव मुक्त हो गया। चपड़ासी ने मेरे नां दी हाक मारी ते मैं खड़ा हो गया। इन्ने च मेरे कोल एक धोती कुर्ते वाला भद्दर पुरख आए ते कहने लगे, बेटा मैं यहाँ तक तुम्हें पहुंचा सकता था, पहुंचा दिया। अब तुम्हें अंदर जाकर इस बात पर जोर देना है कि तुम्हारी रिसर्च एक फिलोसफिकल रिसर्च है और तुम्हें अपनी रिसर्च के फिलोसफिकल पक्ष पर ही जोर देना है। मैं बड़ी हैरानी नाल उन्हां वल वेखिया। मैनूं बाद च पता लगा कि वो ICPR ਦੇ ਅਕਾਦਮਿਕ ਡਾਇਰੈਕਟਰ ਸ੍ਰੀ ਅਰੁਣ ਮਿਸ਼ਰਾ ਸਨ ਤੇ ਉਹਨਾਂ ਨੇ ਹੀ ਮੇਰਾ ਪ੍ਰਪੋਜ਼ਲ ਚੋਣ ਕਮੇਟੀ ਅੱਗੇ ਪ੍ਰਸਤਾਵਿਤ ਕੀਤਾ ਸੀ। ਮੈਂ ਇੰਟਰਵਿਊ ਹਾਲ ਦੇ ਅੰਦਰ ਦਾਖਲ ਹੋ ਗਿਆ। ਅੰਦਰ ਲਗਭਗ 12 ਵਿਅਕਤੀ ਇੱਕ ਵੱਡੀ ਸਾਰੀ ਮੇਜ਼ ਦੇ ਦੁਆਲੇ ਬੈਠੇ ਸਨ। ਇਹਨਾਂ ਵਿੱਚੋਂ ਲਗਭਗ 4 ਔਰਤਾਂ, ਬਾਕੀ ਸਭ ਮਰਦ ਸਨ। ਸਾਰੇ ਮੈਂਬਰ ਅੱਗੇ ਹੀ ਸਿਨਾਪਸਿਸ ਦੀ ਇੱਕ ਕਾਪੀ ਖੁੱਲੀ ਪਈ ਸੀ। ਮੈਂ ਜਾਂਦਿਆਂ ਹੀ ਸਭ ਲਈ ਆਦਰ ਪ੍ਰਗਟ ਕੀਤਾ ਤੇ ਇਜਾਜ਼ਤ ਲੈ ਕੇ ਖਾਲੀ ਕੁਰਸੀ ਤੇ ਬੈਠ ਗਿਆ। ਜਦੋਂ ਇਸ ਚੋਣ ਕਮੇਟੀ ਦੇ ਇੱਕ ਮੈਂਬਰ ਨੇ ਮੈਨੂੰ ਮੇਰੇ ਕੇਸ ਬਾਰੇ ਪੁੱਛਿਆ ਤਾਂ ਮੈਂ ਦੱਸ ਦਿੱਤਾ। ਇੱਕ ਔਰਤ ਮੈਂਬਰ ਨੇ ਮੈਨੂੰ ਇੱਕ ਸਵਾਲ ਕੀਤਾ ਕਿ ਮੈਂ ਫੈਲੋਸ਼ਿਪ ਕਿਉਂ ਲੈਣਾ ਚਾਹੁੰਦਾ। ਮੈਂ ਬੜੀ ਹਲੀਮੀ ਨਾਲ ਜਵਾਬ ਦਿੱਤਾ, ਮੈਡਮ ਮੇਰਾ ਇੱਕ ਬਹੁਤ ਵੱਡਾ ਸੁਪਨਾ ਹੈ ਕਿ ਮੈਂ ਆਪਣੇ ਦੇਸ਼ ਲਈ ਆਦਰਸ਼ ਪ੍ਰਿਜ਼ਨ ਮਾਡਲ ਤਿਆਰ ਕਰਾਂ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਮੈਂ ਆਪਣਾ ਇਹ ਸੁਪਨਾ ਜ਼ਰੂਰ ਪੂਰਾ ਕਰਾਂਗਾ। ਪਰ ਇਹਨੂੰ ਪੂਰਾ ਕਰਨ ਲਈ ਮੈਨੂੰ ਕਾਫੀ ਖਰਚੇ ਦੀ ਲੋੜ ਹੈ ਜੋ ਕਿ ਤੁਹਾਡੇ ਦੁਆਰਾ ਵਜ਼ੀਫਾ ਦਿੱਤੇ ਜਾਣ ਤੇ ਹੀ ਪੂਰੀ ਹੋ ਸਕਦੀ ਹੈ। ਇਹਦਾ ਦੂਜਾ ਕਾਰਨ ਇਹ ਹੈ ਕਿ ਮੈਂ ਇੱਕ ਅਪਰਾਧ ਕਰਕੇ ਆਪਣੇ ਮਾਂ-ਬਾਪ ਦੇ ਮੱਥੇ ਤੇ ਜੋ ਕਲੰਕ ਲਾਇਆ ਉਹਨੂੰ ਆਪਣੇ ਚੰਗੇ ਕੰਮਾਂ ਰਾਹੀਂ ਧੋਣਾ ਚਾਹੁੰਦਾ। ਮੈਨੂੰ ਫੈਲੋਸ਼ਿਪ ਮਿਲਣ ਨਾਲ ਉਹਨਾਂ ਦੇ ਇੱਜ਼ਤ ਮਾਨ 'ਚ ਕਾਫੀ ਵਾਧਾ ਹੋਏਗਾ ਤੇ ਇਹ ਕਲੰਕ ਕਾਫੀ ਹੱਦ ਤੱਕ ਧੋਤਾ ਜਾਏਗਾ। ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੇ ਬੜੀ ਗੰਭੀਰਤਾ ਨਾਲ ਮੇਰਾ ਜਵਾਬ ਸੁਣਿਆ। ਇੱਕ ਮੈਂਬਰ ਨੇ ਮੈਨੂੰ ਪੁੱਛਿਆ ਕਿ ਮੇਰੀ ਰਿਸਰਚ ਤਾਂ ਵਿਗਿਆਨਕ ਤਰੀਕੇ ਦੀ ਰਿਸਰਚ ਹੈ, ਫਿਰ ਇੱਕ ਦਾਰਸ਼ਨਿਕ ਕਾਉਂਸਲ ICPR ਅਜਿਹੀ ਰਿਸਰਚ ਲਈ ਫੈਲੋਸ਼ਿਪ ਕਿਵੇਂ ਦੇ ਸਕਦੀ ਹੈ। ਦਾਰਸ਼ਨਿਕਤਾ ਤੇ ਵਿਗਿਆਨਕ ਤਰੀਕੇ ਦਾ ਮੇਲ ਤਾਂ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸ ਗੱਲ ਦਾ ਉੱਤਰ ਮੈਂ ਕਾਫੀ ਸੋਚ ਵਿਚਾਰ ਕੇ ਦਿੱਤਾ ਤੇ ਕਿਹਾ, ਮੇਰਾ ਮੁੱਖ ਵਿਸ਼ਾ ਧਰਮ ਅਧਿਐਨ ਹੈ ਤੇ ਹਰੇਕ ਧਰਮ ਦਾਰਸ਼ਨਿਕ ਸਿਧਾਂਤਾਂ ਨਾਲ ਭਰਿਆ ਪਿਆ ਹੈ। ਇੱਕ ਦਾਰਸ਼ਨਿਕ ਸਿਧਾਂਤ ਨੂੰ ਵਿਗਿਆਨਕ ਤਰੀਕੇ ਨਾਲ ਵੀ ਪਰਖਿਆ ਜਾ ਸਕਦਾ ਹੈ। ਦਰਸ਼ਨ ਦਾ ਉਦੇਸ਼ ਪੂਰੀ ਡੂੰਘਾਈ 'ਚ ਸੱਚ ਦੀ ਖੋਜ ਕਰਨਾ ਹੈ ਤੇ ਇਹ ਖੋਜ ਵਿਗਿਆਨਕ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ਤੇ ਜੇ ਅਸੀਂ ਗੀਤਾ ਉਪਦੇਸ਼ ਦੇ ਮਹੱਤਵਪੂਰਨ ਦਾਰਸ਼ਨਿਕ ਸਿਧਾਂਤ ਕਰਮਕਾਰ ਫਲਕੀ ਇੱਛਾ ਮਤਕਰ ਬਾਰੇ ਦੇਖਣਾ ਚਾਹੀਏ ਕਿ ਅੱਜ ਦੇ ਜ਼ਮਾਨੇ ਦੇ ਲੋਕ ਇਸ ਬਾਰੇ ਕੀ ਸੋਚਦੇ ਹਨ ਤੇ ਇਹਨੂੰ ਕਿਵੇਂ ਲੈਂਦੇ ਹਨ, ਤਾਂ ਸਾਨੂੰ ਵਿਗਿਆਨਕ ਤਰੀਕੇ ਨਾਲ ਇਹਨਾਂ ਲੋਕਾਂ ਤੋਂ ਪੁੱਛ-ਗਿੱਛ ਕਰਨੀ ਪਏਗੀ। ਜੇ ਅਸੀਂ ਇੱਕ ਵਿਅਕਤੀ ਨੂੰ ਇਸ ਬਾਰੇ ਪੁੱਛੀਏ ਤਾਂ ਉਹਦਾ ਉੱਤਰ ਇਹ ਹੋ ਸਕਦਾ ਹੈ ਕਿ ਇਹਦਾ ਭਾਵ ਹੈ ਕਿ ਸਾਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਪਰ ਇਹਦਾ ਫਲ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ। ਦੂਜੇ ਵਿਅਕਤੀ ਦਾ ਉੱਤਰ ਇਹ ਹੋ ਸਕਦਾ ਹੈ ਕਿ ਇਹ ਸਿਧਾਂਤ ਤਾਂ ਕ੍ਰਿਸ਼ਨ ਨੇ ਅਰਜੁਨ ਨੂੰ ਮਹਾਭਾਰਤ ਦਾ ਯੁੱਧ ਲੜਨ ਲਈ ਪ੍ਰੇਰਿਤ ਕਰਨ ਹਿੱਤ ਰਚਿਆ ਸੀ ਤੇ ਅੱਜ ਦੇ ਯੁੱਗ 'ਚ ਇਹਦੀ ਕੋਈ ਸਾਰਥਕਤਾ ਨਹੀਂ। ਜੇ ਕੋਈ ਮੈਨੂੰ ਇਸ ਸਿਧਾਂਤ ਬਾਰੇ ਪੁੱਛੇ ਤਾਂ ਮੈਂ ਕਹਾਂਗਾ ਕਿ ਇਹ ਕਿਵੇਂ ਸੰਭਵ ਹੈ ਕਿ ਅਸੀਂ ਕਰਮ ਕਰੀਏ ਪਰ ਫਲ ਦੀ ਇੱਛਾ ਨਾ ਕਰੀਏ। ਮੈਂ ਇੰਟਰਵਿਊ ਦੇਣ ਲਈ ਲਖਨਊ ਇਸੇ ਲਈ ਆਇਆ ਤਾਂ ਜੋ ਮੈਨੂੰ ਫੈਲੋਸ਼ਿਪ ਰੂਪੀ ਫਲ ਮਿਲ ਸਕੇ। ਜੇ ਮੈਂ ਫਲ ਦੀ ਇੱਛਾ ਹੀ ਨਹੀਂ ਰੱਖਣੀ ਸੀ ਤਾਂ ਮੈਨੂੰ ਇੰਨੀ ਦੂਰ ਇੰਟਰਵਿਊ ਦੇਣ ਲਈ ਆਉਣ ਦੀ ਕੀ ਲੋੜ ਸੀ। ਤੇ ਮੇਰੀਆਂ ਇਹਨਾਂ ਦਲੀਲਾਂ ਨਾਲ ਕਾਫੀ ਮੈਂਬਰ ਸਹਿਮਤ ਜਾਪਦੇ ਸਨ। ਮੈਨੂੰ ਜਾਪਿਆ ਕਿ ਸ਼ਾਇਦ ਮੇਰਾ ਇਹ ਜਵਾਬ ਬੁੱਧੀਜੀਵੀ ਵਰਗ ਦੇ ਇਸ ਮਹੱਤਵਪੂਰਨ ਪ੍ਰਸ਼ਨ ਦਾ ਹੱਲ ਸੀ
ਕਿ ਕੀ ਕਿਸੇ ਦਾਰਸ਼ਨਿਕ ਵਿਸ਼ੇ ਬਾਰੇ ਵਿਗਿਆਨਕ ਤਰੀਕੇ ਨਾਲ ਖੋਜ ਕੀਤੀ ਜਾ ਸਕਦੀ ਹੈ। ਇੱਕ ਮੈਂਬਰ ਨੇ ਸੁਝਾਅ ਦਿੰਦਿਆਂ ਕਿਹਾ ਕਿ ਮੈਨੂੰ ਆਪਣੇ ਟੌਪਿਕ ਵਿੱਚ ਬਦਲਾਅ ਕਰਨਾ ਚਾਹੀਦਾ ਹੈ। ਕੀ ਮੈਂ ਇਹਦੇ ਲਈ ਤਿਆਰ ਹਾਂ? ਜਦੋਂ ਮੈਂ ਨਾਂਹ ਵਿੱਚ ਸਿਰ ਹਿਲਾਇਆ ਤਾਂ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਬਹੁਤ ਸਾਰੇ ਲੋਕ ਤਾਂ ਇਸ ਫੈਲੋਸ਼ਿਪ ਲਈ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ ਤੇ ਮੈਂ ਸਿਰਫ ਟੌਪਿਕ ਬਦਲਣ ਤੋਂ ਵੀ ਨਾਂਹ ਕਰ ਰਿਹਾ। ਮੈਂ ਉਹਨਾਂ ਨੂੰ ਪੂਰੇ ਆਦਰ ਨਾਲ ਪੁੱਛਿਆ, ਜੇ ਤੁਸੀਂ ਮੇਰੇ ਅਧਿਆਪਕ ਜਾਂ ਗਾਈਡ ਹੁੰਦੇ ਤੇ ਮੈਂ ਤੁਹਾਨੂੰ ਪੁੱਛੇ ਬਿਨਾਂ ਆਪਣਾ ਟੌਪਿਕ ਬਦਲ ਲੈਂਦਾ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੁੰਦੀ? ਮੇਰੇ ਗਾਈਡ, ਮੇਰੇ ਵਿਭਾਗ, ਮੇਰੇ ਸਹਿਬੰਦੀ ਤੇ ਮੇਰੀ ਸ਼ੁਭ ਚਿੰਤਕਾਂ ਨੂੰ ਮੇਰੇ ਤੋਂ ਕੁਝ ਉਮੀਦਾਂ ਹਨ। ਜੇ ਮੈਂ ਆਪਣੀ ਮਰਜ਼ੀ ਨਾਲ ਆਪਣਾ ਟੌਪਿਕ ਬਦਲ ਲਵਾਂ ਤਾਂ ਇਹ ਉਹਨਾਂ ਸਾਰਿਆਂ ਨਾਲ ਧੋਖਾ ਹੋਏਗਾ ਤੇ ਮੈਂ ਉਹਨਾਂ ਨਾਲ ਧੋਖਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਹਾਂ। ਇਹ ਸੁਣ ਕੇ ਉਹਨਾਂ ਨੇ ਮੇਰੀ ਗੱਲ ਨਾਲ ਪੂਰੀ ਸਹਿਮਤੀ ਜਤਾਈ ਤੇ ਮੇਰੇ ਗਾਈਡ ਪ੍ਰਤੀ ਮੇਰੀ ਵਫਾਦਾਰੀ ਦੀ ਤਾਰੀਫ ਕੀਤੀ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਗਾਈਡ ਨੂੰ ਫੋਨ ਕਰਕੇ ਇਸ ਬਾਰੇ ਪੁੱਛ ਸਕਦਾ। ਇਹ ਕਹਿ ਕੇ ਇੱਕ ਮੈਂਬਰ ਨੇ ਆਪਣਾ ਮੋਬਾਈਲ ਮੇਰੇ ਵੱਲ ਸਰਕਾ ਦਿੱਤਾ ਤੇ ਮੈਂ ਉਸੇ ਸਮੇਂ ਪੰਨੂ ਸਰ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਮੇਰੀ ਗੱਲ ਸੁਣ ਕੇ ਖੁਸ਼ੀ ਨਾਲ ਉਹਨਾਂ ਦਾ ਮਨ ਭਰ ਆਇਆ ਤੇ ਉਹਨਾਂ ਦੀ ਆਵਾਜ਼ ਵਿਚਲਾ ਕੰਪਨ ਇਸ ਗੱਲ ਦੀ ਸਾਫ਼ ਚੁਗਲੀ ਕਰ ਰਿਹਾ ਸੀ ਕਿ ਉਹਨਾਂ ਨੇ ਮੈਨੂੰ ਟੌਪਿਕ ਬਦਲਣ ਦੀ ਇਜਾਜ਼ਤ ਦਿੰਦਿਆਂ ਕਿਹਾ ਕਿ ਉਹ ਵੀਸੀ ਸਾਹਿਬ ਨਾਲ ਗੱਲ ਕਰ ਲੈਣਗੇ। ਫੋਨ ਬੰਦ ਕਰਕੇ ਮੈਂ ਕਮੇਟੀ ਨੂੰ ਪੰਨੂ ਸਾਹਿਬ ਦੀ ਰਜ਼ਾਮੰਦੀ ਤੋਂ ਵਾਕਫ ਕਰਾ ਦਿੱਤਾ। ਕਮੇਟੀ ਨੇ ਤੈਅ ਕੀਤਾ ਕਿ ਕਾਉਂਸਲ ਦੇ ਹਿਸਾਬ ਨਾਲ ਮੇਰਾ ਟੌਪਿਕ ਰੋਲ ਆਫ ਰਿਲੀਜਨ ਇਨ ਟਰਾਂਸਫਾਰਮਿੰਗ ਦ ਸੋਸ਼ਲ ਬਿਹੇਵੀਅਰ ਆਫ ਪ੍ਰਿਜ਼ਨਰਸ ਦੀ ਬਜਾਏ ਰੋਲ ਆਫ ਫਿਲਾਸਫੀਕਲ ਆਈਡੀਆਜ਼ ਆਫ ਰਿਲੀਜਨ ਇਨ ਟਰਾਂਸਫਾਰਮਿੰਗ ਦਾ ਸੋਸ਼ਲ ਬਿਹੇਵੀਅਰ ਆਫ ਪ੍ਰਿਜ਼ਨਰਸ ਹੋਣਾ ਚਾਹੀਦਾ ਸੀ ਤੇ ਮੈਨੂੰ ਆਪਣੇ ਥੀਸਿਸ ਵਿੱਚ ਹੇਰੇਜ਼ ਆਫ ਪਨਿਸ਼ਮੈਂਟ ਨਾਂ ਦਾ ਅਧਿਆਇ ਹੋਰ ਜੜਨਾ ਪੈਣਾ ਸੀ। ਦੋਸਤੋ, ਅਜਿਹਾ ਕਰਨਾ ਮੇਰੇ ਲਈ ਕੰਨ ਨੂੰ ਘੁਮਾ ਕੇ ਫੜਨ ਵਾਲੀ ਗੱਲ ਸੀ ਤੇ ਯੂਨੀਵਰਸਿਟੀ ਦੇ ਆਰਡੀਨੈਂਸ ਅਨੁਸਾਰ ਮੈਨੂੰ ਥੀਸਿਸ ਅਧਿਆਇ ਘੱਟ ਵੱਧ ਕਰਨ ਦਾ ਪੂਰਾ ਅਧਿਕਾਰ ਸੀ। ਇਸ ਤੋਂ ਬਾਅਦ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਹਿਮਤੀ ਪੱਤਰ ਉੱਪਰ ਦਸਖਤ ਕਰ ਦਿੱਤੇ ਤੇ ਮੈਨੂੰ ਹੁਕਮ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਆਪਣਾ ਟੌਪਿਕ ਬਦਲ ਕੇ ਨਵਾਂ ਸਿਨੌਪਸਿਸ ਕਾਉਂਸਲ ਵਿਖੇ ਜਮ੍ਹਾਂ ਕਰਵਾ ਦੇਵਾਂ ਤਾਂ ਕਿ ਜਲਦੀ ਤੋਂ ਜਲਦੀ ਮੈਨੂੰ ਫੈਲੋਸ਼ਿਪ ਪ੍ਰਦਾਨ ਕਰਨ ਦੀ ਚਿੱਠੀ ਭੇਜੀ ਜਾ ਸਕੇ। ਤੁਸੀਂ ਯਕੀਨ ਕਰਨਾ ਕਿ ਕਮੇਟੀ ਨੇ ਹਰ ਉਮੀਦਵਾਰ ਨੂੰ ਇੰਟਰਵਿਊ ਲਈ ਸਿਰਫ 10 ਮਿੰਟ ਦਾ ਹੀ ਸਮਾਂ ਦਿੱਤਾ ਸੀ, ਪਰ ਮੇਰੀ ਇੰਟਰਵਿਊ ਉੱਪਰ ਕਮੇਟੀ ਨੇ ਆਪਣੇ 35 ਮਿੰਟ ਖਰਚ ਕਰ ਦਿੱਤੇ ਸਨ। ਮੇਰੀ ਇੰਟਰਵਿਊ ਹਾਲ ਤੋਂ ਬਾਹਰ ਆਉਂਦਿਆਂ ਹੀ ਮਿਸ਼ਰਾ ਸਾਹਿਬ ਮੇਰੇ ਪਿੱਛੇ ਬਾਹਰ ਆ ਗਏ ਤੇ ਮੈਨੂੰ ਥਾਪੀ ਦਿੰਦਿਆਂ ਬੜੇ ਪਿਆਰ ਨਾਲ ਬੋਲੇ, अपनी आत्मा को ऐसे ही अच्छा बनाए रखना और अपने अंदर की अच्छाई को कभी खोने मत देना। मैं बड़े ही अदब नाल उन्हां दे गोडी हथ लगाए ते वापस गारद वालियां कोल आके बैठ गया। थोड़ी देर आराम करके असीं वापस पटियाले लई तुर पए। वापस आउंदियां ही मैं अपना टॉपिक बदल के सिनॉप्सिस दी कॉपी ICPR दे दफ्तर नूं भेज दित्ती। 3 ਕੁ ਮਹੀਨੇ ਬਾਅਦ ਮੈਨੂੰ ਫੈਲੋਸ਼ਿਪ ਪ੍ਰਦਾਨ ਕੀਤੇ ਜਾਣ ਦੀ ਚਿੱਠੀ ਮਿਲ ਗਈ। ਸਾਰੇ ਜੇਲ੍ਹ ਅਫਸਰਾਂ, ਮੁਲਾਜ਼ਮਾਂ, ਸਹਿਬੰਦੀਆਂ ਨੇ ਮੈਨੂੰ ਵਧਾਈ ਦਿੱਤੀ। ਦੋਸਤੋ, ਇੱਕ ਦਿਨ ਬੈਰਕ ਵਿੱਚ ਟੀਵੀ ਵੇਖਦੇ ਸਮੇਂ ਅਚਾਨਕ ਮੇਰੀ ਨਜ਼ਰ ਸਾਹਮਣੇ ਲੱਗੀ ਬਾਬੇ ਨਾਨਕ ਦੀ ਫੋਟੋ ਉੱਤੇ ਗਈ। ਫੋਟੋ 'ਚ ਬਾਬਾ ਜੀ ਦੀ ਉਂਗਲ ਉੱਪਰ ਵੱਲ ਇਸ਼ਾਰਾ ਕਰ ਰਹੀ ਸੀ। ਮੇਰੇ ਮਨ ਅੰਦਰੋਂ ਇੱਕਦਮ ਆਵਾਜ਼ ਆਈ, ਮੂਰਖਾ, ਜਦੋਂ ਤੈਨੂੰ ਸਹਾਇਤਾ ਦੀ ਲੋੜ ਸੀ ਉਦੋਂ ਤੂੰ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਰਿਹਾ, ਪਰ ਜਦ ਉਹਨੇ ਤੈਨੂੰ ਇੰਨੀ ਵੱਡੀ ਸਫਲਤਾ ਦੇ ਦਿੱਤੀ ਤਾਂ ਤੂੰ ਉਸ ਨਾਲ ਰੁੱਸਿਆ ਬੈਠਾ ਹੈ। ਤੇ ਜਦੋਂ ਮੈਂ ਪੂਰੇ ਧਿਆਨ ਨਾਲ ਬੀਤੇ ਸਮੇਂ ਤੇ ਨਜ਼ਰ ਮਾਰੀ ਤਾਂ ਮਹਿਸੂਸ ਕੀਤਾ ਕਿ ਮੈਂ ਰੱਬ ਨਾਲ ਰੁੱਸਿਆ ਜ਼ਰੂਰ ਸਾਂ, ਪਰ ਉਹਨੂੰ ਕਦੇ ਵੀ ਭੁੱਲਿਆ ਨਹੀਂ ਸਾਂ, ਕਿਉਂਕਿ ਭਾਵੇਂ ਮੈਂ ਉਹਨੂੰ ਗਾਲਾਂ ਹੀ ਕੱਢਦਾ ਰਿਹਾ ਸਾਂ ਪਰ ਯਾਦ ਤਾਂ ਕਰਦਾ ਹੀ ਸਾਂ। ਸੋ ਇਸ ਸਾਰੇ ਘਟਨਾ ਚੱਕਰ ਨੇ ਰੱਬ 'ਚ ਮੇਰਾ ਵਿਸ਼ਵਾਸ ਹੋਰ ਵੀ ਦ੍ਰਿੜ ਕਰ ਦਿੱਤਾ। ਅੰਗ 13ਵਾਂ। ਸਾਲ 2005 ਦੌਰਾਨ ਮੇਰਾ ਸਮਾਂ ਬਹੁਤ ਹੀ ਚੰਗਾ ਬੀਤਿਆ। ਮੈਂ ਧਰਮ ਅਧਿਐਨ ਵਿਭਾਗ ਵਿਖੇ ਇੱਕ ਰਿਸਰਚ ਫੈਲੋ ਦੇ ਤੌਰ ਤੇ ਜੁਆਇਨ ਕਰ ਲਿਆ। ਮੈਨੂੰ ਫੈਲੋਸ਼ਿਪ ਮਿਲਣ ਨਾਲ ਪਿਤਾ ਜੀ ਨੂੰ ਕਾਫੀ ਹੌਸਲਾ ਹੋ ਗਿਆ ਤੇ ਉਹਨਾਂ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਸੁਧਰ ਗਈ। ਮਾਤਾ ਜੀ ਉਹਨਾਂ ਦੇ ਖਾਣ ਪੀਣ ਦਾ ਕਾਫੀ ਖਿਆਲ ਰੱਖਣ ਲੱਗ ਪਏ ਸਨ। ਪਿਤਾ ਜੀ ਨੇ ਦੀਦੀ ਦੇ ਵਿਆਹ ਲਈ ਅਖਬਾਰਾਂ 'ਚ ਇਸ਼ਤਿਹਾਰ ਵੀ ਦੇਣੇ ਸ਼ੁਰੂ ਕਰ ਦਿੱਤੇ। ਸੰਦੀਪ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੋ ਗਈ ਤੇ ਉਹਨੇ ਦੁਕਾਨ ਉੱਪਰ ਲਗਾਤਾਰ ਜਾਣਾ ਸ਼ੁਰੂ ਕਰ ਦਿੱਤਾ। ਜੇਲ੍ਹ ਅੰਦਰ ਮੇਰੇ ਵਿਦਿਆਰਥੀਆਂ ਦੀ ਪੜ੍ਹਾਈ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਸੀ। ਲਗਭਗ 48 ਵਿਦਿਆਰਥੀ 12ਵੀਂ ਪਾਸ ਕਰ ਗਏ। ਇਹਨਾਂ ਦੀ ਸਫਲਤਾ ਨੇ ਕਈ ਹੋਰ ਬੰਦੀਆਂ ਨੂੰ ਵੀ ਪੜ੍ਹਾਈ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕੀਤਾ। ਬਹੁਤ ਸਾਰੇ ਬੰਦੀ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਹਿੱਤ ਸਿੱਖਿਆ ਪ੍ਰਾਪਤੀ ਦੇ ਚਾਹਵਾਨ ਬਣ ਗਏ। ਮੈਂ ਬੰਦੀਆਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਤੇ ਮੈਨੂੰ ਇਸ ਦੇ ਸਕਾਰਾਤਮਕ ਨਤੀਜੇ ਵੀ ਪ੍ਰਾਪਤ ਹੋਏ।
ਵਿਕਟਰ ਹੀਗੋ ਨੇ ਸੱਚ ਹੀ ਆਖਿਆ ਕਿ ਜੋ ਵਿਅਕਤੀ ਇੱਕ ਸਕੂਲ ਖੋਲ੍ਹਦਾ ਹੈ ਉਹ ਇੱਕ ਜੇਲ੍ਹ ਬੰਦ ਕਰ ਦਿੰਦਾ ਹੈ। He who opens a school closes a prison। ਮੇਰੀ ਛੁੱਟੀ ਆਉਣ ਤੋਂ 2 ਕੁ ਦਿਨ ਪਹਿਲਾਂ ਮੇਰੇ ਮਾਤਾ ਜੀ ਤੇ ਰਿਤੂ ਦੋਵੇਂ ਇਕੱਠੀਆਂ ਮੇਰੀ ਮੁਲਾਕਾਤ ਕਰਨ ਲਈ ਆਈਆਂ। ਮੁਲਾਕਾਤ ਕਮਰੇ 'ਚ ਪਹੁੰਚਦੀਆਂ ਹੀ ਜਦੋਂ ਮੇਰੀ ਨਿਗਾਹ ਦੋਹਾਂ ਉੱਪਰ ਪਈ ਤਾਂ ਮੇਰਾ ਮੱਥਾ ਠਣ ਗਿਆ, ਪਰ ਉਹਨਾਂ ਦੇ ਚਿਹਰੇ ਉੱਪਰਲੀ ਚਮਕ ਵੇਖ ਕੇ ਮੈਨੂੰ ਇਹ ਅੰਦਾਜ਼ਾ ਜ਼ਰੂਰ ਹੋ ਗਿਆ ਕਿ ਮਾਮਲਾ ਕਿਸੇ ਟੈਨਸ਼ਨ ਵਾਲਾ ਨਹੀਂ ਹੈ। ਪਰ ਇਸ ਮਾਮਲੇ ਦਾ ਖੁਲਾਸਾ ਹੋਣ ਉਪਰੰਤ ਹੈਰਾਨੀ ਦੇ ਮਾਰੇ ਮੇਰੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਮਾਤਾ ਜੀ ਨੇ ਖੁਸ਼ੀ ਨਾਲ ਭਰਪੂਰ ਹੁੰਦਿਆਂ ਮੈਨੂੰ ਦੱਸਿਆ ਕਿ ਮੇਰਾ ਵਿਆਹ ਮੇਰੀ ਪ੍ਰੇਮਿਕਾ ਰਿਤੂ ਨਾਲ ਤੈਅ ਹੋ ਗਿਆ ਤੇ ਸਿਰਫ ਮੇਰੇ ਛੁੱਟੀ ਆਉਣ ਦੀ ਉਡੀਕ ਹੋ ਰਹੀ ਹੈ। ਮੈਂ ਪੂਰੀ ਤਰ੍ਹਾਂ ਹੈਰਾਨ ਹੁੰਦਿਆਂ ਮਾਤਾ ਜੀ ਨੂੰ ਪੁੱਛਿਆ ਕਿ ਇਹ ਕਿਵੇਂ ਸੰਭਵ ਹੋਇਆ। ਮਾਤਾ ਜੀ ਨੇ ਦੱਸਿਆ ਕਿ ਰਿਤੂ ਨੂੰ ਵੇਖਣ ਲਈ ਰਿਸ਼ਤੇ ਵਾਲੇ ਆਏ ਹੋਏ ਸਨ ਤੇ ਰਿਤੂ ਨੂੰ ਪਸੰਦ ਕਰਨ ਉਪਰੰਤ ਉਹਨੂੰ ਚੁੰਨੀ ਚੜਾ ਕੇ ਨਾਲ ਲਿਜਾਣਾ ਚਾਹੁੰਦੇ ਸਨ, ਪਰ ਰਿਤੂ ਨੇ ਲੜਕੇ ਨੂੰ ਸਾਫ਼ ਦੱਸ ਦਿੱਤਾ ਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ ਤੇ ਉਸੇ ਨਾਲ ਵਿਆਹ ਕਰੇਗੀ। ਰਿਤੂ ਦਾ ਨਿਰਣਾ ਸੁਣ ਕੇ ਘਰ 'ਚ ਹੜਕੰਪ ਮਚ ਗਿਆ। ਘਰ ਇਕੱਠੇ ਹੋਏ ਸਾਰੇ ਰਿਸ਼ਤੇਦਾਰ ਰਿਤੂ ਉੱਪਰ ਉੱਥੇ ਹੀ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗੇ, ਪਰ ਰਿਤੂ ਆਪਣੀ ਗੱਲ ਤੇ ਅੜੀ ਰਹੀ। ਉਹਨੇ 3 ਦਿਨ ਰੋਟੀ ਵੀ ਨਾ ਖਾਧੀ। ਆਖਰਕਾਰ ਹਾਰ ਕੇ ਘਰ ਵਾਲਿਆਂ ਨੂੰ ਉਹਦੇ ਫੈਸਲੇ ਅੱਗੇ ਝੁਕਣਾ ਪਿਆ ਤੇ ਉਹ ਸਾਡੇ ਘਰ ਜਾ ਕੇ ਰਿਸ਼ਤਾ ਪੱਕਾ ਕਰ ਆਏ। ਇਹ ਸਭ ਮੈਨੂੰ ਇੱਕ ਸੁਪਨੇ ਵਾਂਗ ਜਾਪਿਆ ਤੇ ਮੈਨੂੰ ਆਪਣੀ ਇਸ ਖੁਸ਼ਕਿਸਮਤੀ ਉੱਪਰ ਯਕੀਨ ਨਹੀਂ ਆਇਆ। ਮੈਂ ਆਪਣੀ ਤਸੱਲੀ ਲਈ ਰਿਤੂ ਤੋਂ ਪੁੱਛਿਆ ਤਾਂ ਉਹਨੇ ਸ਼ਰਮ ਨਾਲ ਸਿਰ ਝੁਕਾਉਂਦਿਆਂ ਸਿਰਫ ਹਾਂ 'ਚ ਸਿਰ ਹਿਲਾ ਦਿੱਤਾ। 2 ਦਿਨ ਬਾਅਦ ਹੀ ਮੈਂ ਛੁੱਟੀ ਆ ਗਿਆ ਤੇ 3 ਸਤੰਬਰ ਨੂੰ ਪਟਿਆਲੇ ਦੇ ਕਾਲੀ ਦੇਵੀ ਮੰਦਿਰ ਵਿਖੇ ਬੜੇ ਹੀ ਸਧਾਰਨ ਢੰਗ ਨਾਲ ਸਾਡਾ ਵਿਆਹ ਸੰਪੰਨ ਹੋ ਗਿਆ। ਸਾਲ 2006 'ਚ ਪਟਿਆਲਾ ਜੇਲ੍ਹ ਦੇ ਇਤਿਹਾਸ 'ਚ ਇੱਕ ਕ੍ਰਾਂਤੀਕਾਰੀ ਬਦਲਾਅ ਆਇਆ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਸਰਕਾਰ ਨੇ ਇੱਕ ਬਹੁਤ ਮਹੱਤਵਪੂਰਨ ਫੈਸਲਾ ਲਿਆ ਤੇ ਪੰਜਾਬ ਦੀਆਂ ਜੇਲ੍ਹਾਂ ਵਿਖੇ IPS ਅਫਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ। ਇਹਨਾਂ ਅਫਸਰਾਂ ਨੇ ਸੀਨੀਅਰ ਸੁਪਰਡੈਂਟ ਜੇਲ੍ਹਾਂ ਵਜੋਂ ਆਪਣੇ ਪਦ ਸੰਭਾਲੇ। ਇਹ ਜੇਲ੍ਹਾਂ ਦੀ ਭਲਾਈ ਲਈ ਉਠਾਏ ਗਏ ਬਹੁਤ ਹੀ ਸਕਾਰਾਤਮਕ ਕਦਮ ਸਨ। ਸ੍ਰੀ ਆਰਨ ਢੌਂਕੇ ਨੂੰ ਕੇਂਦਰੀ ਜੇਲ੍ਹ ਪਟਿਆਲਾ ਦਾ ਸੀਨੀਅਰ ਸੁਪਰਡੈਂਟ ਨਿਯੁਕਤ ਕੀਤਾ ਗਿਆ। ਉਹ ਕਾਫੀ ਦੂਰਦਰਸ਼ੀ ਤੇ ਸੁਲਝੇ ਹੋਏ ਇਨਸਾਨ ਸਨ ਤੇ ਉਹਨਾਂ ਨੇ ਬੰਦੀਆਂ ਨੂੰ ਕਈ ਤਰ੍ਹਾਂ ਦੀਆਂ ਖੇਡਾਂ ਖੇਡਣ ਵੱਲ ਪ੍ਰੇਰਿਤ ਕੀਤਾ ਤੇ ਜੇਲ੍ਹ ਅੰਦਰ ਨਸ਼ਿਆਂ ਦੀ ਵਰਤੋਂ ਨੂੰ ਕਾਫੀ ਠੱਲ ਪਾਈ। ਮਈ 2006 'ਚ ਢੌਂਕੇ ਸਾਹਿਬ ਦਾ ਤਬਾਦਲਾ ਹੋ ਗਿਆ ਤੇ ਉਹਨਾਂ ਦੀ ਥਾਂ ਸ੍ਰੀ ਨਿਲਭ ਕਿਸ਼ੋਰ ਨੇ ਸੀਨੀਅਰ ਸੁਪਰਡੈਂਟ ਦਾ ਪਦ ਸੰਭਾਲਿਆ। ਇਹ ਸਮਾਂ ਪਟਿਆਲਾ ਜੇਲ੍ਹ ਲਈ ਬਹੁਤ ਹੀ ਭਾਗਾਂ ਵਾਲਾ ਸਾਬਤ ਹੋਇਆ। ਨਿਲਭ ਜੀ ਲਗਭਗ 32 ਸਾਲ ਦੇ ਨੌਜਵਾਨ ਅਫਸਰ ਸਨ। ਉਹਨਾਂ ਦੀ ਸਰੀਰਕ ਊਰਜਾ ਵਾਕਈ ਕਾਬਲੇ ਤਾਰੀਫ ਸੀ। ਲਗਭਗ 3 ਮਹੀਨੇ ਅੰਦਰ ਹੀ ਉਹਨਾਂ ਨੇ ਜੇਲ੍ਹ ਦਾ ਸਰੂਪ ਬਦਲ ਦਿੱਤਾ। ਉਹ ਦਾਰਸ਼ਨਿਕ ਕਿਸਮ ਦੇ ਵਿਅਕਤੀ ਸਨ ਤੇ ਹਰ ਗੱਲ ਬਾਰੇ ਪੂਰੀ ਡੂੰਘਾਈ 'ਚ ਸੋਚਦੇ ਸਨ। ਉਹਨਾਂ ਨੇ ਜੇਲ੍ਹ ਦੇ ਢਾਂਚੇ ਤੇ ਅਫਸਰਾਂ ਦੇ ਰਵੱਈਏ 'ਚ ਅਜਿਹਾ ਕ੍ਰਾਂਤੀਕਾਰੀ ਪਰਿਵਰਤਨ ਲਿਆਂਦਾ ਕਿ ਹੁਣ ਇਸ ਜੇਲ੍ਹ ਲਈ ਸੁਧਾਰ ਕਰ ਸ਼ਬਦ ਜ਼ਿਆਦਾ ਢੁਕਵਾਂ ਜਾਪਦਾ ਸੀ। ਨਿਲਭ ਜੀ ਨੇ ਆਪਣਾ ਪਦ ਸੰਭਾਲਣ ਤੋਂ ਅਗਲੇ ਦਿਨ ਹੀ ਹੁਕਮ ਕੀਤਾ ਕਿ ਜੇਲ੍ਹ ਦੇ ਸਾਰੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੈਦੀਆਂ ਦੀ ਲਿਸਟ ਤਿਆਰ ਕੀਤੀ ਜਾਏ। ਸਿੱਧੂ ਸਾਹਿਬ ਨੇ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਕਿਉਂਕਿ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਮੈਨੂੰ ਆਪਣੀ ਰਿਸਰਚ ਤੇ ਇਗਨੂ ਸਟੱਡੀ ਸੈਂਟਰ ਸੰਭਾਲਣ ਹਿੱਤ ਹਮੇਸ਼ਾ ਹੀ ਪੜ੍ਹੇ ਲਿਖੇ ਬੰਦੀਆਂ ਸੰਬੰਧੀ ਜਾਣਕਾਰੀ ਆਪਣੇ ਕੋਲ ਰੱਖਣੀ ਪੈਂਦੀ ਹੈ। ਮੈਂ 3 ਘੰਟੇ 'ਚ ਇਹ ਲਿਸਟ ਟਾਈਪ ਕਰਵਾ ਕੇ ਡਿਪਟੀ ਸਾਹਿਬ ਦੇ ਦਫ਼ਤਰ ਪਹੁੰਚਾਤੀ। ਅਗਲੇ ਦਿਨ ਇਹਨਾਂ ਸਾਰੇ ਪੜ੍ਹੇ ਲਿਖੇ ਕੈਦੀਆਂ ਨੂੰ ਮੰਦਿਰ ਦੇ ਕੈਂਪਸ 'ਚ ਬੁਲਾਇਆ ਗਿਆ। ਜਦੋਂ ਇਹ ਸਾਰੇ ਕੈਦੀ ਤੇ ਜੇਲ੍ਹ ਦਾ ਅਮਲਾ ਮੰਦਿਰ ਵਿਖੇ ਇਕੱਠੇ ਹੋਏ ਤਾਂ ਨਿਲਭ ਜੀ ਉੱਥੇ ਪਹੁੰਚੇ। ਉਹਨਾਂ ਦੇ ਪਹੁੰਚਦਿਆਂ ਅਸੀਂ ਸਾਰਿਆਂ ਨੇ ਖੜੇ ਹੋ ਕੇ ਉਹਨਾਂ ਲਈ ਆਦਰ ਪ੍ਰਗਟ ਕੀਤਾ। ਉਹਨਾਂ ਨੇ ਹੱਥ ਜੋੜ ਕੇ ਨਮਸਕਾਰ ਕਰਦਿਆਂ ਸਭ ਨੂੰ ਬੈਠਣ ਲਈ ਕਿਹਾ। ਉਹਨਾਂ ਨੇ ਸਾਡੇ ਨਾਲ ਇੱਕਦਮ ਇਸ ਤਰ੍ਹਾਂ ਗੱਲਬਾਤ ਕਰਨੀ ਸ਼ੁਰੂ ਕਰਤੀ ਜਿਵੇਂ ਸਾਡੇ ਨਾਲ ਇਹਨਾਂ ਦਾ ਕੋਈ ਪੁਰਾਣੀ ਜਾਣ ਪਛਾਣ ਹੋਵੇ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ITI ਬੰਬੇ ਤੋਂ ਗ੍ਰੈਜੂਏਟ ਸਨ ਤੇ ਉਹਨਾਂ ਨੇ ਬਾਅਦ 'ਚ ਹੀ IPS ਦਾ ਇਮਤਿਹਾਨ ਪਾਸ ਕੀਤਾ। ਉਹਨਾਂ ਨੇ ਉੱਥੇ ਮੌਜੂਦ ਹਰੇਕ ਕੈਦੀ ਨੂੰ ਬੈਠਿਆਂ ਹੀ ਆਪਣਾ ਪਰਿਚੈ ਦੇਣ ਲਈ ਕਿਹਾ। ਉਹਨਾਂ ਨੇ ਹਰੇਕ ਮੌਜੂਦਾ ਬੰਦੀ ਕੋਲੋਂ ਉਹਦੀ ਪੜ੍ਹਾਈ ਸੰਬੰਧੀ ਬੜੀ ਡੂੰਘਾਈ 'ਚ ਸਵਾਲ ਪੁੱਛੇ ਤੇ ਇਸ ਪੁੱਛਗਿੱਛ ਦੌਰਾਨ ਹੀ ਕਈ ਝੂਠੇ ਗ੍ਰੈਜੂਏਟਾਂ ਦਾ ਭੇਦ ਵੀ ਖੁੱਲ੍ਹ ਗਿਆ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਆਪਣੇ ਬਾਰੇ ਦੱਸਿਆ। ਉਹਨਾਂ ਨੇ ਮੇਰੇ ਤੋਂ ਰਿਸਰਚ ਨਾਲ ਸੰਬੰਧਿਤ ਕਈ ਸਵਾਲ ਪੁੱਛੇ ਤੇ ਮੈਂ ਬੜੀ ਸਲੀਕੇਦਾਰ ਢੰਗ ਨਾਲ ਇਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਰਿਹਾ। ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਇਹ ਕਿਉਂ ਸਮਝਦਾ ਕਿ ਕੈਦੀਆਂ ਦਾ ਸਮਾਜਿਕ ਰਵੱਈਆ ਸੁਧਾਰਨ 'ਚ ਧਰਮ ਦਾ ਕੋਈ ਯੋਗਦਾਨ ਹੈ। ਮੈਂ ਉੱਤਰ ਦਿੱਤਾ ਕਿ ਧਰਮ ਬੰਦੀਆਂ ਨੂੰ ਸਵੈ ਵਿਸ਼ਲੇਸ਼ਣ ਲਈ ਪ੍ਰੇਰਿਤ ਕਰਕੇ ਉਹਨਾਂ ਅੰਦਰ ਸਰਬੱਤ ਦੇ ਭਲੇ ਦੀ ਭਾਵਨਾ ਦਾ ਵਿਕਾਸ ਕਰਦਾ ਹੈ ਤੇ ਇਹੋ ਗੱਲ ਉਹਨਾਂ ਦੇ ਸਮਾਜਿਕ ਰਵੱਈਏ ਨੂੰ ਸੁਧਾਰਨ ਵਿੱਚ ਸਹਾਈ ਹੁੰਦੀ ਹੈ। ਨਿਲਭ ਜੀ ਨੇ ਮੇਰੇ ਇਸ ਉੱਤਰ ਨਾਲ ਪੂਰੀ ਸਹਿਮਤੀ ਜਤਾਈ ਤੇ ਮੈਨੂੰ ਅਜਿਹਾ ਵਿਸ਼ਾ ਚੁਣਨ ਲਈ ਸ਼ਾਬਾਸ਼ ਵੀ ਦਿੱਤੀ। ਉਹਨਾਂ ਦੇ ਕੈਦੀਆਂ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕਰਨ ਦੇ ਢੰਗ ਨੇ
ਮੈਨੂੰ ਉਹਨਾਂ ਦੀ ਵਿਦਵਤਾ ਸਤਰ ਦਾ ਪੂਰਾ ਅੰਦਾਜ਼ਾ ਹੋ ਗਿਆ। ਬੰਦੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਵਿਅਕਤੀ ਹੋ, ਕਿਰਪਾ ਕਰਕੇ ਮੈਨੂੰ ਜੇਲ੍ਹ ਦੀਆਂ ਸੰਬੰਧਿਤ ਮੁਸ਼ਕਲਾਂ ਤੋਂ ਵਾਕਿਫ ਕਰਾਓ ਤੇ ਇਹਨਾਂ ਸੰਬੰਧੀ ਆਪਣੇ ਸੁਝਾਅ ਵੀ ਦਿਓ। ਸਾਰੇ ਮੌਜੂਦ ਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਮੁਸ਼ਕਲ ਤੇ ਇਹਦਾ ਹੱਲ ਕਰਨ ਲਈ ਸੁਝਾਅ ਦੱਸੇ। ਇੱਕ ਬੰਦੀ ਨੇ ਅਰਜ਼ ਕੀਤੀ ਕਿ ਜੇਲ੍ਹ ਅੰਦਰ ਬਹੁਤੇ ਬੰਦੀ ਵਿਹਲੇ ਰਹਿੰਦੇ ਹਨ, ਉਹਨਾਂ ਕੋਲ ਸਮਾਂ ਬਿਤਾਉਣ ਲਈ ਕੋਈ ਯੋਗ ਕੰਮ ਨਹੀਂ ਹੈ, ਇਸ ਲਈ ਉਹਨਾਂ ਨੂੰ ਕਿਸੇ ਆਖਰ ਲਾ ਕੇ ਰੱਖਿਆ ਜਾਏ ਤਾਂ ਜੋ ਉਹਨਾਂ ਨੂੰ ਵਿਹਲੇ ਰਹਿਣ ਦੀ ਆਦਤ ਨਾ ਪੈ ਜਾਏ। ਕੁਝ ਬੰਦੀਆਂ ਨੇ ਕਿਹਾ ਕਿ ਜੇਲ੍ਹ ਅੰਦਰ ਜ਼ਿਆਦਾਤਰ ਵਿਅਕਤੀਆਂ ਨੂੰ ਮਾਨਸਿਕ ਪਰੇਸ਼ਾਨੀ ਰਹਿੰਦੀ ਹੈ, ਇਸ ਲਈ ਉਹਨਾਂ ਨੂੰ ਮਨੋਚਿਕਿਤਸਕ ਤੋਂ ਸਲਾਹ ਦਿਵਾਉਣੀ ਚਾਹੀਦੀ ਹੈ। ਕਈਆਂ ਨੇ ਨੀਲਮ ਜੀ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਜਿਹੜੇ ਬੰਦੀ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਹਨਾਂ ਦੀ ਆਦਤ ਛੁਡਾਈ ਜਾਵੇ। ਕਈ ਪੁਰਾਣੇ ਕੈਦੀਆਂ ਨੇ ਪੈਰੋਲ, ਛੁੱਟੀ ਤੇ ਰਿਹਾਈ ਸੰਬੰਧੀ ਆਪਣੇ ਸੁਝਾਅ ਦਿੱਤੇ। ਕਈ ਸਿੱਖਿਆ ਦੇ ਚਾਹਵਾਨ ਬੰਦੀਆਂ ਨੇ ਬੇਨਤੀ ਕੀਤੀ ਕਿ ਉਹਨਾਂ ਲਈ ਮੁਫਤ ਸਿੱਖਿਆ ਦਾ ਪ੍ਰਬੰਧ ਕੀਤਾ ਜਾਏ। ਸਿੱਧੂ ਸਾਹਿਬ ਨੇ ਨੀਲਮ ਜੀ ਨੂੰ ਦੱਸਿਆ ਕਿ ਜੇਲ੍ਹ ਅੰਦਰ ਬੰਦੀਆਂ ਲਈ ਫੁੱਟਬਾਲ, ਵਾਲੀਬਾਲ, ਕ੍ਰਿਕਟ, ਕਬੱਡੀ, ਕੁਸ਼ਤੀ ਤੇ ਰੱਸਾਕਸ਼ੀ ਆਦਿ ਖੇਡਾਂ ਦਾ ਚੰਗਾ ਪ੍ਰਬੰਧ ਹੈ। ਪੜ੍ਹਾਈ ਲਈ ਇਗਨੂ ਦਾ ਸਟੱਡੀ ਸੈਂਟਰ ਹੈ। ਉਹਨਾਂ ਨੂੰ ਯੋਗ ਅਭਿਆਸ ਕਰਵਾਇਆ ਜਾਂਦਾ ਹੈ, ਭੰਗੜਾ ਸਿਖਾਇਆ ਜਾਂਦਾ ਹੈ, ਗੁਰਬਾਣੀ ਗਾਇਨ ਦਾ ਅਭਿਆਸ ਕਰਵਾਇਆ ਜਾਂਦਾ ਹੈ ਤੇ ਉਹਨਾਂ ਨੂੰ ਸਰੀਰਕ ਤੰਦਰੁਸਤੀ ਲਈ ਵੇਟ ਲਿਫਟਿੰਗ ਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਫਿਰ ਵੀ ਪਤਾ ਨਹੀਂ ਕਿਉਂ ਬਹੁਤ ਹੀ ਘੱਟ ਬੰਦੀ ਇਹਨਾਂ ਗਤੀਵਿਧੀਆਂ 'ਚ ਹਿੱਸਾ ਲੈਂਦੇ ਹਨ। ਮੈਂ ਚੁੱਪਚਾਪ ਬੈਠਾ ਸਭ ਕੁਝ ਸੁਣਦਾ ਰਿਹਾ। अचानक नीलम जी बोले, मनदीप, तुम भी किसी मुश्किल के बारे में बताओ और किसी मुश्किल के हल के लिए अपना सुझाव दो। ਉਹਨਾਂ ਦੀ ਗੱਲ ਸੁਣ ਕੇ ਮੈਂ ਇੱਕਦਮ ਇਸ ਤਰ੍ਹਾਂ ਹੜਬੜਾ ਕੇ ਉੱਠਿਆ ਜਿਵੇਂ ਕਿਸੇ ਲੰਮੀ ਨੀਂਦ 'ਚੋਂ ਅਚਾਨਕ ਜਾਗਿਆ ਹੋਵਾਂ, ਕਿਉਂਕਿ ਅਸਲ 'ਚ ਮੈਂ ਤਾਂ ਆਪਣੇ ਬੰਦੀ ਭਰਾਵਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਲੱਭਣ 'ਚ ਖੁੱਭ ਗਿਆ ਸੀ। नीलम जी दोबारा बोले, तुम भी कोई मुद्दा उठाओ और किसी मुद्दे का हल बताओ। मैं बड़ी निमरता नाल कहा, सर, इस जेल ਦੀਆਂ ਸਮੱਸਿਆਵਾਂ ਤੇ ਸਾਡੇ ਦੇਸ਼ ਦੀਆਂ ਸਮੱਸਿਆਵਾਂ ਲਗਭਗ ਇੱਕੋ ਜਿਹੀਆਂ ਹਨ। ਜੇ ਕਿਸੇ ਵਿਅਕਤੀ ਦੇ ਘਰ ਚੰਗੀ ਰੋਟੀ, ਸਫਾਈ ਲਈ ਪਾਣੀ ਤੇ ਰੋਗ ਮੁਕਤ ਰਹਿਣ ਲਈ ਡਾਕਟਰੀ ਸਹੂਲਤਾਂ ਆਦਿ ਨਾ ਹੋਣ ਤਾਂ ਜੇ ਵਿਅਕਤੀ ਨੂੰ ਖੇਡਾਂ ਖਿਡਾ ਕੇ, ਪੜ੍ਹਾਈ ਲਿਖਾਈ ਕਰਵਾ ਕੇ, ਮਨੋਚਿਕਿਤਸਕ ਦੀ ਸਲਾਹ ਦਵਾ ਕੇ, ਭੰਗੜਾ ਸਿਖਾ ਕੇ, ਯੋਗ ਅਭਿਆਸ ਕਰਵਾ ਕੇ, ਗੁਰਬਾਣੀ ਗਾਇਨ ਸਿਖਾ ਕੇ ਤੇ ਵੇਟ ਲਿਫਟਿੰਗ ਕਰਵਾ ਕੇ ਅਸੀਂ ਉਹਦਾ ਕੀ ਸਵਾਰ ਸਕਦੇ ਹਾਂ। ਸਾਡੇ ਦੇਸ਼ ਅੰਦਰ ਵਸ ਰਹੇ ਲੋਕਾਂ ਦੀ ਮੁੱਖ ਸਮੱਸਿਆ ਪੌਸ਼ਟਿਕ ਭੋਜਨ, ਲੋੜੀਂਦੀ ਮਾਤਰਾ 'ਚ ਪਾਣੀ, ਮੁੱਢਲੀ ਸਿੱਖਿਆ, ਡਾਕਟਰੀ ਸਹਾਇਤਾ ਤੇ ਦਵਾਈ ਆਦਿ ਸਹੂਲਤਾਂ ਦੀ ਕਮੀ ਹੈ। ਸਾਡੇ ਦੇਸ਼ ਦੀ ਤੇ ਜੇਲ੍ਹਾਂ ਦੇ ਅੰਦਰ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ। ਜ਼ਿਆਦਾਤਰ ਲੋਕ ਗਰੀਬੀ ਦੀ ਹਾਲਤ 'ਚ ਜੀਵਨ ਬਿਤਾ ਰਹੇ ਹਨ। ਉਹਨਾਂ ਨੂੰ ਲੋੜੀਂਦਾ ਪੌਸ਼ਟਿਕ ਭੋਜਨ ਨਹੀਂ ਮਿਲਦਾ ਤੇ ਬਿਮਾਰੀ ਆਦਿ ਆ ਜਾਣ ਦੀ ਹਾਲਤ ਵਿੱਚ ਡਾਕਟਰੀ ਸਹੂਲਤਾਂ ਦੀ ਦਵਾਈ ਨਹੀਂ ਮਿਲਦੀ। ਅਜਿਹੇ ਵਿਅਕਤੀ ਤਦੋਂ ਹੀ ਆਪਣੀ ਸ਼ਖਸੀਅਤ ਦਾ ਵਿਕਾਸ ਕਰਨ ਦੇ ਉਪਰਾਲੇ ਸੋਚ ਸਕਦੇ ਹਨ ਜਦੋਂ ਉਹਨਾਂ ਦੇ ਪੇਟ 'ਚ ਸਹੀ ਭੋਜਨ ਹੋਏਗਾ ਤੇ ਉਹਨਾਂ ਦਾ ਸਵਾਸਥ ਚੰਗਾ ਹੋਏਗਾ। ਕੇਂਦਰੀ ਜੇਲ੍ਹ ਪਟਿਆਲਾ ਅੰਦਰ ਲਗਾਤਾਰ ਆਬਾਦੀ ਵਧਣ ਕਾਰਨ ਬੰਦੀਆਂ ਦੀ ਗਿਣਤੀ 1500 ਦੇ ਲਗਭਗ ਹੋ ਚੁੱਕੀ ਹੈ ਤੇ ਜ਼ਿਆਦਾਤਰ ਬੰਦੀ ਅਜਿਹੇ ਹਨ ਜੋ ਨਿੱਜੀ ਖਰਚਾ ਕਰਕੇ ਪੌਸ਼ਟਿਕ ਭੋਜਨ ਦਾ ਪ੍ਰਬੰਧ ਨਹੀਂ ਕਰ ਸਕਦੇ। ਲੰਗਰ ਦੀਆਂ ਸੁੱਕੀਆਂ ਤੇ ਬੇਢੰਗੀਆਂ ਰੋਟੀਆਂ ਉਹਨਾਂ ਦੇ ਸੰਗ ਤੋਂ ਹੇਠਾਂ ਨਹੀਂ ਉਤਰਦੀਆਂ। ਉਹ ਭਰਪੇਟ ਭੋਜਨ ਕਰਨ ਲਈ ਤਰਸ ਜਾਂਦੇ ਹਨ। ਅਜਿਹੀ ਹਾਲਤ 'ਚ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਦਿਨ ਬ ਦਿਨ ਵੱਧਦੀ ਜਾਂਦੀ ਹੈ। ਜੇਲ੍ਹ ਪ੍ਰਸ਼ਾਸਨ ਦੀ ਮਜਬੂਰੀ ਇਹ ਹੈ ਕਿ ਉਹ ਬੰਦੀਆਂ ਨੂੰ ਸਿਰਫ ਉਹੀ ਭੋਜਨ ਮੁਹੱਈਆ ਕਰਵਾ ਸਕਦਾ ਹੈ ਜੋ ਸਰਕਾਰ ਨੇ ਬੰਦੀਆਂ ਲਈ ਨਿਸ਼ਚਿਤ ਕੀਤਾ ਹੋਇਆ। ਇੱਕ ਤਾਂ ਜੇਲ੍ਹ ਦੇ ਲੰਗਰ ਵਿਖੇ ਕੰਮ ਕਰਨ ਵਾਲੇ ਸਾਰੇ ਬੰਦੀ ਮਰਦ ਹਨ। ਉਹ ਔਰਤਾਂ ਵਾਂਗ ਸਲੀਕੇਦਾਰ ਰੋਟੀਆਂ ਨਹੀਂ ਬਣਾ ਸਕਦੇ। ਦੂਜਾ, 6 ਰੋਟੀਆਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 1500 ਬੰਦਿਆਂ ਲਈ ਘੱਟੋ ਘੱਟ 9000 ਰੋਟੀਆਂ ਦੀ ਜ਼ਰੂਰਤ ਹੁੰਦੀ ਹੈ ਤੇ 9000 ਰੋਟੀਆਂ ਬਣਾਉਣ ਲਈ 6 ਘੰਟੇ ਦਾ ਸਮਾਂ ਲੱਗਦਾ ਹੈ। ਯਾਨੀ ਲੰਗਰ ਵਾਲਿਆਂ ਨੂੰ 1 ਘੰਟੇ 'ਚ 1500 ਰੋਟੀਆਂ ਭਾਵ 1 ਮਿੰਟ 'ਚ 25 ਰੋਟੀਆਂ ਬਣਾਉਣੀਆਂ ਪੈਂਦੀਆਂ। 6 ਘੰਟਿਆਂ 'ਚ ਪੱਕਣ ਵਾਲੀਆਂ ਇਹਨਾਂ ਰੋਟੀਆਂ ਨੂੰ ਤਾਜ਼ਾ ਤੇ ਗਰਮ ਰੱਖਣ ਦਾ ਕੰਮ ਲਗਭਗ ਅਸੰਭਵ ਹੈ, ਇਸ ਲਈ ਇਹ ਸੁੱਕ ਜਾਂਦੀਆਂ ਹਨ। ਗਰਮੀ ਦੇ ਮੌਸਮ ਦੌਰਾਨ ਕਈ ਵਾਰ 6 ਘੰਟੇ ਪਹਿਲਾਂ ਬਣੀ ਦਾਲ ਸਬਜ਼ੀ ਵੀ ਖਰਾਬ ਹੋ ਜਾਂਦੀ ਹੈ। ਇਸ ਲਈ ਜੇਲ੍ਹ ਦੇ ਲੰਗਰ ਵਿਖੇ ਰੋਟੀਆਂ ਪਕਾਉਣ ਵਾਲੀ ਮਸ਼ੀਨ ਤੇ ਸਬਜ਼ੀਆਂ ਦੀ ਸੰਭਾਲ ਲਈ ਡੀਪ ਫ੍ਰੀਜ਼ਰ ਜਾਂ ਕੋਲਡ ਸਟੋਰ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਜੇਲ੍ਹ ਅੰਦਰ ਸਫਾਈ ਆਦਿ ਲਈ ਪੂਰੀ ਮਾਤਰਾ 'ਚ ਪਾਣੀ ਦਾ ਪ੍ਰਬੰਧ ਨਹੀਂ ਹੈ। ਇੱਥੇ ਸਿਰਫ ਮਿਊਨਿਸਪਲ ਕਮੇਟੀ ਦੀ ਸਰਕਾਰੀ ਟੈਂਕੀ ਤੋਂ ਹੀ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਪਾਣੀ ਵੀ ਨਿਸ਼ਚਿਤ ਸਮੇਂ ਤੇ ਹੀ ਛੱਡਿਆ ਜਾਂਦਾ ਹੈ। ਜਿਸ ਸਮੇਂ ਪਾਣੀ ਛੱਡਿਆ ਜਾਂਦਾ ਉਸ ਸਮੇਂ ਦੌਰਾਨ ਸਾਰੀ ਬੰਦੀ ਬੈਰਕਾਂ 'ਚ ਲਾਕਅਪ ਕੀਤੇ ਹੁੰਦੇ ਹਨ ਤੇ ਉਹਨਾਂ ਨੂੰ ਪਾਣੀ ਦੀ ਇਸ ਬੇਵਕਤ ਸਪਲਾਈ ਦਾ ਕੋਈ ਲਾਭ ਨਹੀਂ ਮਿਲਦਾ। ਸੋ ਜੇਲ੍ਹ ਲਈ ਇੱਕ ਵੱਖਰੀ ਟੈਂਕੀ ਤੇ ਜੇਲ੍ਹ ਦੇ ਹਰ ਅਹਾਤੇ ਅੰਦਰ ਇੱਕ ਸਬਮਰਸੀਬਲ ਪੰਪ ਦਾ ਪ੍ਰਬੰਧ ਅਤ ਜ਼ਰੂਰੀ ਹੈ। ਜੇ ਕਿਸੇ ਵਿਅਕਤੀ ਨੂੰ ਕੋਈ ਬਿਮਾਰੀ ਜਾਂ ਸਰੀਰਕ ਤਕਲੀਫ ਹੋਵੇ ਤਾਂ ਉਸ ਨੂੰ ਨੀਂਦ ਕਿਵੇਂ ਆ ਸਕਦੀ ਹੈ?
ਉਹ ਕਿਸੇ ਖੇਡ ਜਾਂ ਸ਼ਖਸੀਅਤ ਦਾ ਵਿਕਾਸ ਕਰਨ ਵਾਲੀ ਕਿਸੇ ਗਤੀਵਿਧੀ 'ਚ ਭਾਗ ਕਿਵੇਂ ਲੈ ਸਕਦਾ ਹੈ? ਜੇਲ੍ਹ ਦੇ ਡਾਕਟਰਾਂ ਦਾ ਰਵੱਈਆ ਬਿਲਕੁਲ ਆਦਮਖੋਰਾਂ ਵਾਲਾ ਹੈ। ਉਹ ਕਿਸੇ ਵੀ ਬੰਦੀ ਨੂੰ ਯੋਗ ਦਵਾਈ ਨਹੀਂ ਦਿੰਦੇ ਤੇ ਨਾ ਹੀ ਕਿਸੇ ਨੂੰ ਇਲਾਜ ਵਾਸਤੇ ਸਰਕਾਰੀ ਹਸਪਤਾਲ ਭੇਜਦੇ ਹਨ। ਜੇਲ੍ਹ ਅੰਦਰ ਬਿਮਾਰੀ ਕਾਰਨ ਮੌਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਹ ਆਦਮਖੋਰ ਡਾਕਟਰ ਨਿਯੁਕਤੀ ਹੋਣ ਤੋਂ ਕੁਝ ਮਹੀਨੇ ਅੰਦਰ ਹੀ ਜੇਲ੍ਹ ਦੇ ਹਸਪਤਾਲ ਦਾ ਸਾਰਾ ਭੇਦ ਪਾ ਜਾਂਦੇ ਹਨ ਤੇ ਫਿਰ ਇੱਥੇ ਹੀ ਡਟ ਕੇ ਬੈਠ ਜਾਂਦੇ ਹਨ। ਇਹ ਕਿਸੇ ਵੀ ਬੰਦੀ ਦਾ ਸਹੀ ਇਲਾਜ ਨਹੀਂ ਕਰਦੇ, ਸਗੋਂ ਅਸਾਮੀਆਂ ਤੋਂ ਮਾਇਆ ਫੁੰਡਣ ਦੇ ਨਵੇਂ-ਨਵੇਂ ਤਰੀਕੇ ਆਜ਼ਾਦ ਕਰਦੇ ਰਹਿੰਦੇ ਹਨ। ਇਹਨਾਂ ਡਾਕਟਰਾਂ ਨੂੰ ਸਿੱਧਾ ਸਿਹਤ ਵਿਭਾਗ ਦੇ ਅਧੀਨ ਕਰਕੇ ਰੋਟੇਸ਼ਨ ਵਾਈਜ਼ ਹਫ਼ਤੇ ਦੀ ਡਿਊਟੀ ਸੌਂਪੀ ਜਾਣੀ ਚਾਹੀਦੀ ਹੈ ਤੇ ਇਹਨਾਂ ਨੂੰ ਜੇਲ੍ਹ ਦੇ ਹਸਪਤਾਲ ਦਾ ਭੇਦ ਪੈਣ ਤੋਂ ਪਹਿਲਾਂ ਹੀ ਬਦਲ ਦਿੱਤਾ ਜਾਣਾ ਚਾਹੀਦਾ ਹੈ। ਦਵਾਈਆਂ ਦੇ ਸਟਾਕ ਦੀ ਨਿਗਰਾਨੀ ਲਈ 5 ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ ਤੇ ਇਸ ਕਮੇਟੀ ਦੇ ਮੈਂਬਰ ਜੇਲ੍ਹ ਸੁਪਰਡੈਂਟ, ਭਲਾਈ ਅਫਸਰ, ਫਾਰਮਾਸਿਸਟ, ਇੱਕ ਕੈਦੀ ਤੇ ਹਵਾਲਾਤੀ ਆਦਿ ਹੋਣੇ ਚਾਹੀਦੇ ਹਨ। ਨੀਲਮ ਕਿਸ਼ੋਰ ਜੀ ਨੇ ਮੇਰੇ ਦੁਆਰਾ ਉਠਾਏ ਮੁੱਦੇ ਤੇ ਉਹਨਾਂ ਦੇ ਹੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਆਪਣੀ ਡਾਇਰੀ 'ਚ ਨੋਟ ਕਰ ਲਿਆ। ਉਹਨਾਂ ਨੇ ਉੱਥੇ ਮੌਜੂਦ ਹਰ ਵਿਅਕਤੀ ਦੀ ਸਮੱਸਿਆ ਤੇ ਉਹਦੇ ਹੱਲ ਦੇ ਸੁਝਾਅ ਨੂੰ ਵੀ ਨੋਟ ਕੀਤਾ। 2 ਘੰਟੇ ਦੀ ਇਸ ਇਕੱਤਰਤਾ ਨੂੰ ਖਤਮ ਕਰਨ ਦਾ ਐਲਾਨ ਕਰਦਿਆਂ नीलम जी बोले, मैं यह तो नहीं कहता कि मैं सभी समस्याओं का हल 1 मिनट में कर दूंगा, लेकिन मैं आपसे ये वादा करता हूँ कि अगर मुझे आपका पूरा सहयोग मिलता रहा तो मैं इन समस्याओं को हल करने की पूरी कोशिश करूँगा। नीलम जी बहुत ही फुर्तीले ते समय ਦੇ ਪਾਬੰਦ ਇਨਸਾਨ ਸਨ। ਮੈਨੂੰ ਉਹਨਾਂ ਦਾ ਹੁਣੇ ਕਰੂ ਵਾਲਾ ਦ੍ਰਿਸ਼ਟੀਕੋਣ ਬਹੁਤ ਚੰਗਾ ਲੱਗਦਾ ਸੀ। ਉਹਨਾਂ ਨੇ ਮੀਟਿੰਗ ਦੇ 3 ਦਿਨ ਬਾਅਦ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਤੋਂ ਮਾਲੀ ਸਹਾਇਤਾ ਲੈ ਕੇ 2 ਅਹਾਤਿਆਂ ਅੰਦਰ ਪੰਪ ਲਗਵਾਉਣ ਹਿੱਤ ਬੋਰ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਹਫ਼ਤੇ ਅੰਦਰ ਹੀ ਸਬਮਰਸੀਬਲ ਪੰਪ ਚਾਲੂ ਹੋ ਗਏ। ਇਹਨਾਂ ਦੋਵਾਂ ਪੰਪਾਂ ਤੋਂ 4 ਅਹਾਤਿਆਂ ਨੂੰ ਟੈਂਕ ਬਣਾ ਕੇ ਸਪਲਾਈ ਦੇ ਦਿੱਤੀ ਗਈ ਤੇ ਡੀਸੀ ਸਾਹਿਬ ਨਾਲ ਗੱਲਬਾਤ ਕਰਕੇ ਜੇਲ੍ਹ ਅੰਦਰ ਪਾਣੀ ਦੀ ਸਪਲਾਈ ਦਾ ਸਮਾਂ ਵੀ ਤਬਦੀਲ ਕਰਵਾ ਦਿੱਤਾ। 1 ਹਫ਼ਤੇ 'ਚ ਹੀ ਜੇਲ੍ਹ ਅੰਦਰਲੀ ਪਾਣੀ ਦੀ ਸਮੱਸਿਆ ਬਿਲਕੁਲ ਹੱਲ ਹੋ ਗਈ। ਨੀਲਮ ਜੀ ਦਿਨ 'ਚ 3-4 ਵਾਰ ਜੇਲ੍ਹ ਦੇ ਅੰਦਰ ਚੱਕਰ ਮਾਰਦੇ ਤੇ ਵੱਖ-ਵੱਖ ਬੰਦੀਆਂ ਨਾਲ ਮੀਟਿੰਗ ਕਰਦੇ। ਬੰਦੀ ਬੇਹਿਚਕ ਹੋ ਕੇ ਉਹਨਾਂ ਨੂੰ ਹਰ ਸਮੱਸਿਆ ਤੋਂ ਜਾਣੂ ਕਰਵਾਉਂਦੇ ਤੇ ਇਹਦਾ ਯੋਗ ਹੱਲ ਦੱਸਣ ਦੀ ਕੋਸ਼ਿਸ਼ ਵੀ ਕਰਦੇ। ਨੀਲਮ ਜੀ ਕਿਸੇ ਵੀ ਬੰਦੀ ਦੁਆਰਾ ਸਮੱਸਿਆ ਦੱਸੇ ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਪੁੱਛਦੇ ਕਿ ਕੀ ਇਹ ਸਮੱਸਿਆ ਨਿੱਜੀ ਹੈ ਜਾਂ ਬਹੁ ਗਿਣਤੀ ਦੀ ਸਮੱਸਿਆ ਹੈ। ਜੇ ਵਿਅਕਤੀ ਇਹ ਕਹਿੰਦਾ ਕਿ ਨਿੱਜੀ ਹੈ ਤਾਂ ਉਹਨੂੰ ਇੱਕ ਪਾਸੇ ਲਿਜਾ ਕੇ ਇਕੱਲੇ 'ਚ ਪੁੱਛਦੇ ਤੇ ਜੇ ਸਮੱਸਿਆ ਸਭ ਦੀ ਸਾਂਝੀ ਹੁੰਦੀ ਤਾਂ ਸਭ ਦੀ ਹਾਜ਼ਰੀ 'ਚ ਪੁੱਛਦੇ। ਉਹਨਾਂ ਦਾ ਹਰ ਕੰਮ ਨੂੰ ਕਰਨ ਦਾ ਤਰੀਕਾ ਬਹੁਤ ਹੀ ਅਨੋਖਾ ਸੀ। ਕਿਸੇ ਵਿਦਵਾਨ ਨੇ ਬਿਲਕੁਲ ਸਹੀ ਕਿਹਾ ਕਿ ਪੜ੍ਹੇ ਲਿਖੇ ਬੰਦੇ ਕੋਈ ਅਲੱਗ ਕੰਮ ਨਹੀਂ ਕਰਦੇ, ਬਲਕਿ ਉਹ ਹਰ ਕੰਮ ਨੂੰ ਅਲੱਗ ਢੰਗ ਨਾਲ ਕਰਦੇ ਹਨ। ਨੀਲਮ ਜੀ ਦੇ ਸਕਾਰਾਤਮਕ ਨਜ਼ਰੀਏ ਦਾ ਪ੍ਰਭਾਵ ਕੁਝ ਹੀ ਦਿਨਾਂ 'ਚ ਸਾਰੇ ਬੰਦੀਆਂ, ਮੁਲਾਜ਼ਮਾਂ, ਅਫਸਰਾਂ ਉੱਪਰ ਨਜ਼ਰ ਆਉਣ ਲੱਗ ਪਿਆ। ਜੇਲ੍ਹ ਅੰਦਰ ਦਾ ਅਨੁਸ਼ਾਸਨ ਕਾਫੀ ਵੱਧ ਗਿਆ ਤੇ ਹਰ ਕੰਮ ਸਮੇਂ ਦੀ ਪਾਬੰਦੀ ਅਨੁਸਾਰ ਹੋਣ ਲੱਗ ਪਿਆ। ਸਭ ਦੇ ਅੰਦਰੋਂ ਟਾਲ ਮਟੋਲ ਦੀ ਆਦਤ ਫੁਰ ਕਰਕੇ ਉੱਡ ਗਈ ਤੇ ਹਰ ਕੰਮ ਬਹੁਤ ਤੁਰਤ ਫੁਰਤ ਹੋਣ ਲੱਗ ਪਿਆ। ਇੱਕ ਦਿਨ ਨੀਲਮ ਜੀ ਅਚਾਨਕ ਕੈਦੀ ਅਹਾਤੇ 'ਚ ਪਹੁੰਚ ਗਏ। ਉਸ ਸਮੇਂ ਸ਼ਾਮ ਦੇ 5:30 ਵੱਜ ਚੁੱਕੇ ਸਨ। ਰਾਤ ਲਈ ਰੋਟੀ ਵੰਡੀ ਜਾ ਰਹੀ ਸੀ। ਨੀਲਮ ਜੀ ਰੋਟੀ ਵੰਡਣ ਵਾਲੇ ਕੈਦੀ ਕੋਲ ਜਾ ਖੜੇ ਤੇ ਸਬਜ਼ੀ ਨਾਲ ਭਰਿਆ ਬਰਤਨ ਚੈੱਕ ਕਰਨ ਲੱਗੇ। ਸਬਜ਼ੀ ਵਾਲਾ ਬਰਤਨ ਸਟੀਲ ਦਾ ਸਾਫ਼ ਸੁਥਰਾ ਡਰਮ ਸੀ। ਉਹਨਾਂ ਨੇ ਹੱਥ ਉੱਪਰ ਕੁਝ ਸਬਜ਼ੀ ਪਾ ਕੇ ਇਹਦਾ ਸਵਾਦ ਵੇਖਿਆ ਤੇ ਆਪਣੀ ਸੰਤੁਸ਼ਟੀ ਜਤਾਈ। ਜਦੋਂ ਉਹਨਾਂ ਦੀ ਨਜ਼ਰ ਰੋਟੀਆਂ ਉੱਪਰ ਪਈ ਤਾਂ ਉਹਨਾਂ ਨੂੰ ਬੜੀ ਨਿਰਾਸ਼ਾ ਹੋਈ। ਰੋਟੀ ਦੀ ਬੁਰਕੀ ਖਾਂਦਿਆਂ ਉਹਨਾਂ ਨੇ ਕਿਹਾ ਕਿ ਇਸ ਰੋਟੀ ਨੂੰ ਖਾਣ ਵਿੱਚ ਤਾਂ ਜਾਨਵਰਾਂ ਨੂੰ ਵੀ ਪਰੇਸ਼ਾਨੀ ਹੋਵੇ, ਤੁਸੀਂ ਇਹਨੂੰ ਕਿਵੇਂ ਖਾ ਲੈਂਦੇ ਹੋ? ਉਹਨਾਂ ਨੇ ਲੰਗਰ ਇੰਚਾਰਜ ਹੌਲਦਾਰ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਰੋਟੀ 'ਚ ਪੂਰਾ ਸੁਧਾਰ ਕਰਨ ਦੀ ਸਖਤ ਹਦਾਇਤ ਕੀਤੀ। ਉਸ ਦਿਨ ਤੋਂ ਲੰਗਰ 'ਚ ਕੰਮ ਕਰਨ ਵਾਲੇ ਬੰਦੇ ਰੋਟੀ ਦੀ ਆਕਾਰ ਤੇ ਇਹਦੀ ਲੰਬਾਈ ਚੌੜਾਈ ਦਾ ਪੂਰਾ ਖਿਆਲ ਰੱਖਣ ਲੱਗ ਪਏ। ਹੌਲੀ-ਹੌਲੀ ਰੋਟੀ ਸੰਬੰਧੀ ਕਾਫੀ ਸ਼ਿਕਾਇਤਾਂ ਦੂਰ ਹੋ ਗਈਆਂ। ਜੇਲ੍ਹ ਅੰਦਰ ਡਾਕਟਰੀ ਸਹੂਲਤਾਂ ਦੀ ਹਾਲਤ ਸ਼ੁਰੂ ਤੋਂ ਹੀ ਖਸਤਾ ਸੀ ਤੇ ਹੁਣ ਵੀ ਅਜਿਹੀ ਚੱਲ ਰਹੀ ਸੀ। ਹਰ ਰੋਜ਼ ਕਿਸੇ ਨਾ ਕਿਸੇ ਅਹਾਤੇ ਵਿਖੇ ਡਾਕਟਰ ਵਿਰੁੱਧ ਸ਼ਿਕਾਇਤ ਹੁੰਦੀ ਸੀ। ਨੀਲਮ ਜੀ ਨੇ ਡਾਕਟਰਾਂ ਨੂੰ ਹਸਪਤਾਲ ਦੀ ਹਾਲਤ ਸੁਧਾਰਨ ਤੇ ਬੰਦੀਆਂ ਪ੍ਰਤੀ ਆਮ ਇਨਸਾਨਾਂ ਵਾਲਾ ਰਵੱਈਆ ਵਰਤਣ ਦੀ ਸਲਾਹ ਦਿੱਤੀ, ਪਰ ਇਹ ਬੇਸ਼ਰਮ ਡਾਕਟਰ ਤਾਂ ਕਿਸੇ ਕੁੱਤੇ ਦੀ ਪੂਛ ਵਾਂਗ ਸਨ ਤੇ ਇਹਨਾਂ ਉੱਪਰ ਕਿਸੇ ਵੀ ਸ਼ਿਕਾਇਤ ਦਾ ਕੋਈ ਅਸਰ ਨਹੀਂ ਸੀ। ਦੋਸਤੋ, ਅਸਲ 'ਚ ਸਾਡੇ ਸਮਾਜ ਵਿੱਚ ਡਾਕਟਰਾਂ ਨੂੰ ਇੱਕ ਖਾਸ ਸਤਿਕਾਰਯੋਗ ਸਥਾਨ ਹਾਸਲ ਹੈ ਤੇ ਹਰ ਪੜ੍ਹਿਆ ਲਿਖਿਆ ਇਨਸਾਨ ਇਹਨਾਂ ਡਾਕਟਰਾਂ ਦੁਆਰਾ ਪੜ੍ਹਾਈ ਉੱਪਰ ਕੀਤੀ ਮਿਹਨਤ ਦੀ ਕਦਰ ਕਰਨ ਕਰਕੇ ਇਹਨਾਂ ਪ੍ਰਤੀ ਨਰਮ ਵਤੀਰਾ ਰੱਖਦਾ ਹੈ। ਪਰ ਜੇਲ੍ਹ ਦੇ ਆਦਮਖੋਰ ਡਾਕਟਰ ਨੀਲਮ ਕਿਸ਼ੋਰ ਜੀ ਦੇ ਤਹਿਜ਼ੀਬਪੂਰਨ ਤੇ ਨਰਮ ਰਵੱਈਏ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ ਤੇ ਮਰਨ ਵਾਲੇ ਬੰਦਿਆਂ ਦੀ ਔਸਤਨ ਗਿਣਤੀ ਪਹਿਲਾਂ ਵਾਂਗ ਚੱਲ ਰਹੀ ਸੀ। ਇੱਕ ਦਿਨ ਇੱਕ ਬੰਦੀ ਦੇ ਮਰਨ ਦੀ ਖਬਰ ਸੁਣ ਕੇ
ਇਸ ਭਲੇ ਅਫਸਰ ਨੇ ਹੁਕਮ ਕੀਤਾ ਕਿ ਅੱਗੇ ਤੋਂ ਹਰੇਕ ਗੰਭੀਰ ਮਰੀਜ਼ ਨੂੰ ਐਮਰਜੈਂਸੀ ਗਾਰਡ ਲਗਾ ਕੇ ਤੁਰੰਤ ਸਰਕਾਰੀ ਹਸਪਤਾਲ ਭੇਜਿਆ ਜਾਏਗਾ ਤੇ ਉਹਨਾਂ ਨੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਲੈ ਜਾਣ ਲਈ ਇੱਕ ਵੱਖਰੀ ਗਾਰਡ ਟੁਕੜੀ ਦਾ ਪ੍ਰਬੰਧ ਕਰਨ ਹਿੱਤ ਐਸਐਸਪੀ ਪਟਿਆਲਾ ਨੂੰ ਚਿੱਠੀ ਵੀ ਭੇਜੀ। ਉਹਨਾਂ ਨੇ ਇਸ ਯਤਨ ਸਦਕਾ ਜਲਦੀ ਹਸਪਤਾਲ ਗਾਰਡ ਦੀ ਇੱਕ ਵੱਖਰੀ ਟੁਕੜੀ ਤਾਇਨਾਤ ਕਰ ਦਿੱਤੀ ਗਈ। ਨੀਲਮ ਜੀ ਸਾਡੇ ਦੇਸ਼ ਦੇ ਸਿਸਟਮ ਦੀਆਂ ਕਮੀਆਂ ਤੋਂ ਪਹਿਲਾਂ ਹੀ ਵਾਕਿਫ ਸਨ, ਪਰ ਹੁਣ ਉਹ ਜੇਲ੍ਹ ਦੇ ਸਿਸਟਮ ਦੀਆਂ ਕਮੀਆਂ ਤੋਂ ਵੀ ਜਾਣੂ ਹੋ ਗਏ। ਉਹਨਾਂ ਨੇ ਇਹਨਾਂ ਕਮੀਆਂ ਨੂੰ ਦੂਰ ਕਰਨ ਦੇ ਕਾਫੀ ਯਤਨ ਕੀਤੇ। ਉਹਨਾਂ ਦੇ ਹਰ ਅਹਾਤੇ ਦੇ ਇੰਚਾਰਜ ਸਹਾਇਕ ਸੁਪਰਡੈਂਟ ਲਈ ਇੱਕ ਸ਼ਿਕਾਇਤ ਰਜਿਸਟਰ ਆਪਣੇ ਕੋਲ ਰੱਖਣਾ ਲਾਜ਼ਮੀ ਕਰ ਦਿੱਤਾ ਤੇ ਹਦਾਇਤ ਕੀਤੀ ਕਿ ਹਰ ਵਿਅਕਤੀ ਨੂੰ ਉਹਦਾ ਸ਼ਿਕਾਇਤ ਨੰਬਰ ਦਿੱਤਾ ਜਾਏ ਤੇ ਸਮੱਸਿਆ ਦਾ ਹੱਲ ਕਰਨ ਲਈ ਕੋਈ ਨਿਸ਼ਚਿਤ ਤਾਰੀਖ ਵੀ ਦਿੱਤੀ ਜਾਏ ਤਾਂ ਜੋ ਬੰਦੀ ਇਸ ਨਿਸ਼ਚਿਤ ਮਿਤੀ ਤੱਕ ਅਫਸਰ ਕੋਲੋਂ ਪੁੱਛ ਸਕੇ ਕਿ ਮੇਰੀ ਸਮੱਸਿਆ ਦਾ ਹੱਲ ਹੋਇਆ ਜਾਂ ਨਹੀਂ। ਇੱਕ ਦਿਨ ਉਹਨਾਂ ਨੇ ਸਾਰੇ ਬੰਦੀਆਂ ਨੂੰ ਇਕੱਠਾ ਕਰਕੇ ਸਿੱਖਿਆ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਪੜ੍ਹਨ 'ਚ ਦਿਲਚਸਪੀ ਰੱਖਣ ਵਾਲੇ ਹਰੇਕ ਬੰਦੇ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਉਣਗੇ ਤੇ ਅੱਗੇ ਤੋਂ ਪੜ੍ਹਾਈ 'ਚ ਪਾਸ ਹੋਣ ਵਾਲੇ ਹਰੇਕ ਕੈਦੀ ਨੂੰ ਵਿਸ਼ੇਸ਼ ਸਹੂਲਤ ਵੀ ਦਿੱਤੀ ਜਾਏਗੀ। ਮੈਂ ਜਲਦੀ ਸਿੱਖਿਆ ਦੇ ਚਾਹਵਾਨ ਬੰਦੀਆਂ ਦੀਆਂ ਲਿਸਟਾਂ ਤਿਆਰ ਕਰ ਲਈਆਂ ਤੇ ਨੀਲਮ ਜੀ ਕੋਲ ਲੈ ਗਿਆ। ਇਹਨਾਂ ਲਿਸਟਾਂ 'ਚ ਕੁਝ ਅਜਿਹੇ ਬੰਦੀਆਂ ਦੇ ਨਾਮ ਸਨ ਜੋ ਦੋ ਕੋਰਸ ਇਕੱਠੇ ਕਰਨਾ ਚਾਹੁੰਦੇ ਸਨ। ਮੈਂ ਨੀਲਮ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਅਜਿਹੇ ਬੰਦੀਆਂ ਨੂੰ ਸਮਝਾਇਆ ਜਾਏ ਕਿ ਜੇ ਉਹ ਆਪਣੇ ਆਪ ਨੂੰ ਇਕੱਠੇ 2 ਕੋਰਸ ਕਰਨ ਦੇ ਕਾਬਿਲ ਸਮਝਦੇ ਹੋਣ ਤਦ ਹੀ ਉਹਨਾਂ ਦੀ ਫੀਸ ਭਰਨ, ਨਹੀਂ ਤਾਂ ਇੱਕੋ ਕੋਰਸ ਨੂੰ ਮਨ ਲਗਾ ਕੇ ਕਰਨ। मेरी गल सुन के नीलम जी मुस्कुरा पाए थे, कहने लगे ये तो और भी अच्छी बात है कि कुछ लोग 2 कोर्स इकट्ठे करना चाहते हैं। तुम उनको 2 की बजाय 3 कोर्स करने के लिए प्रेरित करो। अगर वो इन तीनों में से किसी में भी पास हो गए तो उनको सारी जिंदगी के लिए एक नई दिशा मिल जाएगी। मैं उन्हां दी गल सुन के बिल्कुल हैरान हो गया ते सोचिया कि इस इंसान नूं पुलिस अफसर नहीं बल्कि एक दार्शनिक होना चाहिए। ਦੋਸਤੋ ਅਜਿਹੇ ਇਨਸਾਨਾਂ ਵਿੱਚੋਂ ਸਨ ਜੋ ਸਾਡੇ ਸਿਸਟਮ ਦੀਆਂ ਕਮੀਆਂ ਨੂੰ ਸਭ ਦੇ ਸਾਹਮਣੇ ਲਿਆ ਕੇ ਤੇ ਉਹਨਾਂ 'ਚ ਯੋਗ ਸੁਧਾਰ ਕਰਕੇ ਸਮਾਜ ਨੂੰ ਹਰ ਸਮੱਸਿਆ ਪ੍ਰਤੀ ਇੱਕ ਸਕਾਰਾਤਮਕ ਨਜ਼ਰੀਆ ਪ੍ਰਦਾਨ ਕਰਦੇ ਹਨ। ਅਜਿਹੇ ਵਿਅਕਤੀ ਇਹ ਸੋਚ ਰੱਖਦੇ ਹਨ ਕਿ ਜਿਵੇਂ ਪਾਣੀ 'ਚ ਵੜੇ ਬਿਨਾਂ ਤੈਰਨਾ ਨਹੀਂ ਸਿੱਖਿਆ ਜਾ ਸਕਦਾ, ਉਵੇਂ ਸਿਸਟਮ ਦੀਆਂ ਕਮੀਆਂ ਦਾ ਸਾਹਮਣਾ ਕੀਤੇ ਬਿਨਾਂ ਇਹਨਾਂ ਦਾ ਯੋਗ ਹੱਲ ਵੀ ਨਹੀਂ ਲੱਭਿਆ ਜਾ ਸਕਦਾ। ਅਜਿਹੇ ਵਿਅਕਤੀ ਹਰ ਸਮੱਸਿਆ ਦਾ ਡਟ ਕੇ ਸਾਹਮਣਾ ਕਰਦੇ ਹਨ ਤੇ ਨਵੇਂ ਇਤਿਹਾਸ ਸਿਰਜਦੇ ਹਨ। ਨੀਲਮ ਜੀ ਨੇ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕਰਕੇ ਲਗਭਗ 37 ਬੰਦੀਆਂ ਦੀ BA ਦੀ ਦਾਖਲਾ ਫੀਸ ਤੇ 57 ਬੰਦੀਆਂ ਦੀ 12ਵੀਂ ਕਲਾਸ ਦੀ ਦਾਖਲਾ ਫੀਸ ਭਰਵਾ ਦਿੱਤੀ। 2 ਬੰਦੀਆਂ ਨੇ ਆਪਣੇ ਖਰਚੇ ਨਾਲ MA ਦੀ ਦਾਖਲਾ ਫੀਸ ਭਰੀ ਤੇ 2 ਬੰਦੀ ਅਕਤੂਬਰ 'ਚ ਹੋਣ ਵਾਲੀ ਦਾਖਲਾ ਪ੍ਰੀਖਿਆ 'ਚ ਬੈਠਣ ਜਾ ਰਹੇ ਹਨ। ਹੁਣ ਪਟਿਆਲਾ ਸ਼ਹਿਰ ਦੇ ਸੁਧਾਰ ਘਰ ਦੀ ਨਕਸ਼ੋ ਨੁਹਾਰ ਬਦਲ ਚੁੱਕੀ ਸੀ। ਨਸ਼ੇ ਨੂੰ ਪੂਰੀ ਤਰ੍ਹਾਂ ਨਕੇਲ ਪਾਈ ਜਾ ਚੁੱਕੀ ਸੀ। ਜੇਲ੍ਹ ਦਾ ਗਰਾਊਂਡ ਸਵੇਰੇ 6:30 ਵਜੇ ਖਿਡਾਰੀਆਂ ਨਾਲ ਪੂਰੀ ਤਰ੍ਹਾਂ ਭਰ ਜਾਂਦਾ ਸੀ। ਨੀਲਮ ਜੀ ਮੈਡੀਟੇਸ਼ਨ ਕਰਨ ਲਈ ਸਵੇਰੇ 6 ਵਜੇ ਮੰਦਿਰ ਵਿਖੇ ਪਹੁੰਚ ਜਾਂਦੇ ਸਨ। ਜੇਲ੍ਹ ਦੇ ਨੌਜਵਾਨ ਅਫਸਰ, ਵਾਰਡਰ ਤੇ ਬੰਦੀ ਆਪੋ ਆਪਣੀਆਂ ਦਿਲਚਸਪੀਆਂ ਦੀ ਖੇਡ 'ਚ ਭਾਗ ਲੈਣ ਲਈ ਸਵੇਰੇ ਗਰਾਊਂਡ 'ਚ ਪਹੁੰਚ ਜਾਂਦੇ ਸਨ। ਕੁਝ ਬੰਦੀ ਖਿਡਾਰੀ ਗਰਾਊਂਡ ਦਾ ਘਾਹ ਕੱਟਦੇ ਨਜ਼ਰ ਆਉਂਦੇ, ਕੁਝ ਕਲੀ ਨਾਲ ਆਪੋ ਆਪਣੇ ਮੈਦਾਨ 'ਚ ਨਿਸ਼ਾਨ ਲਗਾ ਰਹੇ ਹੁੰਦੇ। ਕ੍ਰਿਕਟ ਦੇ ਖਿਡਾਰੀ ਆਪਣੀ ਪਿੱਚ ਉੱਪਰ ਰੋਲਰ ਮਾਰਦੇ ਨਜ਼ਰ ਆਉਂਦੇ ਤੇ ਵਾਲੀਬਾਲ ਤੇ ਫੁੱਟਬਾਲ ਦੇ ਖਿਡਾਰੀਆਂ ਦੀਆਂ ਕਿਲਕਾਰੀਆਂ ਜੇਲ੍ਹ ਦੇ ਮਾਹੌਲ 'ਚ ਇੱਕ ਨਵੇਂ ਜੋਸ਼ ਦਾ ਪ੍ਰਸਾਰ ਕਰਦੀਆਂ ਨਜ਼ਰ ਆਉਂਦੀਆਂ। ਇੱਧਰ ਗਰਾਊਂਡ ਦੇ ਸਾਹਮਣੇ ਮੰਦਿਰ ਦੇ ਵਿਹੜੇ 'ਚ ਮੈਂ ਤੇ ਨੀਲਮ ਕਿਸ਼ੋਰ ਜੀ ਦੂਜੇ ਬੰਦੀਆਂ ਸਹਿਤ ਦੁਨੀਆ ਤੋਂ ਬੇਖਬਰ ਸਮਾਧੀ ਮਗਨ ਹਾਲਤ 'ਚ ਬੈਠੇ ਨਜ਼ਰ ਆਉਂਦੇ। ਕੁਸ਼ਤੀ ਤੇ ਕਬੱਡੀ ਦੇ ਸ਼ੌਕੀਨ ਦਰਸ਼ਕ ਆਪਣੇ ਪਸੰਦੀਦਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਨਜ਼ਰ ਆਉਂਦੇ। ਦੋਸਤੋ, ਇਸ ਤੋਂ ਪਹਿਲਾਂ ਅਜਿਹਾ ਮਾਹੌਲ ਅਸਲੀਅਤ 'ਚ ਦੇਖਣਾ ਤਾਂ ਦੂਰ ਦੀ ਗੱਲ, ਮੈਂ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਸਾਰੇ ਖਿਡਾਰੀਆਂ ਦੇ ਆਪੋ ਆਪਣੇ ਖੇਡ ਮੁਤਾਬਕ ਵੱਖੋ ਵੱਖਰੇ ਰੰਗ ਦੀ ਵਰਦੀ ਪਾਈ ਹੁੰਦੀ। ਇਹ ਵਰਦੀ ਨੀਲਮ ਜੀ ਦੀ ਪਤਨੀ ਨੇ ਆਪਣੇ ਸ਼ੁਭ ਹੱਥਾਂ ਨਾਲ ਖਿਡਾਰੀਆਂ ਨੂੰ ਵੰਡੀ ਸੀ। ਸ਼ਾਮ ਨੂੰ 3 ਵਜੇ ਕੈਦੀ ਅਹਾਤੇ 'ਚ ਭੰਗੜਾ ਸਿਖਾਇਆ ਜਾਂਦਾ ਤੇ ਇਸ ਕੰਮ ਲਈ ਇੱਕ ਯੋਗ ਭੰਗੜਾ ਕੋਚ ਨੂੰ ਨਿਯੁਕਤ ਕੀਤਾ ਗਿਆ। ਸ਼ਾਮ ਨੂੰ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਤੇ ਰਣਜੀਤ ਅਵਾਰਡ ਜੇਤੂ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਜੀ ਵਾਲੀਬਾਲ ਖਿਡਾਰੀਆਂ ਨੂੰ ਕੋਚਿੰਗ ਦਿੰਦੇ। ਮੈਂ ਕਿਸੇ ਵੀ ਹਾਲਤ 'ਚ ਅਜਿਹੇ ਨਿਪੁੰਨ ਉਸਤਾਦ ਦੁਆਰਾ ਦਿੱਤੀ ਗਈ ਸਿੱਖਿਆ ਤੋਂ ਵਾਂਝਿਆ ਨਹੀਂ ਰਹਿਣਾ ਚਾਹੁੰਦਾ ਸਾਂ। ਇਸ ਲਈ ਹਰ ਸ਼ਾਮ 4:15 ਵਜੇ ਤੋਂ 4:15 ਵਜੇ ਹੀ ਗਰਾਊਂਡ ਵਿਖੇ ਪਹੁੰਚ ਜਾਂਦਾ। ਸ਼ਰਾਰਤੀ ਅਨਸਰਾਂ ਦੀਆਂ ਕਰਤੂਤਾਂ ਨੂੰ ਨੱਥ ਪਾਉਣ ਲਈ ਖਿਡਾਰੀਆਂ ਤੇ ਵਿਦਿਆਰਥੀਆਂ ਦੇ ਪਾਸ ਬਣਾ ਦਿੱਤੇ ਗਏ ਸਨ। ਹਰੇਕ ਬੰਦੀ ਦੇ ਅਹਾਤੇ ਤੋਂ ਬਾਹਰ ਨਿਕਲਣ ਸਮੇਂ ਉਹਦਾ ਪਾਸ ਚੈੱਕ ਕੀਤਾ ਜਾਂਦਾ ਤੇ ਉਹਨੂੰ ਸਿਰਫ ਉਸ ਸਮੇਂ ਬਾਹਰ ਜਾਣ ਦੀ ਇਜਾਜ਼ਤ ਹੁੰਦੀ
ਜੋ ਸਮਾਂ ਉਹਦੇ ਪਾਸ ਉੱਪਰ ਦਰਜ ਕੀਤਾ ਗਿਆ ਹੁੰਦਾ। ਜੇਲ੍ਹ ਦਾ ਸਾਰਾ ਕਾਰ ਵਿਹਾਰ ਬੜੀ ਸੁਨਿਯੋਜਿਤ ਢੰਗ ਨਾਲ ਚੱਲ ਰਿਹਾ ਸੀ ਤੇ ਕਿ ਇਹਦਾ ਸਿਹਰਾ ਇਸ ਦਾਰਸ਼ਨਿਕ ਅਫਸਰ ਦੇ ਸਿਰ ਜਾਂਦਾ ਸੀ। ਪਟਿਆਲੇ ਦੇ ਸੁਧਾਰ ਘਰ ਵਿਖੇ ਨੀਲਮ ਜੀ ਦੀ ਨਿਯੁਕਤੀ ਤੋਂ ਪਹਿਲਾਂ ਸਾਰੇ ਬੰਦੀਆਂ ਲਈ ਇਹ ਸਭ ਤੋਂ ਵੱਡਾ ਪ੍ਰਸ਼ਨ ਹੁੰਦਾ ਸੀ ਕਿ ਜੇਲ੍ਹ ਅੰਦਰ ਵਕਤ ਕਿਵੇਂ ਲੰਘਾਇਆ ਜਾਏ। ਪਰ ਹੁਣ ਸਾਰੇ ਬੰਦੀਆਂ ਤੇ ਜੇਲ੍ਹ ਕਰਮਚਾਰੀਆਂ ਦਾ ਜਿਉਣ ਢੰਗ ਇਸ ਤਰ੍ਹਾਂ ਰੁਝੇਵੇਂ ਭਰਿਆ ਹੋ ਗਿਆ ਸੀ ਜਿਵੇਂ ਉਹ ਕਿਸੇ ਉਚੇਰੇ ਮਿਸ਼ਨ ਦੀ ਪ੍ਰਾਪਤੀ ਕਰਨ 'ਚ ਲੱਗੇ ਹੋਏ ਹੋਣ। ਵੈਸੇ ਵੇਖਿਆ ਜਾਏ ਤਾਂ ਇਹਨਾਂ ਵਿਗੜੇ ਤਿਗੜੇ ਇਨਸਾਨਾਂ ਨੂੰ ਸਵੈ ਸੁਧਾਰ ਦੇ ਰਸਤੇ ਉੱਪਰ ਤੋਰਨਾ ਵੀ ਕਿਸੇ ਉਚੇਰੇ ਮਿਸ਼ਨ ਤੋਂ ਘੱਟ ਨਹੀਂ ਸੀ। ਮੇਰਾ ਰੋਜ਼ਮर्रा ਦਾ ਜੀਵਨ ਵੀ ਰੁਝੇਵੇਂ ਭਰਿਆ ਹੋ ਗਿਆ ਸੀ ਤੇ ਮੈਂ ਇਸ ਜੀਵਨ ਦਾ ਪੂਰਾ ਆਨੰਦ ਉਠਾ ਰਿਹਾ ਸੀ। ਜ਼ਿੰਦਗੀ ਦੀ ਰਫ਼ਤਾਰ ਬਹੁਤ ਸੋਹਣੇ ਢੰਗ ਨਾਲ ਚੱਲ ਰਹੀ ਸੀ। ਮੈਂ ਸਵੇਰੇ 6 ਵਜੇ ਉੱਠ ਕੇ ਨਹਾ ਧੋ ਕੇ ਮੰਦਰ ਵਿਖੇ ਮੈਡੀਟੇਸ਼ਨ ਕਰਨ ਪਹੁੰਚ ਜਾਂਦਾ ਸਾਂ। 6:30 ਵਜੇ ਤੋਂ 8:30 ਵਜੇ ਤੱਕ ਕੈਨੇਡਾ ਵਾਲੇ ਪੀਟਰ ਜੀ ਸਾਨੂੰ ਮੈਡੀਟੇਸ਼ਨ ਕਰਵਾਉਂਦੇ ਸਨ। ਉਹ ਆਰਟ ਆਫ ਲਿਵਿੰਗ ਸੰਸਥਾ ਦੇ ਪ੍ਰਮੁੱਖ ਮੈਂਬਰਾਂ 'ਚੋਂ ਸਨ ਤੇ ਸ਼੍ਰੀ ਰਵੀ ਸ਼ੰਕਰ ਜੀ ਦੇ ਸ਼ਿਸ਼ ਸਨ। ਉਹ ਕੈਨੇਡਾ ਦੇ ਸਥਾਈ ਨਾਗਰਿਕ ਸਨ ਤੇ ਸਾਲ 'ਚ 1 ਮਹੀਨੇ ਲਈ ਆਪਣੇ ਮਾਤਾ ਪਿਤਾ ਨੂੰ ਮਿਲਣ ਭਾਰਤ ਆਉਂਦੇ ਸਨ ਤੇ ਨੀਲਮ ਜੀ ਨੇ ਨਿੱਜੀ ਤੌਰ ਤੇ ਉਹਨਾਂ ਕੋਲ ਜਾ ਕੇ ਬੰਦੀਆਂ ਨੂੰ ਮੈਡੀਟੇਸ਼ਨ ਸਿਖਾਉਣ ਦੀ ਬੇਨਤੀ ਕੀਤੀ ਸੀ। ਪੀਟਰ ਜੀ ਬੜੀ ਰੀਝ ਨਾਲ ਸਾਨੂੰ ਇਹ ਸ਼ਾਂਤੀ ਪ੍ਰਾਪਤੀ ਦਾ ਹੁਨਰ ਸਿਖਾਉਂਦੇ। ਉਹ ਬੰਦੀਆਂ ਦੀ ਲਗਨ ਵੇਖ ਕੇ ਬਹੁਤ ਹੈਰਾਨ ਹੁੰਦੇ ਤੇ ਕਿਹਾ ਕਰਦੇ, ਇੰਨੀ ਲਗਨ ਨਾਲ ਤਾਂ ਲੋਕ ਬਾਹਰ ਵੀ ਨਹੀਂ ਸਿੱਖਦੇ, ਭਾਵੇਂ ਉਹ ਹਜ਼ਾਰਾਂ ਰੁਪਏ ਖਰਚ ਕੇ ਹੀ ਸਿੱਖਣ ਆਉਂਦੇ ਹਨ। ਪੀਟਰ ਜੀ ਨੇ ਸਾਨੂੰ ਹੁਕਮ ਕੀਤਾ ਸੀ ਕਿ ਇਸ ਨੂੰ ਘੱਟੋ ਘੱਟ 90 ਦਿਨ ਲਗਾਤਾਰ ਦੁਹਰਾਇਆ ਜਾਏ। ਸਾਨੂੰ ਸਾਰਿਆਂ ਨੂੰ ਇਹਦਾ ਇੰਨਾ ਸਵਾਦ ਪੈ ਗਿਆ ਕਿ ਅਸੀਂ 1 ਦਿਨ ਲਈ ਵੀ ਇਹਨੂੰ ਛੱਡ ਨਹੀਂ ਸਕੇ। ਮੈਡੀਟੇਸ਼ਨ ਕਰਨ ਨਾਲ ਸਾਡੇ ਸਰੀਰ ਅੰਦਰ ਸਕਾਰਾਤਮਕ ਊਰਜਾ ਦਾ ਬਹੁਤ ਜ਼ਿਆਦਾ ਪ੍ਰਸਾਰ ਹੋਇਆ ਤੇ ਹਉਮੈ ਦੀ ਭਾਵਨਾ ਬਿਲਕੁਲ ਖਤਮ ਹੋ ਗਈ। ਇਸ ਨਾਲ ਸਾਨੂੰ ਕ੍ਰੋਧ ਤੇ ਮਾਨਸਿਕ ਤਣਾਅ ਤੋਂ ਵੀ ਮੁਕਤੀ ਮਿਲੀ। ਜਿਹੜੇ ਬੰਦੇ ਮਾਨਸਿਕ ਤਣਾਅ ਕਾਰਨ ਨੀਂਦ ਦੀ ਦਵਾਈ ਖਾ ਕੇ ਸੌਂਦੇ ਸਨ, ਉਹਨਾਂ ਨੇ ਦਵਾਈ ਖਾਣੀ ਬਿਲਕੁਲ ਛੱਡ ਦਿੱਤੀ। ਮੇਰੇ ਕੰਮ ਕਰਨ ਦੀ ਸਮਰੱਥਾ ਵਿੱਚ ਅਦਭੁਤ ਵਾਧਾ ਹੋਇਆ ਤੇ ਮੇਰਾ ਸਰੀਰ ਲਗਭਗ ਅਣਥੱਕ ਹੋ ਗਿਆ। ਤਕਰੀਬਨ 8:30 ਵਜੇ ਤੋਂ 9 ਵਜੇ ਤੱਕ ਅੱਧਾ ਘੰਟਾ ਨਾਸ਼ਤਾ ਕਰਨ, 9 ਵਜੇ ਤੋਂ 12 ਤੱਕ ਜੇਲ੍ਹ ਪ੍ਰਸ਼ਾਸਨ ਦੁਆਰਾ ਸੌਂਪਿਆ ਇਗਨੂ ਸਟੱਡੀ ਸੈਂਟਰ ਦਾ ਕੰਮ ਸੰਭਾਲਦਾ। ਲਗਭਗ 12 ਵਜੇ ਤੋਂ 2:30 ਵਜੇ ਤੱਕ ਮੇਰੀ ਰਿਸਰਚ ਸੰਬੰਧੀ ਪੜ੍ਹਾਈ ਚੱਲਦੀ ਰਹਿੰਦੀ। 2:30 ਤੋਂ 3 ਵਜੇ ਤੱਕ ਮੈਂ ਕੁਝ ਆਰਾਮ ਕਰਦਾ ਤੇ ਚਾਹ ਪੀ ਲੈਂਦਾ। 3 ਵਜੇ ਤੋਂ 4:15 ਵਜੇ ਤੱਕ ਸਾਡਾ ਵੇਟ ਲਿਫਟਿੰਗ ਦਾ ਟ੍ਰੇਨਿੰਗ ਸੈਸ਼ਨ ਚੱਲਦਾ। ਦੋਸਤੋ, ਅੱਜ ਦੇ ਯੁੱਗ 'ਚ ਜ਼ਮਾਨੇ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਕਸਰਤ ਬਹੁਤ ਹੀ ਜ਼ਰੂਰੀ ਚੀਜ਼ ਹੈ। ਇਹ ਸਾਨੂੰ ਕਈ ਰੋਗਾਂ ਤੋਂ ਬਚਾ ਕੇ ਰੱਖਦੀ ਹੈ ਤੇ ਸਰੀਰਕ ਸੁੰਦਰਤਾ 'ਚ ਵੀ ਵਾਧਾ ਕਰਦੀ ਹੈ। ਵੇਟ ਲਿਫਟਿੰਗ ਟ੍ਰੇਨਿੰਗ ਦੌਰਾਨ ਮੈਂ ਲਗਭਗ 2 ਲੀਟਰ ਪਾਣੀ ਪੀ ਜਾਂਦਾ। 4:15 ਵਜੇ ਮੈਂ 2 ਗਲਾਸ ਨਿੰਬੂ ਪਾਣੀ ਪੀ ਕੇ ਵਾਲੀਬਾਲ ਖੇਡਣ ਲਈ ਗਰਾਊਂਡ ਵਿਖੇ ਪਹੁੰਚ ਜਾਂਦਾ। 4:30 ਵਜੇ ਤੱਕ ਅਸੀਂ ਸਾਰੇ ਖਿਡਾਰੀ ਮੈਦਾਨ 'ਚ ਪਾਣੀ ਛਿੜਕਣ ਤੋਂ ਬਾਅਦ ਆਪਣਾ ਸਰੀਰ ਗਰਮ ਵਾਰਮ ਅਪ ਕਰ ਲੈਂਦੇ ਤੇ ਸਹੀ 4:30 ਵਜੇ ਸਾਡੇ ਕੋਚ ਸ੍ਰੀ ਪ੍ਰਿਤਪਾਲ ਸਿੰਘ ਜੀ ਪਹੁੰਚ ਜਾਂਦੇ। ਉਹ ਆਉਂਦੇ ਸਾਰ ਖਿਡਾਰੀਆਂ ਨੂੰ ਮੌਜੂਦਾ ਦਿਨ ਦੀ ਖੇਡ ਸੰਬੰਧੀ ਹਦਾਇਤਾਂ ਦਿੰਦੇ, ਕੁਝ ਨਵੇਂ ਗੁਰ ਸਿਖਾਉਂਦੇ। 6 ਵਜੇ ਤੱਕ ਵਾਲੀਬਾਲ ਖੇਡ ਕੇ ਮੈਂ ਕ੍ਰਿਕਟ ਪਿੱਚ ਉੱਪਰ ਪਹੁੰਚ ਜਾਂਦਾ। 7 ਵਜੇ ਤੱਕ ਖਿਡਾਰੀਆਂ ਨੂੰ ਪ੍ਰੈਕਟਿਸ ਕਰਾਉਂਦਾ। ਕ੍ਰਿਕਟ ਟੀਮ ਦੀ 5 ਮੈਂਬਰੀ ਕਮੇਟੀ ਦਾ ਮੈਂਬਰ ਹੋਣ ਕਾਰਨ ਮੈਨੂੰ ਕ੍ਰਿਕਟ ਟੀਮ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ। ਮੈਂ ਪਿੱਚ ਦੀ ਦੇਖਭਾਲ ਲਈ ਲੋੜੀਂਦੇ ਕੰਮ ਵੀ ਕਰਦਾ। ਲਗਭਗ 7:15 ਵਜੇ ਬੈਰਕ 'ਚ ਵਾਪਸ ਆ ਕੇ ਮੈਂ ਨਹਾ ਧੋ ਲੈਂਦਾ। ਰੋਟੀ ਖਾ ਕੇ ਅੱਧਾ ਘੰਟਾ ਟੀਵੀ ਦੇਖਣ ਤੋਂ ਬਾਅਦ ਮੈਂ ਕੁਝ ਦੇਰ ਅਖਬਾਰ ਪੜ੍ਹਦਾ ਤੇ ਫਿਰ 10 ਵਜੇ ਆਪਣੀਆਂ ਕਿਤਾਬਾਂ ਪੜ੍ਹਦਾ ਰਹਿੰਦਾ। 10 ਵਜੇ ਸੌਂ ਕੇ ਫਿਰ ਸਵੇਰੇ 6 ਵਜੇ ਉੱਠ ਜਾਂਦਾ। ਦੋਸਤੋ, ਜਿਸ ਜੇਲ੍ਹ ਦੇ ਬੰਦੀ ਦਾ ਰੋਜ਼ਮर्रा ਦਾ ਜੀਵਨ ਇਸ ਪ੍ਰਕਾਰ ਬੀਤ ਰਿਹਾ ਹੋਵੇ, ਉਸ ਜੇਲ੍ਹ ਨੂੰ ਜੇਲ੍ਹ ਨਾ ਕਹਿ ਕੇ ਸੁਧਾਰ ਘਰ ਕਹਿਣਾ ਹੀ ਜ਼ਿਆਦਾ ਠੀਕ ਰਹੇਗਾ। ਇਸ ਸੁਧਾਰ ਘਰ ਨੇ ਮੇਰੇ ਜੀਵਨ ਨੂੰ ਇੱਕ ਨਵੀਂ ਸੇਧ ਦਿੱਤੀ, ਮੇਰੀ ਜ਼ਿੰਦਗੀ ਪ੍ਰਤੀ ਨਜ਼ਰੀਏ ਨੂੰ ਬਦਲਿਆ ਤੇ ਮੈਨੂੰ ਜ਼ਿੰਦਗੀ ਦਾ ਇੱਕ ਨਵਾਂ ਉਦੇਸ਼ ਪ੍ਰਦਾਨ ਕੀਤਾ। ਅੰਗ 14 ਜੁਲਾਈ 2006 ਦੌਰਾਨ ਕੱਟੀ ਪਿਛਲੀ ਛੁੱਟੀ ਸਮੇਂ ਸਟਾਰ ਨਿਊਜ਼ ਚੈਨਲ ਵਾਲਿਆਂ ਨੇ ਮੇਰੀ ਤੇ ਰਿਤੂ ਦੀ ਇੰਟਰਵਿਊ ਲਈ ਸੀ। ਉਹਨਾਂ ਨੇ ਇਸ ਇੰਟਰਵਿਊ ਵਾਸਤੇ ਪਹਿਲੀ ਮਹਿਲਾ IPS ਕਿਰਨ ਬੇਦੀ ਨੂੰ ਵੀ ਬੁਲਾਇਆ ਸੀ। ਕਿਰਨ ਬੇਦੀ ਨੂੰ ਦਿੱਲੀ ਤੇ ਸਾਨੂੰ ਪਟਿਆਲਾ ਦੇ ਸਟੂਡੀਓ ਅੰਦਰ ਬਿਠਾ ਕੇ ਆਧੁਨਿਕ ਤਕਨੀਕ ਦੁਆਰਾ ਜੋੜਿਆ ਗਿਆ ਸੀ। ਉਹਨਾਂ ਮੇਰੇ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਸੀ ਕਿ ਲੜਕਾ ਇੱਕ ਆਦਰਸ਼ ਕੈਦੀ ਵਜੋਂ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰ ਸਕਦਾ ਹੈ। ਇਸ ਇੰਟਰਵਿਊ ਦਾ ਮੀਡੀਆ ਅੰਦਰ ਅਜਿਹਾ ਪ੍ਰਭਾਵ ਬਣਿਆ ਕਿ ਇੱਕ ਦਿਨ ਮੈਨੂੰ ਟਾਈਮਜ਼ ਆਫ ਇੰਡੀਆ ਦੇ ਵਰਿਸ਼ਠ ਪੱਤਰਕਾਰ ਗੁਰਕਿਰਪਾਲ ਸਿੰਘ ਅਸ਼ਕ ਦਾ ਫੋਨ ਆਇਆ। ਉਹਨਾਂ ਨੇ ਮੇਰੇ ਵਿਚਾਰਾਂ ਦੀ ਕਾਫੀ ਸ਼ਲਾਘਾ ਕੀਤੀ ਤੇ ਮੈਨੂੰ ਆਪਣੀ ਸਵੈ ਜੀਵਨੀ ਲਿਖਣ ਵਾਸਤੇ ਪ੍ਰੇਰਿਤ ਕੀਤਾ। ਇਸ ਪ੍ਰੇਰਨਾ ਨੇ ਮੇਰੇ ਅੰਦਰ ਦੀ ਚਿੰਗਾਰੀ ਨੂੰ ਅਜਿਹਾ ਭੜਕਾਇਆ ਕਿ ਮੈਂ ਛੁੱਟੀ ਤੋਂ ਵਾਪਸ ਆ ਕੇ
ਲਗਭਗ 16 ਦਿਨ ਅੰਦਰ ਹੀ ਆਪਣੀ ਆਤਮ ਕਥਾ ਪਟਿਆਲਾ ਜੇਲ੍ਹ 'ਚ 8 ਵਰੇ ਲਿਖ ਛੱਡੀ। ਮੈਂ ਹਰ ਰੋਜ਼ ਰਾਤ ਨੂੰ 1 ਵਜੇ ਤੱਕ ਇੱਕ ਅਧਿਆਇ ਪੂਰਾ ਕਰਕੇ ਹੀ ਸੌਂਦਾ ਸਾਂ। ਲਗਭਗ ਮੈਡੀਟੇਸ਼ਨ ਕਰਨ ਕਰਕੇ ਮੇਰੀ ਅਧਿਆਤਮਕ ਸ਼ਕਤੀ ਤੇ ਸਰੀਰਕ ਊਰਜਾ ਨੇ ਇਸ ਕਾਰਜ ਦੀ ਸੰਪੰਨਤਾ 'ਚ ਮੇਰਾ ਪੂਰਾ ਸਾਥ ਦਿੱਤਾ। ਆਪਣੇ ਵਿਆਹ ਤੋਂ 3 ਦਿਨ ਬਾਅਦ ਹੀ ਮੈਂ ਆਪਣੀ ਸਵੈ ਜੀਵਨੀ ਪੰਜਾਬੀ 'ਚ ਟਾਈਪ ਕਰਵਾ ਕੇ ਉਹਦੀ CD ਅਸ਼ਕ ਸਾਹਿਬ ਨੂੰ ਸੌਂਪ ਦਿੱਤੀ। ਉਹਨਾਂ ਨੇ ਇਸ 'ਚ ਬਹੁਤ ਸਾਰਾ ਸੰਸ਼ੋਧਨ ਕੀਤਾ ਤੇ ਮੇਰੇ ਲੇਖਨ ਗੁਰੂ ਬਣੇ। ਉਹਨਾਂ ਨੇ ਇਸ ਦੇ ਪ੍ਰਕਾਸ਼ਨ ਦੀ ਜ਼ਿੰਮੇਵਾਰੀ ਵੀ ਆਪਣੇ ਇੱਕ ਪ੍ਰਕਾਸ਼ਕ ਮਿੱਤਰ ਨੂੰ ਸੌਂਪ ਦਿੱਤੀ। ਮੇਰੇ ਛੁੱਟੀਆਂ ਵਾਪਸ ਮੁੜਨ ਤੋਂ ਹਫ਼ਤਾ ਭਰ ਬਾਅਦ ਹੀ ਇਹ ਇੱਕ ਕਿਤਾਬ ਦੇ ਰੂਪ 'ਚ ਬਾਜ਼ਾਰ 'ਚ ਆ ਗਈ। ਮੈਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਪੰਜਾਬੀ ਟ੍ਰਿਬਿਊਨ ਦੇ ਪੂਰੇ ਸੰਪਾਦਕੀ ਪੰਨੇ ਉੱਪਰ ਇਸ ਦਾ ਸ੍ਰੀ ਤੇਜਵੰਤ ਮਾਨ ਦੁਆਰਾ ਲਿਖਿਆ ਰਿਵਿਊ ਛਪਿਆ। 2 ਦਿਨਾਂ ਬਾਅਦ ਹੀ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਨੇ ਇਹਦੇ ਉੱਪਰ ਇੱਕ ਵਿਸ਼ੇਸ਼ ਰਿਵਿਊ ਆਰਟੀਕਲ ਪੂਰੇ ਪੰਨੇ ਦਾ ਛਾਪਿਆ। ਮੇਰੇ ਇੱਕ ਸਹਿਬੰਦੀ ਨੇ ਕਿਹਾ, ਇੱਕ ਪੰਜਾਬੀ ਕਿਤਾਬ ਦਾ ਰਿਵਿਊ ਹਿੰਦੁਸਤਾਨ ਟਾਈਮਜ਼ ਅੰਦਰ ਛਪਣਾ ਬਹੁਤ ਹੀ ਵੱਡੀ ਉਪਲਬਧੀ ਹੈ। ਸੁਣ ਕੇ ਮੇਰਾ ਉਤਸ਼ਾਹ ਦੁੱਗਣਾ ਹੋ ਗਿਆ। ਮੈਨੂੰ ਇਹਦੇ ਅਜਿਹੇ ਨਤੀਜਿਆਂ ਦੀ ਉਮੀਦ ਬਿਲਕੁਲ ਨਹੀਂ ਸੀ। ਕਿਤਾਬ ਦੀ ਰਿਲੀਜ਼ ਦੇ ਕਾਰਨ ਹੀ ਮੇਰੇ ਵਿਆਹ ਦੀ ਖਬਰ ਵੀ ਅਖਬਾਰਾਂ ਦੀ ਸੁਰਖੀ ਬਣ ਗਈ। ਮੀਡੀਆ ਵਾਲੇ ਮੇਰੀ ਪਤਨੀ ਤੇ ਪਰਿਵਾਰ ਦੀ ਇੰਟਰਵਿਊ ਲੈਣ ਲਈ ਸਾਡੇ ਘਰ ਪਹੁੰਚਣ ਲੱਗੇ ਸਨ। ਅਖਬਾਰਾਂ ਅੰਦਰ ਮੇਰੀ ਤਸਵੀਰ ਵੇਖ ਕੇ ਮੇਰੇ ਸਾਥੀ ਬੰਦੀ ਕਾਫੀ ਉਤਸ਼ਾਹਿਤ ਹੋ ਉੱਠਦੇ ਸਨ। ਉਹ ਮੇਰੀ ਇਸ ਪ੍ਰਸ਼ੰਸਾ ਨੂੰ ਆਪਣੀ ਸਫਲਤਾ ਸਮਝਦੇ ਸਨ ਤੇ ਮੈਨੂੰ ਉਹਨਾਂ ਦੀ ਇਹ ਮਨੋਦਸ਼ਾ ਵੇਖ ਕੇ ਬਹੁਤ ਸਕੂਨ ਮਿਲਦਾ ਸੀ। ਕਹਿੰਦੇ ਹਨ ਕਿ ਸਫਲਤਾ ਦੇ ਨਾਲ ਹੀ ਵਿਰੋਧ ਕਰਨ ਵਾਲੇ ਜਾਂ ਈਰਖਾਲੂ ਵੀ ਖੁਦ ਬਖੁਦ ਪੈਦਾ ਹੋ ਜਾਂਦੇ ਹਨ। ਜੇਲ੍ਹ ਦੇ ਡਾਕਟਰ ਕਰਮਜੀਤ ਸਿੰਘ ਤੇ ਫਾਰਮਾਸਿਸਟ ਧਰਮਪਾਲ ਨੂੰ ਇਸ ਸਭ ਤੋਂ ਬਹੁਤ ਤਕਲੀਫ ਹੋ ਰਹੀ ਸੀ ਕਿਉਂਕਿ ਉਹਨਾਂ ਦੀਆਂ ਭ੍ਰਿਸ਼ਟ ਗਤੀਵਿਧੀਆਂ ਜਗਜ਼ਾਰ ਹੋ ਰਹੀਆਂ ਸਨ। ਉਹਨਾਂ ਦੁਆਰਾ ਕੀਤੀ ਚੋਕਬਾਜ਼ੀ ਨੇ ਗੁਰਸ਼ਰਨ ਸਿੰਘ ਸਿੱਧੂ ਵਰਗੇ ਅਨੁਭਵੀ ਸੁਪਰਡੈਂਟ ਦੀ ਵੀ ਮੱਤ ਮਾਰ ਛੱਡੀ। ਉਹਦਾ ਤਰਕ ਇਹ ਸੀ ਕਿ ਮੈਂ ਅਜਿਹਾ ਸਭ ਕੁਝ ਕਰਕੇ ਸਾਰੇ ਮੀਡੀਆ ਦਾ ਧਿਆਨ ਜੇਲ੍ਹਾਂ ਵੱਲ ਕੇਂਦਰਿਤ ਕਰ ਛੱਡਿਆ। ਉਹਨੂੰ ਸੰਭਾਵਿਤ ਸਮੱਸਿਆਵਾਂ ਨਾਲ ਨਿਪਟਣਾ ਕਠਿਨ ਲੱਗ ਰਿਹਾ ਸੀ। ਡਾਕਟਰ ਕਰਮਜੀਤ ਨੂੰ ਤਾਂ ਇਹ ਸਭ ਇੰਨਾ ਨਾਗਵਾਰ ਗੁਜ਼ਰਿਆ ਕਿ ਉਹਨੇ 10 ਦਿਨਾਂ ਬਾਅਦ ਹੀ ਫਾਰਮਾਸਿਸਟ ਧਰਮਪਾਲ ਦੁਆਰਾ ਸੁਪਰਡੈਂਟ ਨੂੰ ਮੇਰੇ ਖਿਲਾਫ ਦੁਰਵਿਹਾਰ ਦੀ ਅਰਜ਼ੀ ਦਵਾ ਛੱਡੀ। ਸੁਪਰਡੈਂਟ ਨੇ ਇਸ ਅਰਜ਼ੀ ਨੂੰ ਮੇਰੇ ਵਿਰੁੱਧ ਇਸਤੇਮਾਲ ਕਰਦੇ ਹੋਏ ਮੇਰੀ ਸਜ਼ਾ ਮਾਫੀ ਕੇਸ ਰਾਜਪਾਲ ਦਫ਼ਤਰ ਵਿੱਚੋਂ ਖਾਰਜ ਕਰਵਾ ਦਿੱਤਾ। ਸਿਆਣੇ ਲੋਕ ਆਖਦੇ ਹਨ ਕਿ ਲਾਈ ਲੱਗ ਬੰਦਾ ਮਾੜੇ ਬੰਦੇ ਤੋਂ ਵੀ ਭੈੜਾ ਹੁੰਦਾ। ਮੈਂ ਵੇਖ ਲਿਆ। ਮੈਨੂੰ ICPR ਤੋਂ ਮਿਲਣ ਵਾਲੀ ਫੈਲੋਸ਼ਿਪ ਦੀ ਮਿਆਦ 2 ਸਾਲ ਸੀ ਤੇ ਇਸੇ ਕਾਰਨ ਮੈਂ ਹੁਣ ਤੱਕ ਆਪਣਾ ਖੋਜ ਕਾਰਜ ਪੂਰਾ ਨਹੀਂ ਕੀਤਾ ਸੀ। ਪਰ ਮੇਰੀ PhD ਰਿਸਰਚ ਦਾ ਕਾਰਜਕਾਲ ਪੂਰਾ ਹੋਣ 'ਚ ਸਿਰਫ 20 ਦਿਨ ਹੀ ਬਾਕੀ ਸਨ। ਇਸ ਕਾਰਨ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਮੇਰੇ ਖੋਜ ਕਾਰਜਕਾਲ ਦੇ ਵਾਧੇ ਲਈ ਮੇਰੀ ਅਰਜ਼ੀ ਯੂਨੀਵਰਸਿਟੀ ਨੂੰ ਫਾਰਵਰਡ ਕਰ ਦੇਣ। ਨੀਲਮ ਕਿਸ਼ੋਰ ਜੀ ਦੇ ਤਬਾਦਲੇ ਤੇ ਮੇਰੀ ਸਵੈ ਜੀਵਨੀ ਦੇ ਰਿਲੀਜ਼ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਮੇਰਾ ਦੁਸ਼ਮਣ ਬਣ ਬੈਠਾ ਸੀ। ਇਸ ਲਈ ਸੁਪਰਡੈਂਟ ਨੇ ਖੋਜ ਕਾਰਜਕਾਲ ਦੇ ਵਾਧੇ ਲਈ ਮੇਰੀ ਅਰਜ਼ੀ ਫਾਰਵਰਡ ਕਰਨ ਤੋਂ ਨਾਂਹ ਕਰ ਦਿੱਤੀ। ਛੁੱਟੀ ਵਾਸਤੇ ਮੇਰਾ ਪੈਰੋਲ ਕੇਸ ਸਿਰਫ 20 ਦਿਨਾਂ ਪਹਿਲਾਂ ਹੀ DGP ਜੇਲ੍ਹਾਂ ਦਫ਼ਤਰ ਨੂੰ ਭੇਜਿਆ ਗਿਆ ਸੀ ਤੇ ਮੇਰੀ ਆਖਰੀ ਉਮੀਦ ਸਿਰਫ ਛੁੱਟੀ ਉੱਪਰ ਹੀ ਟਿਕੀ ਸੀ। ਲੇਕਿਨ ਸਾਨੂੰ ਪਤਾ ਲੱਗਾ ਕਿ ਨਵੇਂ DGP ਸਾਹਿਬ ਨੇ ਇਹ ਕਹਿ ਕੇ ਕੈਦੀਆਂ ਦੀਆਂ ਛੁੱਟੀਆਂ ਰੱਦ ਕਰਤੀਆਂ ਕਿ ਇਹਨਾਂ ਨੂੰ ਪਰਿਵਾਰ ਨੂੰ ਮਿਲਣ ਲਈ ਛੁੱਟੀ ਦੀ ਕੀ ਜ਼ਰੂਰਤ ਹੈ, ਇਹਦੇ ਲਈ ਤਾਂ ਮੁਲਾਕਾਤਾਂ ਹੀ ਕਾਫੀ ਹਨ। ਬੰਦੀਆਂ ਅੰਦਰ ਇਸ ਗੱਲ ਦਾ ਕਾਫੀ ਰੋਸ ਜਾਗ ਪਿਆ। ਉਹਨਾਂ ਦਾ ਕਹਿਣਾ ਸੀ ਕਿ ਜੇ ਛੁੱਟੀ ਨਹੀਂ ਮਿਲਣੀ ਤਾਂ ਚੰਗੇ ਆਚਰਨ ਦੇ ਕੀ ਮਾਇਨੇ ਰਹਿ ਜਾਂਦੇ ਹਨ। ਮਾਹੌਲ ਅਜਿਹਾ ਹੋ ਗਿਆ ਸੀ ਕਿ ਜੇਲ੍ਹ ਪ੍ਰਸ਼ਾਸਨ ਤੇ ਬੰਦੀ ਦੋਵਾਂ ਦੇ ਸਬੰਧ ਵਿਗੜਨ ਕਿਨਾਰੇ ਸਨ। ਬੰਦੀ ਬੁਰੀ ਤਰ੍ਹਾਂ ਨਾਲ ਮਾਨਸਿਕ ਪਰੇਸ਼ਾਨੀ 'ਚ ਸਨ ਤੇ ਜੇਲ੍ਹ ਮੁਲਾਜ਼ਮਾਂ ਨੂੰ ਖਾਉ ਵੱਡੂ ਪੈਂਦੇ ਸਨ। ਅੱਗੋਂ ਮੁਲਾਜ਼ਮ ਵਿਚਾਰੇ ਚੁੱਪ-ਚਾਪ ਹਰ ਗੱਲ ਸਹਿਣ ਕਰੀ ਜਾਂਦੇ ਸਨ ਕਿਉਂਕਿ ਜਦੋਂ ਚੰਗੇ ਚਾਲ ਚੱਲਣ ਦੀ ਛੁੱਟੀ ਬੰਦ ਹੋ ਗਈ ਤਾਂ ਕੈਦੀਆਂ ਤੋਂ ਨੇਕ ਆਚਰਨ ਦੀ ਉਮੀਦ ਕਿਵੇਂ ਕਰ ਸਕਦੇ ਸਨ। ਸਾਰੇ ਕੈਦੀ ਦੁਬਦਾ 'ਚ ਸਨ, ਪਰਿਵਾਰ ਦੁਖੀ ਸਨ। ਮੁਲਾਕਾਤਾਂ ਵਾਲੇ ਕਮਰੇ ਅੰਦਰੋਂ ਹਾਸਾ ਠੱਠਾ ਗਾਇਬ ਹੋ ਗਿਆ ਸੀ। ਸਿਰਫ ਦਬੀਆਂ ਕੁਰਲਾਟਾਂ ਸੁਣਾਈ ਦਿੰਦੀਆਂ ਸਨ। ਨੇਕ ਚੱਲਣੀ ਛੁੱਟੀ ਕੈਦੀ ਦੇ ਵਿਹਾਰ ਨੂੰ ਅਨੁਸ਼ਾਸਿਤ ਰੱਖਣ ਦਾ ਜ਼ਰੀਆ ਹੁੰਦਾ ਹੈ। ਜੇਲ੍ਹ ਅਮਲੇ ਹੱਥੋਂ ਇਹ ਜ਼ਰੀਆ ਖੁੱਸਦਾ ਜਾ ਰਿਹਾ ਸੀ ਤੇ ਅੰਤ ਦੀ ਗੰਭੀਰਤਾ ਨੂੰ ਵੇਖਦਿਆਂ ਕੈਦੀਆਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ। ਇੱਧਰ ਸਾਡੀ ਬੈਰਕ ਦੇ ਪਾਲੀ ਨਾਮਕ ਇੱਕ ਮਰੀਅਲ ਜੇ ਮੁੰਡੇ ਨੇ ਰੋਟੀ ਖਾਣ ਤੋਂ ਨਾਂਹ ਕਰ ਦਿੱਤੀ। ਉਹ ਪਹਿਲਾਂ ਗੰਭੀਰ ਰੂਪ 'ਚ TB ਦਾ ਸ਼ਿਕਾਰ ਰਹਿ ਚੁੱਕਾ ਸੀ ਤੇ ਸਰੀਰਕ ਤੌਰ ਤੇ ਕਾਫੀ ਕਮਜ਼ੋਰ ਸੀ। ਉਹਦਾ ਜਨੂਨ ਵੇਖ ਕੇ ਅਸੀਂ ਸਾਰੇ ਭੁੱਖ ਹੜਤਾਲ 'ਚ ਸ਼ਾਮਲ ਹੋ ਗਏ। ਸ਼ਾਮ ਨੂੰ ਪਤਾ ਲੱਗਿਆ ਕਿ ਬੱਚਾ ਬੈਰਕ ਤੇ ਜਨਾਨਾ ਵਾਰਡ ਦੇ ਕੈਦੀ ਤੇ ਹਵਾਲਾਤੀ ਸਭ ਭੁੱਖ ਹੜਤਾਲ ਤੇ ਬੈਠ ਗਏ। ਇਸ ਸਾਂਝੇ ਅੰਦੋਲਨ ਵਿੱਚ ਕੈਦੀਆਂ ਤੇ ਵਿਚਾਰਧੀਨ ਹਵਾਲਾਤੀਆਂ ਨੇ ਮੋਢੇ ਨਾਲ ਮੋਢਾ ਮਿਲਾ ਕੇ ਸੰਘਰਸ਼ ਕੀਤਾ। ਇਸ ਤੋਂ ਪਹਿਲਾਂ ਮੈਂ ਕਦੇ ਵੀ ਬੰਦੀਆਂ ਅੰਦਰ ਏਕੇ ਦੀ ਅਜਿਹੀ ਭਾਵਨਾ ਨਹੀਂ ਵੇਖੀ ਸੀ।
ਜੇਲ੍ਹ ਪ੍ਰਸ਼ਾਸਨ ਦੁਬਿਧਾ ਵਿੱਚ ਸੀ। ਬਾਹਰ ਬੰਦੀਆਂ ਦੇ ਸਗੇ ਸੰਬੰਧੀ ਸਰਕਾਰ ਨੂੰ ਬੁਰਾ ਭਲਾ ਆਖ ਰਹੇ ਸਨ। ਸਾਰਾ ਮਾਹੌਲ ਤਣਾਅਪੂਰਨ ਸੀ। ਔਰਤਾਂ ਤੇ ਨਾਬਾਲਗਾਂ ਨੂੰ ਭੁੱਖ ਹੜਤਾਲ 'ਚ ਸ਼ਾਮਲ ਹੁੰਦਿਆਂ ਵੇਖ ਸਾਡਾ ਸਾਹਸ 7ਵੇਂ ਅਸਮਾਨ ਤੇ ਪਹੁੰਚ ਗਿਆ ਤੇ ਅਸੀਂ ਅਖਬਾਰ ਰਾਹੀਂ ਇਹ ਘੋਸ਼ਣਾ ਕਰਤੀ ਕਿ ਜਦੋਂ ਤੱਕ ਸਾਡੀਆਂ ਛੁੱਟੀਆਂ ਤੋਂ ਇਤਰਾਜ਼ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਸਾਡਾ ਮਰਨ ਵਰਤ ਚੱਲਦਾ ਰਹੇਗਾ। ਸਾਡੇ 5 ਜਣਿਆਂ ਤੋਂ ਇਲਾਵਾ ਕੋਈ ਵੀ ਕੈਦੀ ਇਸ ਮਰਨ ਵਰਤ ਵਿੱਚ ਸ਼ਾਮਲ ਹੋਣ ਨੂੰ ਤਿਆਰ ਨਹੀਂ ਸੀ। ਹੌਲੀ ਹੌਲੀ ਭੁੱਖ ਦੇ ਮਾਰੇ 5 ਵਿੱਚੋਂ 2 ਜਣੇ ਹੋਰ ਮੁੱਕਰ ਗਏ। ਮੈਂ ਤੇ ਰੇਸ਼ਮਪਾਲ ਨਾਮੀ ਨੌਜਵਾਨ ਨੇ ਹਾਰ ਨਾ ਮੰਨਣ ਦਾ ਫੈਸਲਾ ਕੀਤਾ। ਅਸੀਂ 3 ਦਿਨ ਕੁਝ ਵੀ ਨਹੀਂ ਖਾਧਾ। ਮੈਨੂੰ ਸਿਰਫ ਇਸ ਗੱਲ ਕਾਰਨ ਹੀ ਲੋੜੀਂਦੀ ਜੀਵਨ ਊਰਜਾ ਪ੍ਰਾਪਤ ਹੁੰਦੀ ਰਹੀ ਕਿ ਮੈਂ ਇੱਕ ਚੰਗੇ ਮਕਸਦ ਖਾਤਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਇਸੇ ਕਰਕੇ 3 ਦਿਨ ਭੁੱਖੇ ਰਹਿਣ ਬਾਅਦ ਵੀ ਮੈਨੂੰ ਕਦੇ ਸਰੀਰਕ ਕਮਜ਼ੋਰੀ ਦਾ ਅਹਿਸਾਸ ਨਹੀਂ ਹੋਇਆ ਤੇ ਸਾਨੂੰ ਪੂਰੀ ਤਰ੍ਹਾਂ ਡਟੇ ਹੋਏ ਵੇਖ ਕੇ ਦੂਜੇ ਬੰਦੀਆਂ ਨੂੰ ਵੀ ਹਿੰਮਤ ਮਿਲੀ ਤੇ ਮਰਨ ਵਰਤ ਰੱਖਣ ਵਾਲਿਆਂ ਦੀ ਸੰਖਿਆ ਵਧਣ ਲੱਗੀ। ਚੌਥੇ ਦਿਨ ਸ਼ਾਮ ਨੂੰ ਇਹ ਗਿਣਤੀ 500 ਬੰਦੀਆਂ ਦੀ ਹੋ ਗਈ। ਇੱਕ ਗੱਲ ਜੋ ਸਾਡੇ ਇਸ ਸੱਤਿਆਗ੍ਰਹਿ ਦੀ ਸਫਲਤਾ ਦਾ ਕਾਰਨ ਬਣੀ ਹੋਈ ਸੀ ਕਿ ਇਹ ਅੰਦੋਲਨ ਹਿੰਸਾ ਤੋਂ ਪੂਰੀ ਤਰ੍ਹਾਂ ਮੁਕਤ ਸੀ। ਨਾ ਤਾਂ ਸ਼ਾਬਦਿਕ ਹਿੰਸਾ, ਨਾਅਰੇਬਾਜ਼ੀ ਤੇ ਨਾ ਹੀ ਕਰਮਾਂ ਦੁਆਰਾ ਹਿੰਸਾ, ਮਾਰਕੁੱਟ ਜਾਂ ਤੋੜਫੋੜ ਸੀ। ਕਿਸੇ ਵੀ ਬੰਦੀ ਨੇ ਆਪਣਾ ਰੋਜ਼ਮर्रा ਦਾ ਕੰਮ ਕਾਜ ਕਰਨ ਤੋਂ ਮਨਾ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਜੇਲ੍ਹ ਦਾ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਸਭ ਚੁੱਪਚਾਪ ਸੱਚਾਈ ਤੇ ਅਟਲ ਸਨ। ਜਦੋਂ ਅਖਬਾਰਾਂ ਵਿੱਚ ਇਸ ਸੱਤਿਆਗ੍ਰਹਿ ਦੀ ਚਰਚਾ ਆਰੰਭ ਹੋਈ ਤਾਂ ਦੂਜੀਆਂ ਜੇਲ੍ਹਾਂ ਅੰਦਰ ਵੀ ਭੁੱਖ ਹੜਤਾਲ ਆਰੰਭ ਹੋ ਗਈ। 5ਵੇਂ ਦਿਨ ਮੇਰੀ ਤੇ ਰੇਸ਼ਮਪਾਲ ਦੀ ਹਾਲਤ ਵਿਗੜਨ ਲੱਗੀ। ਹੁਣ ਸਾਡੇ ਤੋਂ 10 ਕਦਮ ਵੀ ਤੁਰਿਆ ਨਹੀਂ ਜਾਂਦਾ ਸੀ। ਸਾਡੇ ਸਰੀਰ ਅੰਦਰ ਕਾਫੀ ਕਮਜ਼ੋਰੀ ਆ ਚੁੱਕੀ ਸੀ। ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਡਰਾ ਧਮਕਾ ਕੇ ਖਾਣਾ ਖਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸੀਂ ਟਸ ਤੋਂ ਮਸ ਨਹੀਂ ਹੋਏ। 6ਵੇਂ ਦਿਨ ਅਖਬਾਰਾਂ ਅੰਦਰ ਜੇਲ੍ਹ ਮੰਤਰੀ ਦਾ ਬਿਆਨ ਆਇਆ ਕਿ ਡੀਜੀਪੀ ਜੇਲ੍ਹਾਂ ਨੂੰ ਛੁੱਟੀਆਂ ਉੱਪਰ ਲਗਾਏ ਸਾਰੇ ਇਤਰਾਜ਼ ਵਾਪਸ ਲੈਣ ਦਾ ਹੁਕਮ ਦੇ ਦਿੱਤਾ ਗਿਆ। ਇਸ ਖਬਰ ਨਾਲ ਬੰਦੀਆਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹਨਾਂ ਨੂੰ ਸੱਚਾਈ ਦੀ ਤਾਕਤ ਦਾ ਅਹਿਸਾਸ ਵੀ ਹੋ ਗਿਆ ਸੀ। ਮਰਨ ਵਰਤ ਤੇ ਬੈਠੇ ਸਾਰੇ ਬੰਦੀਆਂ ਨੇ ਸਵੇਰੇ 10 ਵਜੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਉਪਰੰਤ ਪ੍ਰਸ਼ਾਦ ਛਕ ਕੇ ਆਪਣਾ ਵਰਤ ਤੋੜਿਆ। ਬੰਦੀਆਂ ਦੀ ਇਸ ਸਫਲਤਾ ਤੋਂ ਜੇਲ੍ਹ ਪ੍ਰਸ਼ਾਸਨ ਬੁਰੀ ਤਰ੍ਹਾਂ ਬੁਖਲਾ ਗਿਆ। ਉਹਨਾਂ ਨੇ ਹੌਲੀ-ਹੌਲੀ ਮਰਨ ਵਰਤ ਵਿੱਚ ਸ਼ਾਮਲ ਸਾਰੇ ਕੈਦੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਈਆਂ ਉੱਪਰ ਮੋਬਾਈਲ ਬਰਾਮਦਗੀ ਦੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਫਾਂਸੀ ਕੋਠੜੀ ਅੰਦਰ ਬੰਦ ਕਰਤਾ। ਜਦੋਂ ਮੈਂ ਇਸ ਗੱਲ ਦਾ ਇਤਰਾਜ਼ ਜੇਲ੍ਹ ਸੁਪਰਡੈਂਟ ਸਿੱਧੂ ਕੋਲ ਉਠਾਇਆ ਤਾਂ ਪਿਛਲੀਆਂ ਤਾਰੀਖਾਂ 'ਚ ਮੋਬਾਈਲ ਬਰਾਮਦਗੀ ਦਿਖਾ ਕੇ ਮੇਰਾ ਨੇਕ ਆਚਰਣ ਰਿਕਾਰਡ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਸਿਰਫ ਮੇਰੇ ਪੜ੍ਹੇ ਲਿਖੇ ਹੋਣ ਕਾਰਨ ਮੇਰਾ ਬਚਾਅ ਹੋ ਗਿਆ ਕਿਉਂਕਿ ਮੈਨੂੰ ਕਾਗਜ਼ੀ ਪੱਤਰੀ ਲੜਾਈ ਦਾ ਕਾਫੀ ਅਨੁਭਵ ਸੀ। ਲੱਕੀ ਭਾਜੀ ਨੇ ਹਰ ਵਾਰੀ ਵਾਂਗੂ ਮੇਰੀ ਛੁੱਟੀ ਮਨਜ਼ੂਰ ਕਰਵਾ ਕੇ ਘਰ ਫੋਨ ਕਰਤਾ। ਮੇਰੀ ਖੋਜ ਦਾ ਕਾਰਜਕਾਲ ਪੂਰਾ ਹੋਣ 'ਚ ਸਿਰਫ 1 ਹਫ਼ਤਾ ਰਹਿ ਗਿਆ ਸੀ ਤੇ ਡੀਜੀਪੀ ਦੇ ਦਫ਼ਤਰ ਦੇ ਆਉਣ ਵਾਲੀ ਡਾਕ ਦਾ ਇੰਤਜ਼ਾਰ ਕਰ ਰਿਹਾ ਸੀ। 2 ਦਿਨ ਹੋਰ ਬੀਤ ਜਾਣ ਮਗਰੋਂ ਜਦੋਂ ਮੈਨੂੰ ਚਿੰਤਾ ਸਤਾਉਣ ਲੱਗੀ ਤਾਂ ਮੈਂ ਡਾਕ ਦਾ ਪਤਾ ਕਰਨ ਜੇਲ੍ਹ ਦੇ ਭਲਾਈ ਦਫ਼ਤਰ ਪਹੁੰਚ ਗਿਆ। ਉੱਥੇ ਕੰਮ ਕਰਨ ਵਾਲੇ ਮੁਨਸ਼ੀ ਨੇ ਮੈਨੂੰ ਦੱਸਿਆ ਕਿ ਉਹਨੇ ਸੁਪਰਡੈਂਟ ਨੂੰ ਡਾਕ ਲਿਆਉਣ ਵਾਲੇ ਮੁਲਾਜ਼ਮ ਨੂੰ ਇਹ ਆਦੇਸ਼ ਦਿੰਦਿਆਂ ਸੁਣਿਆ ਸੀ ਕਿ ਅਜੇ ਮਨਦੀਪ ਦੀ ਛੁੱਟੀ ਵਾਲੀ ਡਾਕ ਨਾ ਲਿਆਵੀਂ ਕਿਉਂਕਿ ਜਲਦੀ ਸਟੱਡੀ ਸੈਂਟਰ ਦੇ ਇਮਤਿਹਾਨ ਸ਼ੁਰੂ ਹੋਣ ਵਾਲੇ ਹਨ ਤੇ ਸਿਰਫ ਉਹੀ ਪ੍ਰੀਖਿਆ ਦਾ ਸਾਰਾ ਕੰਮਕਾਜ ਸੰਭਾਲ ਸਕਦਾ ਹੈ। ਮੁਨਸ਼ੀ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੇਰੀ ਰਿਸਰਚ ਦਾ ਕਾਰਜਕਾਲ ਸਮਾਪਤ ਹੋਣ ਕਿਨਾਰੇ ਹੈ ਤੇ ਸਾਡੇ ਸੁਪਰਡੈਂਟ ਨੂੰ ਸਿਰਫ ਆਪਣੇ 3100 ਰੁਪਏ ਮਾਹਵਾਰ ਇਗਨੂ ਵੱਲੋਂ ਕੋਆਰਡੀਨੇਟਰ ਨੂੰ ਮਿਲਣ ਵਾਲਾ ਮਿਹਨਤਾਨਾ ਭੱਤਾ ਵਾਲੇ ਚੈੱਕ ਦੀ ਫਿਕਰ ਸੀ। ਮਤਲਬ ਸਾਫ਼ ਸੀ ਕਿ ਉਹ ਆਪਣੇ ਸਵਾਰਥ ਤੇ ਈਰਖਾ ਕਾਰਨ ਮੇਰੀ ਜੀਵਨ ਭਰ ਦੀ ਮਿਹਨਤ ਉੱਪਰ ਪਾਣੀ ਫੇਰਨ ਨੂੰ ਤਿਆਰ ਸੀ। ਇਹ ਮੇਰੇ ਸਬਰ ਦਾ ਸਭ ਤੋਂ ਵੱਡਾ ਇਮਤਿਹਾਨ ਸੀ। ਅਗਲੇ ਦਿਨ ਭਲਾਈ ਅਫਸਰ ਨੇ ਮੈਨੂੰ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਕਾਰਜਭਾਰ ਸੰਭਾਲਣ ਲਈ ਬੁਲਾਇਆ ਤਾਂ ਮੈਂ ਆਪਣਾ ਰੋਸ ਪ੍ਰਗਟ ਕਰਦਿਆਂ ਇਸ ਜ਼ਿੰਮੇਵਾਰੀ ਨਿਭਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮੈਂ ਆਪਣੇ ਸਾਰੇ ਵਿਦਿਆਰਥੀਆਂ ਤੋਂ ਮਾਫ਼ੀ ਮੰਗੀ ਤੇ ਉਹਨਾਂ ਸਾਹਮਣੇ ਆਪਣਾ ਸਾਰਾ ਪੱਖ ਰੱਖਿਆ। ਉਹਨਾਂ ਨੇ ਮੈਨੂੰ ਬਿਲਕੁਲ ਸਹੀ ਠਹਿਰਾਇਆ ਤੇ ਆਪਣੇ ਫੈਸਲੇ ਉੱਪਰ ਕਾਇਮ ਰਹਿਣ ਦਾ ਮਸ਼ਵਰਾ ਵੀ ਦਿੱਤਾ। ਡਿਪਟੀ ਸਾਹਿਬ ਜੇਪੀ ਸਿੰਘ ਨੇ ਸਮਝਦਾਰੀ ਦਾ ਪਰਚਾ ਦਿੰਦੇ ਹੋਏ ਮੇਰੀ ਛੁੱਟੀ ਅਗਲੇ ਹੀ ਦਿਨ ਮੰਗਵਾ ਦਿੱਤੀ। ਪਰਮਾਤਮਾ ਦੀ ਮਿਹਰ ਸਦਕਾ ਮੇਰੀ ਖੋਜ ਕਾਲ ਦੇ ਪੂਰੇ ਹੋਣ ਤੋਂ ਸਿਰਫ 1 ਦਿਨ ਪਹਿਲਾਂ ਹੀ ਮੈਂ ਛੁੱਟੀ ਆ ਗਿਆ। ਅਗਲੇ ਦਿਨ ਯੂਨੀਵਰਸਿਟੀ ਪਹੁੰਚਿਆ ਤਾਂ ਵੇਖਿਆ ਪੰਨੂ ਸਾਹਿਬ ਨੇ ਮੇਰੀ ਖੋਜ ਕਾਰਜਕਾਲ ਦੇ ਵਾਧੇ ਦੀ ਸਾਰੀ ਤਿਆਰੀ ਪਹਿਲਾਂ ਤੋਂ ਹੀ ਮੁਕੰਮਲ ਕਰ ਰੱਖੀ ਸੀ ਤੇ ਸਿਰਫ ਮੇਰਾ ਇੰਤਜ਼ਾਰ ਹੋ ਰਿਹਾ ਸੀ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਉਹਨੇ ਮੈਨੂੰ ਅਜਿਹੇ ਗੁਰੂ ਜਨਾਂ ਦੀ ਬਖਸ਼ਿਸ਼ ਕੀਤੀ ਹੋਈ ਹੈ। ਸਾਰੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮੇਰੇ ਰਿਸਰਚ ਕਾਰਜਕਾਲ ਵਿੱਚ 1 ਸਾਲ ਦਾ ਵਾਧਾ ਹੋ ਗਿਆ। ਅੱਛਾਈ ਜਿੱਤ ਗਈ ਸੀ ਤੇ ਮੈਂ ਸਬਰ ਦੇ ਇਮਤਿਹਾਨ 'ਚ ਪਾਸ ਹੋ ਗਿਆ ਸਾਂ। ਅੰਗ 15ਵਾਂ। ਦੋਸਤੋ, ਇਨਸਾਨ ਦੀ ਜ਼ਿੰਦਗੀ 'ਚ ਅਖਬਾਰ ਦਾ ਬੜਾ ਮਹੱਤਵ ਹੈ।
ਜਿਹੜਾ ਵਿਅਕਤੀ ਅਖਬਾਰ ਦਾ ਮਹੱਤਵ ਨਹੀਂ ਸਮਝਦਾ, ਉਹਦੀ ਸਿੱਖਣ ਦੀ ਸਮਰੱਥਾ ਕੁਝ ਵੀ ਨਹੀਂ। ਕਿਸੇ ਵੀ ਜ਼ੁਬਾਨ 'ਚ ਨਿਪੁੰਨਤਾ ਹਾਸਲ ਕਰਨ ਲਈ ਅਖਬਾਰ ਸਭ ਤੋਂ ਵਧੀਆ ਸਾਧਨ ਹੈ। ਇਸ ਨਾਲ ਜਿੱਥੇ ਸਾਨੂੰ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਹੁੰਦਾ, ਉੱਥੇ ਵਿਭਿੰਨ ਨਸਲਾਂ, ਮਜ਼ਹਬਾਂ ਤੇ ਦੇਸ਼ਾਂ ਦੇ ਵਿਦਵਾਨਾਂ ਦੀ ਵਿਚਾਰਧਾਰਾ ਪਤਾ ਲੱਗਦੀ ਹੈ। ਇਸ ਨਾਲ ਵਿਅਕਤੀ ਨੂੰ ਆਪਣੀ ਵਿਚਾਰਧਾਰਾ ਪਰਪੱਕ ਬਣਾਉਣ 'ਚ ਮਦਦ ਮਿਲਦੀ ਹੈ। ਖੇਡ ਪ੍ਰੇਮੀਆਂ ਵਾਸਤੇ ਤਾਂ ਇੱਕ ਖੁਦਾਈ ਵਰਦਾਨ ਹੈ। ਮੇਰੇ ਜੀਵਨ 'ਚ ਵੀ ਅਖਬਾਰ ਨੇ ਆਪਣੀ ਭੂਮਿਕਾ ਖੂਬ ਅਦਾ ਕੀਤੀ। ਇਸੇ ਕਾਰਨ ਇਹ ਮੇਰੇ ਲਈ ਇੱਕ ਅਧਿਆਪਕ ਜਾਂ ਗੁਰੂ ਦੇ ਸਮਾਨ ਦਰਜਾ ਰੱਖਦਾ। ਮੈਂ ਆਪਣਾ ਜ਼ਿਆਦਾਤਰ ਗਿਆਨ ਅਖਬਾਰਾਂ ਜ਼ਰੀਏ ਹੀ ਵਧਾਇਆ। ਮੇਰੀ ਅੰਗਰੇਜ਼ੀ ਭਾਸ਼ਾ ਦੇ ਗਿਆਨ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਇਸੇ ਦਾ ਯੋਗਦਾਨ ਹੈ। ਮੈਂ ਅੱਜ ਵੀ ਅਖਬਾਰ 'ਚ ਆਇਆ ਕੋਈ ਵਿਸ਼ੇਸ਼ ਆਰਟੀਕਲ ਜਾਂ ਖਬਰ ਕੱਟ ਕੇ ਆਪਣੀ ਸਕ੍ਰੈਪ ਬੁੱਕ ਅੰਦਰ ਚਿਪਕਾ ਛੱਡਦਾ ਤੇ ਕਿਸੇ ਵਿਦਵਾਨ ਦੁਆਰਾ ਆਖੀ ਕੋਈ ਵਿਸ਼ੇਸ਼ ਜਾਂ ਸਿੱਖਿਆਦਾਇਕ ਗੱਲ ਆਪਣੀ ਨਿੱਜੀ ਡਾਇਰੀ 'ਚ ਲਿਖ ਲੈਣਾ। ਸਿਆਣਿਆਂ ਦੇ ਅਨੁਭਵਾਂ ਤੋਂ ਸਾਨੂੰ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਲੱਭਣ 'ਚ ਮਦਦ ਮਿਲਦੀ ਹੈ। ਲਾਡੀ ਭਾਜੀ ਦੇ ਚਹੇਤੇ ਸ਼ਿਸ਼ ਮਿੱਕੀ ਨੂੰ ਅੰਗਰੇਜ਼ੀ 'ਚ ਨਿਪੁੰਨਤਾ ਪ੍ਰਾਪਤ ਕਰਨ ਦਾ ਬਹੁਤ ਸ਼ੌਕ ਸੀ। ਉਹ ਹਰ ਰੋਜ਼ ਅਖਬਾਰ ਪੜ੍ਹ ਕੇ 5 ਨਵੇਂ ਸ਼ਬਦ ਸਿੱਖਣ ਦੀ ਕੋਸ਼ਿਸ਼ ਕਰਦਾ ਸੀ। ਆਪਣਾ ਉਚਾਰਨ ਸਹੀ ਬਣਾਉਣ ਲਈ ਉਹ ਹਰ ਰੋਜ਼ 1 ਘੰਟਾ ਜ਼ੁਬਾਨੀ ਅਭਿਆਸ ਕਰਿਆ ਕਰਦਾ ਸੀ ਤੇ ਹਰੇਕ ਨਵੇਂ ਸ਼ਬਦ ਨੂੰ 20 ਵਾਰੀ ਦੁਹਰਾਉਂਦਾ ਸੀ। ਇੱਕ ਵਾਰ ਮੈਂ ਉਹਨੂੰ ਇਹਦਾ ਕਾਰਨ ਪੁੱਛਿਆ ਤਾਂ ਉਹਨੇ ਕਿਹਾ ਕਿ ਉਹਦੀ ਰਿਹਾਈ ਤੋਂ ਬਾਅਦ ਮੈਂ ਇਸ ਦਾ ਕਾਰਨ ਖੁਦ ਬ ਖੁਦ ਜਾਣ ਜਾਵਾਂਗਾ। ਬਾਅਦ 'ਚ ਮੈਨੂੰ ਪਤਾ ਲੱਗਾ ਮਿੱਕੀ ਡੈਲ ਕੰਪਨੀ ਅੰਦਰ ਕਾਲ ਸੈਂਟਰ ਐਗਜ਼ੈਕਟਿਵ ਨਿਯੁਕਤ ਹੈ ਤੇ 35,000 ਰੁਪਏ ਮਹੀਨਾ ਤਨਖਾਹ ਲੈ ਰਿਹਾ ਹੈ। ਉਹਦੀ ਇਹ ਸਫਲਤਾ ਦਾ ਸਿਹਰਾ ਅਖਬਾਰ ਦੇ ਸਿਰ ਜਾਂਦਾ ਹੈ। ਸਾਡੇ ਲਈ ਮਿੱਕੀ ਦੀ ਲਗਨ ਤੇ ਸਿਦਕ 'ਚ ਮਿਸਾਲ ਬਣ ਗਈ। ਉਹ ਅਕਸਰ ਕਿਹਾ ਕਰਦਾ ਸੀ ਕਿ ਅੱਜ ਦੇ ਯੁੱਗ 'ਚ ਨਿਪੁੰਨਤਾ ਸਹਿਤ ਅੰਗਰੇਜ਼ੀ ਬੋਲਣ ਵਾਲਾ ਸ਼ਖਸ ਕਿਸੇ ਵੀ ਗੋਲਡ ਮੈਡਲਿਸਟ ਡਿਗਰੀ ਹੋਲਡਰ ਨਾਲੋਂ ਵੱਧ ਕਮਾ ਲੈਂਦਾ ਹੈ। ਮੈਂ ਉਹਦੀ ਗੱਲ ਨਾਲ ਇਤਫਾਕ ਤਾਂ ਨਹੀਂ ਰੱਖਦਾ, ਪਰ ਵਿਹਾਰਿਕ ਪੱਧਰ ਤੇ ਇਹ ਗੱਲ ਕੁਝ ਹੱਦ ਤੱਕ ਸਹੀ ਹੈ। ਆਪਣੀ ਮਾਦਰੀ ਜ਼ੁਬਾਨ ਨਾਲ ਪ੍ਰੇਮ ਹੋਣ ਕਾਰਨ ਅੰਗਰੇਜ਼ੀ ਨੂੰ ਤਰਜੀਹ ਨਾ ਦੇਣਾ ਇੱਕ ਵੱਖਰੀ ਗੱਲ ਹੈ, ਲੇਕਿਨ ਅੰਗਰੇਜ਼ੀ ਦੀ ਔਖਿਆਈ ਨੂੰ ਮਾਤ ਭਾਸ਼ਾ ਦੇ ਪ੍ਰੇਮ ਦਾ ਨਾਂ ਦੇਣਾ ਹੱਥ ਨਾ ਪੜੇ ਥੂ ਕੌੜੀ ਵਾਲੀ ਗੱਲ ਹੈ। ਉਂਝ ਵੀ ਅੰਤਰਰਾਸ਼ਟਰੀ ਪੱਧਰ ਦੀ ਖੋਜ ਦੱਸਦੀ ਹੈ ਕਿ ਜਿਹੜੇ ਵਿਅਕਤੀ 2 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ, ਉਹਨਾਂ ਦੇ ਚਿਹਰੇ ਤੇ ਝੁਰੀਆਂ ਪੈਣ ਦੀ ਉਮੀਦ ਦੂਜਿਆਂ ਦੀ ਨਿਸਬਤ ਘੱਟ ਹੁੰਦੀ ਹੈ, ਕਿਉਂਕਿ ਹਰੇਕ ਭਾਸ਼ਾ ਨੂੰ ਬੋਲਣ ਲੱਗਿਆਂ ਚਿਹਰੇ ਦੀ ਕਈ ਕੋਣਾਂ ਤੋਂ ਕਸਰਤ ਹੁੰਦੀ ਰਹਿੰਦੀ ਹੈ। ਮੈਂ ਮਿੱਕੀ ਦੀ ਮਿਸਾਲ ਤੋਂ ਪ੍ਰੇਰਨਾ ਲੈ ਕੇ ਆਪਣਾ ਅੰਗਰੇਜ਼ੀ ਸ਼ਬਦ ਭੰਡਾਰ ਅਮੀਰ ਬਣਾਇਆ ਤੇ ਜ਼ਬਾਨੀ ਅਭਿਆਸ ਰਾਹੀਂ ਆਪਣੀ ਉਚਾਰਨ ਸ਼ੈਲੀ ਬਿਹਤਰ ਬਣਾਈ। ਦੋਸਤੋ, ਜੇ ਪੰਜਾਬੀ, ਹਰਿਆਣਵੀ, ਬੰਗਾਲੀ, ਗੁਜਰਾਤੀ ਜਾਂ ਭੋਜਪੁਰੀ ਸਾਡੀਆਂ ਖੇਤਰੀ ਭਾਸ਼ਾਵਾਂ ਹਨ ਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਤਾਂ ਅੰਗਰੇਜ਼ੀ ਸਾਰੀ ਦੁਨੀਆ ਦੀ ਭਾਸ਼ਾ ਹੈ। ਅਸੀਂ ਜਿਸ ਜ਼ੁਬਾਨ ਨੂੰ ਬੋਲਣ ਵਾਲੇ ਲੋਕਾਂ ਨਾਲ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਾਂ, ਉਸ ਭਾਸ਼ਾ ਅੰਦਰ ਨਿਪੁੰਨਤਾ ਜ਼ਰੂਰ ਪ੍ਰਾਪਤ ਕਰਨੀ ਪਏਗੀ। ਇਹੋ ਚਿੱਤ ਸੰਚਾਰ ਕਲਾ ਹੈ। ਸਾਡੇ ਪੰਜਾਬੀ ਗੱਭਰੂ ਵਿਦੇਸ਼ਾਂ ਅੰਦਰ ਵਸਣ ਦੇ ਇੱਛੁਕ ਤਾਂ ਹਨ, ਲੇਕਿਨ ਵਿਦਿਆਰਥੀ ਜੀਵਨ 'ਚ ਅੰਗਰੇਜ਼ੀ ਸਿੱਖਣ ਤੋਂ ਉਹਨਾਂ ਨੂੰ ਸਦਾ ਗੁਰੇਜ਼ ਰਹਿੰਦਾ ਹੈ। ਦੋਸਤੋ, ਹਰੇਕ ਕੰਮ ਲਈ ਭਵਿੱਖ ਵਾਸਤੇ ਤਿਆਰੀ ਤੇ ਲਾਜ਼ਮੀ ਹੈ ਤੇ ਹਰ ਭਾਰਤੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਇਸ ਵਾਰ ਜਦੋਂ ਮੈਂ ਛੁੱਟੀ ਕੱਟ ਕੇ ਵਾਪਸ ਪਰਤਿਆ ਤਾਂ ਲਗਭਗ ਸਾਰੇ ਅਫਸਰਾਂ ਦੇ ਤਬਾਦਲੇ ਹੋ ਚੁੱਕੇ ਸਨ। ਸ੍ਰੀ ਜੀਵਨ ਕੁਮਾਰ ਗਰਗ ਸਾਡੇ ਨਵੇਂ ਸੁਪਰਡੈਂਟ ਬਣ ਕੇ ਆਏ ਸਨ। ਉਹ ਕਾਫੀ ਪੜ੍ਹੇ ਲਿਖੇ ਤੇ ਸੂਝਵਾਨ ਅਫਸਰ ਸਨ। ਨੀਲਮ ਕਿਸ਼ੋਰ ਜੀ ਤੋਂ ਇਲਾਵਾ ਜੇ ਕੋਈ ਅਫਸਰ ਭਲਾ ਮਾਨਸ ਸੀ ਤਾਂ ਉਹ ਗਰਗ ਸਾਹਿਬ ਸੀ। ਉਹਨਾਂ ਨੇ ਵੀ ਜੇਲ੍ਹ ਅੰਦਰ ਬੰਦੀਆਂ ਦੀ ਸਿੱਖਿਆ ਤੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਹ ਖੁਦ ਵੀ ਕ੍ਰਿਕਟ ਦੇ ਚੰਗੇ ਖਿਡਾਰੀ ਸਨ। ਹਰ ਐਤਵਾਰ ਆਪਣੀ ਟੀਮ ਨੂੰ ਲੈ ਕੇ ਸਾਡੇ ਨਾਲ ਮੈਚ ਖੇਡਣ ਆਉਂਦੇ ਸਨ। ਹਰੇਕ ਧਾਰਮਿਕ ਪਰਵ ਮਨਾਉਣ ਲਈ ਉਹ ਬੰਦੀਆਂ ਦੀ ਦਿਲ ਖੋਲ੍ਹ ਕੇ ਸਹਾਇਤਾ ਕਰਦੇ ਸਨ। ਉਹਨਾਂ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਹਰੇਕ ਬੰਦੀ ਉਹਨਾਂ ਸਾਹਮਣੇ ਬਿਨਾਂ ਕਿਸੇ ਹਿਚਕਿਚਾਹਟ ਤੋਂ ਆਪਣੀ ਗੱਲ ਰੱਖ ਸਕਦਾ ਸੀ। ਉਹ ਹਰੇਕ ਸੁਝਾਅ ਖੁੱਲ੍ਹਦਿਲੀ ਨਾਲ ਸਵੀਕਾਰਦੇ ਸਨ। ਇੱਕ ਅਨੁਸ਼ਾਸਨ ਪਸੰਦ ਵਿਅਕਤੀ ਹੋਣ ਦੇ ਨਾਲ ਉਹ ਵਿਚਾਰਾਂ ਦੇ ਆਦਾਨ ਪ੍ਰਦਾਨ ਪ੍ਰਤੀ ਕਾਫੀ ਉਦਾਰ ਸਨ। ਇੱਧਰ ਸਾਡੀ ਬੈਰਕ ਵਿੱਚ ਕਾਫੀ ਨਵੇਂ ਬੰਦੀਆਂ ਦੀ ਆਮਦ ਹੋ ਚੁੱਕੀ ਸੀ। ਇਹਨਾਂ 'ਚ ਵਰਣਨਯੋਗ ਨਾਮ ਹਿੰਮਤ, ਚਰਨਜੀਤ, ਸਰਬਜੀਤ ਤੇ ਦਵਿੰਦਰ ਪੂਨੀਆ ਸਨ। ਅਸੀਂ ਸਭ ਲਗਭਗ ਹਮ ਉਮਰ ਸਾਂ। ਕਿਸੇ ਵੀ ਕੰਮ ਵਾਸਤੇ ਸਾਡਾ ਟੀਮ ਵਰਕ ਹਮੇਸ਼ਾ ਸਫਲ ਸਾਬਤ ਹੁੰਦਾ ਸੀ। ਅਸੀਂ ਸਾਰੇ ਖੇਡਾਂ ਦੇ ਸ਼ੌਂਕੀ ਸਾਂ। ਇਹਨਾਂ ਸਾਰਿਆਂ ਨਾਲ ਬਿਤਾਇਆ ਸਮਾਂ ਮੇਰੇ ਲਈ ਸਭ ਤੋਂ ਆਨੰਦਮਈ ਰਿਹਾ। ਸਾਹਮਣੇ ਵਾਲੀ ਬੈਰਕ ਦਾ ਨਿਗਰਾਨ ਮਹੇਸ਼ ਵੀ ਸਾਡੀ ਟੋਲੀ ਦਾ ਪੱਕਾ ਮੈਂਬਰ ਬਣ ਚੁੱਕਾ ਸੀ। ਅਸੀਂ ਸਾਰੇ ਪੜ੍ਹੇ ਲਿਖੇ ਨੌਜਵਾਨ ਸਾਂ ਤੇ ਸਾਡਾ ਸਮਾਂ ਬਹੁਤ ਹੀ ਅਨੁਸ਼ਾਸਨਪੂਰਨ ਢੰਗ ਨਾਲ ਬੀਤਦਾ ਸੀ। ਹਿੰਮਤ ਲਾਅ ਗ੍ਰੈਜੂਏਟ ਸੀ ਤੇ MBA ਕਰ ਰਿਹਾ ਸੀ। ਚਰਨਜੀਤ ਰਾਜਨੀਤੀ ਸ਼ਾਸਤਰੀ 'ਚ ਪੋਸਟ ਗ੍ਰੈਜੂਏਟ ਸੀ ਤੇ ਦਵਿੰਦਰ ਤੇ ਸਰਬਜੀਤ ਗ੍ਰੈਜੂਏਟ ਸਨ। ਅਸੀਂ ਚਰਨਜੀਤ ਨੂੰ ਮਿਸਟਰ ਸਿੰਘ ਤੇ ਦਵਿੰਦਰ ਨੂੰ ਪੂਨੀਆ ਸਾਹਿਬ ਕਹਿ ਕੇ ਸੱਦਦੇ ਸਾਂ। ਇਹ ਦੋਵੇਂ ਮੇਰੇ ਮਨਪਸੰਦ ਬੰਦੇ ਸਨ ਤੇ ਸ਼ਾਂਤ ਸੁਭਾਅ ਦੇ
ਖੁਸ਼ ਮਿਜਾਜ਼ ਨੌਜਵਾਨ ਸਨ। ਦੋਵੇਂ ਹੀ ਹਰ ਕੰਮ ਨੂੰ ਪੂਰੀ ਤਰ੍ਹਾਂ ਸੋਚ ਵਿਚਾਰ ਤੋਂ ਬਾਅਦ ਕਰਨਾ ਪਸੰਦ ਕਰਦੇ ਸਨ। ਮਿਸਟਰ ਸਿੰਘ ਦੀ ਵਿਚਾਰਧਾਰਾ ਕਾਫੀ ਪ੍ਰਭਾਵਸ਼ਾਲੀ ਸੀ ਤੇ ਉਹ ਇੱਕ ਬੁੱਧੀਜੀਵੀ ਵਿਅਕਤੀ ਸੀ। ਪੂਨੀਆ ਸਾਹਿਬ ਵਿੱਚ ਇੱਕ ਅਨੋਖੇ ਪ੍ਰਬੰਧਕ ਵਾਲੀ ਹਰ ਖੂਬੀ ਮੌਜੂਦ ਸੀ। ਇਸੇ ਲਈ ਅਸੀਂ ਉਹਨੂੰ ਆਪਣਾ ਮੈਸ ਕਮਾਂਡਰ, ਲੰਗਰ ਇੰਚਾਰਜ ਬਣਾ ਰੱਖਿਆ ਸੀ। ਉਹਨੇ ਸਾਡੀ ਮੈਸ ਦੇ ਬਗੀਚੇ ਅੰਦਰ ਵਿਭਿੰਨ ਕਿਸਮ ਦੀਆਂ ਸਬਜ਼ੀਆਂ ਲਗਾ ਰੱਖੀਆਂ ਸਨ ਤੇ ਇਹਨਾਂ ਦੀ ਦੇਖਭਾਲ ਦਾ ਜ਼ਿੰਮਾ ਵੀ ਉਹਦੇ ਸਿਰ ਸੀ। ਹਿੰਮਤ ਸਿੰਘ ਸੱਚਮੁੱਚ ਹਿੰਮਤ ਵਾਲਾ ਸ਼ਖਸ ਸੀ। ਜਿਸ ਕੰਮ ਦੇ ਪਿੱਛੇ ਪੈ ਜਾਂਦਾ ਸੀ ਪੂਰਾ ਕਰਕੇ ਹੀ ਦਮ ਲੈਂਦਾ ਸੀ। ਉਹ ਕਾਫੀ ਸਹਿਨਸ਼ੀਲ ਤੇ ਕੂਟਨੀਤਿਕ ਵਿਅਕਤੀ ਸੀ। ਉਹਦੀਆਂ ਇਹ ਦੋਵੇਂ ਖੂਬੀਆਂ ਸਿੱਖਣ ਲਾਇਕ ਸਨ। ਮਹੇਸ਼ ਸਾਡੇ ਸਾਰਿਆਂ ਦਾ ਸਾਂਝਾ ਸ਼ਾਗਿਰਦ ਸੀ ਤੇ ਸਾਰਿਆਂ ਤੋਂ ਹੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਸੀ। ਉਹਦੇ ਅੰਦਰ ਸਿੱਖਣ ਦੀ ਸਮਰੱਥਾ ਤੇ ਖੁਸ਼ਾਮਦ ਦਾ ਗੁਣ ਦੋਵੇਂ ਸਨ। ਉਹ ਸਾਡੇ ਚੋਂ ਹਰੇਕ ਨੂੰ ਇਸ ਭਰਮ 'ਚ ਰੱਖਣ ਦੀ ਕੋਸ਼ਿਸ਼ ਕਰਦਾ ਸੀ ਕਿ ਉਹੀ ਉਹਦਾ ਅਸਲੀ ਗੁਰੂ ਹੈ, ਜਦਕਿ ਅਸੀਂ ਸਾਰੇ ਇਸ ਗੱਲ ਨੂੰ ਆਪਸ 'ਚ ਹਮੇਸ਼ਾ ਸਾਂਝੀ ਕਰਦੇ ਰਹਿੰਦੇ ਸਾਂ ਕਿ ਮਹੇਸ਼ ਨੂੰ ਆਪਣੀ ਇਸ ਚੁਸਤੀ ਬਾਰੇ ਬੜਾ ਭੁਲੇਖਾ ਹੈ। ਇਹਨੂੰ ਇਸ ਭੁਲੇਖੇ 'ਚ ਰਹਿਣ ਦਿਓ। ਸ਼ੰਭੂ ਸਾਡਾ ਸਾਰਿਆਂ ਦਾ ਚਹੇਤਾ ਬੰਦਾ ਤੇ ਸਾਡਾ ਲਾਂਗਰੀ ਸੀ। ਉਹਦੇ ਹੱਥਾਂ 'ਚ ਕੋਈ ਜਾਦੂ ਸੀ। ਉਹ ਹਰੇਕ ਚੀਜ਼ ਇੰਨੀ ਸਵਾਦਲੀ ਬਣਾਉਂਦਾ ਸੀ ਕਿ ਖਾਣ ਵਾਲਾ ਆਪਣੀਆਂ ਉਂਗਲਾਂ ਚੱਟਦਾ ਰਹਿ ਜਾਏ। ਬੈਰਕ ਦੇ ਸਾਰੇ ਬੰਦੀ ਉਹਨੂੰ ਦਿਲੋਂ ਪਿਆਰ ਕਰਦੇ ਸਨ। ਉਹ ਵੀ ਕਿਸੇ ਪਰਿਵਾਰਕ ਮੈਂਬਰ ਵਾਂਗੂ ਸਾਰਿਆਂ ਦਾ ਖਿਆਲ ਰੱਖਦਾ ਸੀ। ਸਾਡੇ ਸਾਰਿਆਂ ਦਰਮਿਆਨ ਵੱਧ ਤੋਂ ਵੱਧ ਕਸਰਤ ਕਰਨ ਦਾ ਮੁਕਾਬਲਾ ਚੱਲਦਾ ਰਹਿੰਦਾ ਸੀ। ਸਾਡੀ ਟੋਲੀ 'ਚੋਂ ਮੈਂ ਤੇ ਹਿੰਮਤ ਹੀ 30 ਸਾਲ ਤੋਂ ਵੱਧ ਉਮਰ ਦੇ ਸਾਂ। ਮਹੇਸ਼ ਦੀ ਉਮਰ ਸਭ ਤੋਂ ਘੱਟ ਸੀ, ਉਹ ਸਿਰਫ 24 ਸਾਲ ਦਾ ਸੀ। ਲੇਕਿਨ ਮੈਂ ਤੇ ਹਿੰਮਤ ਵਜ਼ਨ ਚੁੱਕਣ ਦੇ ਮੁਕਾਬਲੇ 'ਚ ਸਭ ਤੋਂ ਅੱਗੇ ਰਹਿੰਦੇ ਸਾਂ। ਹਿੰਮਤ ਹਮੇਸ਼ਾ ਕਿਹਾ ਕਰਦਾ ਸੀ ਕਿ ਅਸੀਂ 34 ਸਾਲੇ ਜਵਾਨ ਹਾਂ ਤੇ ਇਹ ਸਾਡੇ 30 ਸਾਲੇ ਬਜ਼ੁਰਗ ਹਨ। ਮੈਂ ਤੇ ਹਿੰਮਤ ਨੇ ਉਹਨਾਂ ਨੂੰ ਕਸਰਤ ਕਰਨ 'ਚ ਕਦੇ ਵੀ ਆਪਣੇ ਤੋਂ ਅੱਗੇ ਨਹੀਂ ਲੰਘਣ ਦਿੱਤਾ। ਗਰਗ ਸਾਹਿਬ ਨੇ ਜੇਲ੍ਹ ਦੇ ਬੰਦ ਪਏ ਕੰਪਿਊਟਰ ਸੈਂਟਰ ਨੂੰ ਦੁਬਾਰਾ ਚਾਲੂ ਕਰਵਾ ਦਿੱਤਾ ਤੇ ਸਾਡੀ ਸਾਰੀ ਟੋਲੀ ਉੱਥੇ ਜਾਣ ਲੱਗ ਪਈ। ਮਿਸਟਰ ਸਿੰਘ ਤੇ ਸਰਬਜੀਤ ਕੰਪਿਊਟਰ ਵਿੱਚ ਪੂਰੇ ਮਾਹਰ ਸਨ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ PGDCA ਸ਼ੁਰੂ ਕਰ ਦਿੱਤੀ ਸੀ। ਅਸੀਂ ਸਾਰਿਆਂ ਨੇ ਪੈਨ ਡਰਾਈਵ ਸਾਈਜ਼ ਦੇ ਆਈਪੌਡ ਮੰਗਵਾ ਰੱਖੇ। ਅਸੀਂ ਇਹਨਾਂ ਵਿੱਚ ਕੰਪਿਊਟਰ ਸੈਂਟਰ ਤੋਂ ਗਾਣੇ ਭਰ ਕੇ ਲੈ ਜਾਂਦੇ ਤੇ ਕਸਰਤ ਕਰਦੇ ਸਮੇਂ ਸੁਣਦੇ ਰਹਿੰਦੇ। ਦੋਸਤੋ, ਮੇਰਾ ਇਹ ਅਨੁਭਵ ਹੈ ਕਿ ਜੇ ਸੰਗੀਤ ਦੀ ਧੁਨ ਤੇ ਕਸਰਤ ਕੀਤੀ ਜਾਏ ਤਾਂ ਕਸਰਤ ਦੀ ਸਮਰੱਥਾ 'ਚ ਅਦਭੁਤ ਵਾਧਾ ਹੁੰਦਾ ਹੈ। ਸਾਡਾ ਸਾਰਿਆਂ ਦਾ ਸਮਾਂ ਆਨੰਦਪੂਰਕ ਬੀਤ ਰਿਹਾ ਸੀ। ਹੁਣ ਮੈਂ ਆਪਣਾ ਜ਼ਿਆਦਾਤਰ ਸਮਾਂ ਥੀਸਿਸ ਲਿਖਣ 'ਚ ਬਿਤਾਉਣਾ ਆਰੰਭ ਕਰ ਦਿੱਤਾ। ਮੈਂ ਕੰਪਿਊਟਰ ਸੈਂਟਰ ਜਾਣਾ ਛੱਡ ਦਿੱਤਾ। ਥੀਸਿਸ ਲਿਖਣ ਦੇ ਮਾਮਲੇ 'ਚ ਮੇਰੀ ਜ਼ਿਆਦਾਤਰ ਚਰਚਾ ਮਿਸਟਰ ਸਿੰਘ ਤੇ ਹਿੰਮਤ ਨਾਲ ਹੀ ਹੁੰਦੀ ਸੀ। ਮਿਸਟਰ ਸਿੰਘ ਦੀ ਵਿਚਾਰਧਾਰਾ ਤੇ ਹਿੰਮਤ ਦਾ ਕਾਨੂੰਨ ਸੰਬੰਧੀ ਗਿਆਨ ਮੇਰੇ ਖੂਬ ਕੰਮ ਆਇਆ। ਹਰ ਰੋਜ਼ 6 ਘੰਟੇ ਮਿਹਨਤ ਕਰਕੇ ਮੈਂ 5 ਮਹੀਨੇ ਅੰਦਰ ਆਪਣਾ ਥੀਸਿਸ ਮੁਕੰਮਲ ਕੀਤਾ। ਹੁਣ ਮੈਂ ਇਹਨੂੰ ਟਾਈਪ ਕਰਵਾ ਕੇ ਆਪਣੇ ਸਹਿ ਨਿਗਰਾਨ ਤੋਂ ਚੈੱਕ ਕਰਵਾਉਣਾ ਸੀ ਤੇ ਵਿਭਾਗ ਯੂਨੀਵਰਸਿਟੀ ਵਿਖੇ ਪ੍ਰਸਤੁਤ ਕਰਨਾ ਸੀ। ਮੇਰੀ ਸਜ਼ਾ ਦੇ 10 ਸਾਲ ਹੋਣ 'ਚ ਸਿਰਫ 5 ਮਹੀਨੇ ਬਾਕੀ ਸਨ। ਮੇਰੀ ਰਿਹਾਈ ਕੇਸ ਭੇਜਣ ਦਾ ਸਮਾਂ ਪੂਰਾ ਹੋ ਚੁੱਕਿਆ ਸੀ। ਮੈਂ ਇਸ ਸਬੰਧ ਵਿੱਚ ਗਰਗ ਸਾਹਿਬ ਨੂੰ ਬੇਨਤੀ ਕੀਤੀ। ਉਹਨਾਂ ਨੇ 2 ਦਿਨਾਂ ਅੰਦਰ ਹੀ ਮੇਰੀ ਰਿਹਾਈ ਕੇਸ ਤਿਆਰ ਕਰਵਾ ਕੇ ਸਿਫਾਰਸ਼ਾਂ ਸਹਿਤ ਪੰਜਾਬ ਸਰਕਾਰ ਨੂੰ ਭੇਜ ਦਿੱਤਾ। ਲਗਭਗ 3 ਮਹੀਨੇ ਬਾਅਦ ਮੈਂ ਛੁੱਟੀ ਤੇ ਆ ਗਿਆ। ਇਹ ਪੂਰੀ ਛੁੱਟੀ ਮੈਂ ਆਪਣਾ ਥੀਸਿਸ ਟਾਈਪ ਕਰਵਾਉਣ, ਨਿਗਰਾਨਾਂ ਤੋਂ ਚੈੱਕ ਕਰਾਉਣ ਤੇ ਜਿਲਦ ਚੜਵਾਉਣ 'ਚ ਬਤੀਤ ਕੀਤੀ। ਪੂਰੀ ਕੜਾਕੇ ਦੀ ਸਰਦੀ 'ਚ ਮੈਂ ਘਰੋਂ ਸਵੇਰੇ 7 ਵਜੇ ਨਿਕਲ ਜਾਂਦਾ। 8 ਵਜੇ ਪਟਿਆਲਾ ਯੂਨੀਵਰਸਿਟੀ ਦੇ ਸਾਹਮਣੇ ਟਾਈਪ ਦੀ ਦੁਕਾਨ ਤੇ ਪਹੁੰਚ ਜਾਂਦਾ ਸੀ। ਵਾਪਸੀ 'ਚ ਅਕਸਰ ਮੈਨੂੰ ਸ਼ਾਮ ਦੇ 6-6:30 ਵੱਜ ਜਾਂਦੇ ਸਨ। ਕਈ ਵਾਰ ਤਾਂ ਮੈਂ ਲਗਾਤਾਰ 8-8 ਘੰਟੇ ਟਾਈਪਿਸਟ ਨਾਲ ਬੈਠ ਕੇ ਬਿਤਾਏ ਸਨ। ਮੇਰਾ ਇੱਕ ਕੌੜਾ ਅਨੁਭਵ ਹੈ ਕਿ ਜੇ ਅਸੀਂ ਟਾਈਪਿਸਟ ਦੇ ਸਰਾਣੇ ਨਾ ਬੈਠੀਏ ਤਾਂ ਉਹ ਸਾਡਾ ਕੰਮ ਛੱਡ ਕੇ ਕਿਸੇ ਹੋਰ ਦਾ ਕੰਮ ਕਰਨ 'ਚ ਰੁੱਝ ਜਾਂਦਾ ਹੈ। ਇਸ ਲਈ ਉਹਦੇ ਸਿਰ ਤੇ ਬੈਠਣਾ ਅਤੀ ਲਾਜ਼ਮੀ ਹੈ। ਕੋਈ ਵੀ ਰਿਸਟ ਸਕਾਲਰ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਫ ਹੋਏਗਾ। ਰੱਬ ਭਲਾ ਕਰੇ ਨਵੇਂ ਸਹਿ ਨਿਗਰਾਨ ਡਾਕਟਰ DP ਸਿੰਘ ਦਾ, ਜਿਨ੍ਹਾਂ ਨੇ ਪੰਨੂ ਸਾਹਿਬ ਦੇ ਕਹਿਣ ਤੇ ਮੇਰਾ ਪੂਰਾ ਥੀਸਿਸ ਸਿਰਫ 1 ਹਫ਼ਤੇ ਅੰਦਰ ਹੀ ਚੈੱਕ ਕਰ ਦਿੱਤਾ। ਉਹਨਾਂ ਦੀ ਨਿਰੀਖਣ ਸਮਰੱਥਾ ਵਾਕਈ ਕਾਬਲੇ ਤਾਰੀਫ ਹੈ। ਉਹਨਾਂ ਨੇ ਇੰਨੇ ਘੱਟ ਸਮੇਂ ਅੰਦਰ ਵੀ ਮੇਰਾ ਥੀਸਿਸ ਇਸ ਤਰ੍ਹਾਂ ਚੈੱਕ ਕੀਤਾ ਕਿ ਇੱਕ ਵੀ ਗਲਤੀ ਉਹਨਾਂ ਦੀ ਨਿਗਾਹ ਤੋਂ ਬਚ ਨਾ ਸਕੀ, ਜਦਕਿ ਮੈਨੂੰ ਲਗਭਗ 3 ਦਿਨ ਇਹ ਗਲਤੀਆਂ ਸੁਧਾਰਨ 'ਚ ਹੀ ਲੱਗ ਗਏ। ਛੁੱਟੀ ਖਤਮ ਹੋਣ ਤੋਂ 2 ਦਿਨ ਬਾਅਦ ਹੀ ਰਿਤੂ ਨੇ ਮੇਰਾ ਥੀਸਿਸ ਧਰਮ ਅਧਿਐਨ ਵਿਭਾਗ ਵਿਖੇ ਜਮ੍ਹਾਂ ਕਰਵਾ ਦਿੱਤਾ। ਵਿਭਾਗ ਦੇ ਸਾਰੇ ਅਧਿਆਪਕਾਂ ਨੇ ਉਹਨੂੰ ਮੇਰੇ ਡਾਕਟਰ ਬਣਨ ਦੀ ਵਧਾਈ ਦਿੱਤੀ ਤੇ ਮੇਰੇ ਜੀਵਨ ਵਿੱਚ ਉਹਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਅਖੀਰਲਾ ਅੰਗ ਹੈ 16ਵਾਂ।
2008 ਦੌਰਾਨ ਫਰਵਰੀ ਮਹੀਨੇ ਦੇ ਆਖਰੀ ਦਿਨ ਸਨ ਤੇ ਸਰਦੀ ਦਾ ਮੌਸਮ ਲਗਭਗ ਖਤਮ ਹੋਣ ਵਾਲਾ ਸੀ। ਇੱਕ ਦਿਨ ਮੈਨੂੰ ਤੇ ਪੂਨੀਆ ਸਾਹਿਬ ਨੂੰ ਮੰਦਰ ਵਾਲੇ ਪੁਜਾਰੀ ਜੀ ਮਿਲਣ ਆਏ। ਉਹਨਾਂ ਨੇ ਦੱਸਿਆ ਕਿ ਸ਼ਿਵਰਾਤਰੀ ਦਾ ਪਰਵ ਬਿਲਕੁਲ ਨਜ਼ਦੀਕ ਹੈ, ਪਰੰਤੂ ਇਸ ਸਮਾਰੋਹ ਦਾ ਪ੍ਰਬੰਧ ਕਰਾਉਣ ਲਈ ਕੋਈ ਵੀ ਪ੍ਰਬੰਧਕ ਬਣ ਕੇ ਅੱਗੇ ਨਹੀਂ ਆ ਰਿਹਾ। ਮੈਂ ਉਹਨਾਂ ਤੋਂ ਇਹਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਮੰਦਰ ਦੇ ਕੋਸ਼ 'ਚ ਜਮ੍ਹਾਂ ਰਾਸ਼ੀ ਦੇ ਨਾਂ ਤੇ ਕੋਈ ਰਕਮ ਨਹੀਂ ਹੈ, ਇਸ ਲਈ ਕੋਈ ਵੀ ਵਿਅਕਤੀ ਪ੍ਰਬੰਧਕ ਦੇ ਤੌਰ ਤੇ ਅੱਗੇ ਨਹੀਂ ਆ ਰਿਹਾ। ਪੁਰਾਣੇ ਸਾਰੇ ਪ੍ਰਬੰਧਕਾਂ ਦੀ ਅਚਾਨਕ ਇੱਕਦਮ ਜ਼ਮਾਨਤ ਹੋ ਗਈ, ਇਸ ਲਈ ਪ੍ਰਬੰਧਕ ਕਮੇਟੀ ਖਤਮ ਹੋ ਗਈ। ਉਹਨਾਂ ਨੇ ਸਾਨੂੰ ਮਿਹਣਾ ਮਾਰਿਆ, ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਤੁਹਾਡਾ ਨਾਂ ਜੇਲ੍ਹ ਦੇ ਇੱਜ਼ਤਦਾਰ ਬੰਦਿਆਂ 'ਚ ਆਉਂਦਾ ਹੈ, ਅਫਸਰਾਂ ਅੰਦਰ ਤੁਹਾਡਾ ਅੱਛਾ ਖਾਸਾ ਪ੍ਰਭਾਵ ਹੈ, ਤੁਸੀਂ ਇਸ ਕੰਮ ਲਈ ਅੱਗੇ ਕਿਉਂ ਨਹੀਂ ਆਉਂਦੇ? ਪਤਾ ਨਹੀਂ ਕਿਉਂ ਉਹਨਾਂ ਦੁਆਰਾ ਮਾਰਿਆ ਇਹ ਪੰਪ ਕੰਮ ਕਰ ਗਿਆ ਤੇ ਅਸੀਂ ਉਹਨਾਂ ਨੂੰ ਨਾ ਨਹੀਂ ਕਰ ਸਕੇ। ਵੈਸੇ ਤਾਂ ਮੈਂ ਧਰਮ ਦੇ ਅਧਿਆਤਮਕ ਪੱਖ ਨੂੰ ਸੰਸਥਾਤਮਕ ਪੱਖ ਤੋਂ ਅਧਿਕ ਮਹੱਤਵ ਦਿੰਦਾ ਸੀ, ਲੇਕਿਨ ਮੌਜੂਦਾ ਹਾਲਾਤਾਂ ਅੰਦਰ ਮੈਂ ਇਹ ਸੋਚ ਰਿਹਾ ਸੀ ਕਿ ਜੇ ਅਸੀਂ ਸ਼ਿਵਰਾਤਰੀ ਦੇ ਦਿਹਾੜੇ ਲਈ ਪੈਸੇ ਦੀ ਕਲੈਕਸ਼ਨ ਕਰਕੇ ਲੰਗਰ ਦਾ ਆਯੋਜਨ ਕਰੀਏ ਤਾਂ ਉਹ ਬੰਦੀ ਵੀ ਸਵਾਦਿਸ਼ਟ ਪਕਵਾਨਾਂ ਦਾ ਭਰਪੂਰ ਆਨੰਦ ਲੈ ਸਕਣਗੇ, ਜਿਨ੍ਹਾਂ ਦੀ ਕਦੇ ਕੋਈ ਮੁਲਾਕਾਤ ਵਗੈਰਾ ਨਹੀਂ ਹੁੰਦੀ। ਜੇਲ੍ਹ ਅੰਦਰ ਘੱਟੋ ਘੱਟ 35% ਲੋਕ ਅਜਿਹੇ ਹੁੰਦੇ ਹਨ ਜਿਹੜੇ ਸਿਰਫ ਧਾਰਮਿਕ ਦਿਹਾੜਿਆਂ ਤੇ ਹੀ ਮਠਿਆਈ ਆਦਿ ਸਵਾਦਿਸ਼ਟ ਵਿਅੰਜਨਾਂ ਦਾ ਆਨੰਦ ਲੈ ਪਾਉਂਦੇ ਹਨ। ਜਦੋਂ ਅਸੀਂ ਇਹ ਗੱਲ ਜੇਲ੍ਹ ਦੇ 1400 ਬੰਦੀਆਂ ਨੂੰ ਬੈਰਕ ਜਾ ਕੇ ਸਮਝਾਈ ਤਾਂ ਉਹਨਾਂ ਨੇ ਵੱਧ ਚੜ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ। ਇਸ ਪ੍ਰਕਾਰ ਸਾਡੇ ਕੋਲ ਲਗਭਗ 35,000 ਰੁਪਇਆ ਇਕੱਠਾ ਹੋ ਗਿਆ। ਦੋਸਤੋ, ਮੈਂ ਵੇਖਿਆ ਹੈ ਜੇ ਸਮਾਜਿਕਤਾ ਦੀ ਭਾਵਨਾ ਨੂੰ ਮੁੱਖ ਰੱਖ ਕੇ ਕੋਈ ਧਾਰਮਿਕ ਕਾਰਜ ਕੀਤਾ ਜਾਏ ਤਾਂ ਬਹੁਤ ਹੀ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਹੁੰਦੇ ਹਨ। ਅਸੀਂ ਸਾਰਿਆਂ ਨੇ ਮਿਲ ਜੁਲ ਕੇ ਬੜੇ ਹੀ ਸ਼ਾਨਦਾਰ ਢੰਗ ਨਾਲ ਸ਼ਿਵਰਾਤਰੀ ਪਰਵ ਮਨਾਇਆ। ਪ੍ਰਸਾਦ ਵਿੱਚ ਲਗਭਗ 20 ਕਿਲੋ ਸੁੱਕੇ ਮੇਵੇ ਮਿਲਾਏ ਗਏ। ਸ਼ਾਮ ਨੂੰ ਖਾਣੇ 'ਚ ਰੋਟੀ ਨਾਲ ਪਨੀਰ ਤੇ ਕਾਬਲੀ ਛੋਲਿਆਂ ਦੀ ਸਬਜ਼ੀ ਵਰਤਾਈ ਗਈ। ਜਨਾਨਾ ਵਾਰਡ ਅੰਦਰ ਵਰਤ ਰੱਖਣ ਵਾਲੀਆਂ ਔਰਤਾਂ ਵਾਸਤੇ ਫਲ ਤੇ ਸੌਂਫੀਆ ਚੌਲਾਂ ਦੀ ਖੀਰ ਵੰਡੀ ਗਈ। ਸਾਡੇ ਇਸ ਪ੍ਰਬੰਧ ਤੋਂ ਸਾਰੇ ਹੀ ਬੰਦੀਆਂ ਤੇ ਮੁਲਾਜ਼ਮਾਂ ਨੇ ਸੰਤੁਸ਼ਟੀ ਜਤਾਈ। ਪੂਰੇ ਆਯੋਜਨ ਦਾ ਪ੍ਰਬੰਧ ਕਰਨ ਤੋਂ ਬਾਅਦ ਵੀ ਸਾਡੇ ਕੋਲ 8,000 ਰੁਪਏ ਦੀ ਰਾਸ਼ੀ ਬਕਾਇਆ ਰਹਿ ਗਈ। ਦੋਸਤੋ, ਇਸ ਪਰਵ ਦਾ ਸ਼ਾਨਦਾਰ ਪ੍ਰਬੰਧ ਕਰਨ ਦੇ ਨਾਲ ਇੱਕ ਪ੍ਰਬੰਧਕ ਦੇ ਤੌਰ ਤੇ ਮੇਰੇ ਅਨੁਭਵ 'ਚ ਭਾਰੀ ਵਾਧਾ ਹੋਇਆ ਤੇ ਮੇਰਾ ਆਤਮ ਵਿਸ਼ਵਾਸ ਵੀ ਕਾਫੀ ਵੱਧ ਗਿਆ। ਪੂਨੀਆ ਸਾਹਿਬ ਪਹਿਲਾਂ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿ ਚੁੱਕੇ ਸਨ, ਇਸ ਲਈ ਅਸੀਂ ਉਹਨਾਂ ਦੇ ਤਜਰਬੇ ਤੋਂ ਪੂਰਾ ਲਾਭ ਉਠਾਇਆ। ਅਪ੍ਰੈਲ ਮਹੀਨੇ ਵਿੱਚ ਸੁਰੇਸ਼ ਨਾਮਕ ਬੰਦੀ ਦੀ ਜ਼ਮਾਨਤ ਹੋਈ। ਉਹ ਐਕਸਾਈਜ਼ ਮਹਿਕਮੇ 'ਚ ਇੰਸਪੈਕਟਰ ਸੀ। ਜ਼ਮਾਨਤ ਦੀ ਖੁਸ਼ੀ 'ਚ ਉਹਨੇ ਮੰਦਰ ਨੂੰ 25 ਬੋਰੀਆਂ ਸੀਮੈਂਟ ਦਾਨ ਕੀਤਾ। ਅਸੀਂ ਇਹ ਸੀਮੈਂਟ ਤਰਪਾਲ ਪਾ ਕੇ ਮੰਦਰ ਦੇ ਸਟੋਰ 'ਚ ਸੰਭਾਲ ਦਿੱਤਾ। ਮਈ ਮਹੀਨੇ ਕੁਝ ਬਾਰਿਸ਼ ਪੈਣ ਕਾਰਨ ਸੀਮੈਂਟ ਦੇ ਜੰਮ ਜਾਣ ਦਾ ਖਤਰਾ ਸਿਰ ਤੇ ਮੰਡਰਾਉਣ ਲੱਗਾ। ਪੂਨੀਆ ਸਾਹਿਬ ਛੁੱਟੀ ਗਏ ਸੀ ਤੇ ਇਸ ਸੀਮੈਂਟ ਨੂੰ ਚੰਗੇ ਆਰ ਲਗਾਉਣ ਦੀ ਜ਼ਿੰਮੇਵਾਰੀ ਮੇਰੇ ਇਕੱਲੇ ਸਿਰ ਆ ਪਈ। ਮੈਂ ਫੈਸਲਾ ਕੀਤਾ ਕਿ ਇਸ ਸੀਮੈਂਟ ਦੀ ਮਦਦ ਨਾਲ ਮੰਦਰ ਦੇ ਪਿਛਲੇ ਪਾਰਕ ਨੂੰ ਪੱਕਾ ਕਰਕੇ ਉੱਥੇ ਇੱਕ ਬਲੈਕ ਬੋਰਡ ਦਾ ਨਿਰਮਾਣ ਕੀਤਾ ਜਾਏ। ਇਸ ਤਰ੍ਹਾਂ ਅਨਪੜ੍ਹ ਬੰਦੀਆਂ ਲਈ ਇੱਕ ਨਵਾਂ ਸਕੂਲ ਤਿਆਰ ਹੋ ਜਾਏਗਾ। ਮੇਰੀ ਇਹ ਯੋਜਨਾ ਗਰਗ ਸਾਹਿਬ ਸੁਬਡੈਂਟ ਨੂੰ ਬਹੁਤ ਪਸੰਦ ਆਈ। ਉਹਨਾਂ ਨੇ ਜੇਲ੍ਹ ਅੰਦਰ ਬਾਲਗ ਸਿੱਖਿਆ ਅਭਿਆਨ ਚਲਾਉਣ ਦਾ ਵਾਅਦਾ ਵੀ ਕੀਤਾ। ਬਾਰਿਸ਼ ਹੋਣ ਤੋਂ ਪਹਿਲਾਂ ਹੀ ਅਸੀਂ ਸਕੂਲ ਦਾ ਨਿਰਮਾਣ ਕਾਰਜ ਆਰੰਭ ਕਰ ਦਿੱਤਾ। ਇਸ ਕੰਮ ਵਾਸਤੇ ਮਿਸਤਰੀ ਵੀ ਜੇਲ੍ਹ ਦੇ ਅੰਦਰ ਹੀ ਮਿਲ ਗਿਆ। ਬਸ ਨਿਰਮਾਣ ਕਾਰਜ ਆਰੰਭ ਹੋਣ ਦੀ ਦੇਰ ਸੀ, ਵੱਖ-ਵੱਖ ਵਾਰਡਾਂ ਦੇ ਬੰਦੀ ਆਪਣੇ ਆਪ ਕਾਰ ਸੇਵਾ ਵਾਸਤੇ ਪਹੁੰਚਣ ਲੱਗੇ। ਲਗਭਗ ਇੱਕ ਹਫ਼ਤਾ ਸਖਤ ਮਿਹਨਤ ਕਰਨ ਤੋਂ ਬਾਅਦ ਸਕੂਲ ਦਾ ਨਿਰਮਾਣ ਸੰਪੰਨ ਹੋ ਗਿਆ। ਨਿਰਮਾਣ ਕਾਰਜ ਪੂਰਾ ਹੋਣ ਤੋਂ ਅਗਲੇ ਦਿਨ ਹੀ ਜ਼ੋਰਦਾਰ ਬਾਰਿਸ਼ ਆਰੰਭ ਹੋ ਗਈ। ਪੁਜਾਰੀ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਨਿਰਮਾਣ ਕਾਰਜ ਦੌਰਾਨ ਬਾਰਿਸ਼ ਨਹੀਂ ਹੋਈ, ਨਹੀਂ ਤਾਂ ਸਾਰਾ ਕੁਝ ਤਹਿਸ-ਨਹਿਸ ਹੋ ਜਾਣਾ ਸੀ। ਕੁਝ ਦਿਨਾਂ ਬਾਅਦ ਗਰਗ ਸਾਹਿਬ ਨੇ ਮੈਨੂੰ ਆਪਣੇ ਦਫ਼ਤਰ ਬੁਲਾਇਆ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਮੇਰਾ ਪਰਿਚੈ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਪ੍ਰਧਾਨ ਗੁਪਤਾ ਜੀ ਨਾਲ ਕਰਵਾਇਆ। ਗੁਪਤਾ ਜੀ ਨੇ ਮੈਨੂੰ ਬਾਲਗ ਸਿੱਖਿਆ ਅਭਿਆਨ ਸੰਭਾਲਣ ਦੀ ਪੇਸ਼ਕਸ਼ ਕੀਤੀ। ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਦਾ ਕੋਈ ਅਨੁਭਵ ਨਹੀਂ ਹੈ। ਗਰਗ ਸਾਹਿਬ ਨੇ ਮੇਰੀ ਗੱਲ ਨੂੰ ਵਿਚਾਲੇ ਕੱਟਦੇ ਹੋਏ ਆਪਣੇ ਪਨ ਨਾਲ ਝਿੜਕਿਆ, ਮਨਦੀਪ, ਬਹਾਨੇ ਨਾ ਬਣਾ, ਮੈਨੂੰ ਪਤਾ ਹੈ ਤੂੰ ਸਭ ਸੰਭਾਲ ਲਏਂਗਾ। ਮੇਰੀ ਇੰਨੀ ਹਿੰਮਤ ਕਿੱਥੇ ਸੀ ਕਿ ਮੈਂ ਗਰਗ ਸਾਹਿਬ ਵਰਗੇ ਜ਼ਹੀਨ ਇਨਸਾਨ ਨੂੰ ਨਾ ਕਰ ਦਿੰਦਾ। ਬੜੇ ਹੀ ਸ਼ਾਨਦਾਰ ਢੰਗ ਨਾਲ ਸਾਡੇ ਬਾਲਗ ਸਿੱਖਿਆ ਅਭਿਆਨ ਦਾ ਆਰੰਭ ਹੋਇਆ। ਇਹਦੇ ਉਦਘਾਟਨ ਸਮਾਰੋਹ 'ਚ ਕਲੱਬ ਦੇ ਸਾਰੇ ਮੈਂਬਰ ਤੇ ਜੇਲ੍ਹ ਅਫਸਰ ਸ਼ਾਮਲ ਹੋਏ। ਗੁਪਤਾ ਜੀ ਤੇ ਗਰਗ ਸਾਹਿਬ ਨੇ ਆਪਣਾ ਪ੍ਰਾਰੰਭਿਕ ਭਾਸ਼ਣ ਦਿੱਤਾ ਤੇ ਵਿਦਿਆਰਥੀ ਬੰਦੀਆਂ ਨੂੰ ਪੁਸਤਕਾਂ ਵੰਡੀਆਂ। ਪਹਿਲੇ ਦਿਨ ਦੀ ਕਲਾਸ 'ਚ 70 ਵਿਦਿਆਰਥੀ ਸ਼ਾਮਲ ਹੋਏ। ਹੌਲੀ-ਹੌਲੀ ਇਹ ਸੰਖਿਆ ਵਧਣ ਲੱਗ ਪਈ। ਇੱਕ ਹਫ਼ਤੇ ਅੰਦਰ ਹੀ 88 ਵਿਦਿਆਰਥੀ ਹੋ ਗਏ। ਕਲਾਸ ਦੇ ਜ਼ਿਆਦਾਤਰ ਵਿਦਿਆਰਥੀ ਬਜ਼ੁਰਗ ਸਨ। ਮੈਂ ਹਰ ਰੋਜ਼
3 ਘੰਟੇ ਦੀ ਕਲਾਸ ਲੈਂਦਾ ਤੇ ਵਿਦਿਆਰਥੀ ਪੂਰੇ ਆਨੰਦ ਨਾਲ ਮੇਰੀ ਗੱਲ ਸੁਣਦੇ। ਇੱਕ ਦਿਨ ਕਲਾਸ ਸਮਾਪਤ ਹੋਣ ਤੋਂ ਬਾਅਦ ਇੱਕ ਬਜ਼ੁਰਗ ਵਿਅਕਤੀ ਮੇਰੇ ਕੋਲ ਆਇਆ। ਉਹ ਮੈਨੂੰ ਦੂਜਿਆਂ ਤੋਂ ਇੱਕ ਪਾਸੇ ਲਿਜਾ ਕੇ ਬੋਲਿਆ, ਪੁੱਤਰ, ਜੇ ਤੂੰ ਮੈਨੂੰ ਦੂਜੇ ਬੰਦਿਆਂ ਤੋਂ ਅਲੱਗ ਉਚੇਚੇ ਤੌਰ ਤੇ ਪੜ੍ਹਾ ਦੇਵੇਂ ਤਾਂ ਮੈਂ ਤੈਨੂੰ 1000 ਰੁਪਏ ਮਹੀਨਾ ਦੇ ਦਿਆ ਕਰਾਂਗਾ। ਮੈਂ ਸਾਰੀ ਉਮਰ ਬਹੁਤ ਪੈਸਾ ਕਮਾਇਆ। ਹੁਣ ਮੇਰੀ ਸਿਰਫ ਇਹੋ ਇੱਛਾ ਹੈ ਕਿ ਮੈਂ ਚੰਗੀ ਤਰ੍ਹਾਂ ਗੁਰਬਾਣੀ ਪੜ੍ਹਨ ਦੇ ਕਾਬਿਲ ਬਣ ਸਕਾਂ। ਉਹਨਾਂ ਦੀ ਗੱਲ ਸੁਣ ਕੇ ਮੈਂ ਮੁਸਕਰਾ ਪਿਆ ਤੇ ਕਿਹਾ, ਬਜ਼ੁਰਗੋ, ਮੈਂ ਤੁਹਾਨੂੰ ਅਲੱਗ ਤੌਰ ਤੇ ਤਾਂ ਨਹੀਂ ਪੜ੍ਹਾ ਸਕਦਾ, ਪਰ ਮੇਰਾ ਇਹ ਵਾਅਦਾ ਹੈ ਕਿ ਤੁਸੀਂ ਜਲਦੀ ਗੁਰਬਾਣੀ ਪੜ੍ਹਨ ਲੱਗੋਗੇ। ਜਜ਼ਬਾਤੀ ਹੋ ਕੇ ਉਸ ਬਜ਼ੁਰਗ ਨੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਲਈ ਤੇ ਉਹਦੇ ਝੁਰੀਆਂ ਭਰੇ ਚਿਹਰੇ ਤੇ ਰੌਣਕ ਆ ਗਈ। ਮੈਂ ਵੇਖਿਆ ਉਹਦੀਆਂ ਅੱਖਾਂ 'ਚ ਹੰਝੂ ਤੈਰ ਰਹੇ ਸਨ। ਉਸ ਦਿਨ ਤੋਂ ਬਾਅਦ ਮੈਂ ਉਹਨਾਂ ਬਜ਼ੁਰਗਵਾਰ ਲਈ ਇੱਕ ਖਾਸ ਕਾਪੀ ਤਿਆਰ ਕੀਤੀ। ਇਸ ਕਾਪੀ ਅੰਦਰ ਮੈਂ ਬਿੰਦੂਆਂ ਦੁਆਰਾ ਸਾਰੇ ਅੱਖਰ ਲਿਖ ਦਿੱਤੇ। ਉਹਨਾਂ ਨੂੰ ਬਿੰਦੂਆਂ ਤੋਂ ਅੱਖਰ ਬਣਾਉਣ ਦਾ ਅਭਿਆਸ ਕਰਨ ਦੀ ਹਦਾਇਤ ਕੀਤੀ। ਕਈ ਵਾਰੀ ਮੈਂ ਖੁਦ ਹੱਥ ਫੜ ਕੇ ਘੰਟਿਆਂ ਬੱਧੀ ਉਹਨਾਂ ਦਾ ਅਭਿਆਸ ਕਰਾਉਂਦਾ ਰਹਿੰਦਾ। 1 ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਉਹ ਬਜ਼ੁਰਗ ਸਾਰੇ ਅੱਖਰ ਪੜ੍ਹਨ ਲੱਗ ਪਏ। ਸਾਡੀ ਇਸ ਕਲਾਸ ਦਾ ਅਭਿਆਨ ਇੰਨਾ ਭਾਗਾਂ ਵਾਲਾ ਰਿਹਾ ਕਿ ਕਲਾਸ ਦੇ 5 ਵਿਦਿਆਰਥੀ ਬਾਇੱਜ਼ਤ ਬਰੀ ਹੋ ਗਏ। 9 ਜਣਿਆਂ ਦੀ ਜ਼ਮਾਨਤ ਹੋ ਗਈ। ਹੌਲੀ-ਹੌਲੀ ਕਲਾਸ 'ਚ ਨਵੇਂ ਵਿਦਿਆਰਥੀ ਵੀ ਆਉਣ ਲੱਗੇ। ਗਰਗ ਸਾਹਿਬ ਨੂੰ ਬੇਨਤੀ ਕਰਕੇ ਮੈਂ ਆਪਣੇ ਵਿਦਿਆਰਥੀ ਲੱਖੀ ਨੂੰ ਵੀ ਆਪਣਾ ਸਹਿ ਅਧਿਆਪਕ ਨਿਯੁਕਤ ਕਰਵਾ ਲਿਆ। ਲੱਖੀ ਪੰਜਾਬੀ ਤੇ ਗਣਿਤ ਪੜ੍ਹਾਉਣ ਲੱਗ ਪਿਆ ਤੇ ਮੈਂ ਹਿੰਦੀ ਤੇ ਅੰਗਰੇਜ਼ੀ। ਲੱਖੀ ਨੇ ਕੁਝ ਚਾਹਵਾਨ ਵਿਦਿਆਰਥੀਆਂ ਨੂੰ ਚਿੱਤਰਕਲਾ ਪੜ੍ਹਾਉਣੀ ਵੀ ਆਰੰਭ ਕਰ ਦਿੱਤੀ ਸੀ। ਦੋਸਤੋ, ਮੇਰਾ ਇੱਕ ਵਿਦਿਆਰਥੀ ਪ੍ਰਿਥਵੀ ਰਾਜ, ਜੋ ਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਪੰਜਾਬੀ ਭਾਸ਼ਾ 'ਚ ਅਰਜ਼ੀ ਲਿਖਣ ਲੱਗ ਪਿਆ ਸੀ। ਇਹ ਮੇਰੇ ਲਈ ਬਹੁਤ ਵੱਡੀ ਉਪਲਬਧੀ ਸੀ। ਲਗਭਗ 6 ਮਹੀਨੇ ਚੱਲਣ ਉਪਰੰਤ ਸਾਲ 2009 ਦੇ ਆਰੰਭ ਵਿੱਚ ਸਾਡਾ ਇਹ ਬਾਲਗ ਸਿੱਖਿਆ ਅਭਿਆਨ ਖਤਮ ਹੋ ਗਿਆ। ਸਾਰੇ ਵਿਦਿਆਰਥੀਆਂ ਨੂੰ ਇਨਾਮ ਤੇ ਮਠਿਆਈਆਂ ਆਦਿ ਵੰਡੇ ਗਏ। ਮੈਨੂੰ ਤੇ ਲੱਖੀ ਨੂੰ ਗਰਗ ਸਾਹਿਬ ਨੇ ਖਾਸ ਤੌਰ ਤੇ ਪਾਰਕਰ ਦੇ ਪੈਨ ਭੇਟ ਕੀਤੇ, ਜੋ ਅਸੀਂ ਤਾਂ ਉਮਰ ਸੰਭਾਲ ਕੇ ਰੱਖਣ ਦਾ ਸੰਕਲਪ ਕੀਤਾ। ਇੱਕ ਸਕੂਲ ਅਧਿਆਪਕ ਦੇ ਤੌਰ ਤੇ ਸਾਡਾ ਪਹਿਲਾ ਮਿਹਨਤਾਨਾ ਜਾਂ ਸ਼ੁਕਰਾਨਾ ਸੀ। ਪਿਛਲੀਆਂ ਛੁੱਟੀਆਂ ਦੌਰਾਨ ਲੱਕੀ ਵੀਰ ਜੀ ਦੇ ਬੇਟੇ ਰਾਹੁਲ ਨੇ ਮੈਨੂੰ ਜੈਕ ਕੈਨਫੀਲਡ ਦੀ ਪ੍ਰੇਰਨਾਦਾਇਕ ਪੁਸਤਕ ਵੇਅਰ ਯੂ ਆਰ ਟੂ ਵੇਅਰ ਯੂ ਵਾਂਟ ਟੂ ਬੀ ਭੇਂਟ ਕੀਤੀ ਸੀ, ਪਰ ਅਜੇ ਤੱਕ ਮੈਨੂੰ ਇਹ ਕਿਤਾਬ ਪੜ੍ਹਨ ਦਾ ਵਕਤ ਨਹੀਂ ਮਿਲ ਸਕਿਆ ਸੀ। ਬਾਲਗ ਸਿੱਖਿਆ ਕੈਂਪ ਸਮਾਪਤ ਕਰਨ ਕਾਰਨ ਮੇਰੇ ਕੋਲ ਹੁਣ ਇਸ ਪੁਸਤਕ ਨੂੰ ਪੜ੍ਹਨ ਵਾਸਤੇ ਕਾਫੀ ਸਮਾਂ ਸੀ। ਇਹ ਗਜ਼ਬ ਦੀ ਕਿਤਾਬ ਸੀ। ਲੇਖਕ ਦੀ ਲਿਖਣ ਸ਼ੈਲੀ ਤੋਂ ਉਹਦੀ ਅਧਿਆਤਮਿਕਤਾ, ਊਰਜਾ ਤੇ ਰੌਸ਼ਨ ਜ਼ਮੀਰੀ ਦਾ ਪੂਰਾ ਅੰਦਾਜ਼ਾ ਹੁੰਦਾ ਸੀ। ਇਸ ਪੁਸਤਕ ਤੋਂ ਮੈਨੂੰ ਜੋ ਸਿੱਖਿਆ ਮਿਲੀ ਉਹ ਸੰਖੇਪ ਜਿਸ ਪ੍ਰਕਾਰ ਹੈ। ਹਜ਼ਾਰਾਂ ਮੀਲ ਦਾ ਸਫ਼ਰ ਇੱਕ ਪਹਿਲੇ ਕਦਮ ਤੋਂ ਆਰੰਭ ਹੁੰਦਾ ਹੈ। ਵਿਅਕਤੀ ਨੂੰ ਆਪਣੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਆਪਣਾ ਲਕਸ਼ ਜ਼ਰੂਰ ਤੈਅ ਕਰਕੇ ਰੱਖਣਾ ਚਾਹੀਦਾ ਹੈ। ਆਪਣਾ ਲਕਸ਼ ਨਿਰਧਾਰਤ ਕਰਨ ਤੋਂ ਬਾਅਦ ਇਹਨੂੰ ਛੋਟੀਆਂ-ਛੋਟੀਆਂ ਯੋਜਨਾਵਾਂ ਅਧੀਨ ਵੰਡ ਲੈਣਾ ਚਾਹੀਦਾ ਹੈ। ਆਪਣੇ ਲਕਸ਼ ਦੀ ਪ੍ਰਾਪਤੀ ਲਈ ਪ੍ਰਤੀ ਦਿਨ ਕੁਝ ਨਾ ਕੁਝ ਪ੍ਰਯਤਨ ਕਰਦੇ ਰਹਿਣਾ ਚਾਹੀਦਾ ਹੈ। ਦੋਸਤੋ, ਮੈਂ ਪਿਛਲੇ ਪੂਰੇ ਸਾਲ ਦੌਰਾਨ ਇਹ ਸੋਚ ਕੇ ਚਿੰਤਿਤ ਹੁੰਦਾ ਰਿਹਾ ਕਿ ਰਿਹਾਈ ਤੋਂ ਬਾਅਦ ਕੀ ਕੰਮ ਧੰਦਾ ਕਰਾਂਗਾ, ਲੇਕਿਨ ਮੇਰੀ PhD ਦੀ ਡਿਗਰੀ ਤੇ ਇਸ ਪੁਸਤਕ ਦੀਆਂ ਸਮੱਸਿਆਵਾਂ ਨੇ ਮੈਨੂੰ ਕਾਫੀ ਹੱਦ ਤੱਕ ਚਿੰਤਾ ਮੁਕਤ ਕਰ ਦਿੱਤਾ ਸੀ। ਹੁਣ ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਦੋਵੇਂ ਜ਼ਿੰਦਗੀ ਦੇ ਜਟਿਲ ਰਸਤਿਆਂ ਨੂੰ ਆਸਾਨ ਬਣਾਉਣ 'ਚ ਮੇਰੀ ਮਦਦ ਜ਼ਰੂਰ ਕਰਨਗੀਆਂ। ਫਰਵਰੀ 2009 ਦੇ ਅੰਤ 'ਚ ਮੈਂ 4 ਹਫ਼ਤੇ ਦੀ ਪੈਰੋਲ ਛੁੱਟੀ ਲਈ ਆਇਆ ਸੀ ਤਾਂ ਮੇਰੇ ਥੀਸਿਸ ਦੀ ਮੁਲਾਂਕਣ ਰਿਪੋਰਟ ਯੂਨੀਵਰਸਿਟੀ ਵਿਖੇ ਪਹੁੰਚ ਚੁੱਕੀ ਸੀ। ਲੱਕੀ ਵੀਰ ਜੀ ਮੇਰੀ ਰਿਹਾਈ ਦੇ ਇੰਤਜ਼ਾਮ 'ਚ ਲੱਗੇ ਸਨ ਤੇ ਮੈਂ PhD ਦੇ ਵਾਈਵਾ ਦੀ ਤਿਆਰੀ 'ਚ ਰੁੱਝ ਗਿਆ। 28 ਫਰਵਰੀ ਨੂੰ ਮੇਰਾ ਵਾਈਵਾ ਹੋਣ ਦੀ ਚਿੱਠੀ ਆ ਗਈ। ਮੇਰੇ ਵਾਈਵਾ ਦੀ ਮਿਤੀ 24 ਮਾਰਚ ਨਿਸ਼ਚਿਤ ਹੋਈ ਸੀ। ਨਿਸ਼ਚਿਤ ਮਿਤੀ ਨੂੰ ਮੈਂ ਨਿਰਧਾਰਤ ਸਮੇਂ ਤੇ ਵਿਭਾਗ ਪਹੁੰਚ ਗਿਆ। ਬਾਹਰਲੀਆਂ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਪ੍ਰੋਫੈਸਰਾਂ, ਵਿਭਾਗ ਮੁਖੀ ਸ਼੍ਰੀਮਤੀ ਰਜਿੰਦਰ ਕੌਰ ਰੋਹੀ ਤੇ ਹੋਰ ਅਧਿਆਪਕਾਂ ਨੇ ਮੇਰੇ ਥੀਸਿਸ ਦੀ ਕਾਫੀ ਪ੍ਰਸ਼ੰਸਾ ਕੀਤੀ ਤੇ ਮੈਨੂੰ ਜੇਲ੍ਹ ਸੁਧਾਰ ਲਈ ਕੋਈ ਵਿਹਾਰਕ ਪ੍ਰਯਤਨ ਕਰਨ ਦਾ ਮਸ਼ਵਰਾ ਦਿੱਤਾ। ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸੇ ਵਿਸ਼ੇ ਤੇ ਅੱਗੇ ਪੋਸਟ ਡਾਕਟੋਰਲ ਡੀਲਿਟ ਕਰਨਾ ਚਾਹੁੰਦਾ, ਕਿਉਂਕਿ ਮੇਰੀ ਇੱਛਾ ਹੈ ਕਿ ਮੈਂ ਆਪਣੇ ਦੇਸ਼ ਲਈ ਇੱਕ ਆਦਰਸ਼ ਪ੍ਰਿਜ਼ਨ ਮਾਡਲ ਤਿਆਰ ਕਰਾਂ। ਦੋਸਤੋ, ਮੈਨੂੰ ਇਸ ਗੱਲ ਦਾ ਸਦਾ ਹੀ ਅਫਸੋਸ ਰਿਹਾ ਕਿ ਅਸੀਂ ਭਾਰਤੀ ਲੋਕ ਆਪਣੇ ਸਿਸਟਮ ਨੂੰ ਸੁਧਾਰਨ 'ਚ ਬਹੁਤ ਹੀ ਸੁਸਤ ਹਾਂ। ਇੱਥੋਂ ਤੱਕ ਕਿ ਸਾਡੇ ਦੇਸ਼ ਦਾ ਕਾਨੂੰਨ, ਨਿਆਂ ਤੇ ਜੇਲ੍ਹਾਂ ਆਦਿ ਸਭ ਅੰਗਰੇਜ਼ਾਂ ਦੁਆਰਾ ਬਣਾਏ ਪੁਰਾਣੇ ਕਿਸੇ ਪਿਟੇ ਨਿਯਮਾਂ ਅਨੁਸਾਰ ਚੱਲ ਰਹੇ ਹਨ। ਆਜ਼ਾਦੀ ਮਿਲਣ ਤੋਂ ਬਾਅਦ ਅਸੀਂ ਜੇਲ੍ਹ ਮੈਨੂਅਲ, ਕਾਨੂੰਨੀ ਨਿਯਮਾਵਲੀ, CRPC,
IPC ਤੇ ਪੁਲਿਸ ਐਕਟ ਆਦਿ ਵਿੱਚ ਸਮੇਂ ਅਨੁਸਾਰ ਬਦਲਾਅ ਕਰਨ ਵੱਲ ਬਹੁਤ ਸ਼ਲਾਘਾਯੋਗ ਪਹਿਲ ਕਦਮੀ ਨਹੀਂ ਕੀਤੀ। ਇਹਨਾਂ ਨਿਯਮਾਵਲੀਆਂ ਨੂੰ ਅਸੀਂ ਆਪਣਾ ਖੁਦ ਦਾ ਨਹੀਂ ਕਹਿ ਸਕਦੇ। ਅੰਗਰੇਜ਼ੀ ਹਕੂਮਤ ਇਹਨਾਂ ਦੀ ਨਿਰਮਾਤਾ ਸੀ ਤੇ ਅਸੀਂ ਇਹਨਾਂ 'ਚ ਆਪਣੀ ਸਹੂਲੀਅਤ ਅਨੁਸਾਰ ਕੁਝ ਕੁ ਪਰਿਵਰਤਨ ਤਾਂ ਕੀਤੇ, ਪਰ ਪੂਰੀ ਤਰ੍ਹਾਂ ਨਾਲ ਆਪਣਾ ਕਿਹਾ ਜਾ ਸਕਣ ਵਾਲਾ ਕੋਈ ਉਪਰਾਲਾ ਅਜੇ ਤੱਕ ਨਹੀਂ ਕੀਤਾ। ਵਾਈਵਾ ਹਾਲ ਅੰਦਰ ਬੈਠੇ ਸਾਰੇ ਵਿਦਵਾਨਾਂ ਨੇ ਮੈਨੂੰ ਮੇਰੀ ਮਨੋਕਾਮਨਾ ਪੂਰੀ ਹੋਣ ਦਾ ਆਸ਼ੀਰਵਾਦ ਦਿੱਤਾ। ਪ੍ਰੋਫੈਸਰ ਪੰਨੂ ਤੇ ਪ੍ਰੋਫੈਸਰ ਹਬੀਬ ਨੇ ਮੇਰੀ ਇਸ ਸਫਲਤਾ ਦਾ ਸਾਰਾ ਸ਼੍ਰੇਅ ਮੇਰੀ ਪਤਨੀ ਰਿਤੂ ਨੂੰ ਦਿੱਤਾ, ਜੋ ਕਿ ਸੱਚ ਹੈ। ਇਸ ਸ਼ੁਭ ਦਿਨ ਸ਼ਾਮ ਨੂੰ ਲੱਕੀ ਵੀਰ ਜੀ ਦਾ ਫੋਨ ਆਇਆ ਕਿ ਮੇਰੀ ਰਿਹਾਈ ਦੇ ਦਸਤਾਵੇਜ਼ਾਂ ਉੱਪਰ ਗਵਰਨਰ ਸਾਹਿਬ ਦੇ ਦਸਖਤ ਹੋ ਚੁੱਕੇ ਹਨ। ਹੁਣ ਬਸ ਜ਼ਾਮਨੀ ਦੇ ਤੌਰ ਤੇ 2 ਜ਼ਮਾਨਤਾਂ ਭਰਾਉਣ ਦੀ ਲੋੜ ਹੈ। ਮੈਂ ਵੀਰ ਜੀ ਨੂੰ ਮੁੱਚਲ ਕੇ ਥੋੜਾ ਠਹਿਰ ਕੇ ਭਰਾਉਣ ਦੀ ਬੇਨਤੀ ਕੀਤੀ। ਉਹਨਾਂ ਨੇ ਗੁੱਸਾ ਕਰਦਿਆਂ ਕਿਹਾ ਕਿ ਤੂੰ ਪਾਗਲ ਹੋ ਗਿਆ, ਲੋਕ ਰਿਹਾਈ ਦੀ ਖਬਰ ਸੁਣ ਕੇ ਪੱਬਾਂ ਭਾਰ ਹੋ ਜਾਂਦੇ ਆ ਤੇ ਤੂੰ ਜ਼ਮਾਨਤਾਂ ਠਹਿਰ ਕੇ ਭਰਾਉਣ ਲਈ ਕਹਿ ਰਿਹਾ। ਅਜਿਹਾ ਕਿਉਂ? ਮੈਂ ਕਿਹਾ ਮੇਰੀ ਇੱਛਾ ਸੀ ਕਿ ਮੈਂ ਆਪਣੀ PhD ਡਿਗਰੀ ਜੇਲ੍ਹ ਅੰਦਰ ਰਹਿ ਕੇ ਮੁਕੰਮਲ ਕਰਾਂ। ਤਕਨੀਕੀ ਤੌਰ ਤੇ ਮੇਰੀ PhD ਦਾ ਨੋਟੀਫਿਕੇਸ਼ਨ ਹੋਣ ਲਈ ਮਹੀਨੇ ਭਰ ਦਾ ਸਮਾਂ ਲੱਗ ਸਕਦਾ ਹੈ, ਇਸ ਲਈ ਮੇਰੀ ਇੱਛਾ ਦਾ ਸਨਮਾਨ ਕੀਤਾ ਜਾਏ। ਵੀਰ ਜੀ ਸਮਝ ਗਏ, ਉਹਨਾਂ ਨੇ ਜ਼ਿੱਦ ਨਹੀਂ ਕੀਤੀ। ਇਸ ਤੋਂ ਬਾਅਦ ਲਗਭਗ 1.5 ਮਹੀਨਾ ਮੈਂ ਆਪਣੀ ਸਵੈ ਜੀਵਨੀ ਦੇ ਆਖਰੀ ਅਧਿਆਏ ਸੰਪੰਨ ਕਰਨ 'ਚ ਬਿਤਾਇਆ ਤੇ ਆਪਣੀ PhD ਨੋਟੀਫਿਕੇਸ਼ਨ ਹੋਣ ਤੋਂ ਬਾਅਦ ਮਈ 2009 'ਚ ਆਪਣੀ ਸਾਰੀ ਡਿਗਰੀ ਜੇਲ੍ਹ 'ਚ ਮੁਕੰਮਲ ਕਰਨ ਉਪਰੰਤ ਰਿਹਾ ਹੋਇਆ। ਰਿਹਾਈ ਤੋਂ ਮਹੀਨਾ ਭਰ ਬਾਅਦ ਤਕਰੀਬਨ ਜੁਲਾਈ 2009 ਨੂੰ ਮੈਂ ਪਬਲਿਕ ਕਾਲਜ ਸਮਾਣਾ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਧਰਮ ਅਧਿਐਨ ਜੁਆਇਨ ਕੀਤਾ। ਮੌਜੂਦਾ ਸਮੇਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਰਾਮਪੁਰਾ ਫੂਲ ਬਠਿੰਡਾ ਕੈਂਪਸ ਵਿਖੇ ਪੜ੍ਹਾ ਰਿਹਾ। ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਦਾ ਹੋਇਆ ਆਨੰਦਪੂਰਵਕ ਜੀਵਨ ਬਿਤਾ ਰਿਹਾ। ਦੋਸਤੋ, ਜੇਲ੍ਹ ਅੰਦਰ ਬਿਤਾਇਆ ਹੋਇਆ ਸਮਾਂ ਮੁਸ਼ਕਲਾਂ ਭਰਪੂਰ ਜ਼ਰੂਰ ਸੀ, ਲੇਕਿਨ ਇਹਨੇ ਮੈਨੂੰ ਆਉਣ ਵਾਲੀ ਜ਼ਿੰਦਗੀ ਵਾਸਤੇ ਬਹੁਤ ਸਾਰੇ ਸਬਕ ਸਿਖਾਏ। ਇਸ ਅਨੁਭਵ ਨੇ ਮੇਰੇ ਜੀਵਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ, ਮੈਨੂੰ ਸੱਚੇ ਪਿਆਰ ਤੋਂ ਵਾਕਿਫ ਕਰਵਾਇਆ, ਜ਼ਿੰਦਗੀ ਦੇ ਪ੍ਰਤੀ ਮੇਰੇ ਨਜ਼ਰੀਏ ਨੂੰ ਸਕਾਰਾਤਮਕ ਬਣਾਇਆ, ਅੱਛਾਈ ਅੰਦਰ ਮੇਰਾ ਵਿਸ਼ਵਾਸ ਹੋਰ ਦ੍ਰਿੜ ਕੀਤਾ ਤੇ ਮੈਨੂੰ ਜ਼ਿੰਦਗੀ ਦੀ ਹਰੇਕ ਕਠਿਨਾਈ ਉੱਪਰ ਜਿੱਤ ਪ੍ਰਾਪਤ ਕਰਨਾ ਸਿਖਾਇਆ। ਬ੍ਰਾਇਨ ਟ੍ਰੇਸੀ ਨੇ ਬਿਲਕੁਲ ਸਹੀ ਕਿਹਾ ਕਿ ਜੇ ਅਸੀਂ ਹਰ ਇਨਸਾਨ ਤੇ ਹਰ ਹਾਲਾਤ ਅੰਦਰ ਅੱਛਾਈ ਦੀ ਤਲਾਸ਼ ਕਰੀਏ ਤਾਂ ਇਹ ਸਾਨੂੰ ਜ਼ਰੂਰ ਮਿਲ ਜਾਂਦੀ ਹੈ। ਦੋਸਤੋ, ਮੁਸ਼ਕਿਲਾਂ ਇਨਸਾਨ ਅੰਦਰ ਹਿੰਮਤ ਤੇ ਸਾਹਸ ਜਗਾਉਣ ਲਈ ਹੁੰਦੀਆਂ ਹਨ, ਉਹਨੂੰ ਨਿਰਾਸ਼ ਕਰਨ ਲਈ ਨਹੀਂ। ਆਸਾਨ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਕਠਿਨਾਈਆਂ ਨਾਲ ਨਜਿੱਠਣ 'ਚ ਅਸਫਲ ਸਾਬਤ ਹੁੰਦਾ ਹੈ। ਜੇਲ੍ਹ ਅੰਦਰ ਬਿਤਾਏ ਸਮੇਂ ਨੇ ਮੈਨੂੰ ਅਨੁਭਵ ਕਰਵਾਇਆ ਕਿ ਮਨੁੱਖ ਦੇ ਵਿਚਾਰ ਹਮੇਸ਼ਾ ਚੰਗੇ ਹੋਣੇ ਚਾਹੀਦੇ ਹਨ, ਕਿਉਂਕਿ ਚੰਗੇ ਵਿਚਾਰਾਂ ਤੋਂ ਹੀ ਚੰਗੇ ਸ਼ਬਦ ਬਣਦੇ ਹਨ, ਚੰਗੇ ਸ਼ਬਦਾਂ ਤੋਂ ਚੰਗੇ ਕਰਮ, ਚੰਗੇ ਕਰਮਾਂ ਤੋਂ ਚੰਗੀਆਂ ਆਦਤਾਂ ਬਣਦੀਆਂ ਹਨ ਤੇ ਚੰਗੀਆਂ ਆਦਤਾਂ ਤੋਂ ਹੀ ਅੱਛੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਉੱਚਾ ਸੁੱਚਾ ਚਰਿੱਤਰ ਇੱਕ ਦਿਨ ਇਨਸਾਨ ਦੀ ਤਕਦੀਰ ਬਣਦਾ ਹੈ। ਮੇਰੀ ਚੰਗੀ ਤਕਦੀਰ ਦੇ ਨਿਰਮਾਣ ਵਿੱਚ ਮੇਰੇ ਮਾਤਾ ਪਿਤਾ, ਪਰਿਵਾਰ, ਮਾਹੌਲ, ਪਤਨੀ, ਦੋਸਤਾਂ ਤੇ ਸਹਿਬੰਦੀਆਂ ਦਾ ਹੱਥ ਹੈ, ਜਿਨ੍ਹਾਂ ਨੇ ਮੈਨੂੰ ਸਕਾਰਾਤਮਕ ਮਾਹੌਲ ਪ੍ਰਦਾਨ ਕੀਤਾ। ਮੁਸ਼ਕਿਲ ਹਾਲਾਤਾਂ ਅੰਦਰ ਹੀ ਆਪਣਿਆਂ ਦੀ ਪਰਖ ਹੁੰਦੀ ਹੈ, ਨਹੀਂ ਤਾਂ ਆਪਣਿਆਂ ਵਿਚਕਾਰ ਛੁਪੇ ਬੇਗਾਨਿਆਂ ਤੇ ਬੇਗਾਨਿਆਂ ਵਿਚਕਾਰ ਛੁਪੇ ਆਪਣਿਆਂ ਦਾ ਕਦੇ ਵੀ ਪਤਾ ਨਹੀਂ ਲੱਗਦਾ। ਮੇਰੇ ਆਪਣੇ ਹੀ ਮੇਰੀ ਪ੍ਰੇਰਨਾ ਹਨ। ਦੋਸਤੋ, ਜੀਵਨ 'ਚ ਤਰੱਕੀ ਦਾ ਇੱਕੋ ਇੱਕ ਮੰਤਰ ਹੈ, ਸਵੈ ਅਨੁਸ਼ਾਸਨ। ਜੇ ਅਸੀਂ ਪੰਜਾਬ ਦੀਆਂ ਜੇਲ੍ਹਾਂ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਕੁਝ ਕਹਿਣਾ ਹੋਵੇ ਤਾਂ ਪ੍ਰਸਿੱਧ ਸ਼ਾਇਰ ਇਕਬਾਲ ਦੀਆਂ ਇਹ ਪੰਕਤੀਆਂ ਢੁਕਦੀਆਂ ਰਹਿਣਗੀਆਂ। ਨਹੀਂ ਮਾਯੂਸ ਇਕਬਾਲ ਮੈਂ ਆਪਣੀ ਫਸਲੇ ਵੀਰਾਨ ਸੇ, ਜ਼ਰਾ ਸੀ ਨਮ ਹੋ ਤੋ ਇਹ ਮਿੱਟੀ ਬੜੀ ਜ਼ਰਖੇਜ਼ ਹੈ। ਧੰਨਵਾਦ।